ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਟਾਈਮ ਜੁੜ ਚੁੱਕੇ ਨੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਜਸਪਾਲ ਸਿੰਘ ਜੀ, ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅਟਾਰਨੀ ਟਿਰਕੇਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਡਿਸਕਸ ਕਰਾਂਗੇ? ਆਪਾਂ ਜੀ ਅੱਜ ਖਾਸ ਤੌਰ ਤੇ ਇਨਵੈਸਟਮੈਂਟ ਇਮੀਗ੍ਰੇਸ਼ਨ ਦੇ ਬਾਰੇ ਡਿਸਕਸ ਕਰਾਂਗੇ, E2 ਵੀਜ਼ਾ ਇਨ ਪਾਰਟਿਕੂਲਰ। ਤੇ ਉਹਦਾ ਰੀਜ਼ਨ ਇਹ ਹੈ ਕਿ ਸਾਨੂੰ ਕਾਫੀ ਕੈਨੇਡਾ ਤੋਂ ਆਪਣੇ ਯੂਰਪ ਤੋਂ ਕਾਫੀ ਲੋਕੀ ਜਿਹੜੇ ਨਾ ਹੁਣ ਟੂਰਿਸਟ ਵੀਜ਼ੇ ਲੈ ਕੇ ਉਰੇ ਆਏ ਆ। ਕਈ ਜਿਹੜਾ ਵੀਜ਼ਾ ਵੇਵਰ ਹੁੰਦਾ 90 ਦਿਨ ਦਾ, ਉਹਦੇ ਬੇਸ ਤੇ ਇੱਥੇ ਆਏ ਆ। ਤੇ ਉਹਦੀਆਂ ਕਾਫੀ ਜ਼ਿਆਦਾ ਜਿਹੜੀਆਂ ਕਾਲਾਂ ਆ ਰਹੀਆਂ, ਜਿਹੜੇ ਬਿਜ਼ਨਸ ਵਾਲੇ ਬੰਦੇ ਆ ਉੱਥੇ, ਕਾਰੋਬਾਰੀ ਬੰਦੇ ਜਿਹੜੇ ਹੈਗੇ ਆ, ਤੇ ਉਹਨਾਂ ਨੂੰ ਜ਼ਿਆਦਾਤਰ ਇਹੀ ਆ ਕਿ ਲੋਕਾਂ ਨੂੰ ਪਤਾ ਨਹੀਂ, ਸਾਲਮ ਤੋਂ ਇਲਾਵਾ ਕੁਝ ਪਤਾ ਨਹੀਂ, ਹੈ ਨਾ ਕਈਆਂ ਨੂੰ। ਸੋ ਇਹ ਪਹਿਲਾਂ ਵੀ ਆਪਾਂ ਟੌਪਿਕ ਉੱਦਾਂ ਡਿਸਕਸ ਕਰ ਚੁੱਕੇ ਹਾਂ, ਪਰ ਅੱਜ ਥੋੜ੍ਹੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਜਿਹੜੇ ਯੂਰਪੀਅਨ ਸਿਟੀਜ਼ਨ ਆ, ਕੈਨੇਡੀਅਨ ਸਿਟੀਜ਼ਨ ਆ, ਹੁਣ ਯੂਰਪ ਦੇ ਵਿੱਚ ਸਾਰੀਆਂ ਕੰਟਰੀਆਂ ਨਹੀਂ ਇਹਦੇ ਵਿੱਚ ਆਉਂਦੀਆਂ। ਠੀਕ ਹੈ। ਇਹ ਇਹਨਾਂ ਦੇ ਨਾਲ ਇੱਕ ਟਰੀਟੀ ਕੀਤੀ ਹੁੰਦੀ ਆ US ਨਾਲ, ਇਹਨੂੰ ਕਹਿੰਦੇ ਆ E2 ਟਰੀਟੀ, ਹੈ ਨਾ। ਤੇ ਉਹਨੂੰ ਤੁਸੀਂ ਗੂਗਲ ਕਰੋ ਕਿ E2 ਕੰਟਰੀ ਲਿਸਟ, ਤੇ ਤੁਹਾਨੂੰ ਉਹਨਾਂ ਨੇ E2 ਦੀਆਂ ਲਿਸਟ ਦੱਸ ਦੇਣੀ ਕਿਹੜੀਆਂ ਕੰਟਰੀਆਂ ਦੇ ਵਿੱਚ ਆਉਂਦੀਆਂ ਤੇ ਕਿਹੜੀਆਂ ਨਹੀਂ ਆਉਂਦੀਆਂ। ਠੀਕ ਹੈ। ਤੇ ਕਾਫੀ ਕੰਟਰੀ ਜਿੱਦਾਂ ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, UK, ਇਹ ਜਿਹੜੇ ਮੇਨ ਮੁੱਖ, ਜਿਹੜੇ ਇਟਲੀ ਹੋ ਗਿਆ, ਫਰਾਂਸ ਹੋ ਗਿਆ, ਇਹ ਕੰਟਰੀਜ਼ ਜਿੱਦਾਂ ਇਹਦੇ ਵਿੱਚ ਆਉਂਦੀਆਂ। ਤੇ ਇੱਕ ਜਿੱਦਾਂ ਐਗਜ਼ਾਮਪਲ ਦਿੰਦੇ ਆ ਕਿ ਪੁਰਤਗਾਲ ਜਿਹਨੂੰ ਕਹਿੰਦੇ ਆ, ਉਹ ਇਹਦੇ ਵਿੱਚ ਨਹੀਂ ਆਉਂਦਾ, ਹੈ ਨਾ। ਕਈ ਉੱਥੋਂ ਪੁੱਛਦੇ ਕਿ ਮੇਰਾ ਕੀ ਬਣੂਗਾ। ਸੋ ਉਹਨਾਂ ਨਾਲ ਟਰੀਟੀ ਨਹੀਂ ਕੀਤੀ, ਉਹ ਲੋਕੀ ਨਹੀਂ ਇੱਥੇ ਆ ਸਕਦੇ। ਪਰ ਤਕਰੀਬਨ ਜਿਹੜੇ ਇਟਲੀ ਵਾਲੇ ਆ, ਜਰਮਨੀ ਵਾਲੇ ਆ, ਫਰਾਂਸ ਵਾਲੇ ਆ, UK ਵਾਲੇ, ਇੱਥੋਂ ਦੀ ਕਾਫੀ ਸਾਨੂੰ ਇਨਕੁਆਇਰੀ ਜਿਹੜੀ ਆਉਂਦੀ ਹੈ। ਤੇ ਕੈਨੇਡਾ ਵਾਲੇ, ਹੈ ਨਾ। ਤੇ ਈਵਨ ਕੈਨੇਡਾ ਵਾਲੇ ਕਈ ਲੋਕੀ ਜਿਹੜੇ PR ਬਣ ਚੁੱਕੇ ਆ, ਸਟੂਡੈਂਟ ਆਏ ਸੀਗੇ, PR ਬਣ ਚੁੱਕੇ ਆ। ਉਹ ਆਪਣੀ ਆਰਥਿਕ ਤੰਗੀਆਂ ਕਾਰਨ ਕਈ ਵਾਰੀ ਇੱਥੇ ਲੋਕੀ ਆਉਣਾ ਚਾਹੁੰਦੇ ਆ, ਤੇ ਉਹ ਆਪਣੇ ਪੇਪਰ ਖਰਾਬ ਕਰ ਲੈਂਦੇ ਆ। ਕਈ ਬਾਰਡਰ ਵੀ ਟੱਪ ਕੇ 2 ਨੰਬਰ 'ਚ ਆ ਜਾਂਦੇ ਆ। ਈਵਨ ਸਾਡੇ ਕੋਲ ਕਈ ਇੱਦਾਂ ਦੇ ਵੀ ਆ ਕਿ ਸਿਟੀਜ਼ਨ ਸੀਗੇ ਜਿਹੜੇ ਇਹ ਕੰਟਰੀਆਂ ਦੇ ਵਿੱਚ, ਤੇ ਉਹਨਾਂ ਦੇ ਜਵਾਕ ਵਗੈਰਾ ਵੀ ਉੱਥੇ ਯੂਰਪ ਦੇ ਵਿੱਚ ਪੈਦਾ ਹੋਏ ਸੀਗੇ, ਤੇ ਉਹ ਵੀ ਆਪਣਾ ਪਾਸਪੋਰਟ ਵਗੈਰਾ ਵੀ, ਉਹਨੂੰ ਵੀ ਪੇਪਰ ਖਰਾਬ ਕਰਕੇ ਆਪਣੇ ਜਿਹੜੇ ਏਜੰਟਾਂ ਦੀ ਸਲਾਹ ਕਰਕੇ ਤੇ ਇੱਥੇ ਆ ਜਾਂਦੇ ਆ 2 ਨੰਬਰ ਦੇ ਵਿੱਚ। ਸੋ ਉਹਨਾਂ ਦੇ ਬਾਰੇ ਇਹ ਆ ਕਿ ਉਹਨਾਂ ਨੂੰ ਸਾਡੇ ਨਾਲ ਜਿੱਦਾਂ ਕੰਸਲਟੇਸ਼ਨ ਵੀ ਕਰਦੇ ਆ। ਸੋ ਉਹਨਾਂ ਨੂੰ ਇਹ ਸਲਾਹ ਪਹਿਲਾਂ ਤਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਹੈ ਨਾ, ਕਿ ਦੇਖੋ ਜਿਹੜਾ ਇੱਕ ਵਕੀਲ ਆ, ਜਿੱਦਾਂ ਹੁਣ ਤੁਸੀਂ ਆਏ ਆ ਸਾਡੇ ਨਾਲ ਕੰਸਲਟ ਕਰਦੇ ਆ, ਮੰਨ ਲਓ $250 ਸਾਡੀ ਕੰਸਲਟੇਸ਼ਨ ਹੈ ਨਾ, ਬੇਸਿਕ। ਉਹਦੇ ਵਿੱਚ ਤੁਹਾਨੂੰ ਇੱਕ ਵਕੀਲ ਕਹਿ ਰਿਹਾ ਕਿ ਯਾਰ ਤੂੰ ਵਾਪਸ ਚਲ ਜਾ, ਆਪਣੇ ਪੇਪਰ ਨਾ ਖਰਾਬ ਕਰ, ਸਹੀ ਤਰੀਕੇ ਨਾਲ ਵਾਪਸ ਆ, ਹੈ ਨਾ। ਨਹੀਂ ਤਾਂ ਵਕੀਲ ਨੂੰ ਤਾਂ ਇਹ ਚਾਹੀਦਾ ਕਿ ਯਾਰ ਮੇਰਾ ਹੋਰ ਮੈਨੂੰ ਕੇਸ ਦਊਗਾ, ਹੋਰ ਮੇਰੇ ਪੈਸੇ ਬਣੂਗੇ, ਰਾਈਟ। ਪਰ ਇਹ ਹੈ ਕਿ ਜਿਹੜੀ ਇਹ ਵਾਲੀ ਹੁਣ ਸਲਾਹ ਕਈ ਵਾਰੀ ਦਿੰਦੇ, ਉਹ ਕਹਿੰਦੇ ਨਹੀਂ ਯਾਰ ਤੂੰ ਮੈਨੂੰ ਹੱਲ ਨਹੀਂ ਦੱਸਿਆ, ਕੋਈ ਤਰੀਕਾ ਨਹੀਂ ਦੱਸਿਆ, ਪੂਰੇ ਪੱਕੇ ਹੋਣ ਦਾ ਤਰੀਕਾ ਦੱਸਦੇ। ਕਈ ਵਾਰੀ ਆਪਾਂ ਨਾ ਇਹ ਨੋਟਿਸ ਕਰਦੇ ਹਾਂ ਕਿ ਲੋਕੀ ਸਹੀ ਜਿਹੜੀ ਸਲਾਹ ਨਹੀਂ ਮੰਨਣਾ ਨਹੀਂ ਚਾਹੁੰਦੇ ਇਹਨੂੰ। ਕਿਉਂਕਿ ਵੇਖਾ ਵੇਖੀ ਬੜੀ ਆ ਕਿ ਮੈਨੂੰ ਹੁਣ ਨਾ ਪਿੱਛੇ ਮੁੜਨਾ ਪੈ ਜਾਵੇ, ਨਾਲ ਵਾਲਾ ਮੇਰੇ ਕਿੱਦਾਂ ਇੱਥੇ ਟਿਕਿਆ ਪਿਆ, ਤੇ ਉਹਨੇ ਤਾਂ ਅਸਾਈਲਮ ਫਾਈਲ ਕਰਤਾ, ਉਹਦਾ ਤਾਂ ਵਰਕ ਪਰਮਿਟ ਵੀ ਆ ਗਿਆ, ਮੇਰਾ ਕੀ ਬਣੂਗਾ, ਹੈ ਨਾ। ਹਾਂਜੀ ਬਿਲਕੁਲ। ਸੋ ਉਹਨਾਂ ਲੋਕਾਂ ਨੂੰ ਇਹ ਹੈ ਕਿ ਜੇ ਦੱਸੀਏ ਅੱਗੇ ਕਿ ਜਦੋਂ ਇਹਨਾਂ ਦੀ ਤਰੀਕ ਲੱਗੇ ਆਉਂਦੀ ਆ, ਆਹੀ ਇਟਲੀ, ਫਰਾਂਸ ਵਾਲੇ ਜਿਹੜੇ ਉਹ ਆ, ਜਿਹੜੇ ਵਕੀਲਾਂ ਨੇ ਉਦੋਂ ਕੇਸ ਫਾਈਲ ਕੀਤਾ ਹੁੰਦਾ ਇਹਨਾਂ ਦਾ ਝੂਠ ਸੱਚ ਬੋਲ ਕੇ, ਉਹ ਫਿਰ ਆਪਣਾ ਪੱਲਾ ਛਡਾ ਲੈਂਦਾ ਕਿ ਤੇਰਾ ਕੁਝ ਹੋ ਨਹੀਂ ਸਕਦਾ, ਤੂੰ ਤਾਂ ਝੂਠ ਬੋਲਿਆ, ਤੇਰਾ ਤਾਂ ਰੈਕਡ ਨਿਕਲਿਆ ਨਾ। ਤੇ ਫਿਰ ਆਪਣਾ ਨਾ ਉਦੋਂ ਕੀ ਹੁੰਦਾ ਕਿ ਬੰਦਾ ਇੱਥੇ ਕਾਰੋਬਾਰ ਵੀ ਪਾ ਲੈਂਦਾ, ਬਿਜ਼ਨਸ ਵੀ ਅੱਗੇ ਵੱਧ ਜਾਂਦਾ ਕਾਫੀ ਜ਼ਿਆਦਾ, ਜਵਾਕ ਵਗੈਰਾ ਵੀ ਸਕੂਲ ਜਾਣ ਲੱਗ ਪੈਂਦੇ ਆ। ਸੋ ਸਿਚੁਏਸ਼ਨ ਥੋੜ੍ਹੀ ਹੋਰ ਔਖੀ ਹੋ ਜਾਂਦੀ ਹੈ। ਸੋ ਜਿੱਦਾਂ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਨਹੀਂ, ਆਉਂਦੇ ਆ ਪਹਿਲਾਂ ਵਰਕ ਪਰਮਿਟ ਕਰਦੇ ਆ, ਦੇਖਦੇ ਆ ਫਿਰ 5 ਸਾਲ ਬਾਅਦ, 10 ਸਾਲ ਬਾਅਦ ਕੀ ਹੋਊਗਾ। ਸੋ 10 ਸਾਲ ਬਾਅਦ ਕੋਈ ਤੁਹਾਡੀ ਜ਼ਿੰਦਗੀ ਸੌਖੀ ਨਹੀਂ ਹੋਣੀ, ਕਿਉਂਕਿ ਤੁਹਾਨੂੰ ਫਿਰ ਇਸ ਦੇਸ਼ ਨਾਲ ਪਿਆਰ ਪੈ ਜਾਣਾ, ਤੁਸੀਂ ਇੱਥੇ ਸੈੱਟ ਹੋ ਜਾਣਾ, ਸਾਰਾ ਜਵਾਕ ਤੁਹਾਡੇ ਇੱਥੇ ਗਿੱਝ ਜਾਣੇ ਆ। ਸੋ ਇੱਦਾਂ ਹੈ ਕਿ ਸਲਾਹ ਜਿਹੜੀ ਸਹੀ ਇਹੀ ਆ ਕਿ ਉਹ ਜਿਹੜੇ ਬੰਦੇ ਆ ਜਿਹੜੇ ਕਿਤੇ ਫਰਮਲੀ ਸੈਟਲਡ ਹੈਗੇ ਆ, ਸਪੈਸ਼ਲੀ ਜਿਹਨਾਂ ਕੋਲ ਪਾਸਪੋਰਟ ਵਗੈਰਾ ਹੈਗੇ ਆ, ਉਹ ਪੱਕੇ ਤਰੀਕੇ ਨਾਲ ਜਿਹੜਾ ਹੈਗਾ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਇੱਥੇ ਆਉਣ। ਤੇ ਇਨਵੈਸਟਮੈਂਟ ਦੇ ਕਈ ਵਾਰੀ ਪੈਸੇ ਨਹੀਂ ਹੁੰਦੇ, ਤੇ ਉਹਨਾਂ ਨੂੰ ਸਲਾਹ ਹੀ ਹੁੰਦੀ ਕਿ ਵਾਪਸ ਜਾਓ ਆਪਣੇ ਜਿਹੜੇ ਯੂਰਪ ਕੰਟਰੀ 'ਚ ਹੈਗੇ ਆ,
ਪੈਸੇ ਦਾ ਇੰਤਜ਼ਾਮ ਕਰੋ ਉੱਥੋਂ ਦੀ ਆਪਣੀ ਇਨਵੈਸਟਮੈਂਟ ਦਾ, ਤੇ ਖੁਦ ਆ ਕੇ ਇੱਥੇ ਆਪਣੇ ਬਿਜ਼ਨਸ ਰਾਹੀਂ ਜਿਹੜਾ ਪੱਕੇ ਰਾਹੀਂ ਤੁਸੀਂ ਇੱਥੇ ਆਓ। ਸੋ ਇਹ ਜਿਹੜੀ ਸਲਾਹ ਮੇਨ ਹੈਗੀ ਆ। ਇਹ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਹੈ ਕਿ ਕਈ ਵਾਰੀ ਲੋਕੀ ਡਰਦੇ ਆ ਕਿ ਯਾਰ ਪਤਾ ਨਹੀਂ ਮੈਂ ਸਿੱਧੇ ਤੌਰ ਤੇ ਆਇਆ ਤੇ ਮੈਨੂੰ ਵਾਪਸ ਨਹੀਂ ਉਹਨਾਂ ਨੇ ਆਉਣ ਦੇਣਾ ਆ ਇੱਦਾਂ। ਸੋ ਉਹਨਾਂ ਨੇ ਇੱਕ ਵਾਰੀ ਆਲਰੇਡੀ ਤੁਹਾਨੂੰ ਵੀਜ਼ਾ ਦੇ ਦਿੱਤਾ ਵਾ। ਜੇ ਨਹੀਂ ਉਹਨਾਂ ਨੇ, ਤੁਸੀਂ ਆ ਕੇ ਜਦੋਂ ਮੁੜ ਕੇ ਵਾਪਸ ਜਾਂਦੇ ਆ, ਤੁਸੀਂ ਇੱਕ ਵਾਰੀ ਆਲਰੇਡੀ ਉਹਨਾਂ ਨੂੰ ਸ਼ੋਅ ਕਰਤਾ ਕਿ ਮੈਂ ਘੁੰਮਣ ਫਿਰਨ ਆਇਆ ਸੀਗਾ, ਮੈਂ ਚੱਲ ਗਿਆ ਵਾਪਸ, ਹਨਾ। ਇੱਕ ਦੋ ਵਾਰੀ ਤੁਸੀਂ ਟਿਕ ਮਾਰਿਆ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ ਜਿਹੜਾ ਬੰਦਾ ਇੱਕ ਵਾਰੀ ਰੂਟੀਨ 'ਚ ਵਿਜ਼ਿਟ ਕਰਕੇ ਵਾਪਸ ਗਿਆ ਵਾ। ਵਾਪਸ ਗਿਆ ਤਾਂ ਠੀਕ ਹੈ। ਸੋ ਬਿਲਕੁਲ ਆਪਾਂ ਨੂੰ ਬਹੁਤ ਸਾਰੇ ਜਿਹੜੇ ਕਾਲ ਕਰਦੇ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਵੀ, ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਵੀ ਚਾਹੁੰਦੇ ਆ ਕਈ ਵੀ ਪਰਿਵਾਰਾਂ ਸਮੇਤ ਆ ਜਾਈਏ, ਕਈ ਪਰਿਵਾਰ ਅੱਧੇ ਇੱਧਰ ਆ ਅੱਧੇ ਉੱਧਰ ਆ। ਉਹ ਹੁੰਦਾ ਉਹਨਾਂ ਨੂੰ ਵੀ ਅਸੀਂ ਸਾਰੇ ਜਾਣੇ ਇੱਕੋ ਥਾਂ ਦੇ ਉੱਤੇ ਇਕੱਠੇ ਹੋ ਜਾਈਏ, ਤੇ ਫਿਰ ਉਹ ਉਹਨਾਂ ਦੀ ਕੰਟਰੀ ਆਫ ਚੋਇਸ ਮੋਸਟਲੀ ਅਮਰੀਕਾ ਜਿਹੜੀ ਉਹ ਬਣਦੀ ਆ। ਅਮਰੀਕਾ 'ਚ ਆਉਣ ਦੇ ਦੇਖੋ ਤਰੀਕੇ ਹੈਗੇ ਤੇ ਹੈਗੇ ਹੀ ਆ, ਪਰ ਕਈ ਵਾਰੀ ਲੰਮਾ ਪ੍ਰੋਸੈਸ ਉਸ ਦੇ ਵਿੱਚ ਹੋ ਜਾਂਦਾ ਆ। ਬਟ ਇਹ ਕੁਛ ਜਿਹੜੀਆਂ E2 ਟਰੀਟੀ ਵਾਲੀਆਂ ਕੰਟਰੀਜ਼ ਆ, ਇਹਨਾਂ ਦੇ ਨਾਲ ਤੁਸੀਂ ਆ ਜਾਂਦੇ ਆ, ਇਵੈਂਚੁਅਲੀ ਤੁਸੀਂ ਜਿਹੜੇ ਆ ਹੌਲੀ ਹੌਲੀ ਇਸ ਦੇ ਵਿੱਚ ਪੱਕੇ ਹੋ ਜਾਓਗੇ, ਗ੍ਰੀਨ ਕਾਰਡ ਜਿਹੜਾ ਉਹ ਤੁਹਾਨੂੰ ਮਿਲ ਜਾਊਗਾ। ਇਹ ਇੱਕ E2 ਤੇ E1 ਇਹ ਡਿਫਰੈਂਟ ਆ, ਜਾਂ ਅੱਜ ਆਪਾਂ ਸਿਰਫ E2 ਵਾਲੀ ਹੀ ਗੱਲ ਕਰ ਰਹੇ ਹਾਂ? ਜਿਹੜਾ E1 ਆ ਉਹ ਹੈਗਾ ਟਰੀਟੀ ਇਨਵੈਸਟਰ, ਸੌਰੀ E2 ਹੈਗਾ ਟਰੀਟੀ ਇਨਵੈਸਟਰ, ਤੇ E1 ਹੈਗਾ ਟਰੀਟੀ ਟਰੇਡਰ, ਜਿਹੜਾ ਕੰਟਰੀ ਨਾਲ ਟਰੇਡ ਕਰਦਾ। ਠੀਕ ਹੈ। ਸਾਡੇ ਐਕਚੁਅਲੀ ਇਹਦੇ ਵਿੱਚ ਉਦਾਂ ਤੁਹਾਨੂੰ ਆਫ ਟਾਪਿਕ ਥੋੜੀ ਜਿਹੀ ਗੱਲ ਦੱਸਦਾ ਕਿ ਕਲਾਇੰਟ ਕਈ ਵਾਰੀ ਕਿੱਦਾਂ ਲੱਭਦੇ ਨੇ ਜੀ। ਤੇ ਸਾਡੇ ਜਿੱਦਾਂ ਹੁਣ ਇੱਥੇ ਸੀਗੇ ਸੈਨੋਜ਼ ਵਿੱਚ ਨਾ ਵਾਈਨ ਸ਼ਾਪ ਸੀਗੀ, ਤੇ ਇੱਥੋਂ ਲੱਭਦੇ ਵੜਦੇ ਇਦਾਂ ਕਿ ਵੀ ਨਾ ਉਹਨੇ ਗੱਲ ਕਰਨੀ, ਉਹ ਕਹਿੰਦੀ ਮੈਂ ਇਟਲੀ ਚੱਲ ਜਾਣਾ ਨਾ, ਉਹਦਾ ਹਸਬੈਂਡ ਉੱਥੋਂ ਦਾ ਸੀਗਾ, ਤੇ ਉਹ ਆਪਣੀ ਵਾਈਨ ਵਗੈਰਾ ਜਿਹੜੀ ਸੀਗੀ ਇਟਲੀ ਤੋਂ ਇੰਪੋਰਟ ਕਰਾਉਂਦੇ ਸੀਗੇ। ਤੇ ਇਟਲੀ ਦੇ ਵਿੱਚ ਇੱਕ ਬੰਦਾ ਸੀਗਾ ਉਹ ਜਿਹੜਾ ਉਹਨਾਂ ਨੂੰ ਵਾਈਨ ਭੇਜਦਾ ਸੀਗਾ, ਤੇ ਉਹਨਾਂ ਦਾ ਜਿੱਦਾਂ $1 ਲੱਖ ਦੀ ਜਿੱਦਾਂ ਸੇਲ ਪਰਚੇਸ ਦਾ ਕੰਮ ਸੀਗਾ। $1 ਲੱਖ ਦਾ ਹਰ ਸਾਲ ਜਿੱਦਾਂ ਕਾਫੀ ਚਿਰਾਂ ਤੋਂ ਚੱਲਦਾ ਸੀਗਾ, ਟ੍ਰੇਡਿੰਗ ਕਰਦੇ ਸੀਗੇ। ਇਹ ਜਿਹੜੀ ਲੇਡੀ ਸੀਗੀ ਇਹਨੇ ਵਿਆਹ ਕਰਾ ਲਿਆ ਉੱਥੇ ਇਟਲੀ ਵਾਲੇ ਬੰਦੇ ਨਾਲ, ਤੇ ਉਹ ਵੀ ਸਿਟੀਜ਼ਨ ਸੀਗਾ, ਪਰ ਇਹ ਉੱਥੇ ਰਹਿਣਾ ਚਾਹੁੰਦੇ ਸੀ। ਜਿੱਦਾਂ ਇਹਨਾਂ ਨੇ ਪੈਸਾ ਪੂਸਾ ਚੰਗਾ ਕਮਾ ਲਿਆ ਸੀ ਉਰੇ। ਹੁਣ ਜਿੱਦਾਂ ਕਈ ਵਾਰੀ ਲੋਕਾਂ ਨੂੰ ਚਾਹ ਹੁੰਦਾ ਕਿ ਯੂਰਪੀਅਨ ਕੰਟਰੀ ਜਾਈਏ, ਹਨਾ, ਜਿਹੜੇ ਇੱਥੇ ਸੈੱਟ ਹੁੰਦੇ ਆ। ਜਿਹੜੇ ਉੱਥੇ ਵਾਲੇ ਆ ਨਹੀਂ ਪੈਸਾ ਜੇ ਬਣਿਆ ਉਹਨਾਂ ਦਾ, ਉਹ ਕਹਿੰਦੇ ਇੱਧਰ ਨੂੰ ਆਈਏ ਅਮਰੀਕਾ ਨੂੰ। ਜਿਹੜਾ ਉਹ ਵਾਲਾ ਬੰਦਾ ਸੀਗਾ ਵਿਨੇ ਵਾਲਾ, ਉਹ ਕਹਿੰਦਾ ਮੈਂ ਇੱਧਰ ਆਉਣਾ ਵਾ, ਇਹ ਕਹਿੰਦੇ ਉੱਧਰ ਜਾਣਾ। ਤੇ ਦੋਨੋਂ ਕੰਟਰੀਆਂ ਦੀ ਜਿੱਦਾਂ ਟਰੀਟੀ ਕੰਟਰੀ ਸੀਗੀ, ਤੇ ਉਹ ਜਿਹੜਾ ਸੀਗਾ ਬੰਦਾ ਉਹ E1 ਤੇ ਆਇਆ ਸੀਗਾ ਆਪਣਾ ਟਰੀਟੀ ਟਰੇਡਰ ਤੇ, ਕਿਉਂਕਿ ਟ੍ਰੇਡ ਵੋਲਿਊਮ ਸੀਗੀ ਉਹਦੀ, ਤੇ ਵਾਈਨਾ ਉੱਥੋਂ ਦੀ ਸ਼ਿਪ ਕਰਦਾ ਸੀਗਾ, ਉਹਦੇ ਬੇਸ ਤੇ ਜਿਹੜਾ ਆਇਆ। ਹੁਣ ਉਹ E1 ਜਿਹੜਾ ਹੈਗਾ, ਜਿਹਨਾਂ ਦੇ ਬਿਜ਼ਨਸ ਆਲਰੇਡੀ ਚੱਲਦੇ ਆ, ਜਿਹਨਾਂ ਦੀ ਆਲਰੇਡੀ ਅਮਰੀਕਾ ਦੇ ਨਾਲ ਡੀਲਿੰਗ ਹੈਗੀ ਹੈ, ਹਨਾ, 1 ਲੱਖ ਉੱਤੇ ਤੁਹਾਡੀ ਆਪਸ ਦੇ ਵਿੱਚ ਗੁੱਡਸ ਜਾਂ ਸਰਵਿਸਿਜ਼ ਜਿਹੜੀਆਂ ਟ੍ਰੇਡ ਹੋਈਆਂ, ਤੇ ਉਹ ਜ਼ਿਆਦਾਤਰ ਜਿਹੜੇ ਕਾਰੋਬਾਰ ਚੱਲਦੇ ਆ, ਕੰਪਨੀਆਂ ਦੋਨੋਂ ਪਾਸੇ ਐਗਜ਼ਿਸਟ ਕਰਦੀਆਂ ਉਹਨਾਂ ਦਾ ਹੁੰਦਾ। ਤੇ ਜਿਹੜਾ E2 ਆ, ਜਿੱਦਾਂ ਕੋਈ ਨਵਾਂ ਬੰਦਾ, ਕੋਈ ਮੰਨ ਲਓ ਟਰੱਕ ਡਰਾਈਵਰ ਆ, ਕੋਈ ਰੈਸਟੋਰੈਂਟ ਓਨਰ ਆ, ਜ਼ਿਆਦਾਤਰ ਸਾਨੂੰ ਰੈਸਟੋਰੈਂਟ ਓਨਰ ਕੰਟੈਕਟ ਕਰਦੇ ਆ ਇਹਦੇ ਵਿੱਚ, ਜਿਹਨਾਂ ਨੇ ਆ ਕੇ ਆਪਣੇ US ਦੇ ਵਿੱਚ ਬ੍ਰੈਂਡ ਨਿਊ ਬਿਜ਼ਨਸ ਖੋਲ੍ਹਣਾ, ਉਹ E2 ਇਨਵੈਸਟਮੈਂਟ ਵੀਜ਼ੇ ਰਾਹੀਂ ਆਉਂਦੇ ਆ। ਤੇ ਆਪਣੇ ਵਾਲੇ ਜਿਹੜੇ ਬੰਦੇ ਆ ਪੰਜਾਬੀ, ਜ਼ਿਆਦਾਤਰ ਉਹ E2 ਵੀਜ਼ੇ ਦੇ ਵਿੱਚ ਫਾਲ ਕਰਦੇ ਆ, ਜਿਹਨਾਂ ਦਾ ਅਜੇ ਅਮਰੀਕਾ ਦੇ ਨਾਲ ਕੋਈ ਕਨੈਕਸ਼ਨ ਨਹੀਂ, ਪਰ ਜਿਹਨਾਂ ਦੇ ਕੋਲ ਪੈਸੇ ਹੈਗੇ ਆ ਤੇ ਉਹ ਆ ਕੇ ਇੱਥੇ ਬਿਜ਼ਨਸ ਕਰਨਾ ਚਾਹੁੰਦੇ ਆ, ਹਨਾ। ਤੇ ਇਹ ਤੋਂ ਪਹਿਲਾਂ ਅੱਗੇ ਜਾਈਏ ਇਸ ਟੌਪਿਕ ਦੇ ਵਿੱਚ, ਇਹਦੇ ਵਿੱਚ ਜਿਹੜਾ ਆਪਣਾ ਇੰਡੀਆ ਕੰਟਰੀ ਨਹੀਂ ਆਉਂਦਾ, ਸਭ ਤੋਂ ਜਿਹੜਾ ਕਾਮਨ ਸਵਾਲ ਇਹੀ ਹੈ ਕਿ ਮੈਂ ਵੀ ਇਨਵੈਸਟ ਕਰਨਾ। ਲੋਕੀ ਉਹਨੂੰ ਜਿਹੜੀ ਮੇਨ ਚੀਜ਼ ਆ ਉਹਨੂੰ ਅਣਦੇਖਾ ਕਰ ਦਿੰਦੇ ਆ ਕਿ ਇਹ ਸਾਰਿਆਂ ਵਾਸਤੇ ਨਹੀਂ ਹੈ, ਇਹ ਪਰਮਾਨੈਂਟ ਰੈਜ਼ੀਡੈਂਟ ਵਾਸਤੇ ਵੀ ਨਹੀਂ ਹੈ। ਇਹਦੇ ਲਈ ਤੁਹਾਨੂੰ ਕੰਟਰੀ ਦਾ ਪਾਸਪੋਰਟ ਚਾਹੀਦਾ, E2 ਕੰਟਰੀ ਦਾ ਪਾਸਪੋਰਟ ਚਾਹੀਦਾ। ਸੋ ਇਹ ਨਾਲ ਬਰਥ ਆਫ ਕੰਟਰੀ ਦਾ ਉਹਦਾ ਨਹੀਂ ਹੈਗਾ, ਤੁਹਾਡੇ ਕੋਲ ਜਿਹੜੇ ਸਿਟੀਜ਼ਨਸ਼ਿਪ ਆ ਉਹਦੇ ਤੇ ਉੱਤੇ ਡਿਪੈਂਡ ਆ। ਜੀ, ਸਿਟੀਜ਼ਨਸ਼ਿਪ ਤੇ ਡਿਪੈਂਡ ਕਰਦਾ। ਠੀਕ ਆ, ਠੀਕ ਆ। ਸੋ ਹੁਣ ਚਲੋ ਆਪਾਂ ਜਿਹੜੀ ਇਹ ਗੱਲ ਛੇੜੀ ਆ E2 ਨੂੰ ਜਿਹੜਾ ਉਹ ਲੈ ਕੇ, ਇਹ ਕੁਛ ਯੂਰਪੀਅਨ ਮੁਲਕ ਆਪਣਾ ਕੈਨੇਡਾ ਜਿਹੜਾ ਇਸ ਦੇ ਵਿੱਚ ਆਉਂਦਾ ਆ। ਜੇ ਆਪਾਂ ਸ਼ੁਰੂਆਤ ਕਰਦੇ ਕੈਨੇਡੀਅਨਸ ਤੋਂ ਹੀ, ਜਿਹੜੇ ਬਹੁਤ ਸਾਰੇ ਜਿਹੜੇ ਟਰੱਕਰਸ ਵੀ ਆ ਜਾਂ ਟਰੱਕ ਡਰਾਈਵਰ ਆ, ਜਾਂ ਜਿਨ੍ਹਾਂ ਦੇ ਬਿਜ਼ਨਸਿਸ ਦੋਨੋਂ ਪਾਸੇ ਹੀ ਆ, ਉਹਨਾਂ ਦਾ ਉੱਧਰਲੇ ਪਾਸੇ ਮੇਨ ਬਿਜ਼ਨਸ ਆ, ਪਰ ਉਹ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਆ, ਉਹ ਆਪਣੇ ਪਰਿਵਾਰਾਂ ਸਮੇਤ ਆਉਣ ਦੇ ਬਾਰੇ ਅਕਸਰ ਪੁੱਛਦੇ ਰਹਿੰਦੇ ਆ। ਉਹਨਾਂ ਦੇ ਲਈ ਕੀ ਹੈਗਾ ਆ, ਕੀ ਪ੍ਰੋਸੈਸ ਹੋ ਸਕਦਾ ਉਹਨਾਂ ਦੇ ਲਈ? ਸੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਇਹ ਵੀਜ਼ਾ, ਇਹ ਇਨਵੈਸਟਮੈਂਟ ਲਈ, ਮਤਲਬ ਕਿ ਤੁਹਾਨੂੰ ਕੰਪਨੀ ਰਨ ਕਰਨ ਲਈ ਵੀਜ਼ਾ ਦਿੱਤਾ, ਇਹ ਮਾਲਕ ਬਣਨਾ ਤੁਸੀਂ, ਇਹ ਤੁਹਾਨੂੰ ਡਰਾਈਵਰ ਬਣਨ ਲਈ ਨਹੀਂ ਉਹਨਾਂ ਨੇ ਵੀਜ਼ਾ ਦਿੱਤਾ। ਠੀਕ ਹੈ। ਜ਼ਿਆਦਾਤਰ ਸਾਨੂੰ ਇਹ ਹੁੰਦਾ ਕਿ ਮੈਂ ਲੋਕਾਂ ਜਿਹੜੇ ਉਸ ਲੈਵਲ ਤੇ ਆ ਕਿ ਮੈਂ ਉੱਥੇ ਟਰੱਕ ਚਲਾਉਣਾ, ਮੈਂ ਇੱਥੇ ਆ ਕੇ ਵੀ ਟਰੱਕ ਚਲਾ ਸਕਾਂ, ਇਹ ਵੀਜ਼ਾ ਉਸ ਚੀਜ਼ ਨੂੰ ਨਹੀਂ ਪੂਰਾ ਕਰ ਸਕਦਾ। ਇਹ ਜੇ ਤੁਹਾਨੂੰ ਥੋੜਾ ਜਿਹਾ ਐਕਸਪੀਰੀਅੰਸ ਹੈਗਾ, ਤੁਸੀਂ ਪੈਸੇ ਇਨਵੈਸਟ ਕਰ ਸਕਦੇ ਆ, ਕੰਪਨੀ ਖੋਲ ਸਕਦੇ ਆ, 3 ਤੋਂ 4 ਬੰਦੇ ਤੁਸੀਂ ਹਾਇਰ ਕਰ ਸਕਦੇ ਆ, ਇਦਾਂ ਦੇ ਲੈਵਲ ਦੀ ਤੁਸੀਂ ਕੰਪਨੀ ਖੋਲ ਸਕਦੇ ਆ, ਜਿਹਦੇ ਵਿੱਚ ਕਿ ਤੁਸੀਂ
ਅਮਰੀਕਨ ਗਵਰਨਮੈਂਟ ਨੂੰ ਬੇਸਿਕਲੀ ਇਹ ਪ੍ਰੋਮਿਸ ਕਰ ਰਹੇ ਹਾਂ ਕਿ ਤੁਹਾਡੀ ਕੰਟਰੀ ਦੇ ਵਿੱਚ ਆਪਾਂ ਪੈਸੇ ਇਨਵੈਸਟ ਕਰਾਂਗੇ, ਡਾਲਰ ਲੈ ਕੇ ਆਵਾਂਗੇ, ਤੇ ਨਾਲ ਤੁਹਾਡੇ ਜਿਹੜੇ ਨਾਗਰਿਕ ਉਹਨਾਂ ਦੀਆਂ ਜੌਬਸ ਕ੍ਰੀਏਟ ਕਰਾਂਗੇ 3 ਤੋਂ 4, ਹੈ ਨਾ। ਜਿੰਨੇ ਜ਼ਿਆਦਾ ਪੈਸੇ ਇਨਵੈਸਟ ਕਰੋ ਉਨਾ ਹੀ ਤੁਹਾਡੇ ਚਾਂਸ ਜਿਹੜੇ ਇਸ ਵੀਜ਼ੇ ਦੇ ਜ਼ਿਆਦਾ ਹੁੰਦੇ ਆ। ਇਹ ਵੀਜ਼ਾ ਜਿਹੜਾ ਹੈਗਾ ਇਹ ਆ ਕੇ ਸਿਰਫ ਇਹ ਨਹੀਂ ਕਿ ਮੈਂ ਆ ਕੇ ਆਪਣਾ ਕੰਮ ਕਰਨਾ, ਇਹਦੀ ਸਭ ਤੋਂ ਪਹਿਲੀ ਸ਼ਰਤ ਇਹੀ ਹੈ ਕਿ ਤੁਸੀਂ ਆਪਣੀ ਕੰਪਨੀ ਨੂੰ ਕਿੱਦਾਂ ਮੈਨੇਜ ਤੇ ਡਿਵੈਲਪ ਤੇ ਡਾਇਰੈਕਟ ਕਰੋਗੇ, ਤੁਸੀਂ ਆਪਣੀ ਕੰਪਨੀ ਨੂੰ ਕਿੱਦਾਂ ਵਧਾਓਗੇ। ਸੋ ਤੁਸੀਂ ਇਹਦੇ ਵਿੱਚ ਕੁਰਸੀ ਤੇ ਬਹਿ ਕੇ ਪਿੱਛੇ ਮਗਰ ਜਿਹੜੇ ਮੈਨੇਜਮੈਂਟ ਵਾਲੇ ਕੰਮ ਉਹ ਕਰਨੇ ਆ, ਉਸ ਚੀਜ਼ ਦਾ ਇਹ ਵੀਜ਼ਾ ਜਿਹੜਾ। ਠੀਕ ਹੈ। ਸੋ ਬਿਲਕੁਲ ਮੇਨ ਜਿਹੜਾ ਉਹ ਕਰਨਾ ਆ। ਸੋ ਹੁਣ ਜਿਹੜੀ ਇਹ ਚੀਜ਼ ਹੈਗੀ ਇਨਵੈਸਟ ਕਰਨਾ, ਕੰਪਨੀ ਸੈਟਅਪ ਕਰਨੀ, EMPLOYEES ਹਾਇਰ ਕਰਨੇ ਆ, ਇਹਦੇ ਲਈ ਕੋਈ ਬਿਜ਼ਨਸ ਪਲਾਨ ਪਹਿਲਾਂ ਤਿਆਰ ਕਰਨਾ ਪੈਂਦਾ ਆ? ਕੀ ਇਹਦੇ ਵਿੱਚ ਜਿਹੜਾ ਹੁੰਦਾ ਆ ਇਹ ਪ੍ਰੋਸੈਸ ਕਿੱਦਾਂ ਚੱਲਦਾ ਆ ਫਿਰ? ਪ੍ਰੋਸੈਸ ਦੇ ਨਾ ਕਈ ਸਾਰੇ ਪਹਿਲੂ ਆ। ਠੀਕ ਹੈ। ਸੋ ਇਹ ਵਾਲਾ ਜਿਹੜਾ ਪਹਿਲੂ ਆ ਕਿ ਕਿੱਦਾਂ ਇਹ ਥੋੜਾ ਜਿਹਾ ਆਪਾਂ ਜ਼ਿਆਦਾ ਅੱਗੇ ਲੰਘੇ ਕਿ ਕਿੱਦਾਂ ਠੀਕ ਹੈ। ਕਰਨਾ ਹੈ। ਇਹਦਾ ਸਭ ਤੋਂ ਪਹਿਲੀ ਤਾਂ ਇਹ ਹੈ ਕਿ ਜਿਹੜਾ ਇੱਕ ਆਮ ਬੰਦਾ ਹੁਣ ਕਿੱਦਾਂ ਕਿ ਜਿਹੜੇ ਤੁਹਾਡੇ ਸਵਾਲ ਦਾ ਮੈਂ ਜਵਾਬ ਦੇ ਦਿੰਦਾ, ਪਰ ਇੱਦਾਂ ਕਿ ਜਿਹੜੇ ਹੁਣ ਸਾਨੂੰ ਰੋਜ਼ਾਨਾ 'ਚ ਹੀ ਲੋਕਾਂ ਨੇ ਕਾਮਨ ਕੁਐਸਚਨ ਪੁੱਛੇ ਹਨ, ਕਿ ਕੰਸਲਟੇਸ਼ਨ ਕੀਤੀ, ਪੁੱਛਿਆ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਆ ਗਿਆ ਕਿ ਕਿਹਨਾਂ ਵਾਸਤੇ ਆ ਇਹ, ਤੁਹਾਡੀ ਕੰਟਰੀ ਨਾਲ ਟ੍ਰੀਟੀ ਹੋਣੀ ਚਾਹੀਦੀ ਆ, ਇਹ PR ਨਹੀਂ, ਇਹ ਸਿਟੀਜ਼ਨ ਹੋਣਾ ਚਾਹੀਦਾ। ਦੂਸਰਾ ਇਹ ਹੈ ਕਿ ਇਹ ਕਰਨਾ ਕਿੱਦਾਂ ਅਪਲਾਈ, ਸਭ ਤੋਂ ਪਹਿਲੀ ਗੱਲ ਆਪਾਂ ਸ਼ੁਰੂ ਉਤੋਂ ਹੀ ਕਰ ਲੈਂਦੇ ਆ ਫਿਰ। ਹਾਂਜੀ, ਕਿੱਦਾਂ ਅਪਲਾਈ? ਹਾਂਜੀ ਹਾਂਜੀ, ਕਿ ਅਮਰੀਕਾ ਤੋਂ ਹੋਣਾ ਕਿ ਕਿੱਦਾਂ। ਸੋ ਜਿਹੜੇ ਇਹਦੇ ਵਿੱਚ ਨਾ 2 ਤਰੀਕੇ ਆ। ਇੱਕ ਤਾਂ ਜਿਹੜਾ ਸਭ ਤੋਂ ਬੈਸਟ ਤਰੀਕਾ ਤਾਂ ਇਹੀ ਹੈ ਕਿ ਤੁਸੀਂ ਐਮਬੈਸੀ ਤੋਂ ਜਿਹੜਾ E2 ਵੀਜ਼ਾ ਲੈ ਕੇ ਆਓ। ਉਹਦਾ ਫਾਇਦਾ ਤੁਹਾਨੂੰ ਇਹ ਹੁੰਦਾ ਕਿ ਤੁਸੀਂ ਆ ਜਾ ਸਕਦੇ ਆ, ਕਿਉਂਕਿ ਐਂਡ ਆਫ ਦਾ ਡੇ ਜਦੋਂ ਵੀ ਤੁਸੀਂ ਬਾਹਰ ਜਾਣਾ, ਵਾਪਸ ਆਉਣ ਦੀ ਕੋਸ਼ਿਸ਼ ਕਰਨੀ, ਤੁਹਾਨੂੰ ਵੀਜ਼ਾ ਉਹ ਦੇਰ ਸਵੇਰ ਤੁਹਾਨੂੰ ਲੈਣੇ ਪੈਣਾ। ਠੀਕ ਹੈ। ਜੇ ਤੁਸੀਂ ਟਰੈਵਲ ਨਹੀਂ ਕਰਨਾ ਤੇ ਬੰਦਾ ਅਮਰੀਕਾ ਦੇ ਵਿੱਚ ਆਲਰੇਡੀ ਹੈਗਾ ਤੇ ਟੂਰਿਸਟ ਵੀਜ਼ੇ ਤੇ ਹੈਗਾ, B1 B2 ਜਿਹਨੂੰ ਕਹਿੰਦੇ ਆ। ਜਿੱਦਾਂ ਹੁਣ ਕੈਨੇਡੀਅਨ ਆਉਂਦੇ ਆ, ਹੁਣ ਉਹਨੂੰ B1 B2 ਦੀ ਟੂਰਿਸਟ ਵੀਜ਼ੇ ਦੀ ਐਂਟਰੀ ਦਿੰਦੇ ਆ ਅਮਰੀਕਾ ਦੇ ਵਿੱਚ 6 ਮਹੀਨੇ ਵਾਲੀ ਜੀ। ਤੇ ਯੂਰਪੀਅਨ ਆਉਂਦੇ ਆ ਉਰੇ, ਉਹਨਾਂ ਨੂੰ ਉਹ ਦਿੰਦੇ ਆ 90 ਦਿਨ ਦੀ ਐਂਟਰੀ ਐਸਟਾ ਦੇ ਉੱਤੇ, ਵੀਜ਼ਾ ਵੇਵਰ ਦੇ ਉੱਤੇ। ਸੋ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਆ। ਜਿਹੜੇ ਹੁਣ ਕੈਨੇਡੀਅਨ ਆ ਉਹ ਇੱਥੇ ਆ ਕੇ ਉਹ ਇੱਥੋਂ ਦੀ ਚੇਂਜ ਕਰ ਸਕਦੇ ਆ, ਜਾਂ ਜਿਹੜਾ ਬੰਦੇ ਨੇ ਵੀਜ਼ੇ ਦੀ ਸਟੈਂਪ ਲਈ ਹੈ, ਜਿਹੜਾ 10 ਸਾਲ ਵਾਲਾ 5 ਸਾਲ ਵਾਲਾ ਵੀਜ਼ਾ ਹੁੰਦਾ, ਉਹਦੇ ਬੇਸ ਤੇ ਤੁਸੀਂ ਇੱਥੇ ਆ ਕੇ E2 ਦੇ ਵਿੱਚ ਅਮਰੀਕਾ ਦੇ ਵਿੱਚ ਹੀ ਚੇਂਜ ਕਰ ਸਕਦੇ ਆ। ਜਿਹੜੇ ਹੁਣ ਐਸਟਾ ਵਾਲੇ ਆਉਂਦੇ ਆ ਜ਼ਿਆਦਾਤਰ ਜਿਹੜੇ ਆਪਾਂ ਨੂੰ ਪੰਜਾਬੀ ਕਾਲਾਂ ਜਿਹੜੀਆਂ ਆਉਂਦੀਆਂ ਯੂਰਪੀਅਨ, ਉਹ 90 ਦਿਨ ਵਾਲਾ ਜਿਹੜਾ ਵੀਜ਼ਾ ਵੇਵਰ ਪ੍ਰੋਗਰਾਮ ਹੁੰਦਾ ਉਹ ਵੀ ਵਿਜ਼ਟਰ ਹੀ, ਪਰ ਉਹਦੇ ਤੇ ਸ਼ਰਤ ਇਹ ਹੁੰਦੀ ਕਿ ਤੁਸੀਂ ਚੇਂਜ ਨਹੀਂ ਕਰ ਸਕਦੇ, ਤੁਹਾਨੂੰ ਵਾਪਸ ਜਾਣਾ ਪੈਂਦਾ ਐਸਟਾ ਤੇ। ਠੀਕ ਹੈ। ਐਸਟਾ ਦੇ ਉੱਤੇ ਜ਼ਿਆਦਾਤਰ ਸਾਨੂੰ ਇਹਦੀਆਂ ਕਾਲਾਂ ਆਉਂਦੀਆਂ, ਮੈਂ ਤਾਂ ਭਾਜੀ ਆਪਣੇ ਭਰਾ ਦੇ ਆਖੇ ਲਾ ਕੇ ਹੁਣ ਆਪਣਾ ਬੱਚਾ ਸਕੂਲੇ ਪੜ੍ਹਨੇ ਪਾਤਾ, ਮੈਂ ਤਾਂ ਏਦਾਂ ਕਰਤਾ, ਮੈਂ ਤਾਂ ਉਦਾਂ ਕਰਤਾ। ਸੋ ਕਾਨੂੰਨ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ। ਸੋ ਇਹ ਨਹੀਂ ਕਿ ਅਮਰੀਕਾ ਉਹਨਾਂ ਨੇ ਤਾਂ ਸਾਰਾ ਕੁਝ ਕਰ ਲੈਂਦੇ ਹੈ ਨਾ, ਉਹ ਤਾਂ IRS ਨੇ ਟੈਕਸ ਵੀ ਲੈ ਲੈਣੇ ਕੱਚੇ ਬੰਦੇ ਤੋਂ, ਪਰ ਤੁਸੀਂ ਕਰਨਾ ਨਹੀਂ ਏਦਾਂ। ਜਿਹੜਾ 90 ਦਿਨ ਵਾਲਾ ਪ੍ਰੋਗਰਾਮ ਹੈ ਨਾ, ਉਹਨੂੰ ਪੂਰਾ ਆਨਰ ਕਰਨਾ, ਆਪਣਾ ਵੀਜ਼ਾ ਨਹੀਂ ਖਰਾਬ ਕਰਨਾ ਕਿਸੇ ਨੇ ਵੀ। ਸੋ ਜਿਹੜਾ ਸੋ 2 ਚੀਜ਼ਾਂ, ਜਿਹੜਾ ਬੰਦਾ B1 B2 ਵੀਜ਼ੇ ਦੇ ਉੱਤੇ ਆ ਉਹ ਇੱਥੇ ਵੀ ਕਰ ਸਕਦਾ ਵਾ, ਬਾਹਰੋਂ ਵੀ ਕਰ ਸਕਦਾ। ਜਿਹੜਾ ਬੰਦਾ ਐਸਟਾ ਤੇ ਹੈਗਾ, ਇਟਲੀ ਵਗੈਰਾ ਤੋਂ ਸਾਨੂੰ ਜ਼ਿਆਦਾ ਮੇਨ ਇਨਕੁਆਇਰੀ ਆਉਂਦੀ, ਉਹਨਾਂ ਨੂੰ ਕੰਟਰੀ ਆਊਟ ਕਰਕੇ ਉਹਨਾਂ ਨੂੰ ਉੱਥੋਂ ਐਮਬੈਸੀ ਤੋਂ ਵੀਜ਼ਾ ਲੈ ਕੇ ਆਉਣਾ ਪੈਂਦਾ। ਤੇ ਇਹਦੇ ਵਿੱਚ ਤੁਸੀਂ ਏਦਾਂ ਨਹੀਂ ਕਿ ਉਹ ਐਸਟਾ ਤੇ ਟੂਰਿਸਟ ਵੀਜ਼ੇ ਤੇ ਆ ਕੇ ਤੁਸੀਂ ਆਪਣੇ ਬੱਚੇ ਸਕੂਲ ਪੜ੍ਹਨੇ ਪਾ ਦੇਣੇ, ਉਹ ਚੀਜ਼ ਨਹੀਂ ਤੁਸੀਂ ਕਰਨੀ, ਉਹ ਤੁਹਾਡੇ ਅਗੇਂਸਟ ਜਾਣੀ ਹੈ, ਫਿਰ ਉਹ ਵੀਜ਼ੇ ਦੀ ਵਾਇਓਲੇਸ਼ਨ ਹੋ ਜਾਣੀ ਹੈ। ਸੋ ਜਿਹੜਾ ਟੂਰਿਸਟ ਵੀਜ਼ਾ ਸਿਰਫ ਵਿਜ਼ਿਟ ਕਰ ਸਕਦੇ, ਬੱਚੇ ਨਹੀਂ ਸਕੂਲ ਪੜ੍ਹਨੇ ਪਾ ਸਕਦੇ। ਠੀਕ ਹੈ। ਠੀਕ ਹੈ। ਸੋ ਇਹ ਫਿਰ ਇਹ ਅਪਲਾਈ ਮਤਲਬ ਹੋ ਦੋਨੋਂ ਪਾਸੋਂ ਹੀ ਸਕਦਾ ਆ, ਪਰ ਬੈਟਰ ਜਿੱਦਾਂ ਤੁਸੀਂ ਕਿਹਾ ਵੀ ਆਪਸ਼ਨ ਇਹ ਆ ਵੀ ਆਊਟਸਾਈਡ ਆਫ US ਤੋਂ ਲੈ ਕੇ ਆਓ, ਅੰਬੈਸੀ ਤੋਂ ਲੈ ਕੇ ਆਓ, ਤੇ ਇਦਾਂ ਆ। ਕੌਣ ਕੁਆਲੀਫਾਈ ਕਰ ਸਕਦਾ ਆ ਇਸ ਚੀਜ਼ ਦੇ ਲਈ? ਕੀ ਜਿਹੜੀਆਂ ਰਿਕੁਆਇਰਮੈਂਟਸ ਆ ਇਹਨੂੰ ਕੁਆਲੀਫਾਈ ਕਰਨ ਦੇ ਲਈ, ਟ੍ਰੀਟੀ ਇਨਵੈਸਟਰ ਦੇ ਲਈ? ਜੀ, ਇਹਦਾ ਇੱਕ ਤੁਸੀਂ ਭਾਜੀ ਕਲਿੱਪ ਵੀ ਬਣਾ ਦਿਓ ਬਾਅਦ 'ਚ, ਤਾਂ ਕਿ ਪਤਾ ਲੱਗ ਜਾਵੇ, ਕਿਉਂਕਿ ਕਾਫੀ ਇੱਥੇ ਜਿਹੜਾ ਆਹ ਮੇਨ ਕੁਐਸਚਨ ਹੈ ਕਿ ਕੁਆਲੀਫਾਈ ਕੌਣ ਕਰਦਾ। ਸੋ ਉਹ ਜਿਹੜੇ ਮੇਨ ਕ੍ਰਾਈਟੇਰੀਆ ਨਾ, ਪਹਿਲਾਂ ਇਹਨੂੰ ਦੇਖੋ, ਜੇ ਕੁਆਲੀਫਾਈ ਕਰਦੇ ਆ ਫਿਰ ਹੀ ਤੁਸੀਂ ਵਕੀਲ ਨੂੰ ਕੰਟੈਕਟ ਕਰਿਓ, ਨਹੀਂ ਤਾਂ ਫਾਇਦਾ ਨਹੀਂ ਕੋਈ, ਹੈ ਨਾ। ਠੀਕ ਹੈ। ਸੋ ਪਹਿਲਾਂ ਤਾਂ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਤੁਹਾਡੀ ਟ੍ਰੀਟੀ ਕੰਟਰੀ ਦੀ। ਸੋ ਜਿਹੜਾ PR ਵਾਲਾ ਫੋਨ ਕਰ ਰਿਹਾ ਜੇ, ਉਹਨੂੰ ਵੇਟ ਕਰਨੀ ਪੈਣੀ, ਸਿਟੀਜ਼ਨ ਬਣਨਾ ਪੈਣਾ ਟ੍ਰੀਟੀ ਕੰਟਰੀ ਦਾ, ਹੈ ਨਾ। ਟ੍ਰੀਟੀ ਕੰਟਰੀ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗੂਗਾ? ਤੁਸੀਂ ਗੂਗਲ 'ਚ ਜਾ ਕੇ ਸਿੱਧੇ ਲਿਸਟ ਕਰੋ ਕਿ E2 ਲਿਸਟ ਆਫ ਕੰਟਰੀਜ਼, ਹੈ ਨਾ, ਜਾਂ ਲਿਸਟ ਆਫ ਕੰਟਰੀਜ਼ ਦੈਟ ਕੁਆਲੀਫਾਈ ਫॉर E2, ਇਹਨੂੰ ਚੈੱਕ ਕਰਕੇ ਦੇਖੋ। ਉਹਨਾਂ ਨੇ ਪੂਰੀ ਜਿਹੜੀ ਲਿਸਟ ਦੱਸ ਦੇਣੀ ਹੈ ਕਿਹੜੀ ਕੰਟਰੀ ਦਾ ਨਾਂ ਉਹਦੇ ਵਿੱਚ ਆਉਂਦਾ, ਤੇ ਇਹ ਤੁਸੀਂ ਅਫੀਸ਼ੀਅਲ ਜਿਹੜੀ ਚੱਜ ਦੀ ਵੈਬਸਾਈਟ ਤੋਂ ਜਿਹੜਾ ਚੈੱਕ ਕਰਨਾ, ਹੈ ਨਾ। ਤੇ ਦੂਸਰੀ ਚੀਜ਼ ਇਹ ਹੈ ਕਿ ਤੁਹਾਡੇ ਕੋਲ ਇਨਵੈਸਟਮੈਂਟ ਜਿਹੜੀ ਹੋਣੀ ਚਾਹੀਦੀ ਹੈ। ਹੁਣ ਇਨਵੈਸਟਮੈਂਟ ਨੂੰ ਉਹ ਕਿੱਦਾਂ ਐਕਸਪਲੇਨ ਕਰਦੇ ਆ, ਇਹ ਮੇਨ ਸਵਾਲ ਆ ਕਿ ਕਿੰਨੇ ਪੈਸੇ ਇਨਵੈਸਟ ਕਰਨੇ ਆ। ਉਹਨਾਂ ਨੇ ਕੋਈ ਮਿਨੀਮਮ ਜਾਂ ਮੈਕਸੀਮਮ ਨਹੀਂ ਦਿੱਤਾ, ਉਹਨਾਂ ਨੇ ਸਿਰਫ ਇਹ ਕਿਹਾ ਕਿ ਤੁਸੀਂ ਜਾਂ ਤਾਂ ਇਨਵੈਸਟ ਆਲਰੇਡੀ ਕਰ ਦਿੱਤਾ ਹੋਣਾ ਚਾਹੀਦਾ, ਜਾਂ ਤੁਸੀਂ ਇਨ ਪ੍ਰੋਸੈਸ ਹੈਗੇ ਇਨਵੈਸਟ ਕਰਨ ਦੇ। ਸਬਸਟੈਂਸ਼ੀਅਲ ਅਮਾਊਂਟ ਆਫ ਕੈਪੀਟਲ। ਸਬਸਟੈਂਸ਼ੀਅਲ ਅਮਾਊਂਟ ਆਫ ਕੈਪੀਟਲ ਕੀ ਆ ਕਿ ਜੇ ਹੁਣ ਇੱਕ ਸਟੋਰ ਜਿਹੜਾ 3 ਲੱਖ ਦਾ ਆਉਂਦਾ ਤਾਂ ਤੁਹਾਨੂੰ 3 ਲੱਖ ਚਾਹੀਦੇ ਆ। ਜੇ ਇੱਕ ਸਮੋਕ ਸ਼ਾਪ 1.5 ਲੱਖ ਦੀ ਆਉਂਦੀ ਹੈ ਤਾਂ ਤੁਹਾਨੂੰ 1.5 ਲੱਖ ਚਾਹੀਦੇ ਆ।
ਜੇ ਹੁਣ ਇੱਕ ਲਾਂਡਰੋਮੈਟ 75,000 ਦਾ ਆਉਂਦਾ, ਤੁਹਾਨੂੰ 75,000 ਚਾਹੀਦੇ ਆ, ਪਰ ਫਰਕ ਇਹ ਆ ਕਿ ਲਾਂਡਰੋਮੈਟ ਦੇ ਵਿੱਚ ਤੁਹਾਡੀਆਂ ਜੌਬਸ ਨਹੀਂ ਕ੍ਰੀਏਟ ਕਰ ਹੋਣੀਆਂ, ਉਹਦੇ ਵਿੱਚ ਤੁਸੀਂ ਇੱਕ ਐਕਟਿਵ ਰੋਲ ਬਿਜ਼ਨਸ ਡਿਵੈਲਪ ਕਰਨ ਵਾਲਾ ਕਰ ਨਹੀਂ ਪਾਣਾ। ਓਕੇ ਸੋ ਜਿਹੜਾ ਇਹਦਾ ਕਿ ਕਿੰਨੇ ਪੈਸੇ ਇਨਵੈਸਟ ਕਰਨੇ ਆ, ਇਹਦਾ ਕੋਈ ਸਹੀ ਗਲਤ ਨੰਬਰ ਨਹੀਂ ਹੈਗਾ। ਆਪਾਂ ਘੱਟ ਤੋਂ ਘੱਟ ਵਾਲਾ ਵੀ ਕਰਾਇਆ ਹੋਇਆ। ਜ਼ਿਆਦਾਤਰ ਜਿਹੜੇ ਔਨ ਐਵਰੇਜ ਜਿਹੜੇ ਸਾਡੇ ਕਲਾਇੰਟ ਆ, ਉਹ 1.5 ਲੱਖ ਤੋਂ 3 ਲੱਖ ਦੇ ਵਿੱਚ US ਡਾਲਰ ਦੇ ਵਿੱਚ ਉਹ ਇਨਵੈਸਟ ਕਰਦੇ ਆ। ਠੀਕ ਤੇ ਮੇਨ ਤੁਹਾਡੇ ਵਿੱਚ ਇਹਦੀ ਆਰਗੂਮੈਂਟ ਇਹ ਆ ਕਿ ਮੈਂ ਜੌਬ ਕ੍ਰੀਏਟ ਕਰਨੀ ਆ। ਸੋ ਹੁਣ ਜੇ ਇੱਕ ਛੋਟੀ ਸਮੋਕ ਸ਼ਾਪ ਲੈ ਲਈ, ਮੰਨ ਲਓ ਕਿਸੇ ਨੇ, ਉੱਥੇ ਇੱਕ ਬੰਦੇ ਦੇ ਖੜੇ ਹੋਣ ਦੀ ਜਗ੍ਹਾ ਉਹ ਤੁਹਾਡੀ ਆਰਗੂਮੈਂਟ ਥੋੜੀ ਜਿਹੀ ਮੁਸ਼ਕਿਲ ਹੋ ਜਾਂਦੀ ਆ। ਸੋ ਇਦਾਂ ਕਿ ਜੇ ਸਟੋਰ ਵਗੈਰਾ ਵੀ ਲੈਣਾ, ਇਦਾਂ ਕਿ 2-3 ਜਣਿਆਂ ਦੀਆਂ ਸ਼ਿਫਟਾਂ ਉੱਥੇ ਲੱਗਣ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਇੱਕ ਬਿਜ਼ਨਸ ਪਲਾਨ ਬਣਾ ਕੇ ਦੇਣਾ ਹੁੰਦਾ ਕਿ ਤੁਸੀਂ ਜੌਬ ਕਿੱਦਾਂ ਕ੍ਰੀਏਟ ਕਰਨੀ ਆ। ਜੇ ਤੁਸੀਂ ਕਹੋ ਮੈਂ ਸਮੋਕ ਸ਼ਾਪ ਤੇ, ਜੇ ਤੁਹਾਡੀ ਸਿਰਫ 100 ਸਕੁਅਰ ਫੁੱਟ ਦੀ ਸਮੋਕ ਸ਼ਾਪ ਆ ਤੇ ਤੁਸੀਂ ਕਹੋ ਇੱਥੇ ਮੈਂ 4 ਨੌਕਰੀਆਂ ਕ੍ਰੀਏਟ ਕਰ ਦਿੰਦੀਆਂ, ਉਹ ਬਲੀਵੇਬਲ ਨਹੀਂ ਹੈਗਾ, ਉਹ ਹੋ ਨਹੀਂ ਸਕਦੀਆਂ, ਕਿਉਂਕਿ ਜਗ੍ਹਾ ਹੀ ਨਹੀਂ ਹੈਗੀ ਉੱਥੇ। ਤੇ ਜਿਹੜਾ ਅਮਰੀਕਾ ਦੇ ਵਿੱਚ ਬਿਜ਼ਨਸ ਵਗੈਰਾ ਸਾਰੇ ਹੈਗੇ, ਕੋਡ ਦੇ ਹਿਸਾਬ ਨਾਲ ਜਗ੍ਹਾ ਕਿੰਨੀ ਛੱਡਣੀ ਹੈ, ਐਕਸੈਸਿਬਿਲਿਟੀ ਦੇ ਲਾਅ, ਹੋਰ ਸਾਰਾ। ਤੇ ਉਹ ਤੁਹਾਡਾ ਜਿੰਨੇ ਜ਼ਿਆਦਾ ਪੈਸੇ ਪਾਓਗੇ ਉਨਾ ਜ਼ਿਆਦਾ ਵਧੀਆ ਬਿਜ਼ਨਸ ਆਊਗਾ। ਜਿਹੜਾ $2 ਲੱਖ ਵਾਲਾ ਬਿਜ਼ਨਸ ਆ, ਉਹਨੇ $2 ਲੱਖ ਵਾਲੀ ਇਨਕਮ ਛੱਡਣੀ ਹੈ। ਜਿਹੜਾ 5 ਲੱਖ ਵਾਲਾ, ਉਹਨੇ 5 ਲੱਖ ਵਾਲੀ ਇਨਕਮ ਛੱਡਣੀ ਹੈ, ਹਨਾ। ਸੋ ਪਹਿਲਾਂ ਜਿਹੜੀ ਕੋਸ਼ਿਸ਼ ਕਰਨੀ ਆ, ਜ਼ਿਆਦਾ ਤੋਂ ਜ਼ਿਆਦਾ ਜਿੰਨਾ ਹੋ ਸਕੇ ਉਨੀ ਇਨਵੈਸਟਮੈਂਟ ਤੁਸੀਂ ਕਰਨੀ ਹੈ ਇਹਦੇ ਵਿੱਚ। ਠੀਕ ਹੈ। ਤੀਸਰੀ ਇਹਦੀ ਰਿਕੁਆਇਰਮੈਂਟ ਹੈਗੀ ਹੈ ਕਿ ਡਿਵੈਲਪ ਐਂਡ ਡਾਇਰੈਕਟ, ਕਿ ਤੁਸੀਂ ਜਿਹੜਾ ਬਿਜ਼ਨਸ ਇੱਥੇ ਕਰਨ ਆਉਣਾ, ਤੁਸੀਂ ਇੱਥੇ ਕੰਮ ਕਰਨ ਨਹੀਂ ਆਉਣਾ। ਇਹਦਾ ਮਤਲਬ ਹੈਗਾ ਕਿ ਜਿੱਦਾਂ ਆਪਾਂ ਟਰੱਕ ਡਰਾਈਵਰ ਵਾਲੀ ਐਗਜ਼ਾਮਪਲ ਦਿੱਤੀ ਸੀਗੀ, ਕਿ ਬੰਦਾ ਇਹ ਨਾ ਸੋਚੇ ਕਿ ਮੈਂ ਆ ਕੇ ਕੰਪਨੀ ਖੋਲ ਕੇ ਅਮਰੀਕਾ 'ਚ ਸਿੱਧੇ ਟਰੱਕ ਚਲਾਉਣਾ, ਹੋਰ ਮੈਂ ਕੁਛ ਨਹੀਂ ਕਰਨਾ, ਹੈ ਨਾ। ਤੁਹਾਨੂੰ ਇੱਥੇ ਓਨਰ ਤੁਸੀਂ ਬਣ ਸਕਦੇ ਹੋ, ਆਪਰੇਟਰ ਨਹੀਂ ਤੁਸੀਂ ਬਣ ਸਕਦੇ ਇਹਦੇ ਵਿੱਚ। ਤੁਹਾਨੂੰ ਜਿੱਦਾਂ ਤੁਸੀਂ ਜੇ ਪੂਰੀ ਤੁਹਾਨੂੰ ਗੱਲਬਾਤ ਦੱਸਣੀ ਪੈਣੀ ਕਿ ਮੈਂ ਡਿਸਪੈਚ ਇਹ ਉਹ ਸਾਰਾ ਕੋਆਰਡੀਨੇਟ ਕਰਨਾ, ਮੈਂ ਡਰਾਈਵਰਾਂ ਦੇ ਸਕੈਜੂਲ ਕੋਆਰਡੀਨੇਟ ਕਰਨੇ, ਮੈਂ ਮੁਲਾਜ਼ਮ ਰੱਖਣੇ ਅੱਗੇ, ਹੈ ਨਾ। ਸੋ ਉਹ ਚੀਜ਼ ਦਾ ਇਹ ਜਿਹੜਾ ਵੀਜ਼ਾ ਹੈਗਾ, ਇੱਕ ਕਾਮਨ ਕੁਐਸਚਨ ਬੜਾ ਆਉਂਦਾ ਕਿ ਸਾਡੇ ਰਿਸ਼ਤੇਦਾਰਾਂ ਦੀ ਕੰਪਨੀ ਚੱਲਦੀ ਹੈ, ਜੇ ਸਾਡੇ ਕੰਪਨੀ ਉਹ ਜਾਂ ਬਿਜ਼ਨਸ ਆ ਸਾਡੇ ਨਾਂ ਕਰ ਦੇਣ, ਇਹ ਜਾਂ ਇਦਾਂ ਪੁੱਛਦੇ ਆ ਕਿ ਪੈਸੇ ਕਿੰਨੇ ਸ਼ੋਅ ਕਰੀਏ। ਜਿੱਦਾਂ ਆਪਣੇ ਇੰਡੀਆ 'ਚ ਨਹੀਂ ਹੁੰਦਾ ਕਿ ਬਾਹਰ ਜਾਣਾ ਪੈਸੇ ਕਿੰਨੇ ਸ਼ੋਅ ਕਰੀਏ, ਇਹ ਪੈਸੇ ਸ਼ੋਅ ਕਰਨ ਵਾਲਾ ਵੀਜ਼ਾ ਨਹੀਂ ਹੈਗਾ। ਇਹ 'ਚ ਉਹਨਾਂ ਨੇ ਸ਼ੋਅ ਵਾਲਾ ਕੁਛ ਨਹੀਂ ਦੇਖਣਾ ਇਹਦੇ ਵਿੱਚ। ਇਹਦੇ ਵਿੱਚ ਐਕਚੁਅਲ ਦੇ ਵਿੱਚ ਪੈਸਾ ਖਰਚਣਾ ਪੈਣਾ ਐਕਚੁਅਲ ਦੇ ਵਿੱਚ। ਇਹ ਸ਼ੋਅ ਵਾਲਾ ਨਹੀਂ ਕਿ ਲੱਗ ਗਿਆ ਵੀਜ਼ਾ ਤੇ ਗੱਲ ਬਣ ਗਈ। ਤਾਂ 2-2 ਸਾਲ ਦੀ ਉਹਨਾਂ ਨੇ ਸਟੇ ਦੇਣੀ ਆ, 2-2 ਸਾਲ ਬਾਅਦ ਤੁਹਾਨੂੰ ਰਿਨਿਊ ਕਰਨਾ ਪੈਂਦਾ, ਖਰਚੇ ਦੱਸਣੇ ਪੈਂਦੇ, ਪ੍ਰੋਫਿਟ ਦੱਸਣੇ ਪੈਂਦੇ। ਸੋ ਪੂਰਾ ਲਿਖਤ ਪੜੀ ਵਾਲਾ ਜਿਹੜਾ ਇਹ ਕੰਮ, ਤੁਹਾਡਾ ਜਿਹੜਾ ਤੁਹਾਡੀ ਕੰਪਨੀ ਦੇ ਵਿੱਚ ਘੱਟੋ ਘੱਟ ਕਾਨੂੰਨ ਕਹਿੰਦਾ ਹੈਗਾ ਕਿ 50% ਓਨਰਸ਼ਿਪ ਚਾਹੀਦੀ ਹੈ E2 ਵੀਜ਼ੇ ਬੰਦੇ ਵਾਲੀ। ਠੀਕ ਹੈ ਜੀ। 50% ਓਨਰਸ਼ਿਪ 'ਚ ਆਪਾਂ ਦੇਖਦੇ ਹਾਂ ਕਈ ਵਾਰੀ ਕੁਐਸਚਨ ਉੱਠ ਜਾਂਦੇ ਆ। ਤੁਹਾਡੀ ਘੱਟੋ ਘੱਟ 51% ਜਾਂ ਜ਼ਿਆਦਾ ਤੁਸੀਂ ਓਨਰਸ਼ਿਪ ਰੱਖੋ, ਤਾਂ ਕਿ ਤੁਸੀਂ ਆਰਗੂਮੈਂਟ ਕਰ ਸਕੋ ਕਿ ਮੈਂ ਕਰਤਾ ਧਰਤਾ ਕੰਪਨੀ ਦਾ, ਮੈਂ ਕੰਟਰੋਲ ਕਰਦਾ। ਇਹ ਤੁਹਾਡਾ ਰਿਸ਼ਤੇਦਾਰ ਇਹਦੇ ਵਿੱਚ ਤੁਹਾਡੇ ਨਾਲ, ਤੁਸੀਂ ਰਿਸ਼ਤੇਦਾਰ ਦੀ ਕੰਪਨੀ ਨੂੰ ਖਰੀਦਣਾ ਚਾਹੁੰਦੇ ਆ, ਤੁਹਾਨੂੰ ਪੂਰੀ ਜਿਹੜੀ ਸੇਲ ਪਰਚੇਜ਼ ਉਹ ਕਰਨੀ ਪੈਣੀ, ਉਹਨੂੰ ਪੈਸੇ ਦੇ ਕੇ ਉਹਦਾ ਹਿੱਸਾ ਜਿਹੜਾ ਖਰੀਦਣਾ ਪੈਣਾ। ਤੇ ਉਹ ਵਾਲੇ ਪੈਸੇ ਤੁਹਾਡੇ ਰਿਸ਼ਤੇਦਾਰ ਤੋਂ ਨਹੀਂ ਆਉਣੇ ਚਾਹੀਦੇ ਕਿ ਉਹ ਕਹੇ ਆਲਾ ਫੜ ਪੈਸੇ ਤੇ ਮੇਰੇ ਬਿਜ਼ਨਸ ਮੇਰੇ ਕੋਲ ਖਰੀਦ ਲਾ ਤੇ ਵਾਪਸ ਮੈਨੂੰ ਹੀ ਦੇ ਦੇ। ਇਦਾਂ ਦੀਆਂ ਕਲੋਜ਼ ਲੂਪ ਨਹੀਂ ਤੁਸੀਂ ਕ੍ਰੀਏਟ ਕਰ ਸਕਦੇ। ਉਹ ਵਾਲੇ ਟਾਈਮ ਜਿਹੜੇ ਸੀਗੇ ਉਹ ਲੰਘ ਗਏ 1980 ਦੇ ਵਿੱਚ, 90 ਮਨੀ ਨੂੰ ਫੋਲੋ ਕਰਦੇ ਆਏ ਹੁਣ ਪੂਰਾ। ਹਾਂਜੀ, ਮਤਲਬ ਇਹਦੇ ਵਿੱਚ ਐਕਚੁਅਲ ਸੇਲ ਪਰਚੇਜ਼ ਜਿਹੜੀ ਉਹ ਹੋਣੀ ਚਾਹੀਦੀ ਹੈ। ਠੀਕ ਹੈ। ਤੇ ਮੇਨ ਚੀਜ਼ ਇਹਦੇ ਵਿੱਚ ਹੈਗੀ ਆ ਕਿ ਜਿਹੜੀ ਇਨਵੈਸਟਮੈਂਟ ਹੈਗੀ ਹੈ ਤੁਹਾਡੀ, ਉਹ ਐਟ ਰਿਸਕ ਹੋਣੀ ਚਾਹੀਦੀ ਹੈ। ਸੋ ਐਟ ਰਿਸਕ ਦਾ ਮਤਲਬ ਕੀ ਹੁੰਦਾ ਕਿ ਪੈਸੇ ਤੁਹਾਡੇ ਦਾਅ ਤੇ ਲੱਗ ਗਏ। ਸੋ ਬੜਾ ਕਾਮਨ ਸਵਾਲ ਆ ਕਿ ਜੇ ਭਾਜੀ ਮੈਂ ਘਰ ਖਰੀਦ ਲਵਾਂ ਆ ਕੇ $1 ਮਿਲੀਅਨ ਦਾ, ਉਹ ਤਾਂ ਯਾਰ ਤੁਸੀਂ ਖਰੀਦਣਾ, ਉਹ 'ਚ ਸਰਕਾਰ ਨੂੰ ਕੀ ਫਾਇਦਾ ਹੋਣਾ, ਉਹ 'ਚ ਥੋੜਾ ਤੁਸੀਂ ਹੁਣ ਮੁਲਾਜ਼ਮ ਰੱਖ ਲੈਣੇ ਆ। ਜਾਂ ਪੁੱਛਦੇ ਆ ਕਿ ਜੇ ਮੈਂ ਲੈਂਡ ਖਰੀਦ ਲਵਾਂ, ਉਹਨਾਂ ਨੇ ਦੇਖਣਾ ਕਿ ਜਿਹੜਾ ਤੁਸੀਂ ਪੈਸਾ ਲਾਇਆ, ਮੰਨ ਲਓ ਤੁਸੀਂ $1 ਮਿਲੀਅਨ ਖਰਚਿਆ, ਉਹ ਸਾਰਾ ਜਿਹੜਾ ਐਟ ਰਿਸਕ ਹੈਗਾ ਕਿ ਨਹੀਂ ਹੈਗਾ। ਹੁਣ 1 ਮਿਲੀਅਨ 'ਚੋਂ ਮੰਨ ਲਓ ਤੁਸੀਂ 2 ਲੱਖ ਦੀ ਲੈਂਡ ਲੈ ਲਈ, 2 ਲੱਖ ਦਾ ਬਿਜ਼ਨਸ ਪਾਤਾ, ਬਾਕੀ ਤੁਸੀਂ ਕੈਪੀਟਲ ਦੇ ਉੱਤੇ ਲਾਤਾ, ਫਰਨੀਚਰ ਦੇ ਉੱਤੇ ਲਾਤਾ, ਤੁਸੀਂ ਸਪਰੈਡ ਕਰਤਾ, ਉਹ ਤੁਹਾਡਾ ਐਟ ਰਿਸਕ ਆ। ਜੇ ਤੁਸੀਂ ਕੋਈ 1 ਮਿਲੀਅਨ 'ਚੋਂ ਮੈਂ 9,90,000 ਦੀ ਮੈਂ ਲੈਂਡ ਲੈ ਲਈ ਤੇ 10,000 ਦਾ ਮੈਂ ਉੱਤੇ ਖੋਖਾ ਪਾਤਾ, ਤੇ ਉਹਨਾਂ ਨੇ ਕਹਿਣਾ ਤੇਰਾ ਜਿਹੜਾ ਮੈਜੋਰਟੀ ਆਫ ਜਿਹੜਾ ਤੇਰਾ ਪੈਸਾ ਨਾ ਉਹ ਐਟ ਰਿਸਕ ਨਹੀਂ ਹੈਗਾ, ਕਿਉਂਕਿ ਲੈਂਡ ਦੀ ਵੈਲਿਊ ਘਟਣੀ ਨਹੀਂ ਇੰਨੀ ਨਾ। ਤੇ ਤੁਹਾਨੂੰ ਇਹ ਵੀ ਸ਼ੋਅ ਕਰਨਾ ਪੈਂਦਾ ਕਿ ਜਿਹੜਾ ਬਿਜ਼ਨਸ ਆ ਉਹ ਤੁਹਾਡਾ ਪੂਰਾ ਲੌਸਿਸ 'ਚ ਜਾ ਸਕਦਾ, ਠੱਪ ਹੋ ਸਕਦਾ। ਇਹ ਇੱਕ ਉਹਨਾਂ ਦੀ ਰਿਕੁਆਇਰਮੈਂਟ ਆ। ਕਿਉਂ ਇਹ ਰਿਕੁਆਇਰਮੈਂਟ ਆ? ਕਿਉਂਕਿ ਇਨਵੈਸਟਮੈਂਟ ਵੀਜ਼ਾ ਹੈ, ਕੋਈ ਉਹ ਵਾਲਾ ਵੀਜ਼ਾ ਨਹੀਂ ਕਿ ਤੁਸੀਂ ਆਪਣੇ ਐਸੈਟ ਇੱਥੇ ਬਣਾਉਣੇ ਆ, ਅਕਮੂਲੇਟ ਕਰਨੇ ਆ। ਇਹਦੇ ਵਿੱਚ ਤੁਸੀਂ ਜਿਹੜਾ ਆਪਣਾ ਪੈਸਾ ਉਹ ਦਾਅ ਤੇ ਲਾਉਣਾ, ਤੇ ਬਿਜ਼ਨਸ ਕਮਰਸ਼ੀਅਲ ਸੈਂਸ ਦੇ ਵਿੱਚ ਦਾਅ ਦੇ ਵਿੱਚ ਚਲਾਉਣਾ, ਕਿ ਵਾਕਈ ਤੁਹਾਡਾ ਜਿਹੜਾ ਸਾਰਾ ਉਹ ਕਮਰਸ਼ੀਅਲ ਸੈਂਸ ਦੇ ਵਿੱਚ ਹੋਣਾ ਚਾਹੀਦਾ। ਸੋ ਇਹਦੇ ਵਿੱਚ ਇੱਦਾਂ ਨਹੀਂ ਕਿ ਮੈਂ ਘਰ ਲੈ ਲਏ, ਮੈਂ ਜ਼ਮੀਨਾਂ ਖਰੀਦ ਲਈਆਂ। ਹਾਂ, ਜੇ ਤੁਸੀਂ ਇਹ ਕਹਿੰਦੇ ਆ ਕਿ ਮੈਂ ਜ਼ਮੀਨ ਖਰੀਦ ਕੇ ਉੱਤੇ ਮਕੈਨਿਕ ਦੀ ਸ਼ਾਪ ਪਾਣੀ ਆ, ਯਾਰਡ ਖੋਲ੍ਹਣਾ, ਉਹ ਵਾਲੇ ਬਿਜ਼ਨਸ ਤੁਹਾਡੇ ਜਿਹੜੇ ਹੈਗੇ ਆ ਕਮਰਸ਼ੀਅਲ, ਉਹ 'ਚ ਤੁਸੀਂ ਆਰਗੂਮੈਂਟ ਕਰ ਸਕਦੇ ਆ। ਪਰ ਸਿੰਪਲ ਇਹਦੇ ਵਿੱਚ ਇੱਦਾਂ ਨਹੀਂ ਕਿ ਤੁਸੀਂ ਜ਼ਮੀਨ ਲੈ ਕੇ ਰੱਖ ਲਈ ਤੇ ਤੁਹਾਨੂੰ ਵੀਜ਼ਾ ਜਿਹੜਾ ਮਿਲ ਗਿਆ। ਸੋ ਮੁੱਖ ਤੌਰ ਤੇ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਆ, ਇਨਵੈਸਟਮੈਂਟ, ਕੈਪੀਟਲ ਦੀ ਰਿਕੁਆਇਰਮੈਂਟ ਆ, ਬਿਜ਼ਨਸ ਨੂੰ ਤੁਸੀਂ ਡਿਵੈਲਪ ਤੇ ਡਾਇਰੈਕਟ ਕਰਨਾ, ਕੰਮ ਕਰਨ ਨਹੀਂ ਆਉਣਾ ਇੱਥੇ, ਤੇ ਜਿਹੜਾ ਪੈਸੇ ਆ ਤੁਹਾਡੇ ਐਟ ਰਿਸਕ ਹੋਣੇ ਚਾਹੀਦੇ ਆ। ਸੋ ਇਹ ਮੇਨ ਜਿਹੜੀਆਂ ਇਨਵੈਸਟਮੈਂਟ ਦੀਆਂ ਰਿਕੁਆਇਰਮੈਂਟਸ ਆ।
ਜੀ। ਸੋ ਇਹ ਸਾਰੇ ਜਾਣੇ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਉਹ ਇੱਕ ਵਾਰੀ ਫੇਰ ਜਿਹੜਾ ਉਹ ਸੁਣ ਲੈਣ ਵੀ ਇਹ ਜਿਹੜੀਆਂ ਚੀਜ਼ਾਂ ਆ ਡੈਫੀਨੇਟਲੀ ਚਾਹੀਦੀਆਂ। ਜਿੱਦਾਂ ਉਹਦੇ ਵਿੱਚ ਇੱਕ ਦੂਸਰਾ ਜਿਹੜਾ ਜਿਹੜਾ ਇਨਵੈਸਟਮੈਂਟ ਵਾਲਾ ਵੀਜ਼ਾ ਹੁੰਦਾ ਜਿਹ 'ਚ $1 ਮਿਲੀਅਨ ਆ, ਉਹ 'ਚ ਹੁੰਦਾ ਹੱਬ ਹੁੰਦਾ ਵੀ ਇੱਥੇ ਕਰਨਾ, ਇੱਥੇ ਕਰਨਾ। ਇੱਥੇ ਇਹ ਵੀ ਕੋਈ ਰਿਕੁਆਇਰਮੈਂਟ ਹੈਗੀ ਆ ਵੀ ਕਿਤੇ ਵੱਧ ਆ, ਕਿਤੇ ਘੱਟ ਜਿੱਦਾਂ ਉਹਨਾਂ ਨੇ 2 ਆਪਸ਼ਨਸ ਜਿਹੜੀਆਂ ਰੱਖੀਆਂ ਹੁੰਦੀਆਂ ਆ ਵੀ ਕਿਤੇ ਵੱਧ ਪੈਸੇ ਲਾਉਣੇ ਪੈਂਦੇ, ਕਿਤੇ ਘੱਟ ਲਾਉਣੇ ਪੈਂਦੇ ਆ ਕਿ ਇੱਥੇ ਜਿੱਥੇ ਮਰਜ਼ੀ ਕੀਤੀ ਜਾ ਸਕਦੀ ਹੈ ਇਨਵੈਸਟਮੈਂਟ? ਇਹ ਜਿੱਥੇ ਮਰਜ਼ੀ ਕੀਤੀ ਜਾ ਸਕਦੀ ਆ। ਸੋ ਆਬਵੀਅਸਲੀ ਜੇ ਹੁਣ ਕੋਈ ਕੈਲੀਫੋਰਨੀਆ 'ਚ ਬਿਜ਼ਨਸ ਲਵੇ ਉਹ ਮਹਿੰਗਾ ਆਣਾ, ਕੋਈ ਅਲਾਬਾਮਾ 'ਚ ਲਵੇ ਉਹ ਸਸਤਾ ਆਣਾ। ਠੀਕ ਹੈ। ਨਾਲੇ ਥੋੜਾ ਜਿਹਾ ਰੇਸਿਜ਼ਮ ਦੇਖਣ ਨੂੰ ਮਿਲਣਾ ਨਾਲ। ਰੀਅਲ ਅਮਰੀਕਾ ਵੀ ਆ ਜਾਣਾ ਹੈ। ਸੋ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਮਨੀ 1.5 ਲੱਖ ਵੀ ਹੋ ਸਕਦੀ, 3 ਵੀ ਹੋ ਸਕਦੀ ਆ। ਸੋ ਇਹ ਸਬਸਟੈਂਸ਼ੀਅਲ ਅਮਾਊਂਟ ਆਪਾਂ ਅਕਸਰ ਜਿਹੜਾ ਉਹ ਸੁਣਦੇ ਆ। ਇਹ ਫਿਰ ਉਹ ਇਨਵੈਸਟਮੈਂਟ ਦੇ ਹਿਸਾਬ ਦੇ ਨਾਲ ਹੀ ਹੁੰਦਾ ਹੈ ਵੀ ਕਿੰਨੀ ਆ, ਮਤਲਬ ਬਿਜ਼ਨਸ ਦੇ ਹਿਸਾਬ ਦੇ ਨਾਲ ਉਹ ਅਮਾਊਂਟ ਕੀਤੀ ਜਾਂਦੀ ਹੈ, ਦੇਖੀ ਜਾਂਦੀ ਹੈ? ਹਾਂਜੀ ਬਿਲਕੁਲ। ਸੋ ਇਹ ਡਿਪੈਂਡ ਹੁਣ ਕਰਦਾ ਕਿ ਖਰੀਦਣਾ ਤੁਸੀਂ ਇੱਕ ਨਵਾਂ ਬਿਜ਼ਨਸ ਖੋਲ੍ਹਣਾ ਹੈ ਨਾ। ਸੋ ਮੇਨ ਜਿਹੜੀ ਉਹਨਾਂ ਨੇ ਇਹ ਦੇਖਣਾ ਕਿ ਕਮਰਸ਼ੀਅਲ ਸੈਂਸ ਦੇ ਵਿੱਚ ਐਟ ਰਿਸਕ ਚੱਲ ਗਿਆ ਇਹਦਾ ਪੈਸਾ। ਤੇ ਦੂਸਰੀ ਚੀਜ਼ ਉਹਨਾਂ ਨੇ ਇਹ ਦੇਖਣੀ ਆ ਕਿ ਜੋ ਇਹ ਕਹਿ ਰਿਹਾ ਕਿ ਜਿੱਦਾਂ ਹੁਣ ਬੰਦਾ ਕਵੇ ਮੈਂ ਪੀਜ਼ਾ ਖੋਲ ਕੇ 10 EMPLOYE ਰੱਖ ਲੈਣੇ ਆ, ਤੇ ਬੰਦਾ ਕਹਿ ਰਿਹਾ ਕਿ ਮੇਰੇ ਕੋਲ ਸਿਰਫ $1,00,000 ਹੀ, ਉਹਨੇ ਕਹਿਣਾ ਇਹ ਤਾਂ ਤੇਰਾ ਹੋ ਹੀ ਨਹੀਂ ਸਕਦਾ। ਸੋ ਜਿਹੜਾ ਇਹਦੇ ਵਿੱਚ ਤੁਹਾਡਾ ਬਿਜ਼ਨਸ ਪਲਾਨ ਹੁੰਦਾ ਉਹ ਅਸਲੀ ਹੋਣਾ ਚਾਹੀਦਾ ਕਿ ਉਹਨਾਂ ਨੇ ਇਹ 'ਚ ਬਿਜ਼ਨਸ ਪਲਾਨ ਰਾਈਟਰ ਇੱਕ ਹਾਇਰ ਕਰਨਾ ਪੈਂਦਾ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਤੁਹਾਨੂੰ ਪ੍ਰੋਜੈਕਸ਼ਨਸ ਬਣਾ ਕੇ ਅਗਲੇ ਸਾਲ ਇਹਨਾਂ ਦੇ ਇੰਨੇ ਪੈਸੇ ਖਰਚ ਆਉਣਾ, ਇੰਨੀ ਇਹਨਾਂ ਨੂੰ ਇਨਕਮ ਆਉਣੀ ਆ, ਸਾਡੀ ਮਾਰਕੀਟ ਸਟੱਡੀ ਆ। ਤੇ ਉਸ ਸੈਂਸ ਦੇ ਵਿੱਚ ਉਹਨਾਂ ਨੇ ਦੇਖਣਾ ਕਿ ਜਿੱਥੇ ਬਿਜ਼ਨਸ ਖੋਲ ਰਹੇ ਆ, ਜੋ ਇਹ ਚੀਜ਼ ਕਹਿ ਰਹੇ ਆ ਕਿ ਹੁਣ ਬੰਦਾ ਕਵੇ ਮੈਂ ਕਾਰ ਡੀਲਰਸ਼ਿਪ ਖੋਲ੍ਹਣੀ, ਉਹਨੇ ਕਹਿਣਾ $10 ਮਿਲੀਅਨ ਤੇਰਾ ਲੱਗਣਾ ਹੈ ਨਾ। ਜੇ ਬੰਦਾ ਕਵੇ ਮੈਂ ਸਮੋਕ ਸ਼ਾਪ ਖੋਲ੍ਹਣੀ, ਉਹਦਾ 1,00,000 1.5 ਲੱਖ ਜੋ ਵੀ ਬਿਜ਼ਨਸ ਦੀ ਕਾਸਟ ਹੈ ਨਾ। ਸੋ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਜਿਹੜੀ ਇਹਨਾਂ ਦੀ ਇਹ ਡਿਵੀਜ਼ਨ ਹੈ ਇਨਵੈਸਟਮੈਂਟ ਵਾਲੀ, ਇਹਨਾਂ ਨੂੰ ਵੀ ਨੌਲੇਜ ਜਿਹੜੀ ਹੈਗੀ ਆ, ਤੇ ਇਹਨਾਂ ਨੇ ਇਹ ਦੇਖਣਾ ਕਿ ਜੋ ਇਹ ਕਹਿ ਰਹੇ ਆ ਕਿ ਉਹ ਕਰ ਸਕਦਾ ਕਿ ਇਹ ਨਹੀਂ ਕਰ ਸਕਦਾ। ਸੋ ਕਿੰਨੇ ਪੈਸੇ ਇਨਵੈਸਟ ਕਰਨੇ ਆ, ਕੋਈ ਇਹਦਾ ਮੈਜਰੇਬਲ ਨੰਬਰ ਨਹੀਂ ਹੈ। ਸਾਡਾ ਇੱਕ ਕਲਾਇੰਟ ਸੀਗਾ, ਉਹਦਾ ਕੈਨੇਡਾ ਤੋਂ ਸੀਗਾ, ਤੇ ਉਹਨਾਂ ਦਾ ਜਿਹੜੇ 1-2 ਵਾਰੀ ਉਹਨਾਂ ਦਾ ਜਿਹੜਾ ਵੀਜ਼ਾ ਸੀਗਾ E2 ਡਿਨਾਈ ਹੋ ਗਿਆ ਸੀਗਾ ਸਾਡੇ ਤੇ ਆਉਣ ਤੋਂ ਪਹਿਲਾਂ। ਤੇ ਜਦੋਂ ਸਾਡੇ ਕੋਲ ਆਏ ਫਿਰ ਆਪਾਂ ਪੁੱਛਿਆ ਕਿ ਕਿੱਦਾਂ ਕੀ ਹਿਸਾਬ ਕਿਤਾਬ ਆ, ਤੇ ਆਪਾਂ ਦੇਖਿਆ ਕਿ ਜਿਹੜੇ ਪੁਰਾਣੇ ਵੀਜ਼ਾ ਡਿਨਾਈ ਹੋਏ ਨੇ ਉਹ ਸਿਰਫ ਇਸ ਕਰਕੇ ਡਿਨਾਈ ਹੋਏ ਸੀਗੀ ਕਿ ਇੱਕ ਵਾਰੀ ਕਿਤੇ ਓਨਰਸ਼ਿਪ ਨਹੀਂ ਲਿਖੀ, ਉਹਨਾਂ ਨੇ ਲਿਖੀ ਕਿ 50-50 ਕਰਨਾ ਵਾ, ਕਿਤੇ ਉਹਨਾਂ ਦੇ ਪੈਸੇ ਘੱਟ ਸੀਗੇ। ਤੇ ਫਿਰ ਜਦੋਂ ਮੇਨ ਡਿਟੇਲ 'ਚ ਗੱਲ ਹੋਈ ਕਿ ਕਿੰਨਾ ਕੁ ਇਰਾਦਾ ਤੁਹਾਡਾ ਕਿ ਕੈਨੇਡਾ ਛੱਡ ਕੇ ਅਮਰੀਕਾ ਆਉਣਾ, ਉਹਨਾਂ ਦੇ 3 ਰੈਸਟੋਰੈਂਟ ਸੀਗੇ ਟੋਰਾਂਟੋ ਵਾਲੇ ਏਰੀਆ ਦੇ ਵਿੱਚ, ਤੇ ਉਹਨਾਂ ਨੇ ਕਿਹਾ ਆਣਾ ਹੀ ਆਉਣਾ ਆਪਾਂ ਹੈ ਨਾ, ਕਿ ਇੱਥੇ ਆਣਾ ਹੀ ਆਉਣਾ। ਤੇ ਫਿਰ ਉਹਨਾਂ ਨੇ ਜੇ ਆਣਾ ਹੀ ਆਉਣਾ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਾਰ ਪੈਸੇ ਜ਼ਿਆਦਾ ਪਾਓ। ਉਹਨਾਂ ਨੇ ਗਰਾਊਂਡ ਅਪ ਜਿਹੜਾ ਰੈਸਟੋਰੈਂਟ ਖੋਲ੍ਹਿਆ, ਪੂਰੇ ਫੁੱਲ ਜਿੱਦਾਂ ਪੈਸੇ ਪੂਹੇ ਕੰਟਰੀਬਿਊਟ ਕੀਤੇ। ਬਾਏ ਦਾ ਟਾਈਮ ਆਪਾਂ ਇਮੀਗ੍ਰੇਸ਼ਨ ਨਾਲ ਡੀਲ ਕਰਦੇ ਸੀਗੇ, ਆਲਰੇਡੀ ਉਹਨਾਂ ਦੇ 10 EMPLOYE ਹੋ ਵੀ ਗਏ ਸੀਗੇ, ਰੈਸਟੋਰੈਂਟ ਵੀ ਜਿਹੜਾ ਚੱਲ ਪਿਆ ਸੀਗਾ। ਤੇ ਉਹ ਫਿਰ ਜਦੋਂ ਉਹਨਾਂ ਨੇ ਵੀਜ਼ੇ ਤੇ ਗਏ, ਉਹਨਾਂ ਨੇ ਸਵਾਲ ਹੀ ਨਹੀਂ ਕੋਈ ਪੁੱਛਿਆ, ਉਹ ਫਿਰ ਆਪੇ ਜਿਹੜਾ ਬਿਜ਼ਨਸ ਉਹ ਆਪ ਹੀ ਬੋਲਦਾ ਸਭ ਕੁਝ ਹੈ ਨਾ। ਇਹਦੇ ਵਿੱਚ ਜਿਹੜਾ ਲਾਇਰ ਦਾ ਕੰਮ ਆ ਉਹਨੂੰ ਹੈਗਾ ਤੁਹਾਡੀ ਪੇਸ਼ਕਸ਼ ਕਰਨੀ ਬਿਜ਼ਨਸ ਕੀ ਆ। ਐਕਚੁਅਲ ਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਪੈਸਾ ਕਿੰਨਾ ਕੁ ਖਰਚਿਆ ਇਹਨੇ, ਕਿ ਵਾਕਈ ਇਹ ਜੌਬ ਕ੍ਰੀਏਟ ਕਰ ਰਿਹਾ ਕਿ ਨਹੀਂ ਕਰ ਰਿਹਾ। ਤੇ ਜਿੰਨੇ ਜ਼ਿਆਦਾ ਪੈਸੇ ਤੁਸੀਂ ਖਰਚੋਗੇ ਉਨੇ ਜ਼ਿਆਦਾ ਤੁਹਾਡੇ ਚਾਂਸ ਆ। ਤੇ ਕਈ ਵਾਰੀ ਇਦਾਂ ਹੁੰਦਾ ਕਿ ਬੰਦਾ ਘੱਟ ਪੈਸੇ ਖਰਚ ਦਿੰਦਾ, ਉਹਦਾ ਡਿਨਾਈ ਹੋ ਜਾਂਦਾ, ਫਿਰ ਉਹ ਵਾਪਸ ਡਰਾਇੰਗ ਬੋਰਡ ਤੇ ਜਾਂਦਾ, ਫਿਰ ਦੁਬਾਰਾ ਜ਼ਿਆਦਾ ਪੈਸੇ ਖਰਚ ਕੇ ਦੁਬਾਰਾ ਜਦੋਂ ਫਾਇਰ ਕਰਦਾ ਤੇ ਉਦੋਂ ਕਈ ਵਾਰੀ ਉਹਦਾ ਦਾਅ ਲੱਗ ਜਾਂਦਾ। ਸੋ ਇਹ ਹੈ ਕਿ ਪਹਿਲੀ ਸੱਟੇ ਤੁਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਪੈਸੇ ਜਿਹੜਾ ਜਿੰਨਾ ਕਰ ਸਕਦੇ ਆ ਮੈਕਸਿਮਮ, ਵੀ ਜਿਹੜਾ ਤੁਸੀਂ ਉਹ ਸੇਫ ਜ਼ੋਨ ਦੇ ਵਿੱਚ ਐਟਲੀਸਟ ਪਾਸ ਹੋਣ ਵਾਲੀ ਜਿਹੜੀ ਜ਼ੋਨ ਦੇ ਵਿੱਚ ਬੰਦਾ ਜਿਹੜਾ ਉਹ ਰਵੇ। ਹੁਣ ਜਿਹੜੀਆਂ ਰਿਕੁਆਇਰਮੈਂਟਸ ਜਿੱਦਾਂ ਤੁਸੀਂ ਰੈਸਟੋਰੈਂਟ ਦੀ ਐਗਜ਼ਾਮਪਲ ਦਿੱਤੀ, ਉਹਨਾਂ ਨੇ ਗਰਾਊਂਡ ਅਪ ਕੀਤਾ, EMPLOYE ਆਲਰੇਡੀ ਬਿਜ਼ਨਸ ਸ਼ੁਰੂ ਵੀ ਹੋ ਗਿਆ ਤੇ ਉਹ EMPLOYE ਵੀ ਜਿਹੜੇ ਉਹ ਆ ਗਏ। ਸੋ ਸਾਈਜ਼ ਆਫ ਬਿਜ਼ਨਸ ਇਹਦੀ ਵੀ ਕੋਈ ਮਿਨੀਮਮ ਰਿਕੁਆਇਰਮੈਂਟ ਆ ਵੀ 4 ਜੋਬਾਂ, 5 ਜੋਬਾਂ, 10 ਜੋਬਾਂ, ਵੀ ਕਿੰਨੀਆਂ ਜਿਹੜੀਆਂ ਕ੍ਰੀਏਟ ਹੋਣੀਆਂ ਚਾਹੀਦੀਆਂ ਇਹਦੇ ਜ਼ਰੀਏ? ਜਿਹੜਾ ਸਾਈਜ਼ ਆਫ ਬਿਜ਼ਨਸ ਆ ਉਹਨਾਂ ਨੇ ਲਿਖਿਆ ਨਹੀਂ ਕਿ ਕਿੰਨੀਆਂ ਜੌਬਸ ਤੁਹਾਡੀਆਂ ਕ੍ਰੀਏਟ ਹੋਣੀਆਂ ਚਾਹੀਦੀਆਂ। ਆਪਾਂ ਤਾਂ ਹੁਣ ਜਿੱਦਾਂ ਮੈਕਸਿਮਮ ਤਾਂ ਜੋ ਜਿੰਨੀਆਂ ਜ਼ਿਆਦਾ ਉਨੀਆਂ ਬੈਟਰ, ਪਰ ਆਪਾਂ ਇਹ ਦੇਖਦੇ ਹਾਂ ਕਿ ਕਈ ਵਾਰੀ ਹੁਣ ਦੇਖੋ ਜੇ ਤਾਂ ਇੱਕ ਹੀ ਜੌਬ ਆ ਬੰਦੇ ਦੀ ਆਪਣੀ, ਉਹਨੇ ਤਾਂ ਕਹਿਣਾ ਤੂੰ ਯਾਰ ਕੰਮ ਹੀ ਕਰੀ ਜਾਂਦਾ, ਤੇਰਾ ਤਾਂ ਕੋਈ ਗੱਲ ਸੁਣਨ ਵਾਲਾ ਹੈ ਨਹੀਂ। ਮਤਲਬ ਘੱਟੋ ਘੱਟ ਇਹਦੇ ਵਿੱਚ ਤੁਹਾਨੂੰ 1 EMPLOYE ਤੇ ਚਾਹੀਦਾ ਹੀ ਹੋਣਾ। ਜੇ ਤੁਸੀਂ ਕਹੋ ਮੈਂ ਕੰਟਰੋਲ ਕਰਦਾ, ਹੁਣ 1 EMPLOYE ਵੀ ਸਾਰਾ ਕੁਝ ਨਹੀਂ ਕਰ ਸਕਦਾ। ਸੋ ਸਾਡਾ ਇਹਦੇ ਵਿੱਚ ਮੈਜਿਕ ਨੰਬਰ ਕੋਈ ਇਦਾਂ ਦਾ ਹੈ ਨਹੀਂਗਾ। ਪਰ ਜੇ ਤੁਸੀਂ ਕਹੋ ਕਿ ਗੈਸ ਨੰਬਰ ਕਿਹੜਾ, ਉਹ ਹੈਗਾ ਕਿ 3 ਤੋਂ 4 ਘੱਟੋ ਘੱਟ ਜੌਬਸ ਤੁਹਾਡੀਆਂ ਜਿਹੜੀਆਂ ਕ੍ਰੀਏਟ ਹੋਣ ਦੀ ਖਮਤਾ ਜਿਹੜੀ ਹੋਣੀ ਚਾਹੀਦੀ ਹੈ ਨਾ। ਕਿ ਛੋਟਾ ਤੁਸੀਂ ਇੱਕ ਫਰੈਂਚਾਈਜ਼ ਬਿਜ਼ਨਸ ਪਾਓ ਜਿਹੜਾ ਮਲਟੀਪਲ ਜਿਹਦੇ ਵਿੱਚ ਸ਼ਿਫਟਸ ਲੱਗਣ। ਤੇ ਦੂਸਰਾ ਕਿ ਇਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ ਕਿ ਮਾਰਜਨਲ ਐਂਟਰਪ੍ਰਾਈਜ਼। ਮਾਰਜਨਲ ਐਂਟਰਪ੍ਰਾਈਜ਼ ਕੀ ਹੁੰਦਾ ਕਿ ਜਿਹੜਾ ਤੁਹਾਨੂੰ ਬਿਜ਼ਨਸ ਇਨਕਮ ਛੱਡ ਰਿਹਾ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਉਹਨੇ ਬੰਦੇ ਟੈਕਸ ਟੂਕਸ ਬਚਾਉਣ ਲਈ ਆਪਣੇ ਆਪ ਨੂੰ ਸੈਲਰੀ ਘੱਟ ਦਿੰਦੇ ਆ ਜਾਂ ਲਾਸ ਸ਼ੋ ਕਰਦੇ ਆ। ਸੋ ਉਹਨਾਂ ਦੀ ਪਹਿਲੀ ਰਿਕੁਆਇਰਮੈਂਟ ਇਹ ਹੈ ਕਿ ਇਹ ਮਾਰਜਨਲ ਐਂਟਰਪ੍ਰਾਈਜ਼ ਨਹੀਂ ਹੋਣਾ ਚਾਹੀਦਾ। ਤੁਸੀਂ ਆਪਣਾ ਦੇਸ਼ ਇਸ ਕਰਕੇ ਨਹੀਂ ਛੱਡ ਕੇ ਆਉਣਾ ਕਿ ਤੁਸੀਂ ਕਹੋ ਇੱਥੇ ਆ ਕੇ ਮੈਂ $30,000 ਕਮਾਣੇ ਆ। ਤੁਹਾਨੂੰ ਇਹ ਪ੍ਰੋਫਿਟੇਬਲ ਕਰਨਾ ਕਿ ਜੋ ਹੁਣ ਮੰਨ ਲਓ ਕਿ ਸੈਨੋਜ਼ ਵਿੱਚ ਰਹਿਣ ਲਈ ਜੇ ਐਵਰੇਜ ਬੰਦੇ ਦਾ $60,000 ਦਾ ਖਰਚਾ ਆਉਂਦਾ ਸਾਲ ਦਾ,
ਤੇ ਤੁਹਾਨੂੰ ਉਹ ਜਿਹੜਾ ਨੰਬਰ ਆ ਉਹ ਬੀਟ ਕਰਨਾ ਪੈਣਾ। ਮਤਲਬ ਕਿ ਤੁਸੀਂ ਇਹ ਨਹੀਂ ਕਿ ਬਿਲਕੁਲ ਮਿਨੀਮਮ ਵੇਜ ਲੈਵਲ ਤੇ ਆਪਰੇਟ ਕਰਨਾ, ਕਿਉਂਕਿ ਤੁਸੀਂ ਬਿਜ਼ਨਸ ਨੂੰ ਡਿਵੈਲਪ ਤੇ ਡਾਇਰੈਕਟ ਕਰ ਰਹੇ ਹੋ। ਸੋ ਇੱਕ ਦਿਹਾੜੀਦਾਰ ਬੰਦੇ ਤੋਂ ਉੱਤੇ ਉੱਠ ਕੇ ਤੁਹਾਨੂੰ ਜਿਹੜੀ ਆਪਣੀ ਮਾਰਜਨੈਲਿਟੀ ਬੀਟ ਜਿਹੜੀ ਕਰਨੀ ਪੈਣੀ ਹੈ। ਕਹਿਣ ਦਾ ਮਤਲਬ ਕਿ 60,000 70,000 ਆਮ ਔਨ ਐਵਰੇਜ ਤੁਹਾਡੀ ਜਿਹੜੀ ਇਹਦੇ ਵਿੱਚ ਸਾਲਾਨਾ ਇਨਕਮ ਜਿਹੜੀ ਹੋਣੀ ਚਾਹੀਦੀ ਹੈ W2 ਤੇ, ਕਿਉਂਕਿ ਤੁਸੀਂ ਆਪਣੇ ਆਪ ਨੂੰ ਵੀ ਇਹਦੇ ਵਿੱਚ ਤਨਖਾਹ ਜਿਹੜੀ ਦੇਣੀ ਹੈ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਆ। ਇਹ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਇਹ ਉਹਨਾਂ ਦੇ ਲਈ ਆ ਜਿਹੜੇ E2 ਟ੍ਰੀਟੀ ਵਾਲੀਆਂ ਕੰਟਰੀਜ਼ ਦੇ ਸਿਟੀਜ਼ਨ ਨੇ, ਪਰਮਾਨੈਂਟ ਰੈਜ਼ੀਡੈਂਟ ਦੇ ਲਈ ਵੀ ਨਹੀਂ, ਸਿਟੀਜ਼ਨ ਦੇ ਲਈ ਜਿਹੜਾ ਉਹ ਹੈਗਾ। ਯੂਰਪੀਅਨ ਸਿਟੀਜ਼ਨ ਵੀ ਹੈਗੇ ਨੇ ਕਈ ਯੂਰਪ ਦੀਆਂ ਕੰਟਰੀਜ਼ ਦੇ, ਤੇ ਕੈਨੇਡਾ ਜਿਹੜਾ ਆ ਉਸ ਦੇ ਵਿੱਚ ਇਹ ਆਉਂਦਾ ਆ। ਇੱਕ ਅਕਸਰ ਫਿਰ ਨਾਲ ਸਵਾਲ ਇਹ ਵੀ ਆ ਜਾਂਦਾ, ਚਲੋ ਜਿਹੜਾ ਵੀ ਆਉਂਦਾ ਆ ਬਿਜ਼ਨਸ ਦੇ ਲਈ, ਕੀ ਇਹ ਇੰਡੀਵਿਜੂਅਲ ਹੁੰਦਾ, ਡੈਰੀਵੇਟਿਵ ਵੀ ਹੁੰਦੇ ਆ, ਕੀ ਨਾਲ ਆਪਣੇ EMPLOYEES ਵੀ ਲਿਆਂਦੇ ਜਾ ਸਕਦੇ ਆ, ਜੇ ਇਹਦੇ ਵਿੱਚ ਆਪਾਂ ਤੁਹਾਨੂੰ ਪੁੱਛੀਏ ਤਾਂ? ਬਿਲਕੁਲ EMPLOYEES ਵੀ ਲਿਜਾਏ ਜਾ ਸਕਦੇ ਆ, ਪਰ ਉਹ ਆਪਣੇ ਹੁਣ ਜਿਹੜਾ ਜ਼ਿਆਦਾਤਰ ਜਿੱਦਾਂ ਪੰਜਾਬੀ ਜਿਹੜੇ ਆਏ ਆ ਆਪਣੇ, ਉਹਨਾਂ ਵਾਸਤੇ ਨਹੀਂ ਉਹ ਚੀਜ਼ ਜਿਹੜੀ ਹੈਗੀ। ਇਹ ਜਿਹੜਾ ਹੈਗਾ ਜਿਹੜਾ ਥੋੜੀ ਜਿਹੀ ਐਡਵਾਂਸ ਲੈਵਲ ਤੇ ਕੰਪਨੀ ਜੇ ਕਿਸੇ ਨੇ ਖੋਲੀ, ਟੈਕ ਟੁੱਕ ਵਾਲੀ ਖੋਲੀ ਜਾਂ ਇਦਾਂ ਖੋਲਿਆ ਹਨ, ਜਿਹਦੇ ਵਿੱਚ ਤੁਹਾਡੇ ਕਿ ਦੋਨੋਂ ਬੰਨੇ ਕੰਪਨੀਆਂ ਜਿਹੜੀਆਂ ਚੱਲਦੀਆਂ ਪਈਆਂ, ਅਮਰੀਕਾ ਦੇ ਵਿੱਚ ਵੀ ਕੰਪਨੀ ਚੱਲਦੀ ਪਈ ਆ, ਫੋਰਨ ਕੰਟਰੀ ਦੇ ਵਿੱਚ ਵੀ ਕੰਪਨੀ ਜਿਹੜੀ ਉਹ ਚੱਲਦੀ ਪਈ ਆ, ਤੇ ਜਿਹੜਾ ਤੁਹਾਡਾ ਉਧਰਲਾ ਮੁਲਾਜ਼ਮ ਆ ਕੰਪਨੀ ਦੇ ਵਿੱਚ ਕੰਮ ਕਰਦਾ, ਤੇ ਉਹਨੂੰ ਤੁਸੀਂ ਤੇ ਡਿਗਰੀ ਲੈਵਲ ਵਾਲੀ ਉਹਦੀ ਜਿਹੜੀ ਪੋਜੀਸ਼ਨ ਹੈਗੀ ਹੈ ਨਾ, ਜਿੱਦਾਂ ਇੰਜੀਨੀਅਰ ਹੋ ਗਿਆ, ਇਸ ਲੈਵਲ ਦੇ ਅਕਾਊਂਟੈਂਟ ਹੋ ਗਿਆ, ਇਦਾਂ ਦੇ ਲੈਵਲ ਦੀਆਂ ਜਿਹੜੀਆਂ ਪੋਜੀਸ਼ਨ ਜੇ ਹੈਗੀਆਂ, ਤੇ ਉਹ ਜਿਹੜਾ EMPLOYEE ਤੁਸੀਂ ਲੈ ਕੇ ਆਣਾ ਉਹ ਵੀ ਉਸੇ ਕੰਟਰੀ ਦਾ ਨਾਗਰਿਕ ਹੋਣਾ ਚਾਹੀਦਾ, E2 ਕੰਟਰੀ ਦਾ। ਠੀਕ ਹੈ। ਤੇ ਹੁਣ ਜਿੱਦਾਂ ਫੋਰ ਐਗਜ਼ਾਮਪਲ ਕਿਸੇ ਦੀ ਫਰਾਂਸ ਦੇ ਵਿੱਚ ਕੰਪਨੀ ਆ ਕੰਪਿਊਟਰ ਦੀ, ਹੈ ਨਾ, ਉਹਨੇ ਇੱਥੇ ਆਫਿਸ ਖੋਲਿਆ, ਉਹਨੇ ਆਪਣਾ ਜਿਹੜੇ ਫਰਾਂਸ ਵਾਲੇ EMPLOYEE ਆ ਉਹ ਲੈ ਕੇ ਆ ਸਕਦਾ, ਹੈ ਨਾ। ਸੋ ਇਹ ਚੀਜ਼ ਆ, ਤੇ ਇਹਦੇ ਵਿੱਚ ਜ਼ਿਆਦਾਤਰ ਮੈਂ ਅਜੇ ਤੱਕ ਮੈਨੂੰ ਹੁਣ ਜਿੱਦਾਂ 15 ਸਾਲ ਹੋ ਗਏ ਕੰਮ ਕਰਦੇ, ਇਹਦੇ ਵਿੱਚ E2 EMPLOYEE ਅਜੇ ਤੱਕ ਨਹੀਂ ਮੈਂ ਕੋਈ ਵੀ ਕੀਤਾ ਆਪਣਾ ਇੰਡੀਅਨ ਮੂਲ ਦੇ ਬੰਦੇ ਦਾ ਜਾਂ ਪੰਜਾਬੀ ਦਾ, ਹੈ ਨਾ, ਕਿਉਂਕਿ ਉਹਨਾਂ ਦਾ ਜ਼ਿਆਦਾਤਰ ਇਦਾਂ ਕਿ ਉਹਨਾਂ ਨੇ ਉਰੇ ਆ ਕੇ ਬਿਜ਼ਨਸ ਖੋਲ ਕੇ ਉਰੇ EMPLOYEE ਜਿਹੜੇ ਜ਼ਿਆਦਾਤਰ ਇਕੱਠੇ ਕਰਦੇ ਆ, ਤੇ ਇਹ ਉਹਨਾਂ ਦੇ ਵਾਸਤੇ ਆ ਜਿਹਨਾਂ ਨੇ ਬੈਕ ਐਂਡ ਫੋਰਥ ਜਾਣਾ ਹੁੰਦਾ ਆਪਣੀ ਕੰਟਰੀ ਦੇ ਵਿੱਚੋਂ। ਇਹਦੇ ਅੱਜ ਦਾ ਟੌਪਿਕ ਉਹ ਨਹੀਂ ਹੈਗਾ, ਪਰ ਜੇ ਕੋਈ ਆਪਣਾ ਇੰਡੀਅਨ ਬੰਦਾ, ਉਹਦਾ ਜੇ ਕੋਈ ਬਿਜ਼ਨਸ ਆਲਰੇਡੀ ਚੱਲਦਾ ਪਿਆ ਵਾ ਕਿਸੇ ਹੋਰ ਕੰਟਰੀ ਦੇ ਵਿੱਚ, ਤੇ 10-15 ਤੋਂ ਜ਼ਿਆਦਾ EMPLOYEE ਉਹਦੇ ਹੈਗੇ ਆ, ਤੇ ਉਹਨੂੰ ਪਤਾ ਕਿ ਅਮਰੀਕਾ ਆ ਕੇ ਮੈਂ ਕੀ ਕਰਨਾ, ਤੇ ਇੱਕ L1 ਵੀਜ਼ੇ ਦੀ ਵੀ ਆਪਸ਼ਨ ਆ ਜਾਂਦੀ ਆ। ਉਹ ਅੱਜ ਦੇ ਟੌਪਿਕ ਤੋਂ ਨਹੀਂ, ਉਹ ਆਪਾਂ ਕਿਸੇ ਹੋਰ ਟਾਈਮ ਡਿਸਕਸ ਕਰਾਂਗੇ, ਕਿਉਂਕਿ ਉਹਦੀ ਰਿਕੁਆਇਰਮੈਂਟ ਥੋੜ੍ਹੀਆਂ ਜਿਹੀਆਂ ਜ਼ਿਆਦਾ ਜਿਹੜੀਆਂ ਸਟ੍ਰਿਕਟ ਹੁੰਦੀਆਂ, ਕਿ ਦੋਨੋਂ ਪਾਸੇ ਤੁਸੀਂ ਕੰਪਨੀ ਹਾਈ ਲੈਵਲ ਤੇ ਇੱਕ ਮੇਨਟੇਨ ਕਰਕੇ ਚਲਾਉਣੀ ਹੁੰਦੀ ਹੈ, ਕਿ 25-30 EMPLOYEE ਤੁਸੀਂ ਦੋਨੋਂ ਪਾਸੇ ਰੱਖਣੇ ਆ, ਤੇ ਫਿਰ ਤੁਸੀਂ L1 ਵੀਜ਼ੇ ਦੀ ਆਪਸ਼ਨ ਜਿਹੜੀ ਖੁੱਲ੍ਹ ਜਾਂਦੀ ਹੈ, ਜਿਹੜਾ E2 ਨਾਲੋਂ ਬੈਟਰ। ਜੀ ਠੀਕ ਹੈ। ਸੋ ਉਹ ਇੱਕ ਡਿਫਰੈਂਟ ਜਿਹੜੀ ਉਹ ਆ ਜਾਂਦੀ ਆ। ਤੁਸੀਂ ਸ਼ੁਰੂਆਤ 'ਚ ਮਾੜਾ ਜਿਹਾ ਦੱਸਿਆ ਸੀਗਾ ਵੀ ਇਹਦੀ ਜਿਹੜੀ ਸਟੇ ਦਾ ਟਾਈਮ ਹੈ 2 ਸਾਲ ਦਾ ਹੁੰਦਾ? ਇਹਦਾ ਜੀ ਜਦੋਂ ਤੁਸੀਂ ਵੀਜ਼ਾ ਲਵਾਉਂਦੇ ਆ ਤੁਹਾਨੂੰ 5 ਸਾਲ ਦਾ ਉਹ ਵੀਜ਼ਾ ਦਿੰਦੇ ਆ। ਓਕੇ। ਐਟ ਟਾਈਮ ਤੁਸੀਂ ਜਦੋਂ ਐਂਟਰੀ ਤੁਹਾਨੂੰ ਮਿਲਦੀ ਆ ਉਹ 2-2 ਸਾਲ ਦੀ ਮਿਲਦੀ ਆ। ਹਰੇਕ ਚੀਜ਼ ਦੀ ਲਿਮਿਟ ਆ, ਜਿੱਦਾਂ H1B ਵਾਲੇ ਨੂੰ 3 ਸਾਲ, H4 ਵਾਲੇ ਨੂੰ 3 ਸਾਲ, E2 ਵਾਲੇ ਨੂੰ 2 ਸਾਲ ਦੀ ਜਿਹੜੀ ਐਂਟਰੀ ਮਿਲਦੀ ਹੈ ਨਾ। ਜਿੱਦਾਂ ਬਿਜ਼ਨਸ ਵੀਜ਼ੇ ਵਾਲੇ ਆਉਂਦੇ ਕਈ ਵਾਰੀ 6 ਮਹੀਨੇ ਦੀ ਦਿੰਦੇ ਆ, ਇਹਦੇ ਵਿੱਚ 2 ਸਾਲ ਦੀ ਤੁਹਾਨੂੰ ਉਹ ਐਂਟਰੀ ਦਿੰਦੇ ਆ, ਤੇ ਤੁਸੀਂ ਆਪਣਾ ਬਿਜ਼ਨਸ ਜਿਹੜਾ ਕਰਦੇ ਰਹਿਣਾ ਉਸੇ ਕਿੱਤੇ ਦੇ ਵਿੱਚ, ਤੇ ਤੁਹਾਡਾ ਐਕਸਟੈਂਡ ਫਿਰ ਜਿਹੜਾ ਵੀਜ਼ਾ ਉਹ ਹੁੰਦਾ ਰਹਿੰਦਾ। ਓਕੇ। ਸੋ ਹੋਰ ਕੀ ਟਰਮਸ ਐਂਡ ਕੰਡੀਸ਼ਨਸ ਇਸ ਦੀਆਂ E2 ਵੀਜ਼ੇ ਦੇ ਉੱਤੇ ਬਰਕਰਾਰ ਰੱਖਣ ਦੇ ਲਈ ਜਿਹੜੀਆਂ ਉਹ ਹੁੰਦੀਆਂ ਨੇ? ਸੋ ਇਹਦੇ ਵਿੱਚ ਤੁਸੀਂ ਟਰਮਸ ਐਂਡ ਕੰਡੀਸ਼ਨਸ ਇਹਦੀਆਂ ਇਹ ਹੈ ਕਿ ਐਕਟਿਵਲੀ ਤੁਸੀਂ ਕੰਮ ਕਰਨਾ ਜਿਹੜੀ ਚੀਜ਼ ਦੇ ਵਿੱਚ ਤੁਹਾਡਾ ਵੀਜ਼ਾ ਅਪਰੂਵ ਹੋਇਆ ਸੀਗਾ। ਸੋ ਇਹ ਨਹੀਂ ਕਿ ਤੁਸੀਂ ਹੁਣ ਆਏ, ਤੁਸੀਂ ਕਿਹਾ ਕਿ ਮੈਂ ਸਟੋਰ ਖੋਲ੍ਹਣਾ, ਤੇ ਬਾਅਦ 'ਚ ਆ ਕੇ ਤੁਸੀਂ ਕਹੋ ਮੇਰਾ ਇਰਾਦਾ ਬਦਲ ਗਿਆ, ਮੈਂ ਹੁਣ ਆਈਸਕ੍ਰੀਮ ਪਾਰਲਰ ਖੋਲ੍ਹਣਾ। ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਂਦਾ, ਤੁਹਾਨੂੰ ਵਾਪਸ ਜਾ ਕੇ ਇਮੀਗ੍ਰੇਸ਼ਨ ਨਾਲ ਪਟੀਸ਼ਨ ਫਾਈਲ ਕਰਨੀ ਪੈਂਦੀ ਹੈ, ਅਮੈਂਡਮੈਂਟ ਕਰਾਉਣੀ ਪੈਂਦੀ ਹੈ। ਉਹਨਾਂ ਨੂੰ ਦੱਸਣਾ ਪੈਂਦਾ ਕਿ ਨਹੀਂ, ਮੇਰਾ ਆਹ ਬਿਜ਼ਨਸ ਮੈਨੂੰ ਸੂਤ ਨਹੀਂ ਆਇਆ, ਦੂਜਾ ਬਿਜ਼ਨਸ ਹੁਣ ਮੈਂ ਕਰਨਾ। ਸੋ ਜੋ ਤੁਸੀਂ ਉਹਨਾਂ ਨੂੰ ਲਿਖ ਕੇ ਦਿੱਤਾ ਬਿਜ਼ਨਸ ਪਲਾਨ, ਜਿਹੜੀ ਲੋਕੇਸ਼ਨ ਤੇ ਤੁਸੀਂ ਲਿਖ ਕੇ ਦਿੱਤਾ, ਤੁਸੀਂ ਉਹੀ ਕਰਨਾ। ਇਹ ਇਦਾਂ ਦਾ ਵੀਜ਼ਾ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਫ੍ਰੀਲੀ ਗ੍ਰੀਨ ਕਾਰਡ ਹੋਲਡਰ ਵਾਂਗੋ ਜਾਂ ਸਿਟੀਜ਼ਨ ਵਾਂਗੋ ਜੋ ਮਰਜ਼ੀ ਕਰੀ ਜਾਣਾ। ਤੁਹਾਨੂੰ ਉਹਨਾਂ ਨੂੰ ਦੱਸ ਕੇ ਜਿਹੜੀ ਕੋਈ ਵੀ ਚੀਜ਼ ਆ ਉਹ ਚੇਂਜ ਕਰਨੀ ਪੈਣੀ ਆ, ਅਮੈਂਡਮੈਂਟ ਪਟੀਸ਼ਨ ਜਿਹੜੀ ਫਾਈਲ ਕਰਨੀ ਪੈਂਦੀ ਹੈ। ਇਹੀ ਇਹਦੀ ਜਿਹੜੀ ਸਭ ਤੋਂ ਵੱਡੀ ਰਿਸਟ੍ਰਿਕਸ਼ਨ ਹੈਗੀ। ਠੀਕ ਹੈ। ਤੇ ਪਰਿਵਾਰ ਵਾਲੇ E2 ਵੀਜ਼ੇ ਧਾਰਕ ਦੇ ਜਿਹੜੇ ਉਹ ਵੀ ਨਾਲ ਆ ਸਕਦੇ ਨੇ? ਬਿਲਕੁਲ ਆ ਸਕਦੇ ਜੀ। ਇਹਦੇ ਵਿੱਚ ਸਪਾਊਸ, ਘਰ ਵਾਲਾ ਘਰ ਵਾਲੀ, ਸਪਾਊਸ, ਬੱਚੇ ਜਿਹੜੇ ਅਨਮੈਰਿਡ ਆ ਤੇ 21 ਸਾਲ ਤੋਂ ਥੱਲੇ ਉਮਰ ਦੇ ਆ, ਉਹ ਆ ਸਕਦੇ ਆ। ਸਪਾਊਸ ਦੇ ਵਿੱਚ ਸਪਾਊਸ ਨੂੰ ਓਪਨ ਐਂਡਡ ਵਰਕ ਪਰਮਿਟ ਦੇ ਦਿੰਦੇ ਆ ਕੰਮ ਕਰਨ ਲਈ, ਕਿੱਥੇ ਵੀ ਕੰਮ ਕਰ। ਜਵਾਕਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ, ਜਵਾਕ ਜਿਹੜੇ ਉਹ ਪੜ੍ਹ ਸਕਦੇ ਆ। 21 ਸਾਲ ਤੱਕ ਹੀ ਹੁੰਦਾ, 21 ਸਾਲ ਤੋਂ ਬਾਅਦ ਉਹਨਾਂ ਨੂੰ ਆਪਣਾ ਬੰਦੋਬਸਤ ਆਪ ਕਰਨਾ ਪੈਣਾ। ਹੁਣ ਜਿਹੜਾ ਆਹੀ ਪੁਆਇੰਟ ਆ ਇਹਦੇ ਵਿੱਚ ਏਦਾਂ ਕਿ ਜ਼ਿਆਦਾਤਰ ਕੀ ਹੁੰਦਾ ਕਿ ਇਹ ਤੁਸੀਂ ਫੈਸਲਾ ਕਰਨਾ ਕਿ ਜੇ ਦੋਨਾਂ ਕੋਲ ਘਰ ਵਾਲਾ ਘਰ ਵਾਲੀ ਕੋਲ ਦੋਨਾਂ ਕੋਲ ਪਾਸਪੋਰਟ ਹੈਗੇ ਆ, ਤੇ ਫਿਰ ਉਹ ਵਾਲਾ ਬੰਦਾ ਜਿਹਨੇ ਆਪਣੇ ਬਿਜ਼ਨਸ 'ਚ ਕੰਮ ਕਰਨਾ ਉਹ E2 ਮੇਨ ਬਣੇ,
ਤੇ ਜਿਹੜਾ ਬੰਦਾ ਕਹਿੰਦਾ ਮੈਂ ਕਿਤੇ ਵੀ ਬਾਹਰ ਜਾ ਕੇ ਕੰਮ ਕਰਾਂ, ਟਰੱਕ ਚਲਾਵਾਂ, ਉਹ ਕਰਾਂ, ਉਹ ਡਿਪੈਂਡੈਂਟ ਸਪਾਊਸ ਬਣੇ ਤਾਂ ਕਿ ਉੱਤੇ ਜਿਹੜੀ ਉਹ ਰੋਕ ਟੋਕ ਨਾ ਹੋਵੇ। ਰਿਸਟ੍ਰਿਕਸ਼ਨ ਸੋ ਆਉਂਦੀ। ਜ਼ਿਆਦਾਤਰ ਇਹਦੇ ਵਿੱਚ ਕੀ ਕਰਦੇ ਆ ਕਿ ਜਿੱਦਾਂ ਘਰ ਵਾਲਾ ਜੇ ਟਰੱਕ ਡਰਾਈਵਰ ਆ ਤੇ ਘਰ ਹੂੰ, ਹੂੰ। ਵਾਲੀ ਨੇ ਨਹੀਂ ਬਾਹਰ ਕਿਤੇ ਜਾਣਾ, ਉਹਨੇ ਲੋਕਲ ਹੀ ਸ਼ਹਿਰ ਚ ਰਹਿਣਾ, ਤਾਂ ਉਹ ਘਰ ਵਾਲੀ ਆਪਣੇ ਨਾਂ ਤੇ ਜਿਹੜਾ ਬਿਜ਼ਨਸ ਖੋਲ ਕੇ E2 ਮੇਨ ਉਹ ਬਣੂਗੀ ਬਿਜ਼ਨਸ, ਤੇ ਉਹਦੇ ਬੇਸ ਤੇ ਜਿਹੜਾ ਬੰਦਾ ਵਾ ਉਹਨੂੰ ਖੁੱਲਾ ਟਰੱਕ ਦਾ ਜਿਹੜਾ ਕੰਮ ਕਰਨ ਦੀ ਪਰਮਿਸ਼ਨ ਮਿਲ ਜਾਣੀ ਹੈ ਨਾ। ਸੋ ਜੇ ਬੰਦੇ ਦਾ ਮੇਨ ਇਰਾਦਾ ਇਹੀ ਹੈ ਕਿ ਆ ਕੇ ਅਮਰੀਕਾ 'ਚ ਟਰੱਕ ਚਲਾਉਣਾ ਵਾ, ਤੇ ਫਿਰ ਆਪਣਾ ਜਿਹੜਾ ਘਰ ਵਾਲੀ ਆ ਜਿਹੜੀ ਮੇਨ ਉਹ ਬਿਜ਼ਨਸ ਰਨ ਕਰੂਗੀ, ਉਹ ਮੇਨ ਐਪਲੀਕੈਂਟ ਹੋਗੀ, ਤੇ ਜਿਹੜਾ ਬੰਦਾ ਉਹ ਡੈਰੀਵੇਟਿਵ ਐਪਲੀਕੈਂਟ ਹੋ ਸਕਦਾ। ਇਹ ਜਿਹੜਾ ਡੈਰੀਵੇਟਿਵ ਆ ਉਸ ਤੋਂ ਵੀ ਸਿਟੀਜ਼ਨ ਹੋਣਾ ਜ਼ਰੂਰੀ ਆ? ਡੈਰੀਵੇਟਿਵ ਦਾ ਸਿਟੀਜ਼ਨ ਹੋਣਾ ਨਹੀਂ ਜ਼ਰੂਰੀ। ਅੱਛਾ, ਉਹ ਸੋ ਇੱਕ ਬੰਦਾ ਜੇ ਹੁਣ ਇਟਲੀ ਦਾ ਸਿਟੀਜ਼ਨ ਆ, ਉਹ E2 ਤੇ ਆਂਦਾ, ਤੇ ਜਿਹੜੀ ਘਰ ਵਾਲੀ ਜੇ ਉਹਨੇ ਇੰਡੀਆ ਦਾ ਵਿਆਹ ਕਰਾਇਆ, ਜੇ ਕੋਈ ਇੰਡੀਅਨ ਪਾਸਪੋਰਟ ਆ, ਜਿਹੜਾ ਮੇਨ ਬੰਦਾ ਕੁਆਲੀਫਾਈ ਕਰ ਗਿਆ E2 ਤੇ, ਜਿਹੜਾ ਡਿਪੈਂਡੈਂਟ ਆ ਉਹ ਭਾਵੇਂ ਇੰਡੀਆ ਦਾ ਵੀ ਸਿਟੀਜ਼ਨ ਆ ਤਾਂ ਵੀ ਉਹ ਨਾਲ ਆ ਸਕਦਾ। ਓਕੇ, ਠੀਕ ਆ। ਸੋ ਹੁਣ ਜੇ ਆਪਣੇ ਗਵਾਂਢੀ ਮੁਲਕ ਨੂੰ ਲੈ ਕੇ ਜਾਂ ਯੂਰਪ ਵਾਲਿਆਂ ਨੂੰ ਲੈ ਕੇ ਵੀ ਉਹ ਫਿਰ ਕੀ ਕਰਨਾ ਹੈ? ਟਰੱਕਰਸ ਖਾਸ ਕਰਕੇ ਜੇ ਉਹਨਾਂ ਦੀ ਆਪਾਂ ਕਰੀਏ ਤਾਂ ਹੁਣ ਉਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ? ਹੁਣ E2 ਤੁਸੀਂ ਐਕਸਪਲੇਨ ਕਰਤਾ, ਰਿਕੁਆਇਰਮੈਂਟਸ ਜਿਹੜੀਆਂ ਦੱਸਤੀਆਂ, ਬਿਜ਼ਨਸ ਪਲਾਨਸ, ਇਹ ਉਹ ਸਾਰਾ ਕੁਝ ਜਿਹੜਾ ਉਹ ਦੱਸਿਆ, ਸੋ ਉਹਨਾਂ ਦੇ ਲਈ ਕੀ ਸਟੈਪ ਹੈਗਾ ਹੈ ਉਹ ਅੱਗੇ? ਸੋ ਮੇਨ ਇਹ ਆ ਕਿ ਆਪਾਂ ਕੋਸ਼ਿਸ਼ ਕਰਨੀ ਆ ਕਿ 1.5 ਲੱਖ ਤੋਂ ਉੱਤੇ ਇਨਵੈਸਟਮੈਂਟ ਆਪਣੀ ਜਾਵੇ। ਹੂੰ, ਹੂੰ। ਕੈਸ਼ ਉਹਦੇ ਵਿੱਚ ਵੀ ਆ ਸਕਦਾ, ਤੇ ਆਪਾਂ ਉਹਦੇ ਵਿੱਚ ਇਨਵੈਂਟਰੀ ਵੀ ਜਿਹੜੀ ਕੰਟਰੀਬਿਊਟ ਕਰ ਸਕਦੇ ਆ ਆਪਣੇ, ਜੇ ਤੁਹਾਡੇ ਆਲਰੇਡੀ ਟਰੱਕ ਟਰੁੱਕ ਹੈਗੇ ਉਹ ਵੀ ਕਰ ਸਕਦੇ ਆ। ਪਰ ਹੁਣ ਇਦਾਂ ਨਹੀਂ ਕਿ ਸਿਰਫ ਟਰੱਕ ਹੀ ਜਿਹੜੇ ਤੁਸੀਂ ਕਹੋ ਕਿ ਮੈਂ ਕੰਟਰੀਬਿਊਟ ਕਰਨੇ ਆ। ਸੋ ਇਕਵਿਪਮੈਂਟ ਵੀ ਤੁਸੀਂ ਜਿਹੜਾ ਕੰਟਰੀਬਿਊਟ ਕਰ ਸਕਦੇ ਆ ਉਹਦੀ ਵੈਲੂਏਸ਼ਨ ਕਰਾ ਕੇ। ਠੀਕ ਹੈ। ਉਹ ਪਰ ਪ੍ਰੋਵਾਈਡਡ ਜੋ ਵੀ ਇੱਥੇ ਦੇ ਰੂਲਸ ਰੈਗੂਲੇਸ਼ਨ ਹੈਗੇ ਆ ਕਿ ਅਮਰੀਕਾ ਦੇ ਵਿੱਚ ਉਹ ਚੱਲ ਸਕਦੇ ਆ ਨਹੀਂ ਚੱਲ ਸਕਦੇ ਆ, ਉਹ ਤੁਸੀਂ ਵੇਖਣਾ ਹੈ ਨਾ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਾਲੀ ਜੋ ਵੀ ਰਿਕੁਆਇਰਮੈਂਟ ਵਗੈਰਾ ਤੁਸੀਂ ਮੀਟ ਕਰਨੀ ਹੈ। ਤੇ ਕੁਛ ਇੱਕ ਤੁਸੀਂ ਕੈਸ਼ ਕੰਟਰੀਬਿਊਸ਼ਨ ਕਰੋ ਆਪਣੀ। ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਹੈਗਾ, ਲੀਗਲ ਪੈਸਾ ਇਹਦੇ ਵਿੱਚ ਸਾਰਾ ਹੋਣਾ ਚਾਹੀਦਾ। ਤੁਸੀਂ ਕਿਸੇ ਤੋਂ ਗਿਫਟ ਜਾਂ ਲੋਨ ਵੀ ਲੈ ਸਕਦੇ ਆ, ਤੇ ਤੁਸੀਂ ਆਪਣੀ ਇਕਵਿਪਮੈਂਟ ਵਗੈਰਾ ਜਾਂ ਕਿਸੇ ਨਾਲ ਤੁਸੀਂ ਪਾਰਟਨਰਸ਼ਿਪ ਦੇ ਰਿਸ਼ਤੇਦਾਰ ਨਾਲ ਜਾਣਾ, ਤੇ ਤੁਸੀਂ ਉਹਨਾਂ ਦੀ ਇਕਵਿਪਮੈਂਟ ਵੀ ਜਿਹੜੀ ਆਪਣੇ ਬਿਜ਼ਨਸ ਜਿਹੜੀ ਕੰਟਰੀਬਿਊਟ ਕਰ ਸਕਦੇ ਆ, ਜੇ ਟਰੱਕਿੰਗ ਬਿਜ਼ਨਸ ਤੁਸੀਂ ਕਰਨਾ। ਤੇ ਮੋਸਟਲੀ ਇਹਦੇ ਵਿੱਚ ਇਦਾਂ ਕਿ ਟਰੱਕਿੰਗ ਬਿਜ਼ਨਸ ਥੋੜਾ ਜਿਹਾ ਮਹਿੰਗਾ ਵੀ ਹੁੰਦਾ, ਓਬਵੀਅਸਲੀ ਇਕਵਿਪਮੈਂਟ ਮਹਿੰਗੀ ਹੈ ਹਨਾ। ਤਾਂ ਐਂਡ ਆਫ ਦਾ ਡੇ ਤੁਹਾਡੀ ਆਰਗੂਮੈਂਟ ਇਹੀ ਹੋਣੀ ਚਾਹੀਦੀ ਹੈ ਕਿ ਮੈਂ 3 ਤੋਂ 4 ਜਿਹੜੀਆਂ ਜੌਬਸ ਕ੍ਰੀਏਟ ਕਰਨੀਆਂ। ਉਹ ਜਿਹੜੀਆਂ ਜੌਬਸ ਆ ਕੱਚੇ ਬੰਦੇ ਵਰਕ ਪਰਮਿਟ ਵਾਲਿਆਂ ਲਈ ਨਹੀਂ, ਉਹ ਜਿਹੜਾ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਆ ਉਸ ਲੈਵਲ ਦੇ ਬੰਦੇ ਦੀਆਂ ਜੌਬਸ ਇਹ ਜਿਹੜੀਆਂ ਕ੍ਰੀਏਟ ਕਰਨੀਆਂ। ਤੇ ਇਹ ਤੁਸੀਂ ਹੁਣ ਆਪਣਾ ਹਿਸਾਬ ਕਿਤਾਬ ਆਪ ਲਾਓ ਕਿ ਜੇ ਤੁਸੀਂ ਟਰੱਕਿੰਗ 'ਚ ਇੱਦਾਂ ਆਉਂਦੇ ਆ, ਕੀ ਤੁਸੀਂ ਤੁਹਾਡੇ ਨਾਲ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਕੰਮ ਕਰੂਗੇ, ਤੇ ਕੀ ਤੁਸੀਂ ਆਪਣੀ ਕੰਪਨੀ ਨੂੰ ਉਸ ਲੈਵਲ ਤੇ ਲੈ ਕੇ ਜਾ ਸਕਦੇ ਆ ਕਿ 3 4 ਜਾਂ 11 ਬੰਦੇ ਤੁਹਾਡੇ ਨਾਲ ਇਹ ਜਿਹੜੇ ਜੁੜੂਗੇ। ਤੇ ਜੇ ਉਸ ਲੈਵਲ ਤੇ ਲਿਜਾ ਸਕਦੇ ਆ ਤਾਂ ਫਿਰ ਟਰੱਕਿੰਗ ਵੀ E2 ਵੀਜ਼ੇ ਤੇ ਆਪਾਂ ਤੁਸੀਂ ਬਿਜ਼ਨਸ ਕਰ ਸਕਦੇ ਹੋ ਉਰੇ ਆ ਕੇ। ਠੀਕ ਆ। ਹੁਣ ਜਿੱਦਾਂ ਇਕਵਿਪਮੈਂਟ ਦੀ ਤੁਸੀਂ ਇਸ ਦੇ ਵਿੱਚ ਗੱਲ ਜਿਹੜੀ ਉਹ ਕੀਤੀ ਆ, ਬੰਦਾ ਕਈ ਵਾਰੀ ਜਿੱਦਾਂ ਤੁਸੀਂ ਕਿਹਾ ਵੀ ਇਹ ਨਹੀਂ ਵੀ ਇਕੱਲਾ ਟਰੱਕ ਹੀ ਸ਼ੋਅ ਕਰਨਾ ਹੈ, ਇਵੈਂਚੁਅਲੀ ਜਿਹੜਾ ਬਿਜ਼ਨਸ ਸ਼ੋਅ ਕਰਨ ਦੇ ਲਈ ਹੋਰ ਕਾਫੀ ਕੁਛ ਜਿਹੜਾ ਉਹ ਨਾਲ ਸ਼ੋਅ ਕਰਨਾ ਪੈਂਦਾ ਆ। ਜੇ ਹੁਣ ਮੰਨ ਲਓ ਕੋਈ ਤੁਹਾਡੇ ਕੋਲ E2 ਵੀਜ਼ੇ ਨੂੰ ਲੈ ਕੇ ਕਰਦਾ ਹੈ, ਉਹ ਜਿਹੜਾ ਸਿਟੀਜ਼ਨ ਆ, ਕੀ ਤੁਸੀਂ ਬਿਜ਼ਨਸ ਪਲਾਨ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਆ? ਉੱਦਾਂ ਸਾਰਾ ਕੁਛ ਕਰਦੇ ਆ? ਬਿਜ਼ਨਸ ਪਲਾਨ ਦਾ ਰਾਈਟਰ ਹੁੰਦੇ ਆ ਇੱਥੇ, ਪ੍ਰੋਫੈਸ਼ਨਲੀ ਕੰਮ ਕਰਦੇ ਆ, ਤੇ ਉਹਨਾਂ ਨੇ ਆਪਣੀ ਫੀਸ ਰੱਖੀ ਹੁੰਦੀ ਹੈ। ਥਰਡ ਪਾਰਟੀ ਪ੍ਰੋਵਾਈਡਰ ਹੁੰਦੇ ਆ, ਉਹ ਚੰਗਾ ਨਾਈਸਲੀ ਤੁਹਾਡਾ ਡੇਟਾ ਲੈ ਕੇ ਡਰਾਇੰਗ ਬਣਾ ਕੇ ਪੂਰਾ ਪ੍ਰੈਜ਼ੈਂਟ ਜਿਹੜਾ ਕਰ ਦਿੰਦੇ ਆ, ਤੇ ਮਾਰਕੀਟ ਸਟੱਡੀ ਵਗੈਰਾ ਉਹਨਾਂ ਨੇ ਆਲਰੇਡੀ ਕੀਤੀ ਹੁੰਦੀ ਹੈ। ਜ਼ਿਆਦਾਤਰ ਕਈ ਵਾਰੀ ਜਿਹੜਾ ਬੇਸਿਕ ਬਿਜ਼ਨਸ ਪਲਾਨ ਆ, ਹੁਣ ਕੋਈ ਕਵੇ ਕਿ ਮੈਂ ਪੀਜ਼ਾ ਖੋਲਣਾ, ਮੈਂ 10 ਬੰਦੇ ਰੱਖਣੇ, ਉਹਨਾਂ ਤਾਂ ਚਲੋ ਵਕੀਲ ਬਣਾ ਦੂਗਾ। ਹੁਣ ਜੇ ਇਮੀਗ੍ਰੇਸ਼ਨ ਆ ਕੇ ਕਵੇ ਕਿ ਨਹੀਂ ਮਾਰਕੀਟ ਸਟੱਡੀ ਵੀ ਦੱਸ ਕੇ ਕਿਉਂ ਇਹ ਪੀਜ਼ਾ ਸਕਸੈਸਫੁਲ ਹੋਊਗਾ, ਹੋਰ ਕਿੰਨੇ ਪੀਜ਼ੇ ਆ, ਕੰਪੀਟੀਸ਼ਨ ਕੀ ਹੈਗਾ, ਤੇ ਉਹ ਫਿਰ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਬਿਜ਼ਨਸ ਪਲਾਨ ਰਾਈਟਰ ਹੁੰਦਾ ਉਹਨਾਂ ਕੋਲ ਜਿਹੜਾ ਬਿਜ਼ਨਸ ਪਲਾਨ ਬਾਏ ਕਰਨਾ ਪੈਂਦਾ। ਉਹਨਾਂ ਨੇ ਡੇਟਾ ਡੂਟਾ ਆਪਣਾ ਰੱਖਿਆ ਹੁੰਦਾ, ਤੇ ਉਹ $2-3,000 ਜਿਹੜੇ ਲੈਂਦੇ ਆ ਤੁਹਾਡਾ ਬਿਜ਼ਨਸ ਪਲਾਨ ਵਗੈਰਾ ਬਣਾਉਣ ਲਈ। ਜੀ ਬਿਲਕੁਲ ਬਿਲਕੁਲ। ਸੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਅੱਜ ਆਪਾਂ ਤੁਹਾਨੂੰ E2 ਵੀਜ਼ੇ ਬਾਰੇ ਜਿਹੜੀਆਂ ਉਹ ਦੱਸੀਆਂ ਆ, ਚਾਹੇ ਜੇ ਤੁਸੀਂ ਯੂਰਪ ਤੋਂ ਆਏ ਆ, ਵਿਜ਼ਟਰ ਵੀਜ਼ੇ ਤੇ ਆ, ESTA ਤੇ ਆ, ਉਹ ਉਸ ਹਿਸਾਬ ਦੇ ਨਾਲ ਦੇਖੋ। ਮੇਨ ਰਿਕੁਆਇਰਮੈਂਟਸ ਉਹਨਾਂ ਨੇ ਦੱਸੀਆਂ, ਸਿਟੀਜ਼ਨ ਤੁਹਾਡਾ ਹੋਣਾ ਜ਼ਰੂਰੀ ਆ। ਜਿਹੜਾ ਮੇਨ ਐਪਲੀਕੈਂਟ ਆ E2 ਵੀਜ਼ੇ ਦਾ, ਉਹਦਾ ਉਸ ਕੰਟਰੀ ਦਾ E2 ਟਰੀਟੀ ਵਾਲੇ ਦਾ ਜਿਹੜਾ ਸਿਟੀਜ਼ਨ ਹੋਣਾ ਜਿਹੜਾ ਜ਼ਰੂਰੀ ਆ। ਬਿਜ਼ਨਸ ਪਲਾਨ ਤੇ ਐਟ ਰਿਸਕ ਇਨਵੈਸਟਮੈਂਟ ਜਿਹੜੀ ਆ ਸਬਸਟੈਂਸ਼ੀਅਲ ਅਮਾਊਂਟ 'ਚ, ਉਹ ਜਿਹੜੀ ਤੁਹਾਡੀ ਹੋਣੀ ਇਸ ਦੇ ਵਿੱਚ ਜ਼ਰੂਰੀ ਆ। ਤੇ ਤੁਸੀਂ ਆ ਕੇ ਕੰਮ ਨਹੀਂ ਕਰਨਾ, ਕੰਮ ਕਰਵਾਉਣਾ ਆ ਬੇਸਿਕਲੀ ਐਜ਼ ਅ ਬਿਜ਼ਨਸ, ਉਸ ਨੂੰ ਰਨ ਕਰਨਾ। ਇਹ ਜਿਹੜੀਆਂ ਮੇਜਰ ਰਿਕੁਆਇਰਮੈਂਟਸ ਆ ਜਿਹਦਾ ਤੁਸੀਂ ਜ਼ਰੂਰ ਧਿਆਨ ਜਿਹੜਾ ਉਹ ਰੱਖਿਓ। ਬਾਕੀ ਇੱਕ ਹੁਣ ਆਪਾਂ ਬ੍ਰੇਕ ਵੀ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੇ ਸਵਾਲ ਜਵਾਬ ਜਿਹੜੇ ਆਪਾਂ ਲਵਾਂਗੇ। ਕਾਲ ਤੁਸੀਂ ਕਰ ਸਕੋਗੇ ਨੰਬਰ 408-272 5200 4082725200। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਟਰਨੀ ਟੇਕਿਆਣਾ ਜੀ, ਜੇ ਤੁਸੀਂ ਇਸ ਨੂੰ ਸਮਰਾਈਜ਼ ਕਰਨਾ ਹੋਵੇ ਪੂਰੇ E2 ਵੀਜ਼ੇ ਨੂੰ, ਕੰਟਰੀਜ਼ ਨੂੰ, ਇਹ ਟਰੀਟੀ ਕੰਟਰੀਜ਼ ਤੋਂ ਲੈ ਕੇ ਅੱਗੇ ਤੱਕ, ਤੁਸੀਂ ਜੇ ਸਮਰਾਈਜ਼ ਕਰ ਦਿਓ। ਸਮਰਾਈਜ਼ ਲਾਅ ਵਾਲਾ ਤਾਂ ਆਪਾਂ ਸਾਰਾ ਕਰਤਾ।
ਹੁਣ ਮੇਨ ਚੀਜ਼ ਆ ਜਾਂਦੀ ਹੈ ਕਿ ਬਿਜ਼ਨਸ ਸਾਈਡ ਇਹਦੀ ਕੀ ਹੈ ਕਿ ਵਕੀਲ ਨੂੰ ਕਲਾਇੰਟ ਕਿੱਦਾਂ ਲੱਭਦੇ ਆ, ਕਲਾਇੰਟਾਂ ਨੂੰ ਵਕੀਲ ਕਿੱਦਾਂ ਲੱਭਦਾ ਹੈ ਨਾ। ਜੀ ਸੋ ਇਹ ਜਿਹੜਾ ਮੀਡੀਅਮ ਆ ਪੰਜਾਬੀ ਰੇਡੀਓ ਹੈ ਨਾ, ਜਿੱਦਾਂ ਹੁਣ ਕਲਾਇੰਟ ਨੂੰ ਪਹਿਲਾਂ ਨੌਲੇਜ ਹੋਊਗੀ ਤਾਂ ਹੀ ਉੱਥੋਂ ਦੀ ਉਹ ਯੂਰਪ ਤੋਂ ਆਊਗਾ, ਕਿ ਜੇ ਉਹਦਾ ਕੋਈ ਸੱਜਣ ਮਿੱਤਰ ਹੋਊਗਾ, ਕਿਸੇ ਹੋਰ ਨੇ E2 ਕੀਤਾ ਹੋਊਗਾ, ਇਨਵੈਸਟਮੈਂਟ ਕੀਤੀ ਹੋਊਗੀ। ਹੂੰ ਸੋ ਇਹ ਜਿਹੜਾ ਜਦੋਂ ਦੇ ਆਪਾਂ ਹੁਣ ਆਏ ਆ, ਕਾਫੀ ਪੰਜਾਬੀਆਂ ਦੇ ਵੀ ਕੀਤੇ ਆ। ਪਹਿਲਾਂ ਜਿਹੜਾ ਪੰਜਾਬੀ ਰੇਡੀਓ ਤੋਂ ਆਉਣ ਤੋਂ ਪਹਿਲਾਂ ਸਾਰੇ ਜਿਹੜੇ ਕਲਾਇੰਟ ਸੀਗੇ ਉਹ ਯੂਰਪੀਅਨ ਹੀ ਸੀਗੇ, ਨਾਨ ਪੰਜਾਬੀ ਜਿਹੜੇ ਸੀਗੇ ਹੈ ਨਾ, ਕਿਉਂਕਿ ਜਿਹਨਾਂ ਨੂੰ ਪਤਾ ਸੀਗਾ ਉਹ ਕਰ ਲੈਂਦੇ ਸੀਗੇ ਬਿਜ਼ਨਸ। ਸੋ ਆਪਣੀ ਕਮਿਊਨਿਟੀ 'ਚ ਅਜੇ ਇਹ ਹੈ ਕਿ ਅਸਾਲਮ ਵੱਲ ਜ਼ਿਆਦਾ ਲੋਕੀ ਜਿਹੜੇ ਫੋਕਸ ਕਰਦੇ ਆ, ਫੈਮਿਲੀ ਇਮੀਗ੍ਰੇਸ਼ਨ ਦੀ ਲਾਈਨਾਂ ਬਹੁਤ ਜ਼ਿਆਦਾ ਲੰਬੀਆਂ, ਤੇ ਤਾਂ ਕਰਕੇ ਕਈ ਸਾਰੇ ਦੇ ਵਿੱਚ ਹਜ਼ਾਰਾਂ ਲੋਕ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਆ, ਜਿਹਨਾਂ ਕੋਲ ਇਦਾਂ ਦੀ $1.5-2 ਲੱਖ ਹੈਗਾ, ਉਹ ਅਮਰੀਕਾ ਆ ਸਕਦਾ, ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈ। ਸੋ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਜਿਹੜਾ ਬੰਦਾ ਸਿਟੀਜ਼ਨ ਹੈਗਾ ਜਾਂ ਇਵਨ ਗ੍ਰੀਨ ਕਾਰਡ ਹੋਲਡਰ ਵੀ ਉੱਥੇ ਦਾ ਹੈਗਾ, ਸਜੋਰਨੋ ਵਗੈਰਾ ਜੇ ਕਿਸੇ ਕੋਲ ਹੈਗੀ ਆ, ਤੇ ਤੁਸੀਂ ਸਿਟੀਜ਼ਨ ਬਣ ਕੇ ਉਰੇ ਆਓ। ਉਹੀ ਜਿਹੜੀ ਮੇਨ ਸਲਾਹ ਹੈ ਕਿ ਆਪਣੇ ਪੇਪਰ ਨਾ ਤੁਸੀਂ ਖਰਾਬ ਕਰੋ, ਉਹ ਥੋੜਾ ਜਿਹਾ ਤੁਹਾਡਾ ਪੱਕਾ ਜਿਹੜਾ ਰਸਤਾ, ਨਾਲੇ ਤੁਸੀਂ ਆ ਕੇ ਇੱਥੇ ਕੰਮ ਕਰ ਸਕਦੇ ਆ, ਬਿਜ਼ਨਸ ਕਰ ਸਕਦੇ ਆ, ਇੱਕ ਲੈਵਲ ਤੋਂ ਤੁਸੀਂ ਉੱਤੇ ਉੱਠ ਸਕਦੇ ਆ, ਹਨਾ। ਅਸਾਈਲਮ ਕਈ ਵਾਰੀ ਲਾਉਂਦੇ ਆ, ਅਸਾਈਲਮ ਦਾ ਕੇਸ ਫੇਲ ਹੋ ਜਾਵੇ, ਬਾਰਡਰ ਤੋਂ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਵੇ, ਤਾਂ ਫਿਰ ਤੁਹਾਡਾ ਪੈਸੇ ਵੀ ਤੁਸੀਂ ਕਿੰਨੇ ਜ਼ਿਆਦਾ ਪੱਟੋਗੇ, ਕੋਈ ਫਾਇਦਾ ਨਹੀਂ ਉਹਦਾ। ਸੋ ਸਲਾਹ ਇਹੀ ਆ ਕਿ ਇਹ ਜਿਹੜਾ ਹੈਗਾ ਤੁਹਾਡੇ ਵਿੱਚ ਤੇ ਇੱਕ ਬੰਦੇ ਕੋਲ ਜੇ ਕੋਈ ਨਹੀਂ ਸਿਟੀਜ਼ਨਸ਼ਿਪ ਆ, ਇਹ ਫਰਕ ਆ ਕਿ ਤੁਹਾਨੂੰ ਇਹ ਆਪਸ਼ਨ ਹੈਗੀ ਆ, ਉਹ ਬੰਦੇ ਨੂੰ ਉਹ ਆਪਸ਼ਨ ਸੀਗੀ ਨਹੀਂ, ਤੇ ਤੁਸੀਂ ਆਹ ਵਾਲੀ ਆਪਸ਼ਨ ਨੂੰ ਜ਼ਰੂਰ ਜਿਹੜਾ ਹੈਗਾ ਯੂਜ਼ ਕਰੋ। ਜੀ ਜੀ ਬਿਲਕੁਲ। ਸੋ ਇਹ ਸੀਗੀ ਇਹ ਗੱਲਬਾਤ। ਤੇ ਟਾਨੀ ਟੇਕਿਆਣਾ ਜੀ, ਬਿਫੋਰ ਵੀ ਗੋ ਟੂ ਬ੍ਰੇਕ, ਬਾਰਡਰ ਤੇ ਕੀ ਸਥਿਤੀ ਆ, ਕੀ ਰਿਪੋਰਟਾਂ ਆ ਰਹੀਆਂ, ਕੀ ਕੁਝ ਪਤਾ ਲੱਗ ਰਿਹਾ? ਕੱਲ ਜਿਹੜੇ ਟਕਸਨ ਇਲਾਕੇ ਵਾਲੇ ਆ, ਉਹਨਾਂ ਨੇ ਸੈਂਡੀਆਗੋ 'ਚ ਸੜਕਾਂ ਤੇ ਛੱਡਤੇ ਸੀਗੇ ਕੁਝ ਮਾਈਗ੍ਰੈਂਟਸ। ਹਾਂਜੀ ਹਾਂਜੀ, ਕੈਲੀਫੋਰਨੀਆ ਦਾ ਕਹਿੰਦੇ ਜੇਲ੍ਹਾਂ ਭਰ ਗਿਆ, ਹੁਣ ਛੱਡਣ ਲੱਗ ਪਏ। ਸਾਡਾ ਇੱਕ ਕੇਸ ਸੀਗਾ ਲੂਈਜ਼ੀਆਨਾ ਦਾ, ਮੈਨੂੰ ਪੂਰੀ ਡਿਟੇਲ ਤਾਂ ਨਹੀਂ ਹੁਣ ਉਹਦੀ ਪਤਾ। ਸਾਨੂੰ ਨਾ ਬੌਂਡ ਦੀ ਬੜੀ ਰਿਕੁਐਸਟ ਹੁੰਦੀ ਸੀ ਕਿ ਬੌਂਡ ਵਾਲੇ ਜਿਹੜੇ ਕੇਸ ਹੈਗੇ ਹੈ ਨਾ, ਕਿ ਹੁਣ ਕੰਮ ਖਿੱਚਵਾਂ ਹੋ ਗਿਆ। ਕਿ ਲੂਈਜ਼ੀਆਨਾ 'ਚ ਇੱਕ ਕੇਸ ਸੀਗਾ, ਜੱਜ ਨੇ ਕਿ ਬੰਦੇ ਦੇ ਬਿਆਨ ਪਾਸ ਹੋ ਗਏ, ਪਰ ਜੱਜ ਕਹਿੰਦਾ ਮੈਂ ਛੱਡਣਾ ਨਹੀਂ, ਤਾਂ ਮੈਂ ਫੜ ਕੇ ਮੈਂ ਜੇਲ੍ਹ 'ਚ ਹੀ ਰੱਖਣਾ, ਕਿਉਂਕਿ ਕੇਸ ਕੂਸ ਲਾਅ ਕਾਫੀ ਜਿਹੜਾ ਚੱਲਦਾ। ਤੇ ਇਹ ਜ਼ਿਆਦਾਤਰ ਨਾ ਹੁਣ ਕੀ ਸੀਗਾ ਕਿ ਜੇਲ੍ਹ ਵਾਲੇ ਜਿਹੜੇ ਕੇਸ ਆ, ਫਿਰ ਬੰਦਾ ਵਕੀਲ ਵੀ ਬੜਾ ਪਰੇਸ਼ਾਨ ਹੁੰਦਾ ਕਿ ਯਾਰ ਜੇਲ੍ਹ 'ਚੋਂ ਮੈਂ ਕਿੱਦਾਂ ਹੁਣ ਕੇਸ ਲੜਨਾ ਹੈ ਨਾ, ਬੰਦੇ ਦੀ ਵੀ ਟੈਨਸ਼ਨ ਇੰਨੀ, ਸਟ੍ਰੈਸ ਬੜਾ ਜ਼ਿਆਦਾ ਉਸ ਚੀਜ਼ ਦਾ ਹੋ ਜਾਂਦਾ। ਸੋ ਸਟਾਫ ਨੂੰ ਇਹ ਸੀਗਾ ਕਿ ਯਾਰ ਜੇ ਮੈਜੋਰਟੀ ਕੇਸ ਜੇ ਆਪਾਂ ਫਾਈਟ ਕਰ ਸਕਦੇ ਹਾਂ, ਘੱਟੋ ਘੱਟ 50% ਤੋਂ ਉੱਤੇ ਜੇ ਬੌਂਡ ਵਾਲੇ ਕੇਸ ਜੇ ਆਪਾਂ ਜਿੱਤਦੇ ਹਾਂ, ਤਾਂ ਆਪਾਂ ਬੌਂਡ ਵਾਲੇ ਪਾਸੇ ਜਾਈਏ। ਤੇ ਆਪਾਂ ਟੈਕਨੀਕਲ ਬੌਂਡ ਵਾਲੇ ਜਿਹੜੇ ਕੇਸ ਕਰਦੇ ਸੀਗੇ, ਜਿਹ 'ਚ ਬੌਂਡ ਬੰਦੇ ਦਾ ਕਈ ਵਾਰੀ ਡਿਨਾਈ ਹੋਇਆ। ਤੇ ਇਹਦੇ ਵਿੱਚ ਇੱਕ ਬੰਦਾ ਸੀਗਾ, ਸਪਟੰਬਰ 11 ਨੂੰ ਉਹਨੇ ਹਾਇਰ ਕੀਤਾ ਸੀਗਾ ਸਾਨੂੰ, ਤੇ ਉਹਦੀ 14 ਨੂੰ ਜਾਂ 13 ਨੂੰ ਉਹਦੀ ਤਰੀਕ ਸੀਗੀ, ਬਿਲਕੁਲ ਖੜੇ ਪੈਰ। ਠੀਕ ਹੈ। ਤੇ ਉਹਦੇ ਅੰਕਲ ਨੇ ਫਿਰ ਸਾਨੂੰ ਦੱਸਿਆ ਕਿ ਉਹਨੂੰ ਜਹਾਜ਼ ਤੇ ਚਾੜਤਾ, ਰਿਲੀਜ਼ ਕਰਤਾ ਇੱਧਰ ਨੂੰ, ਤੇ ਵਾਪਸ ਉਹ ਆ ਰਿਹਾ। ਤੇ ਮਲਟੀਪਲ ਟਾਈਮ ਉਹਦਾ ਪਹਿਲਾਂ ਜਿਹੜਾ ਬੌਂਡ ਡਿਨਾਈ ਹੋ ਰਿਹਾ ਸੀਗਾ। ਤੇ ਅੰਦਰੋਂ ਜਿਹੜੇ ਹਾਲਾਤ ਇਹ ਸੀਗੇ ਕਿ ਹੁਣ ਜੱਜ ਬਹੁਤ ਸਟ੍ਰਿਕਟ ਹੋ ਗਏ, ਕਿਉਂਕਿ ਇਮੀਗ੍ਰੇਸ਼ਨ ਦਾ ਕ੍ਰਾਈਸਿਸ ਬਹੁਤ ਜ਼ਿਆਦਾ ਜਿਹੜਾ ਉਹ ਹੈਗਾ। ਤੇ ਇਹਦੇ ਵਿੱਚ ਇਹ ਸੀਗਾ ਕਿ ਮੇਨ ਇਹਦਾ ਮੁੱਦਾ ਇਹ ਸੀਗਾ ਕਿ ਬੰਦਾ ਫਲਾਈਟ ਰਿਸਕ ਤਾਂ ਨਹੀਂ ਹੈਗਾ। ਜ਼ਿਆਦਾਤਰ ਕੀ ਹੁੰਦਾ ਕਿ ਕਈ ਵਾਰੀ ਬੌਂਡ ਦਾ ਬੰਦਾ ਫਾਈਨੈਂਸ਼ੀਅਲ ਪੇਪਰ ਲਾ ਦਿੰਦਾ ਕਿ ਆਹ ਦੇਖੋ ਜੀ ਬੰਦੇ ਫਾਈਨੈਂਸ਼ੀਅਲ ਸਪਾਂਸਰ ਦੀ ਇਨਕਮ ਹੈਗੀ ਆ, ਇਹ ਉਹ। ਤੇ ਜੱਜ ਕਈ ਵਾਰੀ ਕਹਿੰਦੇ ਕਿ ਨਹੀਂ, ਮੈਂ ਉਹਨੂੰ ਮੰਨਣਾ ਨਹੀਂ, ਬੰਦੇ ਨੂੰ ਮੈਂ ਜੇਲ੍ਹ 'ਚ ਪਾ ਕੇ ਰੱਖਣਾ। ਸੋ ਆਰਗੂਮੈਂਟ ਆਪਣੀ ਇਹ ਸੀਗੀ ਕਿ ਜਿਹੜਾ ਬੰਦਾ ਹੈਗਾ ਕੇਸ ਲਾਅ ਕਿਹਨੂੰ ਫਲਾਈਟ ਰਿਸਕ ਮੰਨਦਾ ਤੇ ਕਿਹਨੂੰ ਫਲਾਈਟ ਰਿਸਕ ਨਹੀਂ ਮੰਨਦਾ। ਤੇ ਜੱਜ ਨੂੰ ਇਹ ਆਰਗੂਮੈਂਟ ਸੀਗੀ ਕਿ ਇਹ ਬੰਦਾ ਜਿਹੜਾ ਹੈਗਾ ਫਲਾਈਟ ਰਿਸਕ ਨਹੀਂ ਹੈਗਾ। ਸੋ ਇਨ ਸ਼ਾਰਟ ਜਿਹੜਾ ਇਹ ਹੈਗਾ ਕਿ ਡਿਪੈਂਡ ਕਰਦਾ ਤੁਹਾਨੂੰ ਕਿੱਦਾਂ ਦਾ ਜੱਜ ਜਿਹੜਾ ਉੱਥੇ ਮਿਲਦਾ। ਤੇ ਕੋਰਟ ਜਿਹੜੇ ਸਦਰਨ ਬਾਰਡਰ ਵਾਲੇ ਆ ਨਾ, ਉਹ ਕਾਫੀ ਜਿਹੜੇ ਸਟ੍ਰਿਕਟ ਆ, ਕਿਉਂਕਿ ਉਹਨਾਂ ਦਾ ਮਾਈਗ੍ਰੈਂਟ ਕ੍ਰਾਈਸਿਸ ਹੀ ਬਹੁਤ ਜ਼ਿਆਦਾ ਬਣਿਆ ਪਿਆ ਉੱਥੇ। ਅਣਗਿਣਤ ਬੰਦੇ ਜਿਹੜੇ ਉਹ ਹੈਗੇ ਆ। ਤੇ ਪ੍ਰੋਬਲਮ ਇਹ ਹੈ ਕਿ ਜੇ ਉਹ ਸਾਰਿਆਂ ਨੂੰ ਡੱਕ ਕੇ ਰੱਖਦੇ ਆ, ਤਾਂ ਵੀ ਉਹਨਾਂ ਦੀਆਂ ਜੇਲ੍ਹਾਂ ਭਰ ਜਾਂਦੀਆਂ। ਸੋ ਅਲਟੀਮੇਟਲੀ ਉਹਨਾਂ ਨੂੰ ਛੱਡਣਾ ਪੈਂਦਾ ਕਈ ਵਾਰੀ। ਤੇ ਕਈ ਵਾਰੀ ਇੱਦਾਂ ਕਿ ਬੰਦੇ ਨੂੰ ਉਹ ਕਹਿੰਦੇ ਆ ਕਿ ਇੱਥੇ ਜੇਲ੍ਹ 'ਚ ਹੀ ਰਹਿ ਕੇ ਤੁਸੀਂ ਆਪਣਾ ਕੇਸ ਜਿਹੜਾ ਲੜੋ। ਬੜੀ ਛੇਤੀ ਜਿਹੜੀ 2-2 3-3 ਮਹੀਨੇ 'ਚ ਹੀਅਰਿੰਗ ਜਿਹੜੀ ਦੇ ਦਿੰਦੇ ਆ। ਤੇ ਉਹਦੇ ਵਿੱਚ ਇੱਦਾਂ ਕਿ ਹੁਣ ਜੇਲ੍ਹ ਤੇ ਵਿੱਚ ਜਿਹੜਾ ਕਲਾਇੰਟ ਆ, ਉਹ ਤਾਂ ਵਿਚਾਰਾ ਕੈਦ ਆ, ਤੇ ਉਹਦਾ ਕੋਈ ਸੱਜਣ ਮਿੱਤਰ ਹੈ ਇੱਥੇ, ਉਹਨੂੰ ਹੀ ਐਫਰਟ ਕਰਨਾ ਪੈਂਦਾ ਕਿ ਡਾਕੂਮੈਂਟ ਲਿਆਓ, ਕੋਆਰਡੀਨੇਟ ਕਰੋ ਇੰਡੀਆ ਤੋਂ। ਸੋ ਉਹ ਜਿਹੜੀ ਸਿਚੁਏਸ਼ਨ ਆ ਇੱਦਾਂ ਕਿ ਜਿਹਦਾ ਤਾਂ ਸੱਜਣ ਮਿੱਤਰ ਕੋਈ ਹੈਗਾ, ਵਾਕਈ ਉਹਦੇ ਪਿੱਛੇ ਟਾਈਮ ਲਾਊਗਾ, ਆਪਣਾ ਡਿਲੀਜੈਂਸ ਲਾਊਗਾ, ਹੈ ਨਾ, ਆਪ ਧਿਆਨ ਦੇਊਗਾ, ਤੇ ਉਹ ਵਾਲਾ ਤਾਂ ਬੰਦਾ ਬਚ ਜਾਂਦਾ। ਕਈ ਵਾਰੀ ਇੱਦਾਂ ਕਿ ਬੰਦੇ ਨੂੰ ਕੋਈ ਇੱਦਾਂ ਦਾ ਬੰਦਾ ਨਹੀਂ ਮਿਲਦਾ ਜਿਹੜਾ ਕੋਆਰਡੀਨੇਟ ਕਰ ਪਾਵੇ, ਡਾਕੂਮੈਂਟ ਵਗੈਰਾ ਕੋਆਰਡੀਨੇਟ ਕਰ ਪਾਵੇ, ਹੈ ਨਾ। ਤੇ ਮੇਨ ਚੀਜ਼ ਫਿਰ ਇਹਦੇ ਵਿੱਚ ਉਹੀ ਆ ਗਈ ਕਿ ਤੁਹਾਡਾ ਇੱਥੇ ਤੁਹਾਨੂੰ ਵਿੱਚ ਜਿਹੜਾ ਬੰਦਾ ਹੈਗਾ ਤੁਹਾਡਾ, ਉਹ ਸਾਹਮਣ ਵਾਲਾ ਕੌਣ ਹੈਗਾ, ਕੀ ਉਹ ਇੰਨਾ ਟਾਈਮ ਦਊਗਾ ਕਿ ਨਹੀਂ ਦਊਗਾ, ਉੱਤੇ ਗੱਲ ਜਿਹੜੀ ਆ ਜਾਂਦੀ ਹੈ। ਜੀ ਜੀ ਬਿਲਕੁਲ। ਸੋ ਸਥਿਤੀ ਇੱਦਾਂ ਆ ਵੀ ਭਰ ਰਿਹਾ ਹੈ ਕੰਮ, ਵਿੱਚ ਸਖਤੀ ਵੀ ਆ। ਤੇ ਉੱਦਾਂ ਜਿਹੜੇ ਬਾਰਡਰ ਤੇ ਸਵਾਲ ਜਵਾਬ ਤਿੱਖੇ ਹੀ ਆ, ਜਾਂ ਲੂਜ਼ ਆ, ਜਾਂ ਕਿੱਦਾਂ ਟਾਈਟ ਆ ਉੱਥੇ ਕੰਮ ਵੀ ਹੁਣ ਜੀ? ਹਾਂਜੀ, ਉੱਥੇ ਟਾਈਟ ਹੋਣਾ ਸ਼ੁਰੂ ਹੋ ਗਿਆ ਹੁਣ ਕੰਮ। ਠੀਕ ਹੈ, ਠੀਕ ਹੈ।
ਫੁੱਲ ਮਿਲ ਗਈ ਜਿੰਨੀ ਮਿਲਣੀ ਸੀ, ਹੁਣ ਕੰਮ ਕਸਮਾਂ ਜਿਹੜਾ ਚੱਲ ਰਿਹਾ। ਹੁਣ ਨੈਕਸਟ ਵੀ ਆ ਗਏ ਨਾ, ਫਿਰ ਥੋੜਾ ਜਿਹਾ ਆਪਣਾ ਆਹੋ, ਮਾਹੌਲ ਚੇਂਜ ਕਰ ਦਿੰਦੇ ਆ। ਪਿਛਲੇ 6 ਮਹੀਨਿਆਂ ਚ ਆਪਾਂ ਕਿੰਨੇ ਬੰਦੇ ਡਿਪੋਰਟ ਕੀਤੇ, ਇਹ ਵੀ ਦੱਸਣਾ ਨਾ ਉਹਨਾਂ ਨੇ। ਇਹ ਵੀ ਦੱਸਣਾ ਪੈਣਾ ਆ, ਸਹੀ ਗੱਲ ਆ। ਤੇ ਇਹ ਵੀ ਆ, ਹੁਣ ਤਾਂ ਐਰਿਕ ਐਡਮ ਵਰਗੇ ਨਿਊਯਾਰਕ ਦਾ ਮੇਅਰ ਵੀ ਉਹਦੇ ਬਿਲਡਿੰਗਾਂ ਦੇ ਬਾਹਰ ਜਾ ਕੇ ਧਰਨੇ ਲਾ ਰਹੇ ਵੀ ਭਾਈ ਇਹਨਾਂ ਦਾ ਮਸਲਾ ਹੱਲ ਕਰੋ, ਸਾਡੇ ਹੱਥ ਖੜੇ ਆ। ਇਹ ਜਦੋਂ ਦੂਜੀ ਸਟੇਟ ਹੁੰਦਾ ਉਦੋਂ ਤੇ ਬੜੇ ਸੌਖੇ ਕਹਿ ਦਿੰਦੇ ਆ ਵੀ ਭਾਈ ਕੋਈ ਨਹੀਂ, ਤੁਹਾਨੂੰ ਵਧੀਆ ਕਰਨਾ ਚਾਹੀਦਾ, ਏਦਾਂ ਹੈ ਓਦਾਂ। ਜਦੋਂ ਹੁਣ ਉਹਨਾਂ ਦੇ ਇਨ ਦੀ ਓਨ ਬੈਕਯਾਰਡ, ਤੋਂ ਉਦੋਂ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਮਸਲਾ ਕਿੱਥੇ ਤੱਕ ਪਹੁੰਚਿਆ। ਗੱਲ ਉਹੀ ਆ ਕਿ ਹੁਣ ਜਿਹਦੇ ਪੇਰੈਂਟਸ ਵਗੈਰਾ ਵੀ ਹੈ ਨਾ, ਉਹਨਾਂ ਦੇ ਜਵਾਕ ਵਗੈਰਾ ਸਕੂਲਾਂ 'ਚ ਜਾਂਦੇ ਸੀਗੇ ਨਿਊਯਾਰਕ, ਤੇ ਹੁਣ ਇਦਾਂ ਕਿ ਉਹਨਾਂ ਦੇ ਜਵਾਕਾਂ ਦਾ ਜਦੋਂ ਜਿਮ ਕੰਪਰੋਮਾਈਜ਼ ਹੋ ਗਏ, ਸਕੂਲ ਕੰਪਰੋਮਾਈਜ਼ ਹੋ ਗਏ, ਹੁਣ ਰਿਫਿਊਜੀਆਂ ਨੂੰ ਰੱਖਣ ਦੀ ਜਗ੍ਹਾ ਜਦੋਂ ਚਾਹੀਦੀ ਹੈ, ਜੀ ਤੇ ਜਦੋਂ ਫਿਰ ਬੰਦੇ ਦੇ ਆਪਣੇ ਤੇ ਆ ਜਾਂਦੀ, ਫਿਰ ਜਵਾਕਾਂ ਤੇ ਆ ਜਾਂਦੀ, ਫਿਰ ਬੰਦਾ ਵਿਚਾਰ ਬਦਲ ਲੈਂਦਾ ਕਿ ਯਾਰ ਇਹ ਰਿਫਿਊਜੀ ਮਾੜੇ ਆ। ਸੋ ਇਦਾਂ ਕਿ ਜਦ ਤੱਕ ਮੈਂ ਕਿਹਾ ਹੋਮਲੈਸ ਬੰਦੇ ਦੇ ਘਰ ਆ ਕੇ ਨਾ ਡੇਰਾ ਲਾਵੇ, ਬੰਦਾ ਕਹਿੰਦਾ ਇਹਨਾਂ ਨੂੰ ਸ਼ੈਲਟਰ ਦਿਓ, ਇਦਾਂ ਕਰੋ ਉਦਾਂ ਕਰੋ, ਹਨਾ। ਜਦ ਤੱਕ ਇਹ ਹੋਰ ਦਾ ਬਿਜ਼ਨਸ ਤਬਾਹ ਹੋ ਰਿਹਾ, ਤੇ ਜਦੋਂ ਉਹਨਾਂ ਦੇ ਆਪਣੇ ਤੇ ਆ ਜਾਂਦੀ ਤਾਂ ਫਿਰ ਕਹਿੰਦੇ ਯਾਰ ਇਹ ਤਾਂ ਰਿਸਕ ਬੜਾ ਹੋ ਗਿਆ, ਇਹ ਤਾਂ ਡਰੱਗਾਂ ਕਰਦੇ ਆ, ਇਹ ਤਾਂ ਇਦਾਂ ਕਰਦੇ ਆ, ਇਹ ਤਾਂ ਉਦਾਂ ਕਰਦੇ ਆ। ਸਾਰੇ ਪਾਸੇ ਨਹੀਂ ਆ। ਹੁਣ ਜਿਹੜੇ ਬੰਦੇ ਕੈਨੇਡਾ ਪਹਿਲਾਂ ਗਏ ਸੀਗੇ, ਆਪ ਭਾਵੇਂ ਕੱਚੇ ਹੋ ਕੇ ਪੱਕੇ ਹੋਏ ਆ, ਉਹ ਕਹਿੰਦੇ ਕਿ ਸਟੂਡੈਂਟ ਮਾੜੇ ਆ, ਇਹ ਖੌਰੂ ਬੜਾ ਕਰਦੇ ਆ, ਹਨਾ। ਸੋ ਇਹ ਬੰਦੇ ਦਾ ਇਦਾਂ ਕਿ ਡਿਪੈਂਡਿੰਗ ਅਪਨ ਇਨਕਲੂਡਿੰਗ ਅਸ, ਕਿ ਬੰਦਾ ਕਿਹੜੀ ਸਿਚੁਏਸ਼ਨ 'ਚ ਪੈਂਦਾ, ਬੰਦੇ ਨਾਲ ਕੀ ਬੀਤਦੀ ਆ, ਫਿਰ ਉਹਦਾ ਓਪੀਨੀਅਨ ਉਹਦੇ ਹਿਸਾਬ ਨਾਲ ਚੇਂਜ ਹੁੰਦਾ ਵਾ। ਬਾਕੀ ਆਈਡੀਓਲੋਜੀਕਲੀ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਕਮੈਂਟ ਲਿਖਣਾ, ਕਹਿਣਾ ਬੜਾ ਸੌਖਾ ਵਾ, ਤੇ ਕਹਿਣੀ ਕਰਨੀ 'ਚ ਹਰੇਕ ਬੰਦੇ ਦੇ, ਇਹ ਆਪਣੇ ਵੀ ਮੈਂ ਗੱਲ ਕਰੂੰਗਾ ਵਿੱਚ, ਤੁਹਾਡੀ ਵੀ ਗੱਲ ਕਰੂੰਗਾ, ਹਰੇਕ ਦੀ। ਤਾਂ ਮੈਂ ਕਿਹਾ ਜਦੋਂ ਮੌਕੇ ਤੇ ਪੈਂਦੀ ਹੈ, ਫਿਰ ਉਦੋਂ ਹੀ ਫਿਰ ਪੋਲੀਟੀਕਲ ਓਪੀਨੀਅਨ ਚੇਂਜ ਹੁੰਦੇ ਆ ਕਿ ਕੀ ਸਰਕਮਸਟੈਂਸ਼ੀਅਲ ਹੁੰਦਾ ਜੀ, ਇਹ ਸਭ ਕੁਝ ਹਾਂਜੀ ਬਿਲਕੁਲ। ਇਹ ਅੱਜ ਇੱਧਰ ਤੇ ਕੱਲ ਉੱਧਰ, ਇਹ ਚੱਲੀ ਜਾਂਦਾ ਆ, ਬੰਦਾ ਅਦਲਾ ਬਦਲੀ ਜਿਹੜੀ ਉਹ ਹੋਈ ਜੀ। ਬਿਲਕੁਲ। ਸੋ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਸਰੋਤੇ ਤੁਹਾਡੇ ਸਵਾਲ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਆ। ਪ੍ਰੋਗਰਾਮ ਦੇ ਬ੍ਰੇਕ ਤੋਂ ਪਹਿਲੇ ਵਾਲੇ ਹਿੱਸੇ 'ਚ ਗੱਲਬਾਤ ਆਪਾਂ ਕਰ ਰਹੇ ਸੀ E2 ਵੀਜ਼ੇ ਨੂੰ ਲੈ ਕੇ, ਕਿਹੜੀਆਂ ਕੰਟਰੀਜ਼ ਉਸ ਦੇ ਵਿੱਚ ਆਉਂਦੀਆਂ ਆ, ਟ੍ਰੀਟੀ ਵੀ ਜਿਹੜੀਆਂ ਆ ਉਹ ਕਿਹੜੀਆਂ ਆ ਕੰਟਰੀਜ਼, ਸਿਟੀਜ਼ਨ ਤੁਹਾਡੇ ਹੋਣਾ ਚਾਹੀਦਾ, ਕਿੱਦਾਂ ਤੁਸੀਂ ਆ ਸਕਦੇ ਆ। ਅਟਰਨੀ ਟੇਰੀਆਨਾ ਜੀ ਤੁਹਾਡੀ ਆਵਾਜ਼ ਮਿਊਟ ਆ, ਪਹਿਲੋਂ ਅਨਮਿਊਟ ਕਰ ਲਿਓ ਤੇ ਫਿਰ ਆਪਾਂ ਬੁਲਾਉਂਦੇ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ। ਜੀ ਸੌਰੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਸਤਿ ਆਪਾਂ ਸ਼੍ਰੀ ਲਵਾਂਗੇ ਕਾਲਸ ਤੇ ਕਈ ਵਾਰੀ ਟਿਕਟੌਕ ਤੇ ਕਿਸੇ ਨੇ ਖੱਪ ਪਾਈ ਹੁੰਦੀ ਹੈ, ਜ਼ਿਆਦਾ ਬੋਲ ਹੋ ਜਾਂਦਾ, ਫਿਰ ਰੇਡੀਓ ਵਾਲਾ ਕਹਿੰਦਾ ਕਿ ਯਾਰ ਭਾਜੀ ਤੁਹਾਡਾ ਨਾ ਮਾਈਕ ਔਨ ਰਹਿ ਗਿਆ, ਤੁਸੀਂ ਤਾਂ ਗਲਤ ਬੋਲੀ ਰੇਡੀਓ ਤੇ। ਉਹ ਇਦਾਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਧਰ ਕੀ ਬੰਦਾ ਟਾਈਪ ਅੱਗੇ ਰਹਿਣਾ ਭਾਜੀ, ਠੰਡੇ ਰਹਿਣਾ, ਮਾਹੌਲ ਹੀ ਠੰਡਾ ਜ਼ਮਾਨਾ ਚੱਲਦਾ ਅੱਜ ਕੱਲ, ਮੌਸਮ ਵੀ ਹੁਣ ਠੰਡਾ ਹੋਣ ਵਾਲਾ ਆ। ਤੇ ਲਓ ਆਪਾਂ ਕਾਲਸ ਲੈਂਦੇ ਆ। ਸਰੋਤਿਓ ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200। ਤੇ ਜੇ E2 ਵੀਜ਼ੇ ਵਾਲੇ ਕੋਈ ਸਿੱਧਾ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਅਟਰਨੀ ਟਿਰਕੀਆਣਾ ਭਾਜੀ ਦੇ ਨਾਲ, ਤਾਂ ਉਹਨਾਂ ਦਾ ਫੋਨ ਨੰਬਰ ਆ 415 909 0503 415 909 0503। ਸੌਰਵ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਬਹੁਤ ਬਹੁਤ ਵਧੀਆ ਕੰਮ ਕਰ ਰਹੇ ਭਾਈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਜੀ, ਧੰਨਵਾਦ ਰਵੀ। ਹਾਂਜੀ ਹਾਂਜੀ ਭਾਜੀ, ਮੈਂ ਗੱਲ ਕਹਿਣੀ, ਮੈਂ ਭਾਜੀ 2019 ਚ ਆਇਆ ਸੀ B1 B2 ਵੀਜ਼ੇ ਤੇ, ਮੈਂ ਨਾ 2014 ਚ ਗਿਆ ਸੀ ਨਿਊਜ਼ੀਲੈਂਡ ਸਟੂਡੈਂਟ ਵੀਜ਼ੇ ਤੇ। ਓਕੇ। ਤੇ ਮੈਂ ਭਾਜੀ 2000 ਨਿਊਜ਼ੀਲੈਂਡ ਗਿਆ ਸੀ 2014 ਚ ਸਟੂਡੈਂਟ ਵੀਜ਼ੇ ਤੇ। ਮੈਂ ਸਟੱਡੀ ਫਿਨਿਸ਼ ਕੀਤੀ, ਆਪਣਾ ਵਰਕ ਪਰਮਿਟ ਲਿਆ, ਤੇ ਉੱਥੇ ਨਾ ਭਾਈ ਰਿਲੇਸ਼ਨ ਦੇ ਵਿੱਚ ਕੋਈ ਚੱਕਰ ਪੈ ਗਿਆ ਸੀ, ਤੇ ਮੈਨੂੰ ਉੱਥੇ ਮੈਂ ਵੀਜ਼ਾ ਅਪਲਾਈ ਕਰਤਾ ਸੀ ਅਮਰੀਕਾ ਦਾ। ਜੀ। ਉੱਥੇ ਮੇਰਾ ਲੱਗ ਗਿਆ ਸੀ, ਤੇ ਮੈਂ ਇੰਡੀਆ ਆ ਗਿਆ ਸੀ, ਤੇ ਇੰਡੀਆ ਕੋਈ ਪ੍ਰੋਬਲਮ ਪੈ ਗਈ, ਤੇ ਉਹਦੇ ਕਰਕੇ ਫਿਰ ਉੱਥੇ ਰਹਿ ਨਹੀਂ ਸਕਦਾ ਸੀ, ਤੇ ਮੈਂ ਆ ਗਿਆ ਵਾਪਸ ਇੱਥੇ ਅਮਰੀਕਾ ਭਾਜੀ। ਜੀ। ਤੇ ਭਾਜੀ ਮੈਂ ਸਾਰਾ ਪੇਪਰ ਵਰਕ ਰੈਡੀ ਕੀਤਾ, ਤੇ ਮੇਰੀ 2019 ਤੋਂ ਲੈ ਕੇ ਹੁਣ ਤੱਕ ਮੇਰੀ ਇੰਟਰਵਿਊ ਨਹੀਂ ਆਉਂਦੀ ਭਾਜੀ, ਉਹਦੀ ਇਮੀਗ੍ਰੇਸ਼ਨ ਦੀ। ਤੁਹਾਡਾ ਜਿਹੜਾ ਸਾਰਾ ਦੱਸੋ। ਹਾਂਜੀ ਭਾਜੀ, ਹਾਂਜੀ ਭਾਈ ਸਾਇਲਮ। ਅੱਛਾ, ਜਿਹੜਾ ਅਸਾਈਲਮ ਆਫਿਸ ਦੇ ਮੂਹਰੇ ਕੇਸ ਆ ਨਾ, ਉਹ ਜਿਹੜੇ ਬੰਦਿਆਂ ਨੂੰ 3 ਸਾਲ ਤੋਂ ਜ਼ਿਆਦਾ ਹੋ ਗਏ ਪੈਂਡਿੰਗ ਤੇ, 3 ਸਾਲ ਤੋਂ ਜ਼ਿਆਦਾ ਜਿਹਨਾਂ ਦਾ ਕੇਸ ਅਸਾਈਲਮ ਆਫਿਸ ਪੈਂਡਿੰਗ ਹੋ ਗਿਆ, ਇੰਟਰਵਿਊ ਨਹੀਂ ਆਈ, ਉਹ ਲਾਅ ਸੂਟ ਕਰਕੇ, ਮੈਂਡਮਸ ਵਾਲਾ ਲਾਅ ਸੂਟ ਕਰਕੇ ਆਪਣੀ ਇੰਟਰਵਿਊ ਛੇਤੀ ਕਰਾ ਸਕਦੇ ਆ। ਉਸ ਤੋਂ ਇਲਾਵਾ ਜੇ ਤੁਸੀਂ ਕਹੋ ਕਿ ਆਪਾਂ ਆਪਣੇ ਆਪ ਇੰਟਰਵਿਊ ਆਊਗੀ, ਉਹ ਤਾਂ ਹੁਣ ਉਹਨਾਂ ਕੋਲ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ, ਉਹਨਾਂ ਨੂੰ ਕੀ ਪਤਾ ਕਿ ਕਿਹਨੂੰ ਛੇਤੀ ਚਾਹੀਦੀ ਕਿਹਨੂੰ ਨਹੀਂ ਚਾਹੀਦੀ। ਸੋ ਇਹਦੇ ਵਿੱਚ ਇੱਦਾਂ, ਪਹਿਲਾਂ ਤੁਸੀਂ ਇੱਕ ਵਾਰੀ ਰਿਕੁਐਸਟ ਕਰੋ, ਉਹਨਾਂ ਨੇ ਇਹੋ ਜਿਹੇ ਨਹੀਂ ਮਨਜ਼ੂਰ ਕੀਤੀ, ਜਿਹੜੀ ਕਿ ਉਹਨਾਂ ਨੇ ਨਹੀਂ ਕਰਨੀ, ਤੁਸੀਂ ਲਾਅ ਸੂਟ ਜਿਹੜਾ ਮੈਂਡਮਸ ਵਾਲਾ ਕਰ ਸਕਦੇ ਆ 3 ਸਾਲ ਤੋਂ ਉੱਤੇ ਜਿਹਨਾਂ ਦਾ ਕੇਸ ਪੈਂਡਿੰਗ ਆ। ਅੱਛਾ, ਉਹ ਭਾਜੀ ਇੱਕ ਹੋਰ ਗੱਲ ਪੁੱਛਣੀ, ਮੇਰੇ ਨਾ ਘਰਦਿਆਂ ਦੇ ਨਾ ਹਮਲਾ ਆਇਆ ਸੀ ਪਿਛਲੇ 2 ਹਫ਼ਤੇ ਪਹਿਲਾਂ, ਤੇ ਉਹਦੇ ਮੈਂ ਡਾਕੂਮੈਂਟ ਵੀ ਮੰਗਾਏ ਆ ਸਾਰੇ, ਵੀ ਸੱਟਾਂ ਲੱਗੀਆਂ, ਮੈਡੀਕਲ ਸਾਰਾ ਕੁਝ ਮੰਗਾਇਆ ਆ, ਤੇ ਭਾਜੀ ਮੇਰਾ ਵਕੀਲ ਜਮ੍ਹਾਂ ਨਹੀਂ ਕਰਾਉਂਦਾ ਇਮੀਗ੍ਰੇਸ਼ਨ, ਮੈਨੂੰ 20-22 ਦਿਨ ਹੋ ਗਏ, ਰੋਜ਼ ਫੋਨ ਲਾ, ਅੱਜ ਕਰਾਉਨੇ ਕੱਲ ਕਰਾਉਨੇ, ਭਾਜੀ ਕੋਈ ਇਹਦਾ ਹੱਲ? ਇਹਦਾ ਦੇਖ, ਆਪਣਾ ਜਿਹੜਾ ਵਕੀਲ ਆ ਤੁਹਾਡਾ, ਉਹਦਾ ਹੁਣ ਇਹ ਵੀ ਰੀਜ਼ਨ ਹੋ ਸਕਦਾ ਕਿ ਉਹ ਚਾਹੁੰਦੇ ਕਿ ਯਾਰ ਇੰਟਰਵਿਊ ਦੇਖ ਲਈਏ ਹੈ ਨਾ, ਉਸ ਤੋਂ ਪਹਿਲਾਂ ਡਾਕੂਮੈਂਟ ਕਰਾਈਏ ਲੇਟੈਸਟ। ਹੁਣ ਤੁਸੀਂ ਕਰਾ ਦੋਗੇ, ਫਿਰ ਤਰੀਕ ਨਾ ਆਈ, ਫਿਰ ਦਸੰਬਰ 'ਚ ਤੁਸੀਂ ਕਹਿਣਾ ਕਿ ਆ ਨਵੀਂ ਚੀਜ਼ ਹੋ ਗਈ ਆ, ਫਿਰ ਤੁਸੀਂ ਅਗਲੇ ਸਾਲ ਕਹਿਣਾ। ਸੋ ਵਕੀਲ ਤੁਹਾਡਾ ਸਹੀ ਕਰ ਰਿਹਾ ਵਾ, ਕਿਉਂਕਿ ਤਰੀਕ ਨਹੀਂ ਅਜੇ ਹੈਗੀ। ਡਾਕੂਮੈਂਟ ਤੁਸੀਂ ਕਰਾਓਗੇ ਅੱਜ, ਤੁਸੀਂ ਹੁਣ ਤੁਹਾਡਾ ਲੇਟੈਸਟ ਤੱਕ, ਫਿਰ ਸਾਲ ਜੇ ਲੰਘ ਗਿਆ, ਫਿਰ ਦੁਬਾਰਾ ਵਕੀਲ ਨੂੰ ਮਲਟੀਪਲ ਟਾਈਮ ਕੰਮ ਕਰਨਾ ਪੈਣਾ। ਜਿੰਨੀ ਜ਼ਿਆਦਾ ਫਿਰ ਤੁਸੀਂ ਕਰਾਓਗੇ, ਉਨੀਆਂ ਗਲਤੀਆਂ ਦੇ ਚਾਂਸ ਵੀ ਜ਼ਿਆਦਾ। ਸੋ ਮੇਰੇ ਹਿਸਾਬ ਨਾਲ ਤਾਂ ਵਕੀਲ ਤੁਹਾਡਾ ਜਿਹੜਾ, ਮੈਨੂੰ ਹੁਣ ਪਤਾ ਨਹੀਂ ਕਿ ਕੀ ਉਹ ਤੁਹਾਨੂੰ ਕਹਿ ਰਿਹਾ ਜਾਂ ਨਹੀਂ ਕਹਿ ਰਿਹਾ, ਪਰ ਜੇ ਮੈਂ ਤੁਹਾਡਾ ਵਕੀਲ ਹਾਂ, ਮੈਂ ਤੈਨੂੰ ਇਹੀ ਕਹਿਣਾ ਕਿ ਭਾਈ ਹੁਣ ਤੇਰੀ ਤਰੀਕ ਪਹਿਲਾਂ ਦੇਖ ਲਾ, ਤੂੰ ਡਾਕੂਮੈਂਟ ਰੈਡੀ ਰੱਖ ਲਾ, ਜਮਾ ਐਂਡ 'ਚ ਸਾਰੇ ਇਕੱਠੇ ਕਰਾਈ ਹੈ ਨਾ, ਫਿਰ ਦੁਬਾਰਾ ਜੇ ਨਵਾਂ ਕੁਝ ਹੋ ਗਿਆ ਫਿਰ ਅਪਡੇਟ ਕਰੂੰਗਾ। ਤੇ 10-15 ਵਾਰੀ ਸੇਮ ਬੰਦੇ ਦੇ ਐਫੀਡੇਵਿਟ ਲਾਉਣ ਦਾ ਕੋਈ ਫਾਇਦਾ ਨਹੀਂ, ਇੱਕੋ ਵਾਰੀ ਐਂਡ 'ਚ ਅਪਡੇਟ ਕਰਕੇ ਲਾਈ। ਜੀ ਚਲੋ, ਗੁਰਸੇਵਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ ਜੀ। ਮੇਰਾ ਸਵਾਲ ਇਹ ਹੈ ਕਿ ਜਿਹੜਾ ਅਸਾਈਲਮ ਆਫਿਸ ਦਾ ਸਰ ਨੇ ਪਹਿਲਾਂ ਅਸਾਈਲਮ ਜਿਹੜੀ ਕੋਰਟ ਹੁੰਦੀ ਹੈ ਉਹਦੇ ਬਾਰੇ ਤਾਂ ਬਹੁਤ ਵਾਰੀ ਐਕਸਪਲੇਨ ਕਰਿਆ ਹੈ, ਤੇ ਉਹਦੇ ਬਾਰੇ ਸਾਰੀ ਨੌਲੇਜ ਗੇਨ ਹੋ ਰਹੀ ਆ। ਜਿਹੜਾ ਅਸਾਈਲਮ ਆਫਿਸ ਦਾ ਮਤਲਬ ਕੀ ਸੀਨ ਹੁੰਦਾ ਜਦੋਂ ਕਲਾਇੰਟ ਜਾਂਦਾ, ਉੱਥੇ ਕੀ ਹਿਸਾਬ ਕਿਤਾਬ ਹੁੰਦਾ ਜੀ? ਤੇ ਦੂਸਰਾ ਕੁਐਸਚਨ ਇਹ ਕਿ ਮੇਰਾ ਕੇਸ ਅਸਾਈਲਮ ਆਫਿਸ ਦੇ ਅੱਗੇ ਆ, ਤੇ ਮੇਰਾ ਵਕੀਲ ਨੇ ਮੇਰੀ ਮੋਸ਼ਨ ਪਾਤੀ ਆ, ਬਟ ਉਹ ਮੈਨੂੰ ਫੋਨ ਕਰਕੇ ਕਹਿੰਦਾ ਕਿ ਵੀ ਤੂੰ ਆਪਦੇ ਡਾਕੂਮੈਂਟ ਰੈਡੀ ਕਰ ਲਾ, ਤੇ ਤਰੀਕ ਕਦੋਂ ਵੀ ਆ ਸਕਦੀ ਹੈ, ਬਟ ਉਹ ਕੁਛ ਵੀ ਨਾ ਤਾਂ ਦੱਸ ਰਿਹਾ, ਨਾ ਕੁਛ ਹੋਰ ਕਰ ਰਿਹਾ। ਬਟ ਤੇ ਮੇਰੀ ਸਰ ਦੇ ਆਫਿਸ ਗੱਲ ਹੋਈ ਸੀ, ਤੇ ਸਰ ਨੂੰ ਸਵਾਲ ਇੱਦਾਂ ਕਿ ਜੇ ਮੈਂ ਮਤਲਬ ਕਿ ਸਰ ਨੂੰ ਹਾਇਰ ਕਰਦਾ, ਵੀ ਮੇਰੀ ਫਾਈਲ, ਮੈਨੂੰ ਇਹ ਹੈ ਕਿ ਮੇਰੀ ਫਾਈਲ ਤਿਆਰ ਹੋ ਜੇ, ਕਿ ਮੇਰੀ ਤਰੀਕ ਮਹੀਨੇ ਨੂੰ ਵੀ ਆ ਸਕਦੀ ਹੈ, 2 ਮਹੀਨੇ ਨੂੰ ਵੀ ਕਹਿੰਦੇ ਕਿ ਤੈਨੂੰ ਕੋਈ ਵੀ ਮਤਲਬ ਕਿ ਕੋਈ ਪਤਾ ਨਹੀਂ ਕਿ 2 ਮਹੀਨੇ ਤੱਕ ਆ ਜੇ, ਮਹੀਨੇ ਤੱਕ ਆ ਜੇ, ਤਾਂ ਵੀ ਉਹ ਫਾਈਲ ਮੇਰੀ ਕਿੰਨੇ ਕੁ ਟਾਈਮ 'ਤੇ ਰੈਡੀ ਹੋ ਸਕਦੀ ਹੈ, ਤੇ ਮੈਂ ਸਰ ਦੇ ਆਫਿਸ ਨੂੰ ਹਾਇਰ ਕਰਦਾ। ਇੱਦਾਂ ਸਾਰਿਆਂ ਨੂੰ, ਜਿਹੜਾ ਭਾਵੇਂ ਹੁਣ ਰੇਡੀਓ ਤੇ ਸਵਾਲ ਹੈ, ਇਹ ਭਾਵੇਂ ਕੋਈ ਕੰਸਲਟੇਸ਼ਨ ਪਾ ਕੇ ਵੀ ਸਾਡੇ ਨਾਲ ਸਵਾਲ ਕਰਦਾ, ਤਾਂ ਸਾਡਾ ਜਿਹੜਾ ਮੇਨ ਇਹ ਹੈਗਾ ਕਿ ਫਾਈਲ ਜਿਹੜੀ ਰੈਡੀ ਹੋਣੀ ਨਾ, ਸਭ ਤੋਂ ਪਹਿਲਾਂ ਫੋਇਆ ਫਾਈਲ ਹੋਣੀ ਹੈ ਕਿ ਫਾਈਲ ਕੀਤਾ ਕੀ ਗਿਆ, ਉਹਨੂੰ ਤੇਰੇ ਲੱਗ ਜਾਣੇ
4-5 ਮਹੀਨੇ 6 ਮਹੀਨੇ ਜਿੰਨੇ ਵੀ ਫਾਈਲ ਨਿਕਲਣ ਨੂੰ। ਉਹ ਤੋਂ ਬਿਨਾਂ ਕਿਉਂਕਿ ਮੈਂ ਕੇਸ ਅੱਗੇ ਜਾਣਾ ਨਹੀਂ, ਕਿਉਂਕਿ ਮੈਨੂੰ ਹੁਣ ਪਤਾ ਨਹੀਂ ਕੀ ਸਬਮਿਟ ਕੀਤਾ ਕੀ ਨਹੀਂ ਕੀਤਾ। ਪਿੱਛੇ ਵਾਲੀ ਸਬਮਿਸ਼ਨ ਦੀ ਮੈਂ ਗਾਰੰਟੀ ਲੈ ਨਹੀਂ ਸਕਦਾ, ਤੇ ਕੋਈ ਇਦਾਂ ਦੀ ਚੀਜ਼ ਸਬਮਿਟ ਨਹੀਂ ਹੋਣੀ ਚਾਹੀਦੀ ਜਿਹੜੀ ਤੇਰੇ ਪੁਰਾਣੀ ਸਬਮਿਸ਼ਨ ਦੇ ਨਾਲ ਕੰਟਰਾਡਿਕਟ ਕਰਦੀ ਹੈ। ਸੋ ਫਾਇਰ ਦਾ ਟਾਈਮ ਲੱਗਣਾ, ਉਸ ਤੋਂ ਬਾਅਦ ਜਦੋਂ ਮੰਨ ਲਓ ਫਾਈਲਾਂ ਸਾਡੇ ਕੋਲ ਆ ਗਈਆਂ, ਫਿਰ ਕੇਸ ਨੂੰ ਬਣਾਉਣ ਦੇ ਵਿੱਚ 2-3 ਮਹੀਨੇ, ਠੀਕ ਆ, ਉਹ ਜੋੜ ਲਓ ਤੁਸੀਂ। 4-5 ਮਹੀਨਿਆਂ ਦੇ ਵਿੱਚ 2-3 ਮਹੀਨੇ ਉਹ ਜੋੜ ਲਓ। ਫਿਰ ਤੁਸੀਂ ਤੁਹਾਡੀ ਫਾਈਲ ਰੈਡੀ ਹੋ ਗਈ, ਤੁਸੀਂ ਸਬਮਿਟ ਕਰਕੇ ਅਸਾਈਲਮ ਆਫਿਸ ਨੂੰ ਰਿਕੁਐਸਟ ਕਰਦੇ ਆ ਕਿ ਮੈਨੂੰ ਤਰੀਕ ਛੇਤੀ ਦੇ ਦਿਓ। ਜੇ ਅਸਾਈਲਮ ਆਫਿਸ ਨੇ ਨਹੀਂ ਤਰੀਕ ਛੇਤੀ ਦਿੱਤੀ, ਫਿਰ ਤੁਹਾਨੂੰ ਲਾਅ ਸੂਟ ਜਿਹੜਾ ਉਹ ਕਰਨਾ ਪੈਣਾ। ਤੇ ਲਾਅ ਸੂਟ ਡਿਪੈਂਡ ਕਰਦਾ ਕਿ ਸਰਕਾਰ ਕਿੰਨੀ ਦੇਰ 'ਚ ਸਮਝੌਤਾ ਕਰਦੀ, ਕੰਪਰੋਮਾਈਜ਼ ਕਰਦੀ ਹੈ, 1-2 ਮਹੀਨੇ ਲਾਉਂਦੀ ਹੈ, 3 ਮਹੀਨੇ ਲਾਉਂਦੀ ਹੈ। ਸੋ ਤੁਸੀਂ ਜੇ ਸਾਨੂੰ ਹਾਇਰ ਵੀ ਕਰਦੇ ਆ ਤਾਂ ਵੀ ਤੁਸੀਂ ਸਾਲ ਇਹਦਾ ਲਾ ਕੇ ਚੱਲੋ ਕਿ ਤੁਹਾਡਾ ਸਾਰਾ ਇੰਨਾ ਕਰਦੇ ਕਰਦੇ ਲੱਗ ਜਾਣਾ ਹੈ। ਕੋਈ ਇਦਾਂ ਨਹੀਂ ਕਿ ਮੈਂ ਵਕੀਲ ਨੂੰ ਹਾਇਰ ਕੀਤਾ ਤੇ ਮਹੀਨੇ ਬਾਅਦ ਮੇਰੀ ਤਰੀਕ ਪੈ ਜਾਣੀ ਆ। ਤੁਹਾਨੂੰ ਮੈਂ ਉਹੀ ਦੱਸਦਾ ਕਿ ਜਿਹੜਾ ਵਕੀਲ ਆ ਸਾਡੇ ਐਂਡ ਤੇ ਸਾਨੂੰ ਕੰਮ ਕਰਨ ਲਈ ਕੀ ਹੈ ਕਿ ਪਹਿਲਾਂ ਆਪਾਂ 4 ਮਹੀਨੇ ਤਾਂ ਆਪਾਂ ਡਾਕੂਮੈਂਟਾਂ ਦੀ ਵੇਟ ਕਰਾਂਗੇ, ਸਰਕਾਰ ਕਦੋਂ ਰਿਲੀਜ਼ ਕਰੂਗੀ, ਫਿਰ 3 ਮਹੀਨੇ ਤੁਹਾਡੇ ਨਾਲ ਜੁੜਾਂਗੇ, ਫਿਰ ਉਸ ਤੋਂ ਬਾਅਦ ਦੁਬਾਰਾ ਅਸਾਈਲਮ ਆਫਿਸ ਨੂੰ ਕੰਟੈਕਟ ਕਰਾਂਗੇ। ਅਸਾਈਲਮ ਆਫਿਸ ਨੇ ਫਿਰ ਉਹੀ ਟਾਲ ਮਟੋਲ ਕਰਨੀ ਹੈ ਤੇ ਫਿਰ ਲਾਅ ਸੂਟ ਫਾਈਲ ਹੋਊਗਾ, ਤੇ ਲਾਅ ਸੂਟ ਦੇ ਆਪਣਾ ਜਿਹੜਾ ਹੈ ਨਾ 2-3 ਮਹੀਨੇ 4 ਮਹੀਨੇ ਜਿੰਨਾ ਵੀ ਟਾਈਮ ਲੱਗੂਗਾ। ਸੋ ਇਹ ਸਾਲ ਦੀ ਟਾਈਮਲਾਈਨ ਤੁਸੀਂ ਜਿਹੜੀ ਆ ਲਾ ਕੇ ਚੱਲੋ ਘੱਟੋ ਘੱਟ। ਸਰ ਜੇ ਮਤਲਬ ਕਿ ਤਰੀਕ ਹੀ ਪਹਿਲਾਂ 2 ਮਹੀਨੇ ਤੱਕ ਆ ਜੇ ਤੇ ਫਿਰ ਉਹਦਾ ਕੀ ਸੀਨ ਹੋਣਾ ਹੈ? ਤੇ ਮੰਨ ਲਓ ਮੈਂ ਤੁਹਾਨੂੰ ਹਾਇਰ ਕਰ ਲਿਆ ਤੇ ਤਰੀਕ ਮੇਰੀ 2 ਮਹੀਨੇ ਤੱਕ ਆ ਜੇ, ਮਹੀਨੇ ਤੱਕ ਆ ਜੇ, ਤੁਸੀਂ ਸਾਨੂੰ ਹਾਇਰ ਵੀ ਕਰ ਲਿਆ। ਪਹਿਲੀ ਗੱਲ ਤਾਂ ਜਿਹੜਾ ਜਦ ਤੱਕ ਮੈਨੂੰ ਪੁਰਾਣੇ ਜਿਹੜੇ ਡਾਕੂਮੈਂਟ ਆ ਕੀ ਸਬਮਿਟ ਹੋਏ ਆ, ਜਦ ਤੱਕ ਉਹ ਨਹੀਂ ਆਉਂਦੇ ਤਦ ਤੱਕ ਮੈਂ ਕੁਝ ਵੀ ਜਿਹੜਾ ਅੱਗੇ ਪੈਰ ਨਹੀਂ ਪੁੱਟਣਾ, ਕਿਉਂਕਿ ਉਹ ਸਭ ਤੋਂ ਮੇਨ ਚੀਜ਼ ਉਹੀ ਹੈ। ਕਈ ਵਾਰੀ ਬੰਦਾ ਕਹਿੰਦਾ ਇਹ ਤਾਂ ਮੈਂ ਇਦਾਂ ਨਹੀਂ ਕੀਤਾ, ਇਹ ਤਾਂ ਮੇਰੇ ਵਕੀਲ ਨੇ ਕਰਤਾ ਸੀ, ਉਹ ਕਰਤਾ ਸੀ। ਸੋ ਇਦਾਂ ਕਿ ਕੰਟਰਾਡਿਕਸ਼ਨ ਨਹੀਂ ਕੋਈ ਡਾਕੂਮੈਂਟ ਹੋਣੀ ਚਾਹੀਦੀ, ਉਹ ਮੇਨ ਚੀਜ਼ ਹੈ ਜੀ। ਸੋ ਇਹ 'ਚ ਭਾਵੇਂ 2 ਮਹੀਨੇ ਆ ਭਾਵੇਂ 3 ਮਹੀਨੇ ਆ, ਜੇ ਤੁਸੀਂ ਸਾਨੂੰ ਹਾਇਰ ਕਰਦੇ ਆ ਤੁਹਾਡੀ 2 ਮਹੀਨਿਆਂ 'ਚ ਵੀ ਤਰੀਕ ਆਉਂਦੀ ਆ, ਉਹ 'ਚ 2 ਚੀਜ਼ਾਂ ਹੋਣੀਆਂ, ਜਾਂ ਤਾਂ ਇੱਕ ਫਾਈਲ ਪਿੱਛੋਂ ਦੀ ਨਿਕਲ ਕੇ ਫਿਰ ਤੁਸੀਂ ਆਪਣੀ ਅੱਗੇ ਅਪਡੇਟ ਕਰੋਗੇ, ਜਾਂ ਤੁਸੀਂ ਕਹੋਗੇ ਕਿ ਨਹੀਂ ਮੈਂ ਰਿਸਕ ਲੈਣ ਨੂੰ ਰੈਡੀ ਹਾਂ, ਮੈਨੂੰ ਨਹੀਂ ਪਤਾ ਕੀ ਕੀਤਾ ਪਰ ਮੈਂ ਨਵਾਂ ਆਹ ਜਮ੍ਹਾਂ ਕਰਨਾ, ਪਰ ਉਹਦੇ ਵਿੱਚ ਤੁਹਾਡਾ ਫਿਰ ਰਿਸਕ ਆ ਨਾ, ਫਿਰ ਕੱਲ ਨੂੰ ਉਹੀ ਨਾ ਗੱਲ ਹੋਵੇ ਕਿ ਮੈਨੂੰ ਪਤਾ ਨਹੀਂ ਕੀ ਸਬਮਿਟ ਸੀਗਾ ਕੀ ਨਹੀਂ ਸੀਗਾ। ਜੀ ਸੋਨੀਆ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਸੀਗਾ ਕਿ ਜਿੱਦਾਂ ਮੇਰੇ ਹਸਬੈਂਡ ਨੇ ਗ੍ਰੀਨ ਕਾਰਡ ਤੇ ਮੇਰੀ ਪਟੀਸ਼ਨ ਕੀਤੀ ਆ ਤੇ 1 ਸਾਲ 8 ਮਹੀਨੇ ਹੋ ਗਏ ਆ, ਤੇ ਹੁਣ ਉਹ 3 ਮਹੀਨੇ ਪਹਿਲਾਂ ਸਿਟੀਜ਼ਨ ਹੋਏ ਆ, ਤੇ ਹੁਣ ਉਹਨਾਂ ਨੇ ਸਿਟੀਜ਼ਨ ਤੇ ਅਪਡੇਟ ਕਰ ਦਿੱਤੀ ਆ, ਤੇ ਹੋਰ ਕਿੰਨਾ ਸਮਾਂ ਲੱਗੂਗਾ? ਤੁਸੀਂ 2 ਨੰਬਰ 'ਚ ਆਏ ਸੀਗੇ, ਵੀਜ਼ੇ ਤੇ ਆਏ ਸੀਗੇ? ਹਾਂਜੀ ਵੀਰ ਜੀ, 2 ਨੰਬਰ 'ਚ। 2 ਨੰਬਰ 'ਚ ਕਿ ਵੀਜ਼ੇ ਤੇ? 2 ਨੰਬਰ 'ਚ ਕਹਿੰਦੇ। ਹਾਂਜੀ। ਤੇ ਅਸਾਈਲਮ ਦਾ ਕੇਸ ਕਿੱਥੇ ਆ? ਕੋਰਟ ਮੋਰੇ ਆ ਤੁਹਾਡਾ ਕਿ ਅਸਾਈਲਮ ਆਫਿਸ ਮੋਰੇ? ਹਾਂਜੀ, ਕੋਰਟ ਮੋਰੇ ਆ। ਇਹ ਤਾਂ ਸਿਟੀਜ਼ਨ ਦਾ ਤਾਂ ਫਿਰ ਕੋਈ I-130 ਅਪਰੂਵ ਹੋ ਗਿਆ ਤੁਹਾਡਾ? ਨਹੀਂ, ਉਹੀ ਤਾਂ ਮੈਂ ਤੁਹਾਨੂੰ ਪੁੱਛ ਰਹੀ ਹਾਂ। ਉਹਨਾਂ ਨੇ ਗ੍ਰੀਨ ਕਾਰਡ ਤੇ ਲਾਇਆ ਸੀਗਾ ਤੇ ਉਹਨਾਂ ਨੂੰ 1 ਸਾਲ 8 ਮਹੀਨੇ ਹੋ ਗਏ ਆ, 2 ਸਾਲ ਹੋਣ ਵਾਲੇ ਆਲਮੋਸਟ। ਜਿਹੜਾ I-130 3 ਮਹੀਨੇ ਪਹਿਲਾਂ ਜਿਹੜਾ I-130 ਹੈ ਨਾ, ਉਹਦੀ ਸਪੀਡ ਤੇ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਸਰਵਿਸ ਸੈਂਟਰ ਤੇ ਡਿਪੈਂਡ ਕਰਦਾ ਕਿੱਥੇ ਆ, ਕਿੱਥੇ ਪੈਂਡਿੰਗ ਆ। ਜੀ। ਤੇ I-130 ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਹੁੰਦਾ ਨਾ, ਉਹਦੇ 2-3 ਸਾਲ ਈਜ਼ੀਲੀ ਲੱਗ ਜਾਂਦੇ ਆ, ਕਿਉਂਕਿ ਜਿਹੜਾ I-130 ਹੁੰਦਾ ਰਿਮੂਵਲ ਵਾਲੇ ਦਾ, ਉਹਦੀ ਜਿਹੜੀ ਜਾਂਚ ਪੜਤਾਲ ਉਹ ਜ਼ਿਆਦਾ, ਕਿਉਂਕਿ ਉਹ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਹੈ। ਸੋ ਉਹਦਾ ਇੱਕ ਸਪੈਸ਼ਲ ਡਿਵੀਜ਼ਨ ਦੇ ਕੋਲ ਜਾਂਦਾ, ਤੇ ਇਹਦੇ ਵਿੱਚ ਤੁਹਾਨੂੰ ਬੋਨਾਫਾਈਡ ਐਗਜ਼ੈਂਪਸ਼ਨ ਵਗੈਰਾ ਲੈਣੀਆਂ ਪੈਂਦੀਆਂ। ਸੋ ਇਹ I-130 ਨੂੰ 2-3 ਸਾਲ ਜਿਹੜਾ ਸਧਾਰਨ ਜੀ ਗੱਲ ਹੈ, ਇੰਨੇ ਕੁ ਲੱਗਦੇ ਹੀ ਆ, ਭਾਵੇਂ ਸਿਟੀਜ਼ਨ ਹੋਵੇ ਭਾਵੇਂ ਗ੍ਰੀਨ ਕਾਰਡ ਹੋਲਡਰ ਨੇ ਫਾਈਲ ਕੀਤਾ ਹੋਵੇ। ਤੇ ਇਹਦੇ ਵਿੱਚ ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ ਇਵੈਂਚੁਅਲੀ, ਵੇਵਰ ਵੂਵਰ ਲੈ ਕੇ। ਹਾਂਜੀ, ਜਿੱਦਾਂ ਉਹ ਇਹੀ ਮੇਰਾ ਸਵਾਲ ਸੀਗਾ, ਜਿੱਦਾਂ ਕੰਟਰੀ ਆਊਟ ਕਰਨਾ ਕਹਿੰਦੇ ਸਾਰੇ ਜਣੇ ਵੀ, ਜਿੱਦਾਂ ਵੀਰ ਜੀ ਇਹ ਅਪਰੂਵਲ ਤੋਂ ਬਾਅਦ ਕਰਨਾ ਪੈਂਦਾ ਹੈ ਕਿ ਵੇਵਰ ਕਲੀਅਰ ਹੋਣ ਤੋਂ ਬਾਅਦ ਕਰਨਾ ਪੈਂਦਾ? ਨਹੀਂ, ਇਹ ਤੁਹਾਨੂੰ ਪਹਿਲਾਂ I-130 ਅਪਰੂਵ ਹੋਊਗਾ, ਫਿਰ ਤੁਹਾਡੀ ਐਮਬੈਸੀ ਦੀ ਜਿਹੜੀ ਫੀਸ ਵਗੈਰਾ ਕਲੀਅਰ ਹੋਗੀ। ਜਦੋਂ ਐਮਬੈਸੀ ਦੀ ਫੀਸ ਕਲੀਅਰ ਹੋਗੀ ਤੁਹਾਡੀ, ਉਸ ਤੋਂ ਬਾਅਦ ਤੁਸੀਂ ਵੇਵਰ ਅਪਲਾਈ ਕਰ ਸਕਦੇ ਆ। ਵੇਵਰ ਜਦੋਂ ਅਪਰੂਵ ਹੋ ਗਿਆ, ਉਸ ਤੋਂ ਬਾਅਦ ਤੁਸੀਂ ਇੰਟਰਵਿਊ ਆਪਣੀ ਸੈਟਅਪ ਕਰਨੀ ਹੈ ਐਮਬੈਸੀ ਨਾਲ। ਜਦੋਂ ਇੱਕ ਵਾਰੀ ਤੁਹਾਡੀ ਇੰਟਰਵਿਊ ਸੈੱਟ ਹੋ ਗਈ, ਫਿਰ ਤੁਸੀਂ ਜਾਣਾ ਜੀ। ਠੀਕ ਹੈ ਜੀ। ਇਹ ਤੁਸੀਂ ਵਕੀਲ ਦੇ ਥਰੂ ਕਰਨ ਦੇ ਨਾ ਵੇਵਰ ਵੂਵਰ, ਆਪੇ ਤਾਂ ਨਹੀਂ ਨਾ ਕਿਤੇ ਪੰਗਾ ਲੈਣ ਲੱਗੇ ਆ ਕਿਸੇ ਵੀਰ ਜੀ ਵਕੀਲ ਥਰੂ ਕਰ ਰਹੇ ਆ। ਵਕੀਲ ਨੇ ਤਾਂ 3 ਮਹੀਨੇ ਆਲਰੇਡੀ ਲੇਟ ਕਰ ਦਿੱਤਾ। ਅਸੀਂ ਜਦੋਂ ਮੇਰੇ ਹਸਬੈਂਡ ਸਿਟੀਜ਼ਨ ਹੋਇਆ ਉਦੋਂ ਹੀ ਅਪਲਾਈ ਕੀਤਾ ਸੀਗਾ, ਬਟ ਉਹਨੇ ਕੀਤਾ ਨਹੀਂ, ਤੇ ਹੁਣ ਜਾ ਕੇ ਕੀਤਾ ਕੱਲ ਉਹਨੇ। ਅੱਛਾ, ਚਲੋ ਕੋਈ ਨਹੀਂ, ਹੋ ਗਿਆ ਹੁਣ ਅਪਲਾਈ ਤਾਂ। ਚਲੋ ਦੇਰ ਆਏ ਦੁਰਸਤ ਆਏ, ਬਸ ਕੰਮ ਬਣ ਜਾਵੇ, ਮੇਨ ਮੁੱਕ ਦੀ ਗੱਲ ਹੈ। ਚਲੋ ਰਾਜਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ। ਹੈਲੋ, ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੈਂ ਪੁੱਛਦਾ ਜਿੱਦਾਂ ਮੈਨੂੰ 14 ਸਾਲ ਹੋ ਗਏ, ਇੱਦਾਂ ਤਾਂ ਜਿੱਦਾਂ ਆਪਾਂ ਹੁਣੇ ਭੈਣ ਜੀ ਗੱਲ ਕਰ ਰਹੇ, ਮੂਵਲ ਪ੍ਰੋਸੀਡਿੰਗ 'ਚੋਂ ਬੰਦਾ ਨਿਕਲ ਜਾਂਦਾ ਕਿੱਦਾਂ ਜੀ ਇੱਦਾਂ? ਹਾਂਜੀ, ਜੇ I-130 ਅਪਰੂਵ ਹੋ ਗਿਆ ਤੇ ਬੰਦਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਹੁਣ ਕਾਨੂੰਨ ਜਿਹੜੇ ਚੱਲਦੇ ਪਏ ਆ, ਕੋਰਨਾਡੋ ਆਸਿਵੇ ਦਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਇਹਦੇ ਵਿੱਚ ਨਿਕਲ ਜਾਂਦਾ, ਕਿਉਂਕਿ PD ਵਗੈਰਾ ਦੇ ਦਿੰਦੇ ਆ, ਉਹ ਕੇਸ ਡਿਸਮਿਸ ਕਰ ਦਿੰਦੇ ਆ ਜਾਂ ਐਡਮਿਨ ਕਲੋਜ਼ ਦੇ ਦਿੰਦੇ ਆ। ਤੇ
ਕਈ ਵਾਰੀ ਇਹ ਜਿਹੜੀ ਸਰਕਾਰ ਆ ਕੇ ਚੇਂਜ ਕਰ ਦਿੰਦੀ ਹੈ ਪਾਲਿਸੀ ਕਿ ਨਹੀਂ ਦੇਣਾ, ਪਰ ਜ਼ਿਆਦਾਤਰ ਇਹਦੇ ਵਿੱਚ ਨਿਕਲ ਜਾਂਦਾ ਕਿਉਂਕਿ ਉਹਨਾਂ ਕੋਲ ਬੋਝ ਬਹੁਤ ਜ਼ਿਆਦਾ। ਉਹ ਕਹਿੰਦੇ ਕਿ ਜੇ ਬੰਦੇ ਨੂੰ ਕੋਈ ਹੋਰ ਲਾ ਰੱਬ ਦਾ ਤੇ ਇਹ ਆਪਣਾ ਕੰਟਰੀ ਛੱਡਣ ਨੂੰ ਤਿਆਰ ਆ, ਤੇ ਇਹ ਜ਼ਿਆਦਾਤਰ ਜਿਹੜਾ ਬੰਦੇ ਨੂੰ ਕੱਢ ਦਿੰਦੇ ਆ। ਤੇ ਸਰ ਜੀ ਮੈਂ ਪੁੱਛਿਆ ਜਿੱਦਾਂ ਮੇਰਾ ਨਾ ਵਾਵਾ ਜਿੱਦਾਂ ਪੈਂਡਿੰਗ ਆ ਜਿੱਦਾਂ, ਤੇ ਸੈਲਮ ਕੇਸ ਵੀ ਮੇਰਾ ਚੱਲਦਾ ਪਿਆ ਕੋਰਟ ਦੇ ਵਿੱਚ, ਤੇ ਉਹ ਜਿੱਦਾਂ ਮੇਰਾ ਪ੍ਰਾਈਮਾ ਫੇਸ਼ੀਆ ਜਿੱਦਾਂ ਆ ਗਿਆ, ਇਹਦਾ ਮਤਲਬ ਹੁੰਦਾ ਕਿ 100% ਆਪਣਾ ਕੇਸ ਵਾਵਾ ਵਾਲਾ ਪਾਸ ਹੋਣਾ ਹੁੰਦਾ ਕਿ ਨਹੀਂ? ਨਹੀਂ, ਪ੍ਰਾਈਮਾ ਫੇਸਾਈ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਹੁਣ ਕਿਸੇ ਬੰਦੇ ਨੇ ਕੇਸ ਲਾਇਆ ਕਿ ਉਹਨਾਂ ਨੇ ਸਰਸਰੀ ਜੀ ਨਜ਼ਰ ਮਾਰਨੀ ਹੈ ਕਿ ਚੱਲ ਇਹਦੇ ਸਾਨੂੰ ਜੋ ਵੀ ਆ ਪੁਲਿਸ ਅਰੈਸਟ ਰੁਸਟ ਇਹ ਵਾਇਲੈਂਸ ਦਿਖਦਾ ਕਿ ਇਹਦਾ ਕੇਸ ਹੈਗਾ ਕਿ ਆਪਾਂ ਇਹਦਾ ਅੱਗੇ ਫੈਸਲਾ ਕਰੀਏ। ਉਹਦਾ ਮਤਲਬ ਇਹ ਨਹੀਂ ਕਿ ਕੇਸ ਪਾਸ ਹੋ ਗਿਆ। ਹੁਣ ਜਿੱਦਾਂ ਕਈ ਕੇਸ ਇੱਦਾਂ ਕਿ ਕੁਝ ਵੀ ਨਹੀਂ ਹੋਇਆ, ਉਹਨਾਂ ਨੇ ਉੱਦੇ ਖਾਲੀ ਲਾਤਾ, ਤੇ ਇਹਦਾ ਬਸ ਮਤਲਬ ਇਹ ਹੁੰਦਾ ਕਿ ਇਹ ਆਪਣਾ ਜਿਹੜਾ ਇਨੀਸ਼ੀਅਲ ਜਿਹੜਾ ਉਹਨਾਂ ਨੇ ਲੁੱਕ ਕੀਤੀ ਕਿ ਚੱਲ ਇਹਦਾ ਘੱਟੋ ਘੱਟ ਉਨੇ ਕੁ ਲੈਵਲ ਦਾ ਹੈਗਾ ਕਿ ਆਪਾਂ ਇੱਥੇ ਧਿਆਨ ਮਾਰੀਏ, ਉਹੀ ਉਹਦਾ ਮਤਲਬ ਆ। ਇਹ ਕੋਈ 100% ਨਹੀਂ ਹੈਗਾ, ਕੇਸ ਪੂਰਾ ਦਾ ਪੂਰਾ ਪਿਆ, ਇਹਨੂੰ ਅਜੇ ਫਾਈਟ ਤੁਹਾਡੀ ਬਾਕੀ ਆ ਪੂਰੀ ਦੀ ਪੂਰੀ। ਸਰ ਜੀ ਮੈਂ ਪੁੱਛਿਆ, ਮੈਂ ਜਿੱਦਾਂ ਇੱਕ ਕੇਸ ਰੱਖ ਸਕਦਾ ਜਿੱਦਾਂ ਵਾਵਾ ਥਰੂ ਮੈਂ ਟਰੈਵਲ ਕਰ ਸਕਦਾ, ਜਿੱਦਾਂ ਮੈਂ ਕੇਸ ਸੈਲਮ ਦਾ ਬੰਦ ਕਰਾ ਦੇਵਾਂ? ਨਹੀਂ, ਵਾਵਾ ਥਰੂ ਯਾਰ ਮੇਰਾ ਵੀਰ ਕਿੱਦਾਂ ਟਰੈਵਲ ਕਰੋਗੇ ਤੁਸੀਂ? ਜਿਹੜਾ ਵਾਵਾ ਦਾ ਤੁਹਾਨੂੰ 485 ਤੁਹਾਡੇ ਪਹਿਲੀ ਗੱਲ ਤਾਂ ਫਾਈਲ ਹੋਣਾ ਜੇ ਤੁਹਾਡਾ ਅਸਾਲਮ ਦਾ ਕੇਸ ਡਿਸਮਿਸ ਹੋਊਗਾ। ਅਸਾਲਮ ਦਾ ਕੇਸ ਤੁਹਾਡਾ ਡਿਸਮਿਸ ਉਹਨਾਂ ਨੇ ਜ਼ਿਆਦਾਤਰ ਤਾਂ ਕਰਨਾ ਜੇ ਤੁਹਾਡਾ ਵਾਵਾ ਅਪਰੂਵ ਹੋਊਗਾ 360 ਰਾਈਟ। ਸੋ 360 ਦੀ ਤੁਸੀਂ ਅਪਰੂਵਲ ਦੀ ਵੇਟ ਕਰੋ। ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਜੇ ਗ੍ਰੀਨ ਕਾਰਡ ਫਾਈਲ ਜਾਂ ਤੁਹਾਡਾ ਅਸਾਲਮ ਡਿਸਮਿਸ ਹੁੰਦਾ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ। ਜਦ ਤੱਕ ਤੁਹਾਡਾ ਕੋਰਟ ਦੇ ਵਿੱਚ ਕੇਸ ਚੱਲਦਾ ਤੁਸੀਂ 485 ਫਾਈਲ ਨਹੀਂ ਕਰ ਸਕਦੇ, ਟਰੈਵਲ ਡਾਕੂਮੈਂਟ ਤੁਹਾਡਾ ਆ ਨਹੀਂ ਸਕਦਾ, ਹੈ ਨਾ। ਤਾਂ ਤੁਸੀਂ ਵੇਟ ਇਹਦੀ ਕਰੋ, ਤੇ ਜਿਹੜਾ ਇੱਕ ਵਾਰੀ ਤੁਹਾਡਾ ਜੇ 360 ਵਗੈਰਾ ਅਪਰੂਵ ਹੋ ਜਾਂਦਾ ਵਾ, ਤੇ ਉਸ ਤੋਂ ਬਾਅਦ ਜਿਹੜਾ 485 ਆ, ਜੇ ਤੁਸੀਂ ਇੰਨੇ ਸਾਲ ਰੁਕ ਗਏ ਉਹਨੂੰ ਤੁਸੀਂ ਗ੍ਰੀਨ ਕਾਰਡ ਨੂੰ ਨਾ ਲੈ ਕੇ ਜਾਓ ਨਾਲ ਆਪਣੇ। ਠੀਕ। ਕਿਉਂਕਿ ਹੁਣ ਜੇ ਤੁਸੀਂ ਟੈਕਨੀਕਲੀ ਆਨਸਰ ਲੱਭਦੇ ਕਿ ਮੈਂ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹਦਾ ਜਿਹੜਾ ਜਵਾਬ ਆ ਉੱਤੇ ਡਿਪੈਂਡ ਕਰਦਾ ਕਿ ਬੰਦੇ ਦੀ 310 ਬਾਰ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਬਾਰ ਹੁੰਦੀ ਆ, ਬੰਦੇ ਤੇ ਕੋਈ ਬਾਰ ਤਾਂ ਨਹੀਂ ਹੋਰ ਲੱਗੀ। ਜੇ ਬੰਦੇ ਤੇ ਕੋਈ ਬਾਰ ਨਹੀਂ ਲੱਗੀ ਬੰਦਾ ਟਰੈਵਲ ਕਰ ਸਕਦਾ। ਕਈ ਵਾਰੀ ਬੰਦੇ ਦੇ ਉੱਤੇ ਬਾਰਸ ਲੱਗੀਆਂ ਹੁੰਦੀਆਂ ਓਵਰਸਟੇ ਕਰਕੇ, ਜਾਂ ਅਸਾਈਲਮ ਉਹਨਾਂ ਨੇ ਕਿਹੜੇ ਹਿਸਾਬ ਨਾਲ ਫਾਈਲ ਕੀਤਾ, 180 ਦਿਨਾਂ ਦੇ ਵਿੱਚ ਕੀਤਾ ਜਾਂ ਬਾਅਦ ਚ ਕੀਤਾ। ਸੋ ਜਿਹਨਾਂ ਨੇ 180 ਦਿਨਾਂ ਤੋਂ ਬਾਅਦ ਚ ਕੀਤਾ ਹੁੰਦਾ, ਜਦੋਂ ਅਸਾਈਲਮ ਤੁਹਾਡਾ ਪੈਂਡਿੰਗ ਹੁੰਦਾ ਤਦ ਤੱਕ ਉਹ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਨਹੀਂ ਚੱਲਣ ਦਿੰਦਾ। ਜਦੋਂ ਅਸਾਈਲਮ ਤੁਹਾਡਾ ਇੱਕ ਵਾਰੀ ਡਿਨਾਈ ਹੋ ਜਾਂਦਾ, ਜਿਹੜਾ ਟਾਈਮ ਪਹਿਲਾਂ ਤੁਸੀਂ ਕੱਚੇ ਰਹੇ, ਜਿਹੜਾ ਟਾਈਮ ਬਾਅਦ ਚ ਤੁਸੀਂ ਕੱਚੇ ਰਹਿਣਾ, ਉਹ ਤੁਹਾਡਾ ਟਾਈਮ ਅਕਮੂਲੇਟ ਹੋ ਜਾਂਦਾ। ਮਤਲਬ ਕਿ 180 ਦਿਨ ਜਦੋਂ ਤੁਸੀਂ ਕੱਚੇ ਰਹਿ ਜਾਂਦੇ ਆ ਬਿਨਾਂ ਅਸਾਈਲਮ ਤੋਂ, ਪਹਿਲਾਂ ਜਾਂ ਬਾਅਦ ਚ, ਉਹ ਤੁਹਾਨੂੰ 3 ਸਾਲ ਦੀ ਬਾਰ ਲਾ ਦਿੰਦਾ। ਸੋ ਭਾਵੇਂ ਵਾਵਾ ਭਾਵੇਂ ਜਿਹੜਾ ਵੀ ਕੇਸ ਆ, ਤੁਹਾਡੇ ਤੇ 310 ਬਾਰ ਜਿਹੜੀ ਲੱਗ ਜਾਂਦੀ ਆ। ਸੋ ਇਹਦੇ ਵਿੱਚ ਕਈ ਵਾਰੀ ਲੋਕੀ ਜਿਹੜੇ ਆ ਉਹ ਟਰੈਵਲ ਡਾਕੂਮੈਂਟ ਦੇਖ ਕੇ ਨਾ, ਜਿਹੜਾ ਕਹਿੰਦਾ ਕਿ ਤੁਸੀਂ ਟਰੈਵਲ ਕਰ ਸਕਦੇ ਆ, ਟਰੈਵਲ ਕਰਦੇ ਆ, ਪਰ ਉਹਨਾਂ ਨੂੰ ਵਕੀਲ ਜਾਂ ਪੈਰਾਲੀਗਲ ਇਹ ਨਹੀਂ ਦੱਸਦਾ ਕਿ ਨਾਲ ਜਿਹੜੀ ਇਨਐਡਮਿਸਿਬਿਲਿਟੀ ਦੀ ਰੈਗੂਲੇਸ਼ਨ ਜਿਹੜੀਆਂ ਹੈਗੀਆਂ ਬੜੀਆਂ ਸਾਰੀਆਂ 212 ਦੀਆਂ ਰੈਗੂਲੇਸ਼ਨ, ਹੋਰ ਇਨਐਡਮਿਸਿਬਿਲਿਟੀ ਰੈਗੂਲੇਸ਼ਨ ਹੈਗੀਆਂ। ਉਹ ਕਈ ਸਾਰੀਆਂ ਰੈਗੂਲੇਸ਼ਨ ਇਦਾਂ ਕਿ ਬੰਦੇ ਦੇ ਫੈਕਟ ਦੇ ਕੇਸ ਦੇ ਹਿਸਾਬ ਨਾਲ ਬੰਦੇ ਤੇ 3 ਸਾਲ ਦੀ 10 ਸਾਲ ਦੀ ਬਾਰ ਜਿਹੜੀ ਲੱਗੀ ਹੁੰਦੀ ਆ। ਸੋ ਮੁੱਖ ਤੌਰ ਤੇ ਆਨਸਰ ਇਹ ਹੈ ਕਿ ਤੁਸੀਂ ਪੰਗਾ ਨਹੀਂ ਲੈਣਾ ਟਰੈਵਲ ਦਾ। ਜੇ ਤੁਹਾਨੂੰ ਵਾਕਈ ਕਾਲੀ ਹੈ ਫਿਰ ਤੁਸੀਂ ਬਹਿ ਕੇ ਆਪਣੇ ਵਕੀਲ ਨਾਲ ਪਹਿਲਾਂ ਉਹ ਡਿਸਕਸ ਕਰੋ ਕਿ ਮੇਰੇ ਤੇ ਕੋਈ ਬਾਰ ਤਾਂ ਨਹੀਂ ਲੱਗੀ, ਫਿਰ ਤੁਸੀਂ ਟਰੈਵਲ ਕਰਨਾ। ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਹਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਰਾਜ ਕਰਨੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਆ ਕਿ ਮੇਰਾ ਲੜਕਾ ਹੈਗਾ ਇੰਗਲੈਂਡ ਦੇ ਵਿੱਚ ਹੈ। ਉਹ ਪਹਿਲਾਂ ਇੰਡੀਆ ਸੀ, ਕੁੜੀ ਇੰਗਲੈਂਡ ਤੋਂ ਗਈ ਸੀ ਤੇ ਉਹਦਾ ਵਿਆਹ ਹੋਇਆ ਸੀ ਉੱਥੇ ਇੰਡੀਆ 'ਚ। ਤੇ ਫਿਰ ਬਾਅਦ ਦੇ ਵਿੱਚ ਉਹਦੇ ਮੇਰੀ ਕੁੜੀ ਨੇ, ਮੇਰੀ ਲੜਕੀ ਨੇ ਇੱਥੋਂ ਪੇਪਰ ਭਰ ਦਿੱਤੇ ਉਹਦੇ 2005 ਦੇ ਵਿੱਚ। ਤੇ ਫਿਰ ਜਦੋਂ ਉਹ ਇੰਗਲੈਂਡ ਦੇ ਵਿੱਚ ਆ ਗਿਆ ਤੇ ਉਹਦਾ ਬਾਅਦ ਦੇ ਵਿੱਚ ਡਿਵੋਰਸ ਹੋ ਗਿਆ। ਹਾਂਜੀ, ਹੈਲੋ। ਹਾਂਜੀ ਹਾਂਜੀ, ਥੋੜਾ ਜਿਹਾ ਆਪਣਾ ਨਾ ਰੈਲੇਵੈਂਟ ਡਿਟੇਲ ਦੱਸੋ ਕਿ ਹੁਣ ਕਿੱਥੇ ਹੈਗਾ ਮੁੰਡਾ ਇਸ ਵੇਲੇ? ਤਾਂ ਹੁਣ ਮੁੰਡਾ ਹੈਗਾ ਇੰਗਲੈਂਡ ਦੇ ਵਿੱਚ। ਉੱਥੇ ਪੱਕਾ ਹੈ ਕਿ ਕੱਚਾ? ਸਿਟੀਜ਼ਨ? ਉੱਥੇ ਪੱਕਾ ਸਿਟੀਜ਼ਨ ਆ ਉੱਥੇ ਦਾ। ਅੱਛਾ, ਫਿਰ ਜਿਹੜਾ ਅੱਜ ਵੀਜ਼ਾ ਦੱਸਿਆ E2 ਟ੍ਰੀਟੀ ਵੀਜ਼ਾ, ਉਹਦੇ ਬਾਰੇ ਉਹਦੇ ਵਿੱਚ ਆਵੇ ਜੇ ਉਹਨੇ ਆਣਾ। ਜੇ ਉਹਦਾ ਇੱਥੇ ਵਿਆਹ ਵੀ ਹੁੰਦਾ ਤਾਂ ਵਿਆਹ ਦੇ ਬੇਸ ਤੇ ਆ ਸਕਦਾ, ਜਾਂ ਫਿਰ ਆਪਣਾ ਜਿਹੜਾ ਅੱਜ ਜਿਹੜਾ ਡਿਸਕਸ ਕੀਤਾ ਟੌਪਿਕ E2 ਵੀਜ਼ਾ, ਉਹਦੇ ਬੇਸ ਤੇ ਆਵੇ ਉਹ। ਬ੍ਰੇਕ ਤੋਂ ਪਹਿਲੇ ਵਾਲਾ ਪ੍ਰੋਗਰਾਮ ਬਾਅਦ ਚ YouTube Facebook ਤੇ ਸੁਣਿਓ ਸਾਰਾ, ਉਹਦੇ ਵਿੱਚ ਕਾਫੀ ਉਹਨੂੰ ਪਤਾ ਲੱਗ ਜਾਣਾ। ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ, ਬਾਅਦ ਦੇ ਵਿੱਚ ਜਦੋਂ ਉਹਦੇ ਪਹਿਲਾਂ ਤਾਂ ਉਹਦੇ ਕੁੜੀ ਨੇ, ਉਹਦਾ ਮੇਰੀ ਲੜਕੀ ਨੇ ਨਾਂ ਦੇ ਦਿੱਤਾ ਵੀ ਉਹਦਾ ਪੇਪਰ ਭਰ ਦਿੱਤੇ, ਉਹਦਾ ਨਾਂ ਲਿਖ ਦਿੱਤਾ। ਫਿਰ ਬਾਅਦ ਚ ਉਹਦਾ ਡਿਵੋਰਸ ਹੋ ਗਿਆ, ਉੱਥੇ ਇੰਗਲੈਂਡ ਦੇ ਵਿੱਚ ਵਿਆਹ ਆਇਆ ਸੀ। ਤੇ ਜਦੋਂ ਡਿਵੋਰਸ ਹੋਇਆ ਤੇ ਜਦੋਂ ਪੱਕੇ ਪੇਪਰ ਨਿਕਲੇ ਤੇ ਫਿਰ ਉਹਦਾ ਸਰਟੀਫਿਕੇਟ ਵਿਆਹ ਦਾ ਮੰਗਿਆ ਵੀ ਉਹ ਜਮ੍ਹਾਂ ਕਰਾਓ ਤੁਸੀਂ ਪੇਪਰ। ਤੇ ਫਿਰ ਉਹ ਸਰਟੀਫਿਕੇਟ ਜੋ ਜਮ੍ਹਾਂ ਕਰ, ਫਿਰ ਦੂਜੀ ਵਾਰੀ ਉਹਦਾ ਫਿਰ ਵਿਆਹ ਹੋ ਗਿਆ ਕਿ ਡਿਵੋਰਸ ਹੋਇਆ ਸੀ, ਉਹਦਾ ਵਿਆਹ ਹੋ ਗਿਆ। ਪਹਿਲੇ ਪੇਪਰ ਤਾਂ ਉਹ ਲੱਗ ਗਏ। ਮੈਨੂੰ ਕੁਝ ਨਹੀਂ ਸਮਝ ਲੱਗਾ ਕੀ ਕਹਿੰਦੇ ਤੁਸੀਂ। ਵਿਆਹ ਕਿਦਾਂ, ਕਿੰਨੀ ਵਾਰੀ ਹੋਇਆ, ਡਿਵੋਰਸ ਕਿਦਾਂ ਹੋਇਆ? ਦੂਜੀ ਵਾਰੀ ਵਿਆਹ ਨਹੀਂ, ਜਦੋਂ ਪੇਪਰ ਨਿਕਲੇ ਉਦੋਂ ਦੂਜਾ ਵਿਆਹ ਹੋ ਚੁੱਕਾ ਸੀਗਾ। ਪੇਪਰ ਨਿਕਲੇ ਉਹਦਾ ਡਿਵੋਰਸ ਤੋਂ ਬਾਅਦ ਹੀ ਕੀਤਾ ਸੀ ਵਿਆਹ ਤਾਂ।
ਨਹੀਂ ਉਹ ਤੇ ਚਲੋ ਡਿਵੋਰਸ ਤੋਂ ਬਾਅਦ ਹੀ ਹੋਣਾ ਹੁੰਦਾ ਦੂਜਾ ਵਿਆਹ ਸਾਰਿਆਂ ਦਾ ਹੀ ਜਿਹਦਾ ਵੀ ਆ ਹਾਂਜੀ ਉਦੋਂ ਇਕੱਠੇ ਤਾਂ ਨਹੀਂ ਹਾਂਜੀ ਦੋ ਹਾਂਜੀ ਚੱਲਦੇ ਇੱਥੇ ਹੁਣ ਤੁਹਾਡਾ ਸਾਲ ਕੀ ਹੈ ਤੁਸੀਂ ਪਹਿਲਾਂ ਕਿਹਾ ਕਿ ਪਹਿਲਾਂ ਸਾਲ ਤੁਸੀਂ ਕਿਹਾ ਤੁਹਾਡਾ ਬੇਟਾ ਵਾ, ਫਿਰ ਤੁਸੀਂ ਕਿਹਾ ਤੁਹਾਡੀ ਡਾਟਰ ਨੇ ਕੀਤਾ। ਬਾਅਦ ਚ ਇਹਨਾਂ ਦੀ ਕੁੜੀ ਨੇ ਉਹਦਾ ਪੇਪਰ ਭਰਤੇ ਇੱਥੋਂ ਅਮਰੀਕਾ ਕਿਹੜੇ ਤੋਂ ਬੇਸ ਤੇ ਕੀਤੇ? ਭੈਣ ਭਰਾ ਵਾਲੇ ਕੇਸ ਤੇ ਕੀਤੇ? ਕਿਹੜੇ ਬੇਸ ਤੇ ਪੇਪਰ ਭਰੇ? ਹਾਂਜੀ ਭੈਣ ਭਰਾ ਦੇ ਕੇਸ ਠੀਕ ਹੈ, ਤੇ ਠੀਕ ਕੀਤੇ। ਹੈ। ਹਾਂਜੀ ਤੇ ਓਕੇ ਉਹ ਪਹਿਲੋਂ ਸਵਾਲ ਪੁੱਛ ਲਓ ਹੁਣ ਉਹਦਾ- ਜਲਦੀ ਜ਼ਿਆਦਾ ਹਾਂਜੀ, ਲੰਮਾ ਸਮਾਂ ਪਹਿਲੋਂ- ਨਹੀਂ ਰਹਿਣਾ। ਹਾਂਜੀ ਪਲੀਜ਼। ਪਹਿਲੋਂ ਉਹਦਾ ਜਿੱਦਾਂ ਨਾਂ ਜਿਹੜਾ ਸਾਨੂੰ ਪਤਾ ਸੀ ਉਹਦਾ ਨਾਂ ਸੀ ਪੈਟਰੀਸ਼ਾ ਕ੍ਰਿਸਟੀਨਾ। ਜੀ ਤੇ ਜਦੋਂ ਉਹਦੇ ਸਰਟੀਫਿਕੇਟ ਤੇ ਉਹਨੇ ਮੰਗਿਆ ਤੇ ਉਹਦਾ ਨਾਂ ਉਹਦੇ ਉੱਤੇ ਸੀਗਾ ਨਾਂ ਹੈਗਾ ਪੈਟਰੀਸ਼ਾ ਕ੍ਰਿਸਟੀਨਾ ਦਿਲਵਰ। ਉਹ ਹੁਣ ਠੀਕ ਹੈ। ਦਿਲਵਰ ਨਾਂ ਨਹੀਂ ਵਿੱਚੋਂ ਕੱਢਦੇ ਕਰਕੇ ਦੂਜੀ ਵਾਈਫ ਦਾ ਪੇਪਰ ਗਏ ਹੋਆ ਹੁਣ ਉਹਨਾਂ ਕੋਲ। ਇਹ ਜਿਹੜੇ ਦੋ ਨਾਮ ਆ ਇੱਕੋ ਹੀ ਬੰਦਾ ਨਾ, ਪੈਟਰੀਸ਼ੀਆ ਪਹਿਲੀ ਵਾਈਫ ਤੋਂ ਹੋਈ ਆ ਹਨਾ, ਦੂਜੀ ਵਾਈਫ ਤੇ ਤੁਸੀਂ ਕਹਿੰਦੇ ਵਿੱਚ ਨਾ ਆਉਣਾ ਚਾਹੀਦਾ। ਹੁਣ ਮੁੱਦਾ ਇਹ ਬੜਾ ਦੂਜੀ ਦਾ ਦੂਜੀ ਦਾ ਆਵੇ ਪਹਿਲੀ ਦਾ ਕੱਢਣਾ ਆ ਜੀ। ਮੁੱਦਾ ਆ ਜੀ ਪਹਿਲਾਂ ਜਦੋਂ ਪੇਪਰ ਭਰੇ ਉਦੋਂ ਵਿਆਹਿਆ ਸੀ, ਫਿਰ ਡਿਵੋਰਸ ਹੋ ਗਿਆ ਜੀ, ਤੇ ਫਿਰ ਹੁਣ ਬਾਅਦ ਦੇ ਵਿੱਚ ਦੂਜਾ ਵਿਆਹ ਹੋ ਗਿਆ। ਉਹਦਾ ਨਾਂ ਨਹੀਂ ਹੈ, ਪਹਿਲੀ ਦਾ ਹੀ ਨਾਂ ਤੁਰਿਆ ਫਿਰਦਾ ਜੀ। ਇਹ ਦੋਨੋਂ ਪੈਟਰੀਸ਼ੀਆ ਹੀ ਸੀਗੀਆਂ? ਹਾਂਜੀ। ਅੱਛਾ ਜੀ ਇਹ ਦੱਸੋ ਸਾਨੂੰ ਇਹਦਾ ਹੁਣ ਕੀ ਕਰੀਏ? ਨਾਂ ਕਿੱਥੋਂ ਦੀ ਕੱਢਣਾ ਤੁਸੀਂ ਮੈਨੂੰ ਇਹ ਦੱਸੋ। ਕਿ ਆਪਣਾ ਪਾਸਪੋਰਟ ਦੀ ਗੱਲ ਕਰਦੇ? ਕਿਹੜੀ ਗੱਲ ਕਰਦੇ ਤੁਸੀਂ? ਜਿਹੜੇ ਪੇਪਰ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਕੋ ਗਏ ਹੋਆ ਸਾਡੇ ਉਹਦੇ ਵਿੱਚ ਅੱਛਾ ਭੈਣ ਨੇ ਕਿਹੜੇ ਸਾਲ ਚ ਲਾਏ ਸੀਗੇ ਪੇਪਰ? ਪੇਪਰ ਲਾਇਓ ਪੇਪਰ ਤਾਂ ਪਟੀਸ਼ਨ ਤਾਂ ਭਰੀ ਉਹਨੇ 5 ਦੀ 2000 ਦੀ। ਹੁਣ ਪੇਪਰ ਲਾਇਓ 18 ਚ 18 ਦੇ ਉਹ ਨਿਕਲੇ। ਉਹ ਬਾਅਦ ਚ ਫਿਰ ਦੂਜੀ ਦੇ ਮੰਗੇ ਸੀ ਉਹਨੇ। ਜਦ ਉਹਦੇ ਪੇਪਰ ਭੇਜੇ ਤਾਂ ਫਿਰ ਉਹ ਨਹੀਂ ਦੱਸਿਆ ਵੀ ਇਹਦਾ ਨਾਂ ਪਹਿਲਾ ਨਾਂ ਤੁਸੀਂ ਆ ਦਿੱਤਾ, ਦੂਜੀ ਵਾਰੀ ਨਾਂ ਆਇਆ। ਤੁਹਾਡਾ ਕੇਸ ਐਕਟਿਵ ਬਣਾ ਇਸ ਵੇਲੇ ਐਮਬੈਸੀ ਦੇ ਵਿੱਚ? ਹਾਂਜੀ ਹਾਂਜੀ ਐਕਟਿਵ ਪਿਆ। ਤੁਸੀਂ ਵਕੀਲ ਕੀਤਾ ਵਾ ਇਹਦਾ ਕਿ ਨਹੀਂ ਕੀਤਾ? ਹਾਂਜੀ ਵਕੀਲ ਤਾਂ ਤੀਜੇ ਤੋਂ ਮੇਰਾ ਖਿਆਲ ਤੀਜੇ ਬੰਦੇ ਕੋ ਚਲ ਗਿਆ ਪੇਪਰ ਸਾਡੇ। ਅੱਛਾ ਸੋ ਵਕੀਲ ਸਾਹਿਬ ਨੂੰ ਕਹੋ ਕਿ ਐਮਬੈਸੀ ਨੂੰ ਕੰਟੈਕਟ ਕਰੇ। ਇਹ ਕਿਹੜਾ ਕੋਈ ਮੁੱਦਿਆਂ ਚੋਂ ਮੁੱਦਾ ਵਾ? ਜਿਹੜੀ ਪਹਿਲੀ ਘਰ ਵਾਲੀ ਆ ਪੈਟਰੀਸ਼ੀਆ ਜਿਹੜੀ ਵੀ ਸੀਗੀ, ਉਹਦਾ ਡਿਵੋਰਸ ਸਰਟੀਫਿਕੇਟ ਲਾਓ, ਮੈਰਿਜ ਸਰਟੀਫਿਕੇਟ ਲਾਓ, ਡਿਵੋਰਸ ਸਰਟੀਫਿਕੇਟ ਲਾਓ, ਨਾਲ ਐਕਸਪਲੇਨੇਸ਼ਨ ਦਿਓ ਕਿ ਇਹ ਪਹਿਲੀ ਘਰ ਵਾਲੀ ਆ, ਫਿਰ ਮੈਰਿਜ ਹੋਈ ਇਹਦੋਂ ਡਿਵੋਰਸ ਹੋਇਆ। ਫਿਰ ਜਿਹੜੀ ਦੂਜੀ ਵਾਲੀ ਸੀਗੀ ਉਹਦਾ ਮੈਰਿਜ ਸਰਟੀਫਿਕੇਟ ਲਾਓ ਤੇ ਉਹਦਾ ਪਾਸਪੋਰਟ ਲਾਓ ਆਪਣਾ, ਕਿ ਇਹਦਾ ਆ ਜਿਹੜਾ ਇੰਨੀ ਤਰੀਕ ਨੂੰ ਇਹਦਾ ਦੂਜਾ ਵਾਲਾ ਵਿਆਹ ਹੋਇਆ ਇਹਦਾ ਹੁਣ ਚੱਲਦਾ ਪਿਆ। ਇਹ ਕਿਹੜਾ ਕੋਈ ਐਡਾ ਕੋਈ ਜ਼ਿਆਦਾ ਮੁੱਦਾ ਨਹੀਂ ਹੈਗਾ। ਤੁਸੀਂ ਜਾਂ ਤੁਹਾਨੂੰ ਸਮਝਾਉਣਾ ਨਹੀਂ ਆ ਰਿਹਾ ਤੇ ਜਾਂ ਕੁਝ ਹੋਰ ਮੁੱਦਾ ਆ ਵਿੱਚ ਜਿਹੜਾ ਤੁਸੀਂ ਜਿੱਦਾਂ ਸਾਨੂੰ ਮੈਨੂੰ ਲੱਗਦਾ ਕਨਫਿਊਜ਼ ਕੀਤਾ, ਏਦਾਂ ਹੀ ਐਮਬੈਸੀ ਨੂੰ ਕਨਫਿਊਜ਼ ਕਰਤਾ। ਇਹਦਾ ਸਿੱਧਾ ਜਿਹਾ ਮੁੱਦਾ ਕੋਈ ਜ਼ਿਆਦਾ ਨਹੀਂ ਔਖਾ। ਡਿਵੋਰਸ ਵਾਲਾ ਪੇਪਰ ਨਹੀਂ ਲਾਇਆ, ਮੈਨੂੰ ਲੱਗਦਾ ਉੱਥੇ ਕਨਫਿਊਜ਼ਨ ਰਹਿ ਗਈ ਆ ਸਾਰੀ। ਉਹ ਚੇਤਾ ਹੋ ਗਈ ਇਹਦਾ। ਹਾਂ ਤੇ ਅਰਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਭਾਜੀ ਮੇਰਾ ਨਾ ਕੇਸ ਪਾਸ ਹੋਇਆ ਜੀ ਸਰ ਕੋ ਮੇਰੇ ਕੋਲ ਆਫਿਸ ਦੇ ਵਿੱਚ ਆਉਣ ਨਹੀਂ ਆਇਆ ਭਾਜੀ। ਚਲੋ ਵਧਾਈਆਂ ਜੀ ਮੈਨੂੰ ਕੇਸ ਪਾਸ ਦੀਆਂ। ਹਾਂਜੀ ਭਾਈ ਤੁਹਾਨੂੰ ਜ਼ਿਆਦਾ ਭਾਜੀ ਮੈਂ ਭਾਜੀ ਹਰਜਿੰਦਰ ਬੋਲਣ ਰਿਹਾ ਤੇ ਮੇਰਾ ਕੇਸ ਭਾਜੀ ਮਈ ਦੇ ਵਿੱਚ ਪਾਸ ਹੋਇਆ ਸੀਗਾ। 13 ਅਪ੍ਰੈਲ ਨੂੰ ਸੀਗੀ ਕੋਰਟ ਡੇਟ ਹਨਾ। ਅੱਛਾ ਕੌਣ ਸੀਗਾ ਵਕੀਲ? ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਈ ਕਿ ਤੁਸੀਂ ਪਾਸ ਕਰਾਇਆ ਮੁੰਡੇ ਦਾ ਕੇਸ। ਅੱਛਾ ਠੀਕ ਹੈ। ਉਹਦਾ ਡੱਬਾ ਮਿਲਿਆ ਕਿ ਨਹੀਂ ਮਿਲਿਆ ਤੁਸੀਂ ਇਹ ਦੱਸੋ ਪਹਿਲੋਂ। ਹਰਜਿੰਦਰ ਬਹੁਤ ਜ਼ਿਆਦਾ ਹੋ ਗਏ ਹੁਣ, ਪਤਾ ਨਹੀਂ ਕਿਹੜਾ ਵਾਲਾ ਬੋਲਦਾ ਹੈ। ਦੱਸੋ ਭਾਜੀ। ਹਾਂਜੀ ਤੇ ਭਾਜੀ ਮੇਰੇ ਕੋਲ ਆਉਣ ਨਹੀਂ ਹੋਇਆ ਸੀ ਆਫਿਸ ਦੇ ਵਿੱਚ ਨਾ। ਮੇਰੀ ਤਰੀਕ ਤੁਸੀਂ ਆਪਣੀ ਅਪਾਇੰਟਮੈਂਟ ਸੈੱਟ ਕੀਤੀ ਸੀਗੀ 5 ਸਤੰਬਰ ਨੂੰ ਤੇ ਮੈਂ ਇਸ ਕਰਕੇ ਮੈਂ ਹੁਣ ਠੀਕ ਹੈ। ਹਾਂਜੀ ਮੈਂ ਸਵਾਲ ਨਹੀਂ ਸਮਝਿਆ। ਤੁਸੀਂ ਕੁਝ ਪੁੱਛਣਾ ਹੈ ਹਰਜਿੰਦਰ? ਮੈਂ ਜਮੰਜੀ ਭਾਈ ਮੇਰਾ ਸਵਾਲ ਵੀ ਇੱਕ ਹੈਗਾ ਤੇ ਮੈਂ ਕਿਹਾ ਭਾਜੀ ਨੂੰ ਵੀ ਕਹਿਣਾ ਹੈ ਨਾ ਜੀ ਭਾਈ ਤੁਸੀਂ ਕੁਝ ਪੁੱਛਣਾ ਹੈ ਨਾ। ਮੇਰੇ ਕੋਲ ਆਉਣੀ ਹੈ ਆਫਿਸ ਦੇ ਵਿੱਚ ਨਾ ਤੇ ਮੈਂ ਇਸ ਕਰਕੇ ਤੇ ਕੋਈ ਵੀਡੀਓ ਬਣਾਉਣੀ, ਟਿਕਟੌਕ ਦੀ ਵੀਡੀਓ ਬਣਾਉਣੀ। ਹਾਂਜੀ 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 ਮੇਰੇ ਆਫਿਸ ਵਾਲਿਆਂ ਨੂੰ ਕਰ ਲਈ ਕੰਟੈਕਟ। ਤੈਨੂੰ ਕੋਈ ਨਹੀਂ ਮੈਂ ਕਰ ਲੈਣਾ ਬਾਅਦ ਚ ਆਪਣਾ ਕੰਟੈਕਟ। ਠੀਕ ਹੈ ਭਾਜੀ। ਤੇ ਮੇਰਾ ਸਵਾਲ ਭਾਜੀ ਇਹ ਸੀਗਾ ਕਿ ਮੈਨੂੰ ਬੌਂਡ ਪਿਆ ਸੀ ਭਾਜੀ 25,000 ਤੇ ਉਹ ਮੇਰੇ ਵਕੀਲ ਨੇ ਤਾਰਿਆ ਸੀ ਤੇ ਜਿਹੜੇ ਕੈਸ਼ੀਅਰ ਚੈੱਕ ਸੀਗੇ ਉਹ ਮੇਰੇ ਬ੍ਰਦਰ ਦੇ ਨਾਂ ਦੇ ਉੱਪਰ ਆ ਤੇ ਹੁਣ ਉਹ ਇਗਨੋਰ ਕਰਨ ਦੀ ਮੈਨੂੰ ਹਨਾ। ਤੇ ਉਹਦਾ ਕੋਈ ਹੱਲ ਹੋ ਸਕਦਾ ਇਸ ਚੀਜ਼ ਦਾ? ਇਗਨੋਰ ਕੌਣ? ਵਕੀਲ ਇਗਨੋਰ ਕਰਨ ਦੀ ਹੈ? ਹਾਂਜੀ ਹਾਂਜੀ ਜਿਹਨੇ ਮੇਰਾ ਬੌਂਡ ਤਾਰਿਆ ਸੀ। ਹਾਂਜੀ ਬੌਂਡ ਉਤਾਰਿਆ ਕਿੰਨੇ ਸੀ? ਵਕੀਲ ਨੇ ਉਤਾਰਿਆ ਸੀਗਾ? ਵਕੀਲ ਨੇ ਤਾਰਿਆ ਸੀ ਕਹਿੰਦੇ। ਹਾਂਜੀ ਹਾਂਜੀ ਜਿਹਨੇ ਮੈਨੂੰ ਬਾਹਰ ਕਢਾਇਆ ਸੀ ਉਹਨੇ ਤਾਰਿਆ ਸੀ ਪਰ ਜਿਹੜੇ ਕੈਸ਼ੀਅਰ ਚੈੱਕ ਨੇ ਉਹ ਮੇਰੇ ਬ੍ਰਦਰ ਦੇ ਨਾਂ ਦੇ ਉੱਪਰ ਆ ਤੇ ਉਹ ਮੇਰੇ ਕੋਲ ਪ੍ਰੂਫ ਹੈਗਾ ਜੀ ਉਸ ਚੀਜ਼ ਦਾ। ਤੇ ਇਗਨੋਰ ਕੌਣ ਕਰਨ ਦਿਆ? ਵਕੀਲ ਇਗਨੋਰ ਕਰਨ ਦੀ ਹੈ? ਪੈਸੇ ਨਹੀਂ ਦੇ ਰਹੀ ਤੁਹਾਡੇ ਮੁੜ ਕੇ? ਹਾਂਜੀ ਉਹ ਪੈਸੇ ਨਹੀਂ ਦੇ ਰਹੀ ਉਹ। ਨਹੀਂ ਉਹ ਤਾਂ ਪੈਸੇ ਦੇਣੇ ਪੈਣੇ ਆ, ਉਹਦੀ ਥੋੜਾ ਨਾ ਹੈਗੀ। ਉਹ ਤਾਂ ਹੁਣ ਜੇ ਉਹ ਕਰਦੀ ਆ ਤਾਂ ਉਹਨੂੰ ਉਹ ਤਾਂ ਉਦਾਂ ਥੋੜਾ ਧੱਕਾ ਕਰਨ ਦੀ ਕੋਸ਼ਿਸ਼ ਕਰਨ ਦੀ ਹੋਣੀ ਕਿ ਤੈਨੂੰ ਪਤਾ ਨਹੀਂ ਹੋਣਾ।
ਉਹਨੂੰ ਇੱਕ ਈਮੇਲ ਬਣਾ ਕੇ ਲਿਖ ਕਿ ਜਿਹੜਾ ਬੌਂਡ ਜਿਹੜਾ ਵਕੀਲ ਆ ਉਹ ਬੌਂਡ ਨਹੀਂ ਰੱਖ ਸਕਦਾ ਹੈਗਾ, ਇਹ ਬੌਂਡ ਸਾਨੂੰ ਰਿਲੀਜ਼ ਕਰਨਾ ਪੈਣਾ ਵਾ ਵਿਦ ਇੰਟਰਸਟ। ਏਦਾਂ ਕਰਕੇ ਇੱਕ ਈਮੇਲ ਲਿਖ ਤੇ ਨਾਲ ਉਹਨੂੰ ਕਹਿ ਕੇ ਜੇ ਨਹੀਂ ਕੀਤਾ ਮੈਂ ਕੰਪਲੇਂਟ ਕਰ ਦੇਣੀ ਤੇਰੀ, ਬਸ ਇੱਕ ਈਮੇਲ ਬਾਅਦ ਹੀ ਆ ਜਾਣੇ ਪੈਸੇ। ਤੇ ਨਹੀਂ ਆਉਂਦੇ ਤੇ ਫਿਰ ਜਦੋਂ ਆਉਂਗਾ ਟਿਕਟੌਕ ਬਣਾਉਣ ਤੇ ਤੈਨੂੰ ਮੈਂ ਦੱਸ ਦਊਂਗਾ ਕਿੱਦਾਂ ਕੰਪਲੇਂਟ ਕਰਨੀ ਹੈ। ਈਮੇਲ ਲਿਖਾ ਦਾਂਗੇ ਫਿਰ ਤੇਰੀ। ਠੀਕ ਹੈ, ਚਲੋ ਮਿਹਰਬਾਨੀ, ਥੈਂਕ ਯੂ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਲਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਵੀਰੇ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਇੱਕ ਸੀਗਾ ਜੀ, ਮੇਰਾ ਫਰੈਂਡ ਆ ਇੰਡੀਆ ਤੇ, ਉਹਨਾਂ ਨੇ ਇੱਥੇ ਆਉਣਾ ਚਾਹੁੰਦੇ ਤੇ ਕੀ ਇਨਵੈਸਟਮੈਂਟ ਕਰਨੀ ਪਊ ਉਹਨਾਂ ਨੂੰ, ਸੇਮ ਕੈਨੇਡਾ ਵਾਲੀ ਕਿ ਡਿਫਰੈਂਟ ਜੀ? ਨਹੀਂ, ਜਿਹੜਾ ਇੰਡੀਆ ਵਾਲਾ ਨਾ ਉਹਨੂੰ E2 ਦੀ ਆਪਸ਼ਨ ਨਹੀਂ, ਉਹਨੂੰ ਮਿਨੀਮਮ $8 ਲੱਖ ਜਿਹੜੇ ਇਨਵੈਸਟ ਕਰਨੇ ਪੈਣੇ ਆ EB5 ਤੇ ਇਹ ਜਿਹੜਾ ਹੈਗਾ ਇਹ ਡਾਇਰੈਕਟ ਗ੍ਰੀਨ ਕਾਰਡ ਮਿਲ ਜਾਂਦਾ ਇਹਦੇ ਵਿੱਚ 3 ਤੋਂ 4 ਸਾਲਾਂ ਦੇ ਵਿੱਚ। ਠੀਕ ਹੈ, 8 ਲੱਖ ਜੀ? ਜੀ 8 ਲੱਖ। ਹਾਂਜੀ, ਜੇ ਰੂਰਲ ਏਰੀਆ ਅਨਐਮਪਲੋਇਮੈਂਟ ਏਰੀਆ ਜਿੱਦਾਂ ਵਾਲੀਆਂ ਬੈਲਟਾਂ ਹੈਗੀਆਂ ਹਨਾ ਇਹਨਾਂ ਦੇ ਵਿੱਚ 8 ਲੱਖ। ਜੇ ਅਰਬਨ ਏਰੀਆ ਜਿੱਦਾਂ ਤੁਸੀਂ ਕਹ ਲਓ ਸੈਨ ਹੋਜ਼ੇ, ਸੈਨ ਫਰਾਂਸਿਸਕੋ, LA ਆ, ਇਦਾਂ ਇਹਨਾਂ ਦੇ ਵਿੱਚ 1,50,000। ਅੱਛਾ ਠੀਕ ਹੈ ਜੀ, ਫਰਕ ਹੁੰਦਾ ਇਹਦੇ ਵਿੱਚ। ਇੱਕ ਆਪਾਂ ਜਿਹੜੇ ਕੈਨੇਡੀਅਨ ਦੀ ਗੱਲ ਕੀਤੀ, ਕੈਨੇਡਾ 'ਚ ਕਈ ਜਿਹੜੇ ਆ ਹੋਰ ਵੀ ਕਈ ਪੇਸ਼ੇ ਆ, ਟਰੱਕਰਸ ਵਾਲੇ ਤਾਂ ਹੈਗੇ, ਉਹਨਾਂ ਸਾਰਿਆਂ ਦੇ ਲਈ ਫਿਰ ਇੱਥੇ ਆਉਣ ਦੇ ਲਈ ਉਹ ਸਾਰਾ E2 ਹੀ ਆ, ਰਾਈਟ? ਚਾਹੇ ਉਹ ਜੇ ਕੋਈ ਨਰਸਿੰਗ ਇਹ ਉਹਨਾਂ ਦੇ ਲਈ ਵੀ ਇਦਾਂ ਨਹੀਂ ਹੈਗਾ, ਉਹਨਾਂ ਨੂੰ ਵੀ ਫਿਰ ਇਹਦੇ ਥਰੂ ਹੀ ਆਉਣਾ ਪੈਣਾ, ਰਾਈਟ? ਨਹੀਂ ਦੇਖੋ, ਜਿਹੜਾ ਬੰਦਾ ਹੁਣ $8 ਲੱਖ ਤੋਂ ਉੱਤੇ ਕਰਦਾ ਨਾ ਇਨਵੈਸਟ, ਜੇ ਉਹ ਕੈਨੇਡੀਅਨ ਹੈ, ਕਿਉਂਕਿ ਜਿਹੜਾ ਗ੍ਰੀਨ ਕਾਰਡ ਨੂੰ ਆਉਣ 'ਚ 3-4 ਸਾਲ ਲੱਗ ਜਾਣੇ ਆ। ਜਿਹਨੇ ਹੁਣ 8 ਲੱਖ ਕਰਨੇ ਆ, ਪਹਿਲਾਂ ਆਪਾਂ ਉਹਨੂੰ E2 ਤੇ ਬੁਲਾਣਾ, ਜਦੋਂ ਆ ਜਾਊਗਾ ਬਿਜ਼ਨਸ ਕਰ ਲੂਗਾ, ਫਿਰ ਜਦੋਂ ਦਾ ਇਰਾਦਾ ਬਣਦਾ ਕਿ ਇੱਥੇ ਹੀ ਰਹਿਣਾ ਮੈਂ, ਤੇ ਫਿਰ ਨਾਲ ਹੀ ਕਿਉਂਕਿ ਉਹਨੇ 8 ਲੱਖ ਕੀਤੇ ਹੋਏ ਉਹ ਆਪਣਾ EB5 ਚ ਕਨਵਰਟ ਕਰ ਸਕਦਾ। ਠੀਕ ਹੈ, ਠੀਕ, ਨਾਲ ਦੇ ਨਾਲ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ। ਜੀ ਪੁੱਛੋ ਜੀ ਸਵਾਲ। ਭਾਜੀ ਮੇਰਾ ਸਵਾਲ ਇਹ ਆ, ਜਿੱਦਾਂ ਮੈਂ 1989 ਦੇ ਵਿੱਚ ਆਇਆ ਸੀਗਾ ਕੈਨੇਡਾ ਤੋਂ ਬਾਰਡਰ ਕ੍ਰਾਸ ਕੀਤਾ ਸੀ ਤੇ ਮੈਂ ਅਰੈਸਟ ਹੋ ਗਿਆ ਸੀਗਾ। ਉਸ ਤੋਂ ਬਾਅਦ ਮੈਨੂੰ ਮਿਲਿਆ ਗ੍ਰੀਨ ਕਾਰਡ, ਤੇ ਉਸ ਤੋਂ ਬਾਅਦ ਮੈਂ ਗ੍ਰੀਨ ਕਾਰਡ ਲੈ ਕੇ 3-4 ਵਾਰੀ ਇੰਡੀਆ ਜਾ ਆਇਆ। ਹੁਣ ਮੈਂ ਲਾਸਟ ਟਾਈਮ ਇਸ ਸਾਲ 'ਚ ਇੰਡੀਆ ਗਿਆ ਤੇ ਉੱਥੇ ਏਅਰਪੋਰਟ ਤੇ ਜਿੱਦਾਂ ਨਹੀਂ ਮੈਨੂੰ ਸੈਨ ਫਰਾਂਸਿਸਕੋ ਬਾਹਰ ਕੱਢ ਲਿਆ ਜੀ। ਗ੍ਰੀਨ ਕਾਰਡ ਮਿਲਿਆ ਕਿਹੜੇ ਬੇਸ ਤੇ ਸੀਗਾ ਤੁਹਾਨੂੰ? ਮੈਨੂੰ ਮੈਰਿਜ ਤੇ ਮੈਂ ਵਿਆਹ ਕਰਾਇਆ ਸੀ। ਨਾਮ ਨੂਮ ਦਾ ਤਾਂ ਨਹੀਂ ਕੋਈ ਪੰਗਾ ਪਿਆ ਸੀ ਬਦਲੀ ਦਾ? ਉਹੀ ਤੁਹਾਨੂੰ ਦੱਸਣ ਲੱਗਾ ਨਾ। ਅੱਛਾ, ਹੁਣ ਨਹੀਂ ਫਿੰਗਰਪ੍ਰਿੰਟ ਮਸ਼ੀਨਾਂ ਲਾਤੀ ਏਅਰਪੋਰਟ ਤੇ ਗ੍ਰੀਨ ਕਾਰਡ ਵਾਸਤੇ। ਅੱਛਾ, ਮੇਰੇ ਕਰਾਇਆ ਫਿੰਗਰਪ੍ਰਿੰਟ ਤੇ ਮੈਨੂੰ ਬਾਹਰ ਕੱਢ ਲਿਆ, ਕਹਿੰਦੇ ਵੀ ਤੂੰ ਕਿਤੇ ਅਰੈਸਟ ਵੀ ਹੋਇਆ? ਮੈਂ ਕਿਹਾ ਜੀ ਮੈਨੂੰ ਤਾਂ ਚੇਤਾ ਯਾਦ ਹੀ ਨਹੀਂ, 30-32 ਸਾਲ ਦੀ ਗੱਲ ਹੈ ਜੀ। ਨਹੀਂ, ਮੈਂ ਕਿਹਾ ਸ਼ਾਇਦ ਪੁੱਛਦੇ ਹਾਂ ਪੁਲਿਸ ਨੂੰ ਤੇ ਪੜਿਆ ਕਿਤੇ ਤੈਨੂੰ, ਤੇ ਨਹੀਂ ਕਹਿੰਦੇ ਝੂਠ ਕਾਹਦੇ ਬੋਲਦਾ, ਤੇਰੇ ਫਿੰਗਰਪ੍ਰਿੰਟ ਹੋਏ 89 ਦੇ ਵਿੱਚ ਇੰਨੀ ਤਰੀਕ ਨੂੰ ਜੀ, ਅਕਤੂਬਰ ਮਹੀਨੇ ਜੀ। ਮੈਂ ਕਿਹਾ ਕੰਮ ਖਰਾਬ ਹੋ ਗਿਆ। ਫਿਰ ਮੈਂ ਕਿਹਾ ਝੂਠ ਨਹੀਂ ਬੋਲਣਾ, ਇਹਨਾਂ ਕੋਲ ਹੈਗਾ ਸਾਰਾ ਕੁਝ। ਇਹ ਪਹਿਲਾਂ ਤੁਹਾਡੇ ਸਵਾਲ ਤੋਂ ਪਹਿਲਾਂ ਏਦਾਂ ਕਿ ਜਿਹੜੇ ਸੁਣਦੇ ਆ ਨਾ ਸਾਨੂੰ ਬੜਾ ਕਰਦੇ, ਭਾਜੀ ਮੇਰੇ ਰੈਕਡ ਨਿਕਲੇ ਆਉਗੇ, ਏਦਾਂ ਹੋ ਜਾਊਗਾ। ਮੈਨੂੰ ਤਾਂ ਮੇਰਾ ਦੋਸਤ ਕਹਿੰਦਾ ਨਹੀਂ ਨਿਕਲੂਗਾ, ਦੇਖ ਲਓ ਹੁਣ ਕਿੱਡਾ ਪੁਰਾਣਾ ਬਾਈ ਦਾ ਕੇਸ ਆ, ਤਾਂ ਪੂਰੇ ਇਹਦੇ ਰੈਕਡ ਕੱਢ ਕੇ ਲਾਤੇ ਸਾਹਮਣੇ ਉਹਨਾਂ ਦੇ। ਇਹ ਨਾ ਅਟਾਰਨੀ ਕੋਵਿਡ ਤੋਂ ਪਹਿਲਾਂ ਨਾ, ਜਦੋਂ ਪਿਛਲੇ ਪ੍ਰਸ਼ਾਸਨ ਨੇ LA 'ਚ ਇੱਕ ਸਪੈਸ਼ਲ ਦਫ਼ਤਰ ਬਣਾਇਆ, ਜਿੰਨੇ ਨਾਂ ਨੂੰ ਵਾਲਿਆਂ ਨੂੰ ਲੈ ਕੇ ਸਪੈਸ਼ਲ ਜਿਹੜਾ ਆ ਉਹ ਪੁਰਾਣੇ। ਹੁਣ ਨਾ ਅੱਗੇ ਕੀ ਹੁੰਦਾ ਸੀ, ਫਿੰਗਰਪ੍ਰਿੰਟ ਕਾਗਜ਼ਾਂ ਤੇ ਸੀਗੇ, ਉਹ ਅਜੇ ਸਿਸਟਮ 'ਚ ਚੜ੍ਹੇ ਨਹੀਂ ਸੀਗੇ। ਹੁਣ ਹੌਲੀ ਜਿੰਨੇ ਵੀ ਪੁਰਾਣੇ ਦਸਤਾਵੇਜ਼ ਆ ਉਹ ਸਾਰੇ ਉਹਨਾਂ ਦੇ ਸਿਸਟਮ 'ਚ ਹੌਲੀ ਚਾੜ ਰਹੇ ਆ। ਸੋ ਉਹਦੇ ਕਰਕੇ ਹੁਣ ਕਈ ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਉਹਦਾ ਸਾਹਮਣਾ ਕਰਨਾ ਜਿਹੜਾ ਉਹ ਪਊਗਾ, ਜਿੱਦਾਂ ਇਹਨਾਂ ਨੂੰ ਪਿਆ ਨਾ, ਉਹ ਹੌਲੀ ਹੁਣ ਸਾਰੇ ਸਿਸਟਮ ਦੇ ਵਿੱਚ ਆ ਰਹੇ ਹੈਗੇ ਆ। ਚਲੋ ਇਹਨਾਂ ਦਾ ਥੋੜਾ ਇੰਟਰਸਟਿੰਗ ਜਿਹਾ ਲੱਗਦਾ ਕੇਸ। ਦੱਸੋ ਭਾਜੀ ਫਿਰ ਅੱਗੇ ਕੀ ਗੱਲਬਾਤ ਹੋਈ? ਮੈਂ ਵੀ ਜਿੱਦਾਂ ਇਸ ਭੁਲੇਖੇ ਸੀਗਾ, ਬਾਹਲੇ ਲੋਕ ਮੈਨੂੰ ਕਹਿੰਦੇ ਸੀ ਹਾਂ ਉਹ ਤਾਂ 95 ਦੇ ਵਿੱਚ ਜਾ ਕੇ ਕੰਪਿਊਟਰ ਪਾਏ ਉਹ ਪੇਪਰ ਪਏ ਆ ਉਹ। ਤੇ ਮੈਂ ਕਿਹਾ ਚੱਲ, ਉਹ ਜਦ ਉਹਨੇ ਮੈਨੂੰ ਚੱਕਿਆ ਤੇ ਮੈਂ ਤਾਂ ਅਟੈਕ ਹੋਣ ਲੱਗਾ ਸੀ। ਮੈਂ ਕਿਹਾ ਕੰਮ ਵਿਗੜ ਗਿਆ, 20-32 ਸਾਲ ਜਿਹੜੇ ਚਲਾਏ ਉਹ ਵੀ ਗਏ। ਤੇ ਉਹ ਫਿਰ ਮੈਨੂੰ ਕਹਿੰਦਾ ਜਿੱਦਾਂ ਹੋਈ ਸਾਰੀ ਸਟੋਰੀ ਮੈਨੂੰ, ਇੱਕ ਮੇਰਾ ਲਾਸਟ ਨੇਮ ਮੈਂ ਯੂਜ਼ ਕਰਦਾ ਸੀ, ਕਹਿੰਦਾ ਪਹਿਲਾਂ ਮੈਨੂੰ ਇਹ ਦੱਸੋ ਸਿਟੀਜ਼ਨ ਕਿਉਂ ਨਹੀਂ ਬਣੇ ਅਜੇ ਤੱਕ 25 ਸਾਲਾਂ ਦੇ ਵਿੱਚ? ਇਸ ਗੱਲ ਤੋਂ ਡਰਦੇ ਕਿਤੇ ਵਿੱਚ ਕੱਢ ਨਾ ਲੈਣ। ਉਹ ਅੱਛਾ, ਉਹ ਹੁਣ ਵੀ ਤਾਂ ਕੱਢ ਹੀ ਲੈਣਾ ਸੀ, ਹੁਣ ਕੱਢੀ ਬੈਠੇ ਆ। ਟਰੈਵਲ ਦਾ ਪੰਗਾ ਲੈ ਲਿਆ, ਸਿਟੀਜ਼ਨ ਨਹੀਂ ਬਣੇ। ਹਾਂਜੀ, ਤੇ ਉਹਨੇ ਉਹ ਪੰਗਾ ਕਿੱਥੋਂ ਲਿਆ? ਤਾਂ ਅੱਗੇ ਤੇਰੇ 4 ਵਾਰੀ ਜਾਏ, 5 ਵਾਰੀ ਇੰਡੀਆ ਨੂੰ ਜਾ ਕੇ ਆਏ ਆ, ਤੇ ਅਸੀਂ ਤਾਂ ਚੱਲ ਹੁਣ ਕਿਹੜਾ ਕੋਈ ਪੁੱਛਦਾ, ਉਹ ਹੁਣ ਹੀ ਨਹੀਂ ਲੱਗਦਾ। ਸਿਟੀਜ਼ਨ ਕਿਉਂ ਨਹੀਂ ਬਣੇ? ਜੇ ਪਹਿਲਾਂ ਉਹ ਪੰਗਾ ਲੈ ਲਿਆ 4-5 ਵਾਰੀ, ਮਾਮਲਾ ਜਦੋਂ ਠੰਡਾ ਸੀਗਾ ਉਦੋਂ ਸਿਟੀਜ਼ਨ ਕਿਉਂ ਨਹੀਂ ਬਣੇ? ਉਦੋਂ ਕੰਮ ਸੌਖਾ ਹੋ ਜਾਣਾ ਸੀ। ਚਲੋ ਕੋਈ ਨਹੀਂ, ਹੁਣ ਕਰਕੇ ਦੇਖ ਲਓ ਟਰਾਈ ਬਾਅਦ। ਮੇਰੀ ਗੱਲ ਤਾਂ ਸੁਣ ਲਓ ਪੂਰੀ। ਫਿਰ ਮੈਨੂੰ ਕਹਿੰਦੇ ਵੀ
ਇੱਦਾਂ ਦਾ ਕਰਕੇ ਤੈਨੂੰ ਗ੍ਰੀਨ ਕਾਰਡ ਕਿੱਦਾਂ ਮਿਲਿਆ? ਮੇਰੀ ਵਾਈਫ ਮੇਰੇ ਨਾਲ ਸੀ ਖੜੀ, ਮੈਂ ਕਿਹਾ ਇਹਨਾਂ ਮੇਰੀ ਮੈਰਿਡ ਹੋਈ ਹੈ, ਗ੍ਰੀਨ ਕਾਰਡ ਲਿਆ ਮੈਂ। ਤੇ ਫਿਰ ਮੈਨੂੰ ਕਹਿੰਦਾ ਵੀ ਇੱਦਾਂ ਕਰਕੇ ਵੀ ਤੂੰ ਗ੍ਰੀਨ ਕਾਰਡ ਆਪਣਾ ਸਾਂਭ ਕੇ ਰੱਖ ਤੇ ਝੂਠ ਨਹੀਂ ਬੋਲਣਾ ਕਿਸੇ ਗੱਲ 'ਚ ਵੀ, ਤੇਰਾ ਸਾਰਾ ਕੁਝ ਸਾਡੇ ਕੋਲ ਇਸ ਵੇਲੇ ਹੈਗਾ ਆ। ਮੈਂ ਕਿਹਾ ਠੀਕ ਹੈ ਜੀ। ਜਾਣ ਦਿੱਤਾ ਉਹਨਾਂ ਨੇ ਫਿਰ ਤੁਹਾਨੂੰ? ਹੈ ਹਾਂ, ਉਹਨੇ ਫਿਰ ਸਟੈਂਪ ਲਾ ਕੇ ਮੈਨੂੰ ਕੱਢਦਾ। ਜਿਵੇਂ ਮੇਰੇ ਨਾਲ ਹੋਰ ਬੰਦੇ ਬਹੁਤ ਸੀ ਜਿਹਨਾਂ ਨੂੰ ਪੁੱਛ ਕਰ ਇਦਾਂ ਗੱਲਾਂ ਪੁੱਛੋ, ਕਈ ਬੰਦੇ ਪ੍ਰੀਤੀਕਲ ਵਾਲੇ ਗਏ ਸੁਣੋ ਘੇਰਿਆ ਸੀ, ਤੁਸੀਂ ਕਾਹਤੇ ਗਏ, ਕਈ ਬਹਾਨੇ ਲਾਈ ਜਾਂਦੇ ਲੋਕ। ਤੇ ਇਸ ਕਰਕੇ ਮੈਂ ਤੁਹਾਨੂੰ ਇਹ ਸਵਾਲ ਮੇਰਾ ਹੁਣ ਭਾਈ ਪੁੱਛਣਾ ਵੀ ਜਿੱਦਾਂ ਹੁਣ ਮੈਂ ਇੰਡੀਆ ਜਾਵਾਂ ਮੁੜ ਕੇ ਮੈਨੂੰ ਮੁੜ ਕੇ ਕੁਐਸਚਨ ਫਿਰ ਇਹ ਕਰਨਗੇ? ਬਿਲਕੁਲ ਹੋਊਗਾ, ਮੈਨੂੰ ਤਾਂ ਲੱਗਦਾ ਇਹ ਹੁਣ ਏਦਾਂ ਜਿਹੜਾ ਗ੍ਰੀਨ ਕਾਰਡ ਵਾਲਾ ਬੰਦਾ ਨਾ ਉਹਨੂੰ ਪ੍ਰੋਸੀਡਿੰਗ 'ਚ ਪਾਉਣਾ ਪੈਂਦਾ, ਰਿਮੂਵਲ ਪ੍ਰੋਸੀਡਿੰਗ 'ਚ। ਇਹ ਤੇ ਆਪਾਂ ਡਿਸਕਸ ਵੀ ਕੀਤਾ 42A ਦਾ LPR ਕੈਂਸਲੇਸ਼ਨ ਆਫ ਰਿਮੂਵਲ ਨਾ। ਸੋ ਕਈ ਗ੍ਰੀਨ ਕਾਰਡ ਵਾਲੇ ਵੀ ਹੈਗੇ, ਕਈ ਕਾਰਨਾਂ ਕਰਕੇ ਕਿਸੇ ਨੇ ਹੁਣ ਮੰਨ ਲਓ ਫੈਲਨੀ ਕਰਤੀ, ਕੁਛ ਕਰਤਾ। ਜਿਹੜਾ ਗ੍ਰੀਨ ਕਾਰਡ ਉਹ ਹਮੇਸ਼ਾ ਟੈਂਪਰੇਰੀ ਹੁੰਦਾ। ਹਾਂਜੀ, ਤੇ ਗ੍ਰੀਨ ਕਾਰਡ ਵਾਲਾ ਬੰਦਾ ਥੋੜਾ ਬਚਾ ਕੇ ਰਵੇ ਭਾਈ, ਪੰਗੇ ਨਾ ਲਵੇ, ਕਿਉਂਕਿ ਗ੍ਰੀਨ ਕਾਰਡ ਜਿਹੜਾ ਵਾਪਸ ਲਿਆ ਜਾ ਸਕਦਾ। ਤੇ ਉਹਨੂੰ ਵਾਪਸ ਲੈਣ ਲਈ ਪਰ ਇਦਾਂ ਕਿ ਜੱਜ ਮੋਰੇ ਤੁਹਾਨੂੰ ਜਿਹੜੀ ਪੇਸ਼ੀ ਹੈ ਹੁਣ ਉਹਨੂੰ ਕਰਨੀ ਪੈਣੀ ਹੈ। ਤੇ ਜਿੱਦਾਂ ਉਹਨਾਂ ਦਾ ਹਿਸਾਬ ਕਿਤਾਬ ਚੱਲਦਾ, ਤੁਸੀਂ ਦੱਸਿਆ ਕਿ 30 ਸਾਲ ਹੋ ਗਏ ਤੁਹਾਡਾ ਰੈਕਡ ਸਹੀ ਸੀਗਾ, ਤੇ ਅੱਜ ਕੱਲ ਜਿੱਦਾਂ ਪੀਡੀ ਪੂਡੀ ਦੇ ਦਿੰਦੇ ਆ ਕੋਰਟ 'ਚ, ਉਹ ਜਿਹੜਾ ਆਫਿਸਰ ਹੈ ਨਾ ਉਹਨਾਂ ਨੇ ਕੀ ਆਪਣੀ ਉਹਨਾਂ ਦੀ ਪ੍ਰੋਟੋਕਾਲ ਆ ਕਿ ਚੱਲ ਉਹਨਾਂ ਨੇ ਦੇਖ ਲੈਣਾ ਕਿ ਕਿੱਦਾਂ ਕਿ ਫੇਕ ਅਸਾਈਲਮ ਨਾਲ ਜਿੰਨੇ ਫਾਈਲ ਕੀਤਾ ਹੋਵੇ ਕਦੀ, ਤੇ ਉਹਨੂੰ ਤਕਰੀਬਨ ਉਹ ਜਾਣ ਦਿੰਦੇ ਆ ਹਨਾ। ਤੇ ਪਰ ਜਿੰਨੀ ਵਾਰੀ ਵੀ ਤੁਸੀਂ ਇਮੀਗ੍ਰੇਸ਼ਨ ਨਾਲ ਡੀਲ ਕਰਨਾ, ਮੰਨ ਲਓ ਤੁਸੀਂ ਆਣਾ ਜਾਣਾ, ਉਨੀ ਵਾਰੀ ਤੁਹਾਡਾ ਜਿਹੜਾ ਆਹ ਸਾਰਾ ਦਾਅ ਤੇ ਲੱਗਣਾ ਕਿ ਤੁਹਾਨੂੰ ਉਹ ਪ੍ਰੋਸੀਡਿੰਗ 'ਚ ਪਾਣ ਜਾਂ ਨਾ ਪਾਣ। ਠੀਕ ਹੈ, ਮਰਜ਼ੀ ਆ ਉਹਨਾਂ ਦੀ, ਫਿਰ ਮਰਜ਼ੀ ਆ ਉਹਨਾਂ ਦੀ। ਸੋ ਇਹ ਤੁਹਾਡੇ ਤੇ ਆ, ਤੁਸੀਂ ਅਗਲੀ ਵਾਰੀ ਵੀ ਜਾ ਸਕਦੇ ਆ, ਸੇਮ ਚੀਜ਼ ਹੋ ਸਕਦੀ ਆ। ਸਰਕਾਰ ਚੇਂਜ ਹੋ ਗਈ, ਉਹਨੇ ਕਹਿਣਾ ਨਹੀਂ ਟੰਗੋ ਇਹਨਾਂ ਨੂੰ, ਹਨਾ ਝੂਠ ਬੋਲਦੇ ਆ ਇਹਨਾਂ ਨੇ, ਟੰਗੋ ਸਾਰਿਆਂ ਨੂੰ। ਸੋ ਤੁਹਾਡਾ ਆਪਣਾ ਜਿਹੜਾ ਰਿਸਕ ਆ, ਤੇ ਤੁਹਾਨੂੰ ਪ੍ਰੋਸੀਡਿੰਗ 'ਚ ਜਿਹੜਾ ਪਾਇਆ ਜਾ ਸਕਦਾ। ਮੈਂ ਹੁਣ ਤੁਹਾਨੂੰ ਸ਼ੋਅ 'ਚ ਇਹ ਨਹੀਂ ਪੁੱਛੂੰਗਾ ਕਿ ਤੁਸੀਂ ਝੂਠ ਕੀ ਬੋਲਿਆ ਹੈਗਾ, ਪਰ ਇਦਾਂ ਕਿ ਜਿਹੜੇ ਨਾਂ ਵਾਲੇ ਕੇਸ ਹੈ ਨਾ, ਉਹਦੀ ਬੜੀ ਇੱਕ ਸਿੰਪਲ ਜੀ ਚੀਜ਼ ਹੁੰਦੀ ਆ। ਬੰਦੇ ਨੇ ਇਹੀ ਦੱਸਣਾ ਹੁੰਦਾ ਕਿ ਮੈਂ ਆ ਵੀ ਜਿਹੜਾ ਨਾਂ ਪਹਿਲਾਂ ਵਰਤਿਆ ਸੀਗਾ, ਇੰਨੀ ਗੱਲ ਸਿਰਫ ਹੁੰਦੀ ਆ ਕਿ ਮੈਂ ਵੀ ਪਹਿਲਾਂ ਨਾਂ ਜਿਹੜਾ ਵਰਤਿਆ ਸੀਗਾ, ਅਦਰ ਨੇਮਸ ਯੂਜ਼ ਏਲੀਅਸ। ਜੇ ਸਿਟੀਜ਼ਨ ਦਾ ਤੁਸੀਂ ਪੰਗਾ ਲੈਣਾ ਵਾ, ਤੇ ਅਸਾਈਲਮ ਦਾ ਹੁਣ ਜਿਹਨੇ ਝੂਠ ਬੋਲਿਆ ਉਹ ਬੰਦੇ ਤੇ ਤਾਂ ਹਮੇਸ਼ਾ ਬਾਰ ਲੱਗ ਜਾਂਦੀ ਹੈ। ਜੇ ਕੋਈ ਤੁਹਾਡਾ ਉਹਦਾ ਨਾਂ ਨੂੰ ਦਾ ਮਸਲਾ ਸੀਗਾ, ਤੁਸੀਂ ਜਦੋਂ ਸਿਟੀਜ਼ਨ ਅਪਲਾਈ ਕਰਨੀ ਆ ਤੁਸੀਂ ਕਰ ਸਕਦੇ ਆ, ਪਰ ਉਹਨਾਂ ਦੇ ਰੈਕਡ 'ਚ ਹੁਣ ਹੈਗਾ ਸਾਡੇ ਕੋਲ ਇਦਾਂ ਦੇ ਕਈ ਐਕਚੁਅਲੀ ਕੇਸ ਹੈਗੇ ਆ। ਇਮੀਗ੍ਰੇਸ਼ਨ ਜਿਹੜੀ ਕੀ ਕਹਿੰਦੀ ਆ, ਉਹ ਕਹਿੰਦੇ ਤੈਨੂੰ ਸਿਟੀਜ਼ਨ ਨਹੀਂ ਦੇਣੀ, ਤੂੰ ਗ੍ਰੀਨ ਕਾਰਡ ਵੀ ਝੂਠ ਬੋਲ ਕੇ ਲਿਆ, ਕਿਉਂਕਿ ਤੂੰ ਉਹਦੇ ਵਿੱਚ ਆਪਣਾ ਅਸਲੀ ਨਾਮ ਨਹੀਂ ਲਿਖਿਆ, ਤੇ ਤੇਰਾ ਜਿਹੜਾ ਗ੍ਰੀਨ ਕਾਰਡ ਆ ਉਹ ਵੀ ਵਾਪਸ ਲਿਆ ਜਾ ਸਕਦਾ, ਕਿਉਂਕਿ ਗ੍ਰੀਨ ਕਾਰਡ ਦੇ ਐਪਲੀਕੇਸ਼ਨ ਦੇ ਵਿੱਚ ਅਦਰ ਨੇਮ ਯੂਜ਼ ਦੇ ਵਿੱਚ ਨਾਂ ਨਹੀਂ ਭਰਿਆ। ਸੋ ਜਿੱਦਾਂ ਹੁਣ ਤੁਹਾਡੇ ਵਾਲੇ ਜਿਹੜੇ ਇਹ ਕੇਸ ਹੈ ਨਾ, ਇਹ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ। ਫਿਰ ਤੁਹਾਡੀ ਵਾਈਫ ਨੂੰ ਫਿਰ ਦੁਬਾਰਾ ਤੋਂ ਨਵੇਂ ਸਿਰਿਓਂ ਕਰਨਾ ਪੈਣਾ, ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਜੇ ਅਸਾਈਲਮ ਕਿਸੇ ਦਾ ਝੂਠ ਹੋਇਆ, ਫ੍ਰਿਵਲਸ ਅਸਾਈਲਮ ਬਾਰ, ਫਿਰ ਤਾਂ ਕੁਝ ਨਹੀਂ ਮਿਲਣਾ ਹੋਰ। ਜੇ ਕੋਈ ਉੱਦਾਂ ਕੋਈ ਹੋਰ ਛੋਟੇ ਮੋਟੇ ਝੂਠ ਸੀਗੇ, ਉਹਦੇ ਲਈ ਬੰਦਾ ਵੇਵਰ ਲੈ ਸਕਦਾ, ਪਰ ਅਸਾਈਲਮ ਵਗੈਰਾ ਦੇ ਲਈ, ਫਰਾਡ ਵਗੈਰਾ ਦੇ ਲਈ ਉਹਦੇ ਵੇਵਰ ਨਹੀਂ ਤੁਹਾਨੂੰ ਮਿਲ ਸਕਦੇ। ਸੋ ਇਹ ਤੁਸੀਂ ਹੁਣ ਦੇਖ ਕੇ ਫੈਸਲਾ ਕਰੋ ਕਿ ਤੁਹਾਨੂੰ ਜਾਣ 'ਚ ਫਾਇਦਾ ਹੈਗਾ ਕਿ ਨਹੀਂ ਹੈਗਾ, ਹਨਾ। ਜੀ ਚਲੋ, ਥੈਂਕ ਯੂ ਸਟੋਰੀ ਸ਼ੇਅਰ ਕਰਨ ਦੇ ਲਈ। ਵੇਕਅਪ ਕਾਲ ਹੀ ਆ ਜੀ ਇਹ, ਬਾਕੀ ਸਾਰਿਆਂ ਦੇ ਲਈ ਵੀ ਜਿਹੜੇ 30 ਸਾਲ ਕਿੰਨਾ ਜੋ ਵੀ ਹੈ ਨਾ। ਮੈਂ ਕਿਹਾ ਲੋਕੀ ਤਾਂ ਏਦਾਂ ਪੁੱਛਦੇ ਕਿ 5 ਸਾਲ ਪਹਿਲਾਂ ਐਮਬੈਸੀ 'ਚ ਪੇਪਰ ਭਰੇ ਸੀ, ਇਹਨਾਂ ਨੂੰ ਫਾਈਲਾਂ ਦਿਖ ਜੂਗੀਆਂ ਕਿ ਨਹੀਂ ਦਿਖ ਜੂਗੀਆਂ। ਇਦਾਂ ਦੇਖੋ ਜੀ, ਕਲੀਅਰ ਆ, ਇਹ ਆਪਾਂ ਦੱਸਦੇ ਵੀ ਰਹੇ ਆ, ਇਹ ਕਨਫਰਮ ਹੀ ਸੀਗਾ। ਹੁਣ ਜਿਹੜੀ ਟੈਕਨੋਲੋਜੀ ਆ, ਇਹਨਾਂ ਨੇ ਤਾਂ ਸਹਾਰਾ ਲੈਣਾ ਹੀ ਲੈਣਾ ਆ ਉਹਦੇ ਵਿੱਚ। ਜਿਹੜੇ ਅੱਜ ਇਸ ਟਾਈਮ ਤੁਸੀਂ ਕਈਆਂ ਨੇ ਕਈ ਕੁਛ ਜਿਹੜੇ ਆ ਇੱਥੇ ਬਿਜ਼ਨਸ ਖੜੇ ਕਰ ਲਏ, ਬੜਾ ਕੁਛ ਆ, ਤੁਸੀਂ ਪੱਕੇ ਹੋ ਗਏ, ਗਾਂ ਪਰਿਵਾਰ ਨਿਆਣਿਆਂ ਦੇ ਵਿਆਹ ਵੀ ਕਰ ਲਏ। ਤੇ ਜੇ ਪਿੱਛੋਂ ਇਹ ਚੀਜ਼ ਕੋਈ ਨਿਕਲ ਆਉਂਦੀ ਆ, ਤਾਂ ਤੁਸੀਂ ਦੇਖੋ ਵੀ ਕਿੰਨੀ ਤੁਹਾਡੇ ਲਈ ਮੁਸ਼ਕਲ ਆ। ਇਹ ਤਾਂ ਪਹਿਲੋਂ ਮੇ ਵੀ ਚੱਲ ਜਾਂਦਾ ਰਿਹਾ ਹੋਊਗਾ ਵੀ ਆਉਂਦੇ ਜਾਂਦੇ ਰਹੇ ਜੀ, ਕੋਈ ਨੇ ਕੋਈ ਪੁੱਛ-ਗਿੱਛ ਨਹੀਂ, ਪਰ ਇਹ ਹੁਣ ਦਿਸ ਇਜ਼ ਦ ਨਿਊ ਰਿਐਲਿਟੀ। ਲਾ ਇਵੈਂਚੁਅਲੀ ਕੈਚਿਸ ਅਪ, ਚਾਹੇ ਉਹ 3 ਦਹਾਕੇ ਲੇਟ ਆ, ਪਰ ਇਟ ਇਜ਼ ਕੈਚਿੰਗ ਅਪ। ਇਹ ਤੁਹਾਨੂੰ ਹਿਸਾਬ ਦੇ ਨਾਲ ਹੀ ਚੱਲਣਾ ਪੈਣਾ ਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਸਭ ਨੂੰ ਹੀ ਪਤਾ ਹੈ ਨਾ, ਚੇਂਜ ਵਾਲਾ ਮਸਲਾ ਬਹੁਤ ਜਿਹੜਾ ਆ ਉਹ ਹੁੰਦਾ ਰਿਹਾ। ਇੱਕ 'ਚ ਫੇਲ ਹੋਇਆ, ਦੂਜਾ ਨਾਂ ਬਣਾ ਲਿਆ, ਤੀਜਾ ਬਣਾ ਲਿਆ, ਇੱਦਾਂ ਕਰਦੇ ਰਹੇ ਆ। ਪਰ ਇਹ ਹੁਣ ਟਿੜਕੇ ਨਾ ਭਾਜੀ ਉਹਨਾਂ ਦੀ ਗੱਲ ਨੂੰ ਜਿਹੜਾ ਧਿਆਨ ਦੇ ਨਾਲ ਦੇਖ ਲਓ ਵੀ ਭਾਈ ਦੱਸ ਦਿਓ ਵੀ ਆਹ ਨਾਂ ਵੀ ਜਿਹੜੇ ਉਹ ਮੇਰੇ ਰਹੇ ਹੈਗੇ ਆ। ਸਾਡੀ ਤਾਂ ਕਿੰਨੇ ਸੁਣਨੀ ਆ, ਉਹਨੇ ਕਹਿਣਾ ਵਕੀਲ ਉਦਾਂ ਹੀ ਬੋਲਦਾ, ਮੇਰਾ ਰਿਸ਼ਤੇਦਾਰ ਸਹੀ ਦੱਸਦਾ। ਬਾਈ ਦੀ ਗੱਲ ਸੁਣੋ ਤੁਸੀਂ, ਜਿਹੜਾ 30 ਸਾਲ ਵਾਲਾ, ਇਹ ਤਾਂ ਅਸਲੀ ਐਕਸਪੀਰੀਅੰਸ ਆਪਣਾ ਦੱਸ ਰਿਹਾ ਕਿ ਕਿੱਡਾ ਪਹਿਲਾਂ। ਉਹ ਕਹਿੰਦਾ ਮੈਨੂੰ ਯਾਦ ਵੀ ਨਹੀਂ, ਕਹਿੰਦਾ ਏਦਾਂ ਹੋਇਆ ਸੀਗਾ। ਉਹਦੇ ਵੀ ਰੈਕਡ ਜਿਹੜੇ ਕੱਢ ਲਏ 4-5 ਵਾਰੀ, ਮੈਂ ਜਾ ਕੇ ਵੀ ਆਇਆ ਵਾ। ਏਦਾਂ ਦੇ ਹੁਣ ਜਿਹੜੇ ਗ੍ਰੀਨ ਕਾਰਡ ਵਾਲੇ ਆ, ਫਿਰ ਇਹੀ ਸਲਾਹ ਆ ਵੀ ਭਾਈ ਸਿਟੀਜ਼ਨ ਬਣ ਜਾਣ, ਫਿਰ ਉਹਨਾਂ ਨੂੰ ਇਹੀ ਫਿਰ ਹੋਊਗਾ ਵੀ। ਭਾਜੀ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਮੈਨੂੰ ਨਾਂ ਭੁੱਲ ਗਿਆ, ਇਹਨਾਂ ਨੇ ਇੱਕ ਆਪਰੇਸ਼ਨ ਕੀਤਾ ਸੀਗਾ ਆਪਣਾ, ਬੜੀ ਇੰਟਰਸਟਿੰਗ ਗੱਲ। ਠੀਕ ਹੈ, ਉਹਨਾਂ ਨੇ ਕੀਤਾ ਕਿ ਜਿੱਦਾਂ ਹੁਣ ਟੈਕਨੋਲੋਜੀ ਕੈਚਅਪ ਹੋ ਗਈ ਨਾ, ਬੰਦਿਆਂ ਨੇ ਨਾਂ ਨੂੰ ਜਿੱਦਾਂ ਬਦਲੇ ਸੀਗੇ, ਜਾਂ ਕਈ ਸਿਟੀਜ਼ਨ ਵੀ ਜਿਹੜੇ ਬਣੇ ਆ, ਸਿਟੀਜ਼ਨ ਜਿਹੜੇ ਬਣੇ ਬੰਦੇ ਆ ਜਿਹਨਾਂ ਕੋਲ ਪਾਸਪੋਰਟ ਹੈਗੇ ਆ, ਉਹ ਵੀ ਸਾਨੂੰ ਕਈ ਵਾਰੀ ਕੰਟੈਕਟ ਕਰਦੇ ਆ ਕਿ
ਉਹਨਾਂ ਤੇ ਕੇਸ ਪਾਤਾ ਉਹਨਾਂ ਨੇ, ਡਿਸਟ੍ਰਿਕਟ ਕ੍ਰਿਮੀਨਲ ਚਾਰजेस ਲਾਤੇ ਕਿ ਫਰਾਡ ਕੀਤਾ ਨੇ ਇਮੀਗ੍ਰੇਸ਼ਨ। ਸਿਟੀਜ਼ਨ ਬੰਦੇ ਬਣੇ ਹੋਏ ਦਾ। ਉਹ ਇਦਾਂ ਕਿ ਇੱਕ ਨਾ ਜਦੋਂ ਇਹਨਾਂ ਨੇ ਐਪਲੀਕੇਸ਼ਨ ਲਾਈ ਸੀ, ਫੋਟੋ ਲਾਈ ਹੁੰਦੀ ਜਿੱਦਾਂ ਆਪਣੀ ਹੁਣ ਫੇਸ਼ੀਅਲ ਰੈਕੋਗਨੀਸ਼ਨ ਸੌਫਟਵੇਅਰ ਜਿੱਦਾਂ ਆ ਗਿਆ ਜੀ ਕਿ ਇਹ ਬੰਦਾ ਹੁਣ 20 ਸਾਲ ਬਾਅਦ ਕਿੱਦਾਂ ਦਾ ਦੇਖ ਸਕਦਾ ਵਾ। ਉਹਨਾਂ ਨੇ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਅਪਲਾਈ ਕੀਤੀ ਕਿ ਇਹ ਬੰਦਾ ਹੁਣ ਕਿੱਦਾਂ ਦਾ ਵਿਖੂਗਾ। ਉਹਦੇ ਬੇਸ ਤੇ ਵੀ ਇਹਨਾਂ ਨੇ ਅੰਦਾਜ਼ੇ ਨਾਲ ਆਪਣੀਆਂ ਉਹਨਾਂ ਨੂੰ ਫਾਈਲਾਂ ਇਨਵੈਸਟੀਗੇਟ ਕਰਕੇ ਉਹ ਵਾਲੇ ਬੰਦਿਆਂ ਦੇ ਵੀ ਇਹਨਾਂ ਨੇ ਜਿਹੜੇ ਕੇਸ ਖੋਲੇ ਆ, ਸਿਟੀਜ਼ਨ ਜਿਹਨਾਂ ਦੇ ਕੋਲ ਪਾਸਪੋਰਟ ਹੈਗੇ ਆ, ਤੇ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਕ੍ਰਿਮੀਨਲ ਪ੍ਰੋਸੀਡਿੰਗਸ ਪਾਈਆਂ। ਉਹਦੇ ਵਿੱਚ ਉਹਨਾਂ ਨੇ ਜਿੱਦਾਂ 10 ਸਾਲ ਤੋਂ ਉੱਤੇ ਜੇਲ੍ਹ ਹੁੰਦੀ, ਉਹਨਾਂ ਨੇ ਪਹਿਲਾਂ ਕੀਤਾ ਕਿ ਤੁਹਾਡੀ ਆਹ ਜਿਹੜੇ ਚਾਰजेस ਆ ਉਹ ਤਾਂ ਹੁਣ ਉਹਨਾਂ ਨੇ ਪੂਰਾ ਕੱਢ ਕੇ ਲੈ ਕੇ ਆਉਂਦੇ ਫਿਰ 100%। ਉਹ ਕਹਿੰਦੇ ਕੇਸ ਫਾਈਟ ਕਰਨਾ ਜਾਂ ਕਿੱਦਾਂ ਗਿਲਟੀ ਪਲੀ ਕਰਨਾ। ਉਹਦਾ ਹੁਣ ਇਦਾਂ ਕਿ ਜੇ ਤੁਸੀਂ ਗਿਲਟੀ ਪਲੀ ਜੇ ਫਾਈਟ ਕਰਦੇ ਆ ਫਿਰ ਤੁਸੀਂ ਰਿਸਕ ਤੇ ਪੈਂਦੇ ਆ ਕਿ ਜੇਲ੍ਹ ਜੂਲ 'ਚ ਜਾਓਗੇ। ਜੇ ਤੁਸੀਂ ਗਿਲਟੀ ਪਲੀ ਕਰਦੇ ਆ, ਉਹ ਕਹਿੰਦੇ ਕਿ ਤੁਹਾਨੂੰ ਸਜ਼ਾ ਤੋਂ ਛੱਡ ਦਾਂਗੇ, ਤਾਂ ਗਿਲਟੀ ਪਲੀ ਕਰੋ ਕਿ ਆਹ ਫੈਲਨੀ ਹੈ, ਇਦਾਂ ਫਰਾਡ ਸੀਗਾ। ਫਿਰ ਜਦ ਤੁਸੀਂ ਗਿਲਟੀ ਪਲੀ ਕਰਦੇ ਹੋ, ਸਿਟੀਜ਼ਨਸ਼ਿਪ ਰਿਵੋਕ ਕਰਦੇ ਆ, ਫਿਰ ਗ੍ਰੀਨ ਕਾਰਡ ਮਗਰ ਆਉਂਦੇ ਆ, ਤਾਂ ਹੌਲੀ ਹੌਲੀ ਕਰਕੇ ਉਹ ਕੈਂਸਲ ਕਰਦੇ ਆ। ਤੇ ਫਿਰ ਉਸ ਤੋਂ ਬਾਅਦ ਹੈਗਾ ਡਾਕਟਰੀਨ ਹੈਗੀ ਫਰੂਟ ਆਫ ਪੋਇਜ਼ਨਸ ਟਰੀ, ਮਤਲਬ ਜ਼ਹਿਰੀਲੇ ਪੇੜ ਦੇ ਜਿਹੜੇ ਬੂਟੇ ਆ, ਫਲ ਹੈਗੇ ਆ, ਉਹ ਵੀ ਜ਼ਹਿਰੀਲੇ ਆ। ਫਿਰ ਉਹਨਾਂ ਨੇ ਜਿਹੜੇ ਜਵਾਕਾਂ ਨੇ ਗ੍ਰੀਨ ਕਾਰਡ ਲਏ ਸੀਗੇ, ਘਰ ਵਾਲੀ ਨੇ ਗ੍ਰੀਨ ਕਾਰਡ ਲਏ ਸੀ, ਫਿਰ ਉਹਨਾਂ ਨੂੰ ਕਰਦੇ ਆ ਕਿ ਨਹੀਂ ਤੇਰੇ ਘਰ ਵਾਲੇ ਦਾ ਇਦਾਂ ਸੀਗਾ, ਇਹਦੇ ਕਰਕੇ ਹੁਣ ਜਿਹੜਾ ਤੇਰਾ ਵੀ ਜਿਹੜਾ ਹੈਗਾ ਜੇ ਕਰਨ ਤੇ ਆ ਜਾਣ ਤਾਂ ਉੱਥੇ ਤੱਕ ਜਾ ਸਕਦੇ ਆ। ਪਰ ਜਿੱਦਾਂ ਬਾਈ ਨੇ ਦੱਸਿਆ ਕਿ ਉਹ ਕਹਿੰਦੇ ਤੇਰੇ ਬਾਰੇ ਸਾਨੂੰ ਸਾਰਾ ਕੁਝ ਪਤਾ, ਅੱਗੇ ਤਾਂ ਤੂੰ ਕਦੀ ਝੂਠ ਨਹੀਂ ਬੋਲਣਾ, ਕਿ ਸਾਰਾ ਕੱਢਿਆ। ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਸਾਡੇ ਕੋਲ ਅੱਜ ਦੀ ਤਰੀਕ 'ਚ ਤੈਨੂੰ ਐਲੇ ਤੇਰੇ ਨਾਲ ਡੀਲ ਕਰਨ ਦਾ ਟਾਈਮ ਨਹੀਂ ਹੈਗਾ, ਲਾਈਨ ਪਿੱਛੇ 에ਅਰਪੋਰਟ ਤੇ ਬਹੁਤ ਲੰਬੀ ਆ, ਤੂੰ ਚੱਲ ਜਾ ਅੱਜ, ਕੋਈ ਨਹੀਂ ਤੇਰੀ ਘਰ ਵਾਲੀ ਆ, ਤੈਨੂੰ ਜਾਣ ਦਿੱਤਾ ਅੱਜ, ਹਨਾ, ਮਾਫੀ ਨਹੀਂ ਤੈਨੂੰ ਦਿੱਤੀ। ਜਿੱਦਾਂ ਹੁਣੇ ਪੁੱਛਦੇ ਸੀਗੇ ਕਿ ਹੁਣ ਮੈਂ ਖੁੱਲਾ ਆ ਜਾ ਸਕਦਾ ਹੈਗਾ, ਨਹੀਂ, ਮਾਫ ਨਹੀਂ ਉਹਨਾਂ ਨੇ ਕੀਤਾ। ਉਹਨਾਂ ਨੇ ਬਸ ਇਹ ਹੈ ਕਿ ਸ਼ਿਕੰਜਾ ਉਹਨਾਂ ਨੇ ਜਿੱਦਣ ਟਾਈਟ ਕਰਨਾ ਉਦਣ ਉਹਨਾਂ ਨੇ ਕਰਨਾ। ਜਿੱਦਣ ਨਵੀਂ ਸਰਕਾਰ ਜੇ ਆ ਗਈ, ਉਹਨਾਂ ਨੇ ਕਹਿਣਾ ਚੱਕੋ ਇਹਨਾਂ ਦੇ ਸਾਰੇ ਕੇਸ ਖੋਲੋ, ਉਦਣ ਕੇਸ ਜਿਹੜੇ ਖੁੱਲ ਸਕਦੇ ਆ। ਆਪਣੇ ਕੋਲ ਕੇਸ ਇਦਾਂ ਦੇ ਵੀ ਆਏ ਆ ਕਿ ਸਗੇ ਭਰਾਵਾਂ ਨੇ ਦੂਜੇ ਦੇ ਖਿਲਾਫ ਭਾਨੀ ਮਾਰਤੀ ਕਿ ਇਹਦੀ ਅਸਾਲਮ ਦੀ ਫਾਈਲ 'ਚ ਇਦਾਂ ਸੀਗਾ, ਇਹਦੀ ਅਸਾਲਮ ਦੀ ਫਾਈਲ 'ਚ ਇਦਾਂ ਸੀਗਾ। ਵਾਓ। ਜਿਹੜੇ ਸੱਜਣ ਮਿੱਤਰ ਯਾਰ ਬੇਲੀ ਹੁਣ ਜੁੱਟ ਬਣਾ ਕੇ ਨਾਲ ਰਹਿੰਦੇ ਆ, ਗੱਡੀਆਂ ਮੋਟਰਸਾਈਕਲ ਇਕੱਠੇ ਝੂਟਦੇ ਆ, ਇਦਾਂ ਕਿ ਜਦੋਂ ਤੁਸੀਂ ਆਫਿਸ 'ਚ ਜਦੋਂ ਆਓ ਨਾ, ਤਾਂ ਇਦਾਂ ਕਿ ਸਗੇ ਭਰਾ ਨੇ 20 ਸਾਲ ਬਾਅਦ ਕੋਈ ਬਿਜ਼ਨਸ ਦਾ ਡਿਸਪਿਊਟ ਹੋ ਗਿਆ, ਉਹਦੇ ਕੋਲ ਰਾਜ ਸੀਗਾ, ਉਹਨੇ ਭਾਨੀ ਮਾਰਤੀ। ਉਹ ਇਦਾਂ ਕਿ ਜਿਹੜੀ ਕਿਹੜੀ ਇਨਫੋਰਮੇਸ਼ਨ ਆਪਣੀ ਕੇਸ ਦੀ ਕੌਨਫੀਡੈਂਸ਼ੀਅਲ ਆ, ਕਿਹਨੂੰ ਦੱਸਣੀ ਆ। ਇਹ ਜਿਹੜੀਆਂ ਦੋਸਤੀਆਂ ਵੀ ਕਈ ਵਾਰੀ ਟਾਈਮ ਦੀਆਂ ਹੁੰਦੀਆਂ। ਬਿਲਕੁਲ ਧਿਆਨ ਦੇ ਨਾਲ। ਚਲੋ ਇਹ ਬਹੁਤ ਇੰਪੋਰਟੈਂਟ ਗੱਲ ਦੱਸੀ ਆ ਅਟਾਰਨੀ ਟਿਰਕੀਆਨਾ ਹੋਣਾ ਨੇ। ਇਹ ਬੰਨਣ ਵਾਲੀ ਜਿਹੜੀ ਗੱਲ ਆ, ਦਿਮਾਗ ਦੇ ਨਾਲ ਪੱਲੇ ਬੰਨੋ। ਬਹੁਤ ਸਾਰੇ ਇਦਾਂ ਦੇ ਜਿਹੜੇ ਉਹ ਕੇਸਿਸ ਹੈਗੇ ਆ, ਜੇ ਕਰਨ ਤੇ ਆਉਣ ਤਾਂ ਬਹੁਤ ਕੁਛ ਇਹ ਕਰ ਸਕਦੇ ਆ, ਬਾਕੀ ਇਹ ਉਹਨਾਂ ਦੀ ਮਰਜ਼ੀ ਆ। ਅਗਲੇ ਜਿਹੜੇ ਕੁਝ ਕਾਲਸ ਆਪਾਂ ਜਿਹੜੀਆਂ ਉਹ ਲੈਂਦੇ ਆ। ਅਮਨ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਵਾਲ ਤਾਂ ਮੇਰਾ ਨਿੱਕਾ ਜਿਹਾ, ਬਟ ਮੈਂ ਧੰਨਵਾਦ ਕਰਨ ਲਈ ਕਾਲ ਕੀਤੀ ਹੈਗੀ। ਬਹੁਤ ਬਹੁਤ ਧੰਨਵਾਦ ਜੀ। ਤੇ ਜਦੋਂ ਵੀ ਹਰ ਇੱਕ ਸੈਟਰਡੇ ਦੀ ਨਾ ਵੇਟ ਏਦਾਂ ਰਹਿੰਦੀ, ਜਿਵੇਂ ਕਿ ਵੈਬ ਸੀਰੀਜ਼ ਦਾ ਮੂਵੀ ਦੀ ਵੇਟ ਰਹਿੰਦੀ ਸੈਕੰਡ ਪਾਰਟ ਦੀ, ਇੱਕ ਫੀਲਿੰਗ ਜੀ ਜੁੜ ਗਈ। ਮੈਂ ਤੁਹਾਨੂੰ ਹੱਥ ਗੱਲ ਸੁਣਾ ਤੇ ਬਾਈ ਦੇ ਪਰਸਨਲ ਨੰਬਰ ਤੇ ਵੀ ਵੀਡੀਓ ਬਣਾ ਕੇ ਭੇਜੀ ਸੀ। ਪਿਛਲੇ ਸਾਲ ਅਸੀਂ ਆਪਣਾ ਹਵਾਈ ਗਏ, ਮੈਂ ਉੱਥੇ ਵੀ ਪ੍ਰੋਗਰਾਮ ਦੇਖੀ ਜਾਵਾਂ। ਮੇਰੇ ਵਾਈਫ ਕਹਿੰਦੇ ਵੀ ਇਹ ਕੀ ਕਰਦਾ, ਵੀ ਠੀਕ ਨਹੀਂ ਗਾ, ਉਹਨਾਂ ਨੂੰ ਪਤਾ ਮੈਂ ਦੇਖਦਾ ਰਹਿਣਾ ਪ੍ਰੋਗਰਾਮ, ਹਨਾ। ਚਲੋ ਬੋਰਨਾਂ ਨੇ ਇੱਥੇ ਤੇ ਪੰਜਾਬੀ ਨਹੀਂ ਬੋਲਦੇ। ਫਿਰ ਮੈਂ ਮਨ 'ਚ ਸੋਚਿਆ, ਮੈਂ ਲੈ ਵੀ ਭਗਵਾਨ ਨੇ ਤੈਨੂੰ ਕੀ ਪਤਾ ਵੀ ਕਿੰਨਾ ਕੁ ਨਜ਼ਾਰਾ ਹੁੰਦਾ ਇਹਨਾਂ ਦਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇੱਧਰੋਂ ਉੱਧਰੋਂ ਬਹੁਤ ਕੁਛ ਪਤਾ ਲੱਗਦਾ, ਹਨਾ, ਤੇ ਜੁੜੇ ਹੋਏ ਆਂਗੇ। ਤੇ ਨਿੱਕਾ ਜਿਹਾ ਸਵਾਲ ਇਹ ਸੀ ਬਾਈ ਜੀ, ਤੇ ਬੰਦੇ ਨੇ ਆਪਣਾ ਬਾਰਡਰ ਕ੍ਰਾਸ ਕੀਤਾ ਸੀਗਾ ਤੇ ਸਾਲ ਦੇ ਵਿੱਚ ਅਸਾਈਲਮ ਲਾਇਆ ਸੀ। ਜੇ ਉਹ ਪੀਡੀ ਲੈਂਦਾ, ਪੀਡੀ ਲੈਣ ਤੋਂ ਬਾਅਦ ਟਰੈਵਲ ਡਾਕੂਮੈਂਟ ਮਿਲ ਸਕਦਾ ਜੀ? ਇਹ ਸਵਾਲ ਸੀਗਾ। ਥੈਂਕ ਯੂ ਬਾਈ ਜੀ। ਪੀਡੀ ਲੈਣ ਤੋਂ ਬਾਅਦ ਭਾਜੀ ਟਰੈਵਲ ਡਾਕੂਮੈਂਟ ਮਿਲ ਵੀ ਸਕਦਾ। ਟਰੈਵਲ ਡਾਕੂਮੈਂਟ ਦੀ ਜਿਹੜੀ ਨਾ ਗਰੰਟੀ ਨਹੀਂ ਹੁੰਦੀ ਕੋਈ। ਤੇ ਪੀਡੀ ਲੈਣ ਤੋਂ ਬਾਅਦ ਨਾ ਉਹ ਜਿਹੜਾ ਬੰਦਾ ਪੀਡੀ ਲੈਣ ਤੋਂ ਬਾਅਦ ਉਹ ਅਸਾਈਲਮ ਆਫਿਸ 'ਚ ਆਪਣਾ ਜਿਹੜਾ ਅਸਾਈਲਮ ਦਾ ਕੇਸ ਲਾਵੇ, ਸਿੱਧੀ ਜੀ ਗੱਲ ਹੈ, ਹਨਾ। ਤੇ ਜੇ ਉਹ ਜਾਂ ਫਿਰ ਵਿਆਹ ਸ਼ਾਦੀ ਦੇ ਰਾਹ ਤੇ ਉਹ ਪੱਕਾ ਹੋਵੇ, ਤੇ ਅਮਰੀਕਾ 'ਚ ਹੀ ਬੜਾ ਕੁਛ ਹੈਗਾ ਘੁੰਮਣ ਲਈ। ਆਪਾਂ ਹੁਣ ਜਿੱਦਾਂ ਆਏ ਸੀਗੇ ਅਮਰੀਕਾ ਦੇ ਵਿੱਚ, ਬੜਾ ਕੁਛ ਹੈਗਾ ਘੁੰਮਣ ਲਈ। ਜੇ ਬੰਦਾ ਕੱਲੇ ਸਪੌਟ, ਲੇਕਾਂ ਲੁਕਾਂ, ਪਹਾੜ, ਉਹ ਤੇ ਇਦਾਂ ਕਿ ਟਰੈਵਲ ਦਾ ਰਿਸਕ ਨਾ ਲਵੇ ਬੰਦਾ, ਵਰਥ ਇਟ ਨਹੀਂ ਹੈਗਾ। ਤੇ ਇਹਦੇ ਵਿੱਚ ਇਦਾਂ ਕਿ ਜਿੱਦਾਂ ਹੁਣ ਕਿਸੇ ਦਾ ਕੈਨੇਡਾ ਦਾ ਜਾਂ ਮੈਕਸੀਕੋ ਦਾ ਜੇ ਵੀਜ਼ਾ ਹੈਗਾ ਕਿਸੇ ਕੋਲ ਇਦਾਂ ਦਾ, ਹਨਾ, ਲੀਗਲ ਵੀਜ਼ਾ ਕਿਸੇ ਦਾ ਲੱਗਾ ਵਾ, ਉਹ ਬੰਦਾ ਇਦਾਂ ਕਿ ਹੁਣ ਬਾਰਡਰ ਤੋਂ ਕਈ ਵਾਰੀ ਆਉਂਦਾ ਤੇ ਪੀਡੀ ਹੈਗੀ, ਤੇ ਬਾਰਡਰ ਤੇ ਉਹ ਜੇ ਸ਼ੋਅ ਕਰਦਾ ਕਿ ਆ ਮੈਨੂੰ ਟਰੈਵਲ ਡਾਕੂਮੈਂਟ ਜੇ ਮਿਲਿਆ, ਬਾਰਡਰ ਤੇ ਉਹਨੂੰ ਆਉਣ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਹੁੰਦੇ ਆ ਵਰਸਸ ਜਿਹੜਾ 에ਅਰਪੋਰਟ ਵਾਲਾ ਬਾਰਡਰ ਹੁੰਦਾ। ਸੋ ਟਰੈਵਲ ਨਾ ਕਰੇ। ਬਾਕੀ ਰਹੀ ਗੱਲ ਹਵਾਈ ਦੀ ਤੇ ਮੈਕਸੀਕੋ ਦੀ, ਸੋ ਇਦਾਂ ਆ ਕਿ ਕਿੰਨੇ ਸਾਰੇ ਜਿਹੜੇ ਇਹਦੇ ਵਿੱਚ ਸ਼ੋਅ ਆ ਨਾ,
ਇਹ ਆਪਾਂ ਵੀ ਮੈਕਸੀਕੋ ਤੋਂ, ਹਵਾਈ ਤੋਂ ਟਰੈਵਲ ਟਾਹੋ ਟੂਹੋ ਸਾਰਾ ਤਰੀਕਾ, ਸਾਰੀਆਂ ਵਰਕ ਦੇ ਨਾਲ ਜਿੱਦਾਂ ਤੁਸੀਂ ਕਹਿੰਦੇ ਆ ਕਿ ਟਰੈਵਲ ਦੇ ਨਾਲ ਸ਼ੋਅ ਮਿਕਸ ਕਰਤਾ, ਸਾਡਾ ਵੀ ਇਦਾਂ ਹੀ ਹੈ ਕਿ ਇਹ ਵੀ ਆਪਾਂ ਵੀ ਆਪਣੀ ਜ਼ਿੰਦਗੀ 'ਚ ਸਾਰਾ ਜਿਹੜਾ ਮਿਕਸ ਕਰਤਾ ਕਿ ਕਿੱਥੇ ਕੰਮ ਵਾਲੀ ਬ੍ਰੇਕ ਲੱਗਦੀ ਆ ਤੇ ਪਰਸਨਲ ਲਾਈਫ ਸ਼ੁਰੂ ਹੁੰਦੀ ਆ, ਪਰਸਨਲ ਲਾਈਫ ਦੀ ਬ੍ਰੇਕ ਲੱਗਦੀ ਆ ਤਾਂ ਕੰਮ ਸ਼ੁਰੂ ਹੁੰਦਾ। ਇਹ ਹੁਣ ਸਾਰਾ 7 ਦਿਨ ਜਿਹੜਾ ਕਾਲੋ ਮਿਕਸ ਹੀ ਆ ਕੰਮ, ਚੱਲੀ ਜਾਂਦਾ, ਪਤਾ ਹੀ ਨਹੀਂ ਲੱਗਦਾ। ਡਿਨਰ ਟੇਬਲ ਤੇ ਵੀ ਕਈ ਵਾਰੀ ਚੱਲਦਾ ਰਹਿੰਦਾ ਕੰਮ। ਲਾਈਨ ਕਾਫੀ ਧੁੰਦਲੀ ਹੋ ਗਈ ਹੈ ਵਾਲੀ। ਜਿਹੜੇ ਨਾਲ ਵਾਲੇ ਆ, ਜਿਹੜੇ ਫੈਮਿਲੀ ਮੈਂਬਰ ਆ, ਉਹ ਕਹਿੰਦੇ ਪਤਾ ਨਹੀਂ ਕਿਹੜੇ ਕੰਮਾਂ 'ਚ ਲੱਗਾ ਇਹ। ਸੇਵਾ ਹੋ ਰਹੀ ਹੈ ਜੀ ਲੋਕਾਂ ਦੀ, ਤੁਸੀਂ ਬਹੁਤ ਮਦਦ ਕਰ ਰਹੇ ਆ, ਥੈਂਕ ਯੂ ਤੁਹਾਡਾ, ਬੜੀ ਮਿਹਰਬਾਨੀ ਹੈ। ਤੇ ਅਗਲੇ ਕਾਲਰ ਲੈਣੇ ਆ ਅਰਜਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਜੀ। ਮੇਰੇ ਤਾਂ 2 ਛੋਟੇ ਕੁਐਸਚਨ ਹਨ। ਮੇਰਾ ਅਸਾਈਲਮ ਦਾ ਕੇਸ ਪਾਸ ਹੋਇਆ ਸੀ, ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ, ਆਲਮੋਸਟ ਸਾਲ ਹੋ ਗਿਆ ਜੀ, ਤੇ ਅਜੇ ਕੋਈ ਅਪਡੇਟ ਨਹੀਂ ਆਈ। ਤੇ ਇੱਕ ਦੂਸਰਾ ਕੁਐਸਚਨ, ਮੈਂ ਗ੍ਰੀਨ ਕਾਰਡ ਵੀ ਅਪਲਾਈ ਕੀਤਾ, ਉਹਦੇ ਉਹ ਮਜ਼ਦੂਰੀ ਆਪਣਾ ਸਰਵਿਸ ਸੈਂਟਰ ਦੇ ਵਿੱਚ, ਤੇ ਕਿੰਨਾ ਕੁ ਟਾਈਮ ਲੱਗਦਾ ਉਹਨੂੰ? ਸਾਲ ਹੋ ਗਿਆ ਭਾਜੀ, ਸਾਲ ਤੋਂ 3 ਸਾਲ ਦੇ ਵਿੱਚ ਹੀ ਆ ਤਕਰੀਬਨ ਜਿਹੜੇ ਗ੍ਰੀਨ ਕਾਰਡ। ਸਰਵਿਸ ਸੈਂਟਰ ਤੇ ਦੇਖੋ ਕੀ ਪ੍ਰੋਸੈਸਿੰਗ ਟਾਈਮ ਦੱਸਦਾ, ਟਰੈਵਲ ਡਾਕੂਮੈਂਟ ਵੀ ਸਾਲ ਕਦੇ ਲੱਗ ਛੱਗੇ ਆ ਜਾਂਦਾ। ਠੀਕ ਹੈ, ਕੋਈ ਇਨਕੁਆਇਰੀ ਪਾਉਣ ਦੀ ਲੋੜ ਤੇ ਨਹੀਂ ਹੈ ਟਰੈਵਲ ਡਾਕੂਮੈਂਟ ਦੀ? ਦੁਬਾਰਾ ਪੁੱਛੇ ਸਵਾਲ। ਕੁਐਰੀ ਪਾਉਣ ਦੀ ਲੋੜ ਨਹੀਂ ਕਹਿੰਦੇ? ਨਹੀਂ, ਜੇ ਆਊਟਸਾਈਡ ਪ੍ਰੋਸੈਸਿੰਗ ਟਾਈਮ ਆ ਤਾਂ ਹੀ ਉਹਨਾਂ ਨੇ ਕੁਐਰੀ ਐਂਟਰਟੇਨ ਕਰਨੀ ਹੈ, ਅਦਰਵਾਈਜ਼ ਠੀਕ ਹੈ ਜੀ। ਠੀਕ, ਥੈਂਕ ਯੂ, ਮਿਹਰਬਾਨੀ। ਗੁਰਜੋਤ, ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਜੈ ਸਰ ਨੇ 11 ਤਰੀਕ ਨੂੰ ਕੇਸ ਪਾਸ ਕਰਵਾਇਆ ਜਾਏਗਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਪਾਸ ਹੋਇਆ ਸੀਗਾ ਭਾਜੀ ਤੁਹਾਡਾ? ਭਾਜੀ ਆਪਣੇ ਤੁਹਾਡੇ ਕੋਲ ਕੇਸ ਲਾਇਆ ਸੀਗਾ ਸੈਨ ਫਰਾਂਸਿਸਕੋ ਭਾਜੀ, ਕੇਸ ਸੈਨ ਫਰਾਂਸਿਸਕੋ। ਹਾਂਜੀ ਹਾਂਜੀ, ਦੱਸੋ ਭਾਜੀ, ਵਧਾਈਆਂ ਤੁਹਾਨੂੰ। ਭਾਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੁਸੀਂ ਮੇਰਾ ਕੇਸ ਪਾਸ ਕਰ, ਤੁਸੀਂ ਭਾਜੀ ਉਹੀ ਜਿਹੜਾ ਕੇਸ ਆਪਣਾ ਕਿਹੜੇ ਮੁੱਦੇ ਤੇ ਹੋਇਆ ਜੀ, ਤੁਸੀਂ ਉਹ 9 ਤਰੀਕ ਨੂੰ ਡਿਸਕਸ ਕੀਤੀ ਸੀਗੀ ਜੀ 9 ਸਰਕਟ ਬਾਰੇ ਜੀ, ਤੇ ਉਹਦੇ ਤਹਿਤ ਮੇਰਾ ਭਾਜੀ ਕੇਸ ਪਾਸ ਹੋਇਆ ਜੀ। ਉਹ ਅੱਛਾ, ਮੈਟਰ ਆਫ ਸੀਜੀਟੀ ਵਾਲਾ ਜਿਹੜਾ ਸੀਗਾ? ਹਾਂਜੀ ਭਾਜੀ। ਅੱਛਾ, ਇਹਨਾਂ ਦਾ ਕੇਸ ਸੀਗਾ ਜਿਹੜਾ ਆਪਾਂ ਡਿਸਕਸ ਨਹੀਂ ਕੀਤਾ ਸੀਗਾ, ਇੱਕ ਉਦਾਂ ਹੀ ਜਿਹੜਾ ਸੈਟਰਡੇ ਨੂੰ ਜਿਹੜਾ ਡਿਸਕਸ ਕੀਤਾ ਭਾਜੀ, ਤੇ ਸਰਕਾਰੀ ਵਕੀਲ ਕਹੇ ਕਿ ਏਦਾਂ, ਮੈਂ ਕਿਹਾ ਇਹ ਤਾਂ ਲਾਅ ਪੜ੍ਹ ਕੇ ਨਹੀਂ ਆਈ, ਇਹ ਤਾਂ ਚੇਂਜ ਹੋ ਗਿਆ ਵਾਲਾ ਸੀਜੀਟੀ, ਉਹਦੇ ਥੱਲੇ ਕੇਸ ਸੀਗਾ ਇਦਾਂ ਹੁੰਦਾ। ਹਾਂਜੀ ਹਾਂਜੀ ਭਾਜੀ, ਚਲੋ ਥੈਂਕ ਯੂ ਗੁਰਜੋਤ, ਮਿਹਰਬਾਨੀ। ਹਾਂਜੀ ਭਾਈ, ਬੌਂਡ ਦੇ ਬਾਰੇ ਗੱਲ ਕਰਨੀ ਹੈ ਭਾਜੀ। ਬੌਂਡ ਭਰਿਆ ਸੀ, ਉਹ ਕਿੱਦਾਂ ਕੀ ਪ੍ਰੋਸੈਸ ਹੁੰਦਾ ਜੀ ਉਹਦਾ? ਬੌਂਡ ਭਾਜੀ ਆਪੇ ਹੀ ਵਾਪਸ ਕਰ ਦਿੰਦੇ ਆ ਇਹ, ਤੇ 6 ਤੋਂ 8 ਮਹੀਨੇ ਨਾਰਮਲ ਇਹਨਾਂ ਦਾ ਟਾਈਮ ਹੁੰਦਾ। ਬਾਕੀ ਜਿਹੜਾ ਉੱਤੇ ਆਈਸ ਵਾਲਿਆਂ ਨੇ, ਤੁਸੀਂ ਆਫਿਸ ਵੀ ਜਾ ਸਕਦੇ, ਤਾਂ ਦੱਸ ਦੋਗੇ ਕਿ ਕਿੱਥੇ ਜਾ ਕੇ ਐਪਲੀਕੇਸ਼ਨ ਵਗੈਰਾ ਦੇਣੀ ਹੁੰਦੀ ਹੈ ਜੇ ਐਕਸਪੀਡਾਈਟ ਉਹਨੂੰ ਕਰਨਾ ਵਾ। ਮੈਨੂੰ ਐਕਚੁਅਲੀ ਮੈਂ ਬੌਂਡ ਦੇ ਨਾਲ ਨਹੀਂ ਡੀਲ ਕਰਦਾ ਕਿ ਕਿੱਦਾਂ ਵਾਪਸ ਲੈਣੇ ਆ। ਪ੍ਰਾਈਸ ਵਾਲੇ ਆਫਿਸ ਤੁਸੀਂ ਜਾ ਕੇ ਆਪਣਾ ਆਰਡਰ ਲੈ ਕੇ ਜਾਓ, ਵਿਜ਼ਿਟ ਕਰ ਸਕਦੇ ਹੋ। ਉੱਦਾਂ ਜ਼ਿਆਦਾਤਰ ਇਹ 6 ਤੋਂ 8 ਮਹੀਨੇ ਚ ਆਪੇ ਵਾਪਸ ਮੋੜ ਦਿੰਦੇ। ਸਾਨੂੰ ਇੱਕ ਵਾਰੀ ਰੇਡੀਓ ਕਾਲਰ ਤੇ ਕਿਸੇ ਨੇ ਦੱਸਿਆ ਸੀਗਾ ਕਿ ਆਈਸ ਆਫਿਸ ਹੋ ਗਿਆ ਸੀਗਾ, ਤੇ ਉਹਨੇ ਉੱਥੇ ਇਨਕੁਆਇਰੀ ਪਾਤੀ ਸੀ, ਤੇ ਉਹਨਾਂ ਨੇ ਫਿਰ ਹੈਲਪ ਕਰਤੀ ਸੀ ਉਹਨਾਂ ਦੀ। ਠੀਕ ਹੈ ਜੀ, ਥੈਂਕ ਯੂ ਭਾਈ ਜੀ। ਹਾਂਜੀ ਥੈਂਕ ਯੂ। ਬਾਕੀ ਲੱਡੂਆਂ ਦਾ ਡੱਬਾ ਲੈ ਜਾਓ ਉਹਨਾਂ ਦੇ ਕੋਲ, ਮਿਹਰਬਾਨੀ। ਸ਼ੁਕਰੀਆ ਜੀ। ਅਗਲੇ ਕਾਲਰ ਅਰਜਨ, ਸਤਿ ਸ਼੍ਰੀ ਅਕਾਲ। ਹਾਂਜੀ ਅਰਜਨ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀਗਾ, ਮੇਰਾ ਫਰੈਂਡ ਸੀਗਾ ਜਿੱਦਾਂ ਮੇਰੇ ਨਾਲ ਆਇਆ 2016 ਦੇ ਵਿੱਚ, ਪਰ ਉਹ ਡਿਪੋਰਟ ਹੋ ਗਿਆ ਸੀ ਕੈਂਪ ਚੋਂ, ਉਹ ਵਾਪਸ ਆ ਸਕਦਾ ਕਿ ਨਹੀਂ ਭਾਜੀ? 2016 ਤੋਂ 5 ਸਾਲ ਦੀ ਉੱਤੇ ਡੈਪੂਟੇਸ਼ਨ ਲੱਗੀ ਹੋਣੀ। ਆਰਡਰ ਡਿਪੈਂਡ ਕਰਦਾ ਬੰਦੇ ਦਾ ਕਿ ਕਿਹੜਾ ਆਰਡਰ ਲੱਗਾ ਵਾ। 5 ਸਾਲ ਦੀ ਬਾਹਰ ਹੁੰਦੀ ਆ, ਤੇ ਕਿਸੇ ਨੂੰ ਲੱਗਾ ਵਾਈਟ ਪਾਸਪੋਰਟ ਬਣਾ ਕੇ ਚਾੜਤਾ ਸੀਗਾ ਜਿੱਦਾਂ ਉਹਨੂੰ। ਅੱਛਾ, ਸੁਣ ਲਓ ਹੁਣ ਮੇਰੀ ਗੱਲ, ਕਿੱਦਾਂ ਆ ਸਕਦਾ ਤਾਂ ਏਦਾਂ ਲੀਗਲ ਤਾਂ ਭਰਾਵਾ ਜਿਹੜਾ ਮਰਜ਼ੀ ਆਵੇ। ਜਿਹੜੀ ਹੁਣ ਤੂੰ ਪੁੱਛਦਾ ਕਿ ਜੇ ਬਾਰਡਰ ਟੱਪਣਾ ਵਾ, ਉਹਦੀ ਵਕੀਲ ਸਲਾਹ ਕੋਈ ਨਹੀਂ ਦੇ ਸਕਦਾ। ਤੇ ਉਹ 'ਚ ਹੁਣ ਜੇ ਕਿਸੇ ਨੂੰ ਗੋਲੀ ਪੈਂਦੀ ਆ, ਕਿਸੇ ਨੂੰ ਜਾਨ ਦਾ ਖਤਰਾ ਵਾ, ਉਹ ਹੁਣ ਉਹਨੇ ਦੇਖਣਾ ਕਿ ਗੋਲੀ ਖਾਣੀ ਆ ਕਿ ਭੱਜਣਾ ਉੱਥੋਂ ਦੀ। ਤੇ ਇਹਦੇ ਵਿੱਚ ਕੋਈ ਵਕੀਲ ਦੀ ਕੋਈ ਸਲਾਹ ਨਹੀਂ ਹੈਗੀ। ਇਹ ਤਾਂ ਆਪਣਾ ਬੰਦੇ ਦਾ ਉਹ ਆ ਕਿ ਜਿਹੜੇ ਵੀ ਦੇਸ਼ ਜਾ ਕੇ ਉਹ ਅਸਾਈਲਮ ਮੰਗਦਾ, ਦੁਬਾਰਾ ਦੱਸਦਾ ਕਿ ਆਪਣਾ ਕੀ ਹਿਸਾਬ ਕਿਤਾਬ ਸੀਗਾ, ਤੇ ਉਹਨੂੰ ਰੀਡਿਟਰਮੀਨੇਸ਼ਨ ਆ ਕਿ ਸੇਮ ਉਹਦਾ ਜਿਹੜੇ ਹੁੰਦੇ ਆ 5 ਸਾਲ ਵਾਲੀ ਬਾਰ, ਜੇ ਉਹ ਟੱਪ ਚੁੱਕਾ, ਦੁਬਾਰਾ ਉਹਨੂੰ ਵਾਕਈ ਕੋਈ ਖਤਰਾ ਹੈਗਾ ਤੇ ਬਾਰਡਰ ਤੇ ਜੇ ਉਹਨੂੰ ਪੁੱਛਦੇ ਆ, ਤੇ ਜੇ ਬਿਆਨ ਵੀ ਉਹ ਪਾਸ ਜੇ ਦੁਬਾਰਾ ਕਰਦਾ ਤਾਂ ਉਹਨੂੰ ਛੱਡ ਸਕਦੇ ਆ। ਨਹੀਂ ਤਾਂ ਫਿਰ ਉਹਨੂੰ, ਜੇ ਉਹਨੇ ਪਿਛਲੇ ਬਿਆਨ ਉਹਦੇ ਝੂਠੇ ਸੀਗੇ ਜਾਂ ਕੋਈ ਗੜਬੜ ਵਿੱਚ ਸੀਗੀ, ਡਿਪੈਂਡਿੰਗ ਕਿ ਉਹ ਵੀ ਉਹਦੇ ਖਿਲਾਫ ਜਿਹੜੇ ਵਰਤੇ ਜਾਣੇ ਆ। ਤੇ ਜੇ ਪਿਛਲੇ ਬਿਆਨ ਸਾਰੇ ਸਹੀ ਸੀਗੇ, ਨਜਾਇਜ਼ ਬੰਦੇ ਨੂੰ ਡਿਪੋਰਟ ਕੀਤਾ, ਹੁਣ ਫਿਰ ਕੋਈ ਨਵੀਂ ਚੀਜ਼ ਜੇ ਉਹਨਾਂ ਵਾਕਈ ਅਸਲੀ ਹੈਗੀ ਆ, ਤੇ ਫਿਰ ਉਹਨੂੰ ਛੱਡਿਆ ਵੀ ਜਾ ਸਕਦਾ। ਤੇ ਇਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ, ਮੈਂ ਤੇਰੇ ਸਵਾਲ ਦਾ ਜਵਾਬ ਇਹ ਨਹੀਂ ਹੈਗਾ ਕਿ ਆਹੋ ਵਕੀਲ ਨੇ ਕਹਿਤਾ ਆ ਜਾਓ ਬਾਰਡਰ ਟੱਪ ਲਓ, ਇਦਾਂ ਦਾ ਕੁਝ ਨਹੀਂ ਹੈਗਾ ਭਾਈ। ਨਾ ਉਹ ਇੱਥੇ ਜਿਹੜਾ ਤੁਹਾਡੇ ਲਾਗੇ ਬੰਨੇ ਦਾ ਦੇਸ਼ ਹੈਗਾ, ਉੱਥੇ ਆਪਣੀ ਜਾਨ ਬਚਾਉਣ ਲਈ ਅਸਾਈਲਮ ਮੰਗੋ। ਐਡੀ ਦੂਰ ਅਮਰੀਕਾ 'ਚ ਹੁਣ
ਆਪਣਾ ਤੁਹਾਡੀ ਉਹ ਆ, ਇਹਦੇ ਵਿੱਚ ਵਕੀਲ ਕੋਈ ਹਾਮੀ ਨਹੀਂ ਭਰ ਸਕਦਾ ਤੁਹਾਨੂੰ ਕਿ ਬਾਰਡਰ ਟੱਪੋ ਜਾਂ ਐਡੀ ਦੂਰ ਆਓ, ਹਨਾ ਜੀ। ਗੌਰਵ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਸੀਗਾ ਭਾਜੀ, ਮੋਸ਼ਨ ਟੂ ਐਡਵਾਂਸ ਨੂੰ ਕਿੰਨਾ ਟਾਈਮ ਲੱਗਦਾ ਭਾਜੀ, ਤੇ ਉਹਦਾ ਕੋਈ ਕੇਸ ਤੇ ਇਫੈਕਟ ਤੇ ਨਹੀਂ ਪੈਂਦਾ ਭਾਜੀ? ਮਿਨੀਮਮ ਜਿਹੜਾ ਟਾਈਮ ਉਹਦਾ ਲੱਗਦਾ ਹੈਗਾ 60 ਕੁ ਦਿਨ ਆਮ ਜੱਜ ਜਿਹੜੇ ਲੈ ਲੈਂਦੇ ਆ ਡਿਸੀਜਨ ਦੇਣ ਲਈ, ਘੱਟੋ ਘੱਟ। ਭਾਜੀ ਡੇਟ ਕਿੰਨੀ ਕੁ ਜਲਦੀ ਆ ਸਕਦੀ, ਕਹਿਣ ਦਾ ਮਤਲਬ ਮਹੀਨੇ 'ਚ 2 ਮਹੀਨੇ 'ਚ ਕਿੰਨਾ ਕੁ ਭਾਜੀ? ਇਹ ਤਾਂ ਜੱਜ ਤੇ ਡਿਪੈਂਡ ਕਰਦਾ ਕਦੋਂ ਦੀ ਉਹਨੇ ਦੇਣੀ ਹੈ, ਡਿਨਾਈ ਵੀ ਕਰ ਸਕਦਾ ਮੋਸ਼ਨ ਟੂ ਐਡਵਾਂਸ। ਤੇ ਉਹਦਾ ਭਾਜੀ ਆਪਣਾ ਕੋਈ ਪ੍ਰੂਫ ਭੇਜਦੇ ਨੇ ਭਾਜੀ ਆਪਣਾ ਵਾਪਸ, ਕਹਿਣ ਦਾ ਮਤਲਬ ਜਿਵੇਂ ਕੋਈ ਪ੍ਰੂਫ ਸੈਂਡ ਕਰਦੇ ਨੇ? ਮੋਸ਼ਨ ਦਾ ਗ੍ਰਾਂਟ ਜਾਂ ਡਿਨਾਈ ਦਾ ਹੀ ਭੇਜਦੇ ਆ ਪ੍ਰੂਫ। ਠੀਕ ਹੈ ਜੀ। ਔਰ ਭਾਜੀ ਪੀਡੀ ਮਿਲਣੇ ਦਾ ਚਾਂਸ ਤੇ ਨਹੀਂ ਹੁੰਦੇ ਭਾਜੀ ਇਹਦੇ 'ਚ, ਨਾ ਸਰਕਾਰੀ ਵਕੀਲ ਪੀਡੀ ਤੇ ਨਹੀਂ ਦੇ ਸਕਦਾ ਮੋਸ਼ਨ ਟੂ ਐਡਵਾਂਸ? ਬਿਲਕੁਲ ਦੇ ਸਕਦਾ, ਕਿਉਂ ਨਹੀਂ ਦੇ ਸਕਦਾ? ਸਰਕਾਰੀ ਵਕੀਲ ਦੀ ਮਰਜ਼ੀ ਹੈ, ਜੇ ਨਹੀਂ ਕੇਸ ਫਾਈਟ ਕਰਨਾ ਨਹੀਂ ਕਰਨਾ। ਉਹਦਾ ਨਾਮ ਹੈ ਪ੍ਰੋਸੀਕਿਊਟਰ ਡਿਸਕ੍ਰੈਸ਼ਨ, ਉਹਦੀ ਮਰਜ਼ੀ ਆ ਉਹਨਾਂ ਦੀ। ਇਹਨੂੰ ਤੁਸੀਂ ਪੀਡੀ ਨੂੰ ਆਰਗਿਊ ਕਰ ਸਕਦੇ ਆ, ਤੁਹਾਡੇ ਕੋਲ ਜੇ ਗਰਾਊਂਡ ਹੈਗੀ, ਜਿੱਦਾਂ ਕਿਸੇ ਦੀ ਘਰ ਵਾਲੀ ਜਵਾਕ ਮਗਰ ਆ, ਉਹ ਆਰਗਿਊ ਕਰ ਸਕਦਾ ਕਿ ਨਹੀਂ ਯਾਰ ਪੀਡੀ ਮੇਰਾ, ਜੇ ਪਿੱਛੇ ਇਮੀਡੀਏਟ ਫੈਮਿਲੀ ਮੈਂਬਰ ਆ ਉਹਨਾਂ ਤੇ ਆਰਗਿਊ ਕਰ ਸਕਦੇ ਆ। ਜੇ ਕਿਸੇ ਦਾ ਅਸਾਈਲਮ ਆਫਿਸ ਤੋਂ ਉੱਤੇ ਰੈਫਰਲ ਹੋਇਆ, ਉਹ ਆਰਗਿਊ ਕਰ ਸਕਦਾ। ਤੇ ਇੱਕ ਵਾਰੀ ਸਾਡੀ ਆਰਗੂਮੈਂਟ ਇਹ ਸੀਗੀ ਕਿ ਤਰੀਕ ਜਿਹੜੀ ਕੰਟੀਨਿਊ ਹੋਈ ਸੀਗੀ, ਪਹਿਲਾਂ ਇੱਕ ਤਰੀਕ ਪਈ ਸੀਗੀ, ਉਹਦੇ ਉੱਤੇ ਜੱਜ ਸਾਹਿਬ ਨੇ ਜਿੱਦਾਂ ਅੱਧੇ ਘੰਟੇ ਦੀ ਡਾਕੂਮੈਂਟ ਮਾਰਕ ਕੀਤੇ ਸੀ ਤੇ ਫਿਰ ਫਾਈਨਲ ਦਿੱਤੀ ਸੀ। ਫਾਈਨਲ ਤੇ ਆ ਕੇ ਸਰਕਾਰੀ ਵਕੀਲ ਕਹਿੰਦਾ ਪੀਡੀ। ਮੈਂ ਕਿਹਾ ਤਾਂ ਫਿਰ ਟਾਈਮ ਬਚਾਉਣ ਲਈ ਆ ਜੱਜ ਸਾਹਿਬ, ਇਹ ਤਾਂ ਆਪਣਾ ਪਹਿਲਾਂ ਨਹੀਂ ਇਹਨੇ ਮੰਗੀ ਪਿਛਲੀ ਵਾਰੀ ਜਿਹੜੀ ਅੱਧੇ ਘੰਟੇ ਦੀ ਸੀਗੀ। ਤਾਂ ਜੱਜ ਕਹਿੰਦੀ ਆਹੋ ਸਹੀ ਗੱਲ ਆ, ਪਹਿਲਾਂ ਕਿਉਂ ਨਹੀਂ ਮੰਗੀ ਤੁਸੀਂ? ਮੈਂ ਕਿਹਾ ਇਹ ਤਾਂ ਹੁਣ ਟਾਈਮ ਬਾਰਡ ਹੋ ਗਿਆ ਨਾ। ਤਾਂ ਜੱਜ ਅੱਜ ਤੇ ਡਿਪੈਂਡ ਕਰਦਾ। ਜੀ ਜੀ ਬਿਲਕੁਲ, ਥੈਂਕ ਯੂ। ਅਮਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਅਮਰਜੀਤ। ਭਾਜੀ ਮੈਂ ਨਾ ਵੀਜ਼ੇ ਤੇ ਆਇਆ ਸੀ ਤੇ ਮੈਂ ਆਪਣਾ ਜੁਲਾਈ ਦੇ ਵਿੱਚ ਮੇਰਾ ਕੇਸ ਫਾਈਲ ਹੋਇਆ ਅਸਾਈਲਮ ਦਾ। ਤੇ ਮੇਰਾ ਸਵਾਲ ਸੀ ਭਾਜੀ ਵੀ ਜਿੱਦਾਂ ਜਿਹੜੇ ਵਕੀਲ ਸਾਹਿਬ ਕੋਲ ਅਸੀਂ ਕੇਸ ਲਾਇਆ, ਉਹ ਕਹਿੰਦੇ ਵੀ 150 ਦਿਨ ਬਾਅਦ ਅਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ ਜੀ। ਤੇ ਕੋਈ ਏਦਾਂ ਦਾ ਲਾਭ ਭਾਜੀ, ਕੋਈ ਰੂਲ ਏਦਾਂ ਦਾ ਆਇਆ ਨਵਾਂ ਵੀ ਜਿਹੜਾ ਟੂਰ ਵੀਜ਼ੇ ਤੇ ਆਇਆ ਵੀ ਉਹ ਪਹਿਲਾਂ ਫਾਈਲ ਕਰ ਸਕਦਾ ਆਪਣਾ ਵਰਕ ਪਰਮਿਟ? ਨਹੀਂ, ਅਸਾਈਲਮ ਦੇ ਬੇਸ ਤੇ ਪੈਂਡਿੰਗ ਤੇ ਐਲੀਜੀਬਿਲਟੀ ਮਿਲਦੀ ਹੈ, ਇਦਾਂ ਟੂਰਿਸਟ ਵਾਲੇ ਵੀਜ਼ੇ ਨੂੰ ਕੋਈ ਹੱਕ ਨਹੀਂ ਹੈਗਾ। ਸਿਰਫ ਇੱਕ ਜਿਹੜੇ ਕਈ ਬੰਦੇ ਜਿਹੜੇ ਬਾਰਡਰ ਤੋਂ ਆ ਕੇ ਪੇਰੋਲ ਹੁੰਦੇ ਆ ਨਾ, ਡਿਪੈਂਡ ਕਰਦਾ, ਕਈ ਤਰ੍ਹਾਂ ਦੇ ਪੇਰੋਲ ਹੁੰਦੇ ਆ। ਕਈ ਜਿਹੜੇ ਪੇਰੋਲ ਹੁੰਦੇ ਆ ਉਹਨਾਂ ਤੇ ਬੰਦਾ ਵਰਕ ਪਰਮਿਟ ਪਹਿਲਾਂ ਅਪਲਾਈ ਕਰ ਸਕਦਾ ਹੁੰਦਾ, ਤੁਹਾਡਾ ਜਿਹੜਾ ਵੀਜ਼ੇ ਵਾਲਾ ਉਹ ਨਹੀਂ ਅਪਲਾਈ ਕਰ ਸਕਦਾ। ਸੋ ਕਈ ਬੰਦਿਆਂ ਨੂੰ ਪੇਰੋਲ ਤੇ ਵਰਕ ਪਰਮਿਟ ਅਪਲਾਈ ਕਰਨ ਦੀ ਆਪਸ਼ਨ ਹੁੰਦੀ ਹੈ ਪਹਿਲਾਂ ਅਸਾਈਲਮ ਲੱਗੇ ਤੋਂ, ਸੋ ਤੁਹਾਡੇ ਕੇਸ 'ਚ ਨਹੀਂ ਹੈਗਾ। ਠੀਕ ਹੈ। ਅੱਛਾ ਭਾਜੀ, ਇੱਕ ਚੀਜ਼ ਹੋਰ ਪੁੱਛਣੀ ਸੀ ਤੁਹਾਡੇ ਕੋਲੋਂ। ਮੇਰਾ ਨਾ ਜਿੱਦਾਂ ਮੇਰੀ ਸਿਸਟਰ ਨੇ ਇੱਥੋਂ 2012 ਦੇ ਵਿੱਚ ਅਪਲਾਈ ਕੀਤਾ ਸੀਗਾ F4 ਕੈਟਾਗਰੀ 'ਚ, ਭੈਣ ਭਰਾ ਵਾਲਾ, ਤੇ ਉਹ ਤੋਂ ਬਾਅਦ ਜਿੱਦਾਂ ਹੁਣ ਮੈਂ ਵੀਜ਼ੇ ਤੇ ਆਇਆ ਤੇ ਵੀਜ਼ੇ ਤੇ ਆ ਕੇ ਅਸਾਈਲਮ ਦੀ ਲਾਇਆ ਇੱਥੇ, ਤੇ ਉਹ ਕੇਸ ਤੇ ਕੋਈ ਅਸਰ ਤਾਂ ਨਹੀਂ ਪਏਗਾ? ਉਹ ਤੇ ਅਸਰ ਨਹੀਂ ਪੈਣਾ, ਪਰ ਜਦੋਂ ਤੁਹਾਡਾ ਨੰਬਰ ਆਣਾ ਤੁਹਾਨੂੰ ਉਹਦੇ ਲਈ ਕੰਟਰੀ ਛੱਡਣਾ ਪੈਣਾ ਜੇ ਉਹਦੇ ਥਰੂ ਪੱਕੇ ਹੁੰਦੇ ਆ ਫਿਰ। ਹਾਂਜੀ, ਤਦ ਤੱਕ ਤੁਹਾਡਾ ਅਸਾਈਲਮ ਚੱਲਦਾ ਰਹਿਣਾ ਚਾਹੀਦਾ। ਕਈ ਸਾਰੇ ਫੈਕਟਰ ਹੈਗੇ ਆ, ਉਹ ਤਾਂ ਉਹਦੀ ਵੇਟ ਕਰੋ, ਉਹ ਤਾਂ 2005 ਵਾਲੇ ਚੱਲਦੇ ਹੁਣ ਜੀ, ਕਾਫੀ ਸਮਾਂ। ਪਰਮ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਚਾਹੁੰਦਾ ਕਿ ਮੇਰੀ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ 40 ਦਿਨ ਰਹਿੰਦੇ ਆ ਕੋਰਟ ਡੇਟ ਦੇ ਵਿੱਚ, ਤੇ ਕੀ ਮੈਂ ਤੁਹਾਨੂੰ ਹਾਇਰ ਕਰ ਸਕਦਾ? ਡਾਕੂਮੈਂਟ ਜਮ੍ਹਾਂ ਹੋ ਗਏ ਸਾਰੇ ਕਿ ਨਹੀਂ ਅਜੇ? ਭਾਜੀ ਉਹ ਚੱਲ ਰਿਹਾ ਪ੍ਰੋਸੈਸ, ਜਿੱਦਾਂ ਮੇਰੇ ਕੋਲ ਰੈਡੀ ਹੈਗੇ ਨੇ ਆਲਮੋਸਟ ਸਾਰੇ ਡਾਕੂਮੈਂਟ ਜਿਹੜੇ ਸਬਮਿਟ ਕਰਾਉਣੇ, ਜੋ ਵੀ ਲੈਟਰਸ ਵਗੈਰਾ, ਸਪੋਰਟਿਵ ਐਵੀਡੈਂਸ, ਐਵਰੀਥਿੰਗ। ਕਰ ਸਕਦੇ ਆ, ਇੱਕ ਮਿੰਟ, ਇਹਦਾ ਹੁਣ ਕਿੱਦਾਂ ਕਰੀਏ? ਰਾਜਗੁਰੂ ਭਾਜੀ, ਇਹਦਾ ਤੁਹਾਡੇ ਕੋਲ ਦਾ ਨੰਬਰ ਹੈਗਾ, ਮੈਂ ਇਹ ਨਹੀਂ ਚਾਹੁੰਦਾ ਕਿ ਰੇਡੀਓ ਤੇ ਬੋਲਣ। ਤੁਸੀਂ ਮੈਨੂੰ ਟੈਕਸਟ ਕਰ ਦਿਓ। ਤੇ ਬਾਈ ਆਪਣਾ ਨਾਮ ਕੀ ਹੈ ਤੁਹਾਡਾ? ਪਹਿਲਾ ਨਾਮ ਦੱਸ ਦਿਓ, ਕੱਲਾ ਪਹਿਲਾ ਨਾਮ। ਹਾਂਜੀ ਮੇਰਾ, ਹਾਂਜੀ ਪ੍ਰਭਦੀਪ। ਪ੍ਰਭਦੀਪ, ਠੀਕ ਹੈ, ਕੋਈ ਨਹੀਂ, ਮੈਂ ਤੁਹਾਨੂੰ ਕਰ ਲੈਣਾ ਕੰਟੈਕਟ। ਚਲੋ ਓਕੇ ਜੀ, ਥੈਂਕ ਯੂ। ਇਹਦੇ ਵਿੱਚ ਇਦਾਂ ਜਿਹੜੇ 40 ਦਿਨ ਵਾਲੇ ਮੈਨੂੰ ਦੇਖਣਾ ਪੈਣਾ, ਇਹਦੇ ਵਿੱਚ ਆਪਣੀਆਂ ਤਰੀਕਾਂ ਸਟਾਫ ਤੋਂ ਮੈਨੂੰ ਨਾ ਜਿਹੜਾ ਪੁੱਛਣਾ ਪੈਂਦਾ ਕਿੱਦਾਂ। ਇਦਾਂ ਨਹੀਂ ਕਿ ਮੈਂ ਕਹਿ ਦਵਾਂ ਫੜ ਲਾਂਦਾ, ਸਟਾਫ ਨੇ ਕਹਿਣਾ ਸਾਡੇ ਸਿਰ ਬੋਝਾ ਪਾਤਾ। ਇਹ ਸਾਰਿਆਂ ਦੀ, ਸਾਡੀ ਟੀਮ ਦੀ ਰਲੀ ਮਿਲੀ ਡਿਸਕਸ਼ਨ ਆ, ਤੇ ਡਿਪੈਂਡ ਕਰਦਾ ਕਿ 40 ਦਿਨਾਂ ਦੇ ਵਿੱਚ ਅਗਲੇ ਕੇਸ ਲੋਡ ਕਿੱਦਾਂ, ਹਨਾ। ਤੇ ਸਟਾਫ ਦਾ ਜਿਹੜਾ ਹੈਗਾ ਉਹ ਮੇਨ ਜਿੱਦਾਂ ਵਰਕਰ ਆ, ਉਹ ਵੀ ਜਿੱਦਾਂ 에ਅਰਪੋਰਟ ਉਹਨਾਂ ਦੇ ਨਾਲ ਹੀ ਹੈ ਜੀ, ਟੀਮ ਦੇ ਨਾਲ। ਇਹਦਾ ਪਾਇਲਟ ਆ ਜਿਹੜਾ ਕਿ ਮੈਂ ਥੱਕ ਗਿਆ, ਮੈਨੂੰ ਸੋਣਾ ਜ਼ਰੂਰੀ ਆ ਕਿ ਕ੍ਰੈਸ਼ ਨਾ ਹੋਵੇ, ਉਦਾਂ ਹੀ ਉਹਨਾਂ ਦਾ ਹਿਸਾਬ ਕਿਤਾਬ ਆ। ਕੋਈ ਸਾਰਿਆਂ ਦਾ ਨਹੀਂ, ਜੇ ਦੇਖ ਕੇ ਕਿਹੜਾ ਕੀ ਕਿੱਦਾਂ, ਕਈ ਵਾਰੀ ਆਪਾਂ ਫੜ ਸਕਦੇ ਹਾਂ, ਕਈ ਵਾਰੀ ਨਹੀਂ ਵੀ ਫੜ ਸਕਦੇ ਹਾਂ। ਸੋ ਸਿੱਧੀ ਜੀ ਗੱਲ ਆ, ਜੇ ਨਹੀਂ ਫੜ ਸਕਦੇ ਤਾਂ ਇਹ ਬਾਈ ਨੂੰ ਆਪਾਂ ਸਿੱਧੇ ਦੱਸਾਂਗੇ ਕਿ ਯਾਰ ਤੂੰ ਨਵਾਂ ਵਕੀਲ ਕੀਤਾ, ਆਪਾਂ ਜੱਜ ਕੋ ਕੰਟੀਨਿਊਐਂਸ ਲੈਣੀ ਹੈਗੀ ਆ, ਤੇ ਜੇ ਕੰਟੀਨਿਊਐਂਸ 'ਚ ਤੈਨੂੰ ਚਾਹੀਦੀ ਆ ਤਾਂ ਕੱਲ ਨੂੰ ਇਹ ਨਹੀਂ ਕਹਿਣਾ ਕਿ ਮੇਰਾ ਤਰੀਕ ਅੱਗੇ ਕਰਾਤੀ ਜਾਂ ਕਿੱਦਾਂ ਕਰਾਤੀ। ਸੋ ਆਪਣੇ ਸਿੱਧੇ ਰੂਲ ਆ, ਜੇ ਆਪਾਂ ਕਰ ਸਕਦੇ ਹਾਂ ਆਪਾਂ ਕਰ ਦਾਂਗੇ, ਜੇ ਨਹੀਂ ਕਰ ਸਕਦੇ ਤਾਂ ਆਪਾਂ ਕੰਟੀਨਿਊਅਸ ਲੈਣੀ ਆ। ਤੇ ਫਿਰ ਉਹਦੇ ਵਿੱਚ ਬੰਦੇ ਨੇ ਹਾਮੀ ਭਰਨੀ ਕਿ ਠੀਕ ਆ, ਮੈਂ ਉਹ
ਵੇਟ ਕਰਨ ਨੂੰ ਤਿਆਰ ਆ, ਹਨਾ। ਸੋ ਇਹ ਚੀਜ਼ ਹੁੰਦੀ ਹੈ। ਠੀਕ ਹੈ। ਪਰਮ, ਅਗਲੇ ਦਾ ਵੀ ਨਾਮ ਪਰਮ ਹੀ ਆ। ਹਾਂਜੀ ਹਾਂਜੀ 209 ਏਰੀਆ ਕੋਡ ਜੀ ਤੁਹਾਡਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਪੁੱਛਣਾ ਸੀਗਾ, ਮੈਂ ਨਾ ਸਟੂਡੈਂਟ ਵੀਜ਼ੇ ਤੇ ਆਇਆ, ਮੈਨੂੰ ਤਕਰੀਬਨ 3 ਹਫ਼ਤੇ ਹੋ ਗਏ ਆ ਜੀ, ਤੇ ਮੈਂ ਅਸਾਈਲਮ ਅਪਲਾਈ ਕਰਨੀ ਸੀਗੀ, ਤੇ ਉਹਦਾ ਕੀ ਪ੍ਰੋਸੈਸ ਹੈਗਾ, ਕੀ ਸਿਸਟਮ, ਮੈਨੂੰ ਕੁਝ ਪਤਾ ਨਹੀਂ ਆ, ਦੱਸੋਗੇ ਪਲੀਜ਼? ਸਭ ਤੋਂ ਪਹਿਲਾ ਸਿਸਟਮ ਤਾਂ ਇਹੀ ਹੈ ਕਿ ਭਾਜੀ ਕਲੇਮ ਤੁਹਾਡਾ ਹੋਣਾ ਚਾਹੀਦਾ ਜੈਨੂਇਨ, ਹਾਂ ਜਾਂ ਨਾਲ ਆ ਕਿ ਭਾਈ ਖਤਰਾ ਹੈਗਾ ਕਿ ਨਹੀਂ ਹੈਗਾ। ਜੇ ਖਤਰਾ ਹੈਗਾ ਤਾਂ ਕੀ ਖਤਰਾ, ਕੀ ਕਲੇਮ ਆ ਤੁਹਾਡਾ। ਜੇ ਤੁਹਾਡਾ ਸਾਰਾ ਕੋਈ ਕਲੇਮ ਹੈਗਾ, ਵਾਕਈ ਤੁਹਾਡਾ ਜੈਨੂਇਨ ਇੱਕ ਕੇਸ ਆ, ਤੇ ਫਿਰ ਤੁਸੀਂ ਆਪਣਾ ਲਾਇਰ ਦੇ ਥਰੂ ਅਸਾਈਲਮ ਆਪਣਾ ਫਾਈਲ ਕਰ ਸਕਦੇ ਆ। ਤੇ ਉਹਦੇ ਵਿੱਚ ਸਾਰੇ ਫੈਕਟਰ ਜਿਹੜੇ ਤੁਹਾਡੀ ਬਾਇਓਡਾਟਾ ਕੀ ਸੀਗਾ, ਕਿੱਦਾਂ ਸੀਗਾ, ਕਿੱਥੇ ਰਹਿਣਾ ਸੀਗਾ, ਪੜ੍ਹਦਾ ਕਦੋਂ ਸੀਗਾ, ਅਮਰੀਕਾ ਦਾ ਵੀਜ਼ਾ ਕਦੋਂ ਅਪਲਾਈ ਕੀਤਾ ਸੀਗਾ, ਕਿੱਥੇ ਰਹਿਣਾ ਸੀਗਾ, ਕੀ ਪ੍ਰੋਬਲਮ ਸੀਗੀ, ਕਿਹੜੇ ਬੇਸ ਤੇ ਪ੍ਰੋਬਲਮ ਸੀਗੀ, ਉਹ ਵਾਲਾ ਸਾਰਾ ਉਹ ਹੈਗਾ। ਤਾਂ ਸਵਾਲ ਹੀ ਬੜਾ ਬਰੋਡ ਪੁੱਛ ਲਿਆ। ਇਹ ਤਾਂ ਇੱਦਾਂ ਆ ਕਿ 3 ਸਾਲ ਵਾਲੇ ਪ੍ਰੋਗਰਾਮ ਸਾਰੇ ਰੇਡੀਓ ਵਾਲੇ ਪੰਜਾਬੀ ਵਾਲੇ ਸੁਣ ਮੇਰਾ ਵੀਰ, ਫਿਰ ਤੈਨੂੰ ਆਪੇ ਹੀ ਪਤਾ ਲੱਗ ਜਾਣਾ। ਚਲੋ ਬਾਕੀ ਤੁਸੀਂ ਪੁਰਾਣੇ ਪ੍ਰੋਗਰਾਮ ਜ਼ਰੂਰ ਸੁਣ ਕੇ ਦੇਖ ਲਿਓ ਜੀ। ਤੇ ਜੇ ਤੁਸੀਂ ਉੱਦਾਂ ਕੰਸਲਟੇਸ਼ਨ ਕਰਨੀ ਆ, ਜੇ ਤੁਹਾਡਾ ਐਕਚੁਅਲ 'ਚ ਜੈਨੂਇਨ ਕੇਸ ਹੈਗਾ ਆ ਅਸਾਈਲਮ ਦਾ, ਜਿੱਦਾਂ ਕਿ ਯੈਸ ਨੋ ਵਾਲਾ, ਤਾਂ ਤੁਸੀਂ ਇਹਨਾਂ ਦੇ ਨਾਲ ਕੰਸਲਟ ਵੀ ਜਿਹੜਾ ਬਾਅਦ 'ਚ ਕਰ ਤੇ ਸਕਦੇ। ਜੇ ਨਹੀਂ ਹੈਗਾ ਤਾਂ ਜਿਹੜੇ ਸਟੂਡੈਂਟ ਵਾਲੇ ਆ, ਮੈਂ ਵੀ ਹੁਣ ਸਟੂਡੈਂਟ ਹੀ ਆਇਆ ਸੀਗਾ, ਹਾਲਾਂਕਿ ਅਸਾਈਲਮ ਦਾ ਕੰਮ ਵੀ ਜੇ ਕਰਦੇ ਹੈਗੇ ਤਾਂ ਅਸਾਈਲਮ ਵਾਲਾ ਕੇਸ ਆਪ ਨਹੀਂ ਲਾਇਆ ਕਦੀ। ਸਟੂਡੈਂਟ ਵਾਲਾ ਜਿਹੜਾ ਸੀਗਾ ਬਾਏ ਦਾ ਬੁੱਕ ਹੀ ਸੀਗਾ, ਉਹਦਾ ਬੜਾ ਸਿੰਪਲ ਜਿਹਾ ਰੀਜ਼ਨ ਸੀਗਾ, ਪਤਾ ਸੀਗਾ 15 ਸਾਲ ਲੱਗਣੇ, 15 ਸਾਲ ਗੁਲਾਮੀ ਕਰਨੀ ਪੈਣੀ ਕਿਸੇ ਬੌਸ ਦੀ, ਉਹਨੇ ਵੀਜ਼ਾ ਵੂਜ਼ਾ ਕਰਨਾ। ਪਰ ਇੱਦਾਂ ਹੈ ਕਿ ਕੱਲ ਨੂੰ ਕਿਸੇ ਦੀ ਲੱਤ ਨਹੀਂ ਆਪਣੇ ਉੱਤੇ ਹੈਗੀ ਕਿ ਇਹਨੇ ਅਸਾਈਲਮ ਲਾਇਆ, ਇਹਨੇ ਉੱਦਾਂ ਲਾਇਆ। ਸੋ ਇੱਦਾਂ ਕਿ ਜਿਹੜਾ ਸਟੂਡੈਂਟ ਵਾਲਾ ਵਾ, ਜੇ ਤਾਂ ਵਾਕਈ ਸਟੂਡੈਂਟ ਹੈਗੇ ਆ, ਪੜ੍ਹਨ 'ਚ ਯਕੀਨ ਰੱਖਦੇ ਆ, ਫਿਰ ਭਾਈ ਹਾਰਡ ਰਾਹ ਤੇ ਜਾਓ, ਸਟੂਡੈਂਟ ਬਣੋ, ਪੜ੍ਹੋ, ਵਰਕ ਪਰਮਿਟ ਲਓ, H1B ਲਓ, ਗ੍ਰੀਨ ਕਾਰਡ ਜਿਹੜਾ ਰਾਈਟ ਵੇ ਜਿਹੜੀ ਇਮੀਗ੍ਰੇਸ਼ਨ ਉਹ ਕਰੋ। ਉਹ ਸਬਰ ਦਾ ਫਲ ਆ, ਪਰ ਹੋਣਾ ਮਿੱਠਾ ਹੀ ਆ, ਪਰ ਉਹਨੂੰ ਲੱਗਣੇ 15 ਸਾਲ। ਨਹੀਂ, ਕਈ ਵਾਰੀ ਜਲਦੀ ਵੀ ਹੋ ਜਾਂਦਾ, ਕਈ ਵਾਰੀ ਕੋਈ ਵਿਆਹ ਵੀ ਹੋ ਜਾਂਦਾ ਬੰਦੇ ਦਾ, ਕੋਈ ਐਸੀ ਗੱਲ ਨਹੀਂ, ਕੋਈ ਪਤਾ ਨਹੀਂ ਲੱਗਦਾ ਹੁੰਦਾ। ਇਹ ਬੰਦੇ ਆਏ ਦੇ ਉੱਤੇ ਬਾਅਦ 'ਚ ਪਤਾ ਲੱਗਦਾ ਹੁੰਦਾ। ਕਈ ਰਾਹ ਹੁੰਦੇ ਆ, ਕਈ ਸ਼ਾਖਾਵਾਂ ਜਿਹੜੀਆਂ ਰੁਕਦੀਆਂ, ਜਿਹੜੀਆਂ ਬਣਦੀਆਂ ਜੀ। ਲਖਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਸੀਂ ਪੁੱਛਣਾ ਸੀਗਾ, ਮਾਤਾ ਨੇ ਸਿਟੀਜ਼ਨ ਹੋ ਕੇ ਆਪਣੇ ਬੇਟੇ ਦਾ ਅਪਲਾਈ ਕੀਤਾ ਸੀਗਾ 2010 ਦੇ ਵਿੱਚ ਜੀ। ਤਾਂ ਉਹਨਾਂ ਦੇ 2 ਬੇਟੀਆਂ ਆ, ਇੱਕ ਦਾ ਬਰਥ 97 ਆ, ਤਾਂ ਇੱਕ ਦਾ ਹੈਗਾ 99। ਤਾਂ ਉਹਨੂੰ ਪੁੱਛਿਆ ਵੀ 21 ਸਾਲ ਅਪਰੂਵਲ ਲੈਟਰ ਜਿੱਦਾਂ 15 ਦੇ ਵਿੱਚ ਆਇਆ ਸੀਗਾ। ਅੱਛਾ, ਸੋ 5 ਸਾਲਾਂ ਦੀ ਛੋਟ ਮਿਲ ਜਾਣੀ ਹੈ। ਹਾਂਜੀ, ਮੁੰਡਾ ਦਾ ਜਿਹੜੀ ਵੱਡੀ ਆ 97 ਵਾਲੀ, ਉਹਦੇ ਤਾਂ ਆਲਰੇਡੀ 21 ਹੋ ਗਏ, ਆਲਰੇਡੀ ਮਤਲਬ 6-7 ਮਹੀਨੇ ਉੱਪਰ ਹੋ ਗਏ ਆ। ਹਾਂਜੀ, ਜਦੋਂ ਤੁਹਾਡੀ ਇੰਟਰਵਿਊ ਆਣੀ ਨਾ, ਵੀਜ਼ਾ ਨੰਬਰ ਅਵੇਲੇਬਲ ਹੋਣਾ ਵਾ ਅਜੇ, ਕਿਉਂਕਿ 2009 ਦੇ ਚੱਲਦੇ ਨਾ, ਅਜੇ ਆਇਆ, ਅਜੇ ਨੰਬਰ ਕਰੰਟ ਨਹੀਂ ਹੋਇਆ। ਜਦੋਂ ਕਰੰਟ ਹੋਣਾ ਅਜੇ ਇਹਨੂੰ ਹੋਰ ਵੀ ਟਾਈਮ ਲੱਗ ਸਕਦਾ। ਤੇ ਜਦੋਂ ਵੀਜ਼ਾ ਨੰਬਰ ਅਵੇਲੇਬਲ ਹੋਇਆ ਜਿਹੜੇ ਤਰੀਕ ਨੂੰ, ਉਹ ਡੇਟ 'ਚ ਜਿੰਨੀ ਵੀ ਉਹਦੀ ਡੇਟ ਹੋਈ, ਉਹਨਾਂ 'ਚੋਂ ਏਜ ਹੋਈ, ਉਹ 'ਚੋਂ 5 ਸਾਲ ਮਾਈਨਸ ਹੋ ਜਾਣੇ ਆ, ਜਿੰਨੀ ਟਾਈਮ I-130 ਪੈਂਡਿੰਗ ਸੀਗਾ। ਸੋ ਉਹਦੇ ਵਿੱਚ ਫਾਇਦਾ ਹੋ ਸਕਦਾ, ਨੁਕਸਾਨ ਹੋ ਸਕਦਾ, ਡਿਪੈਂਡ ਕਰਦਾ ਹੁਣ ਕਿ ਵੀਜ਼ਾ ਕਦੋਂ ਕਰੰਟ ਹੁੰਦਾ, ਉੱਤੇ ਡਿਪੈਂਡ ਕਰਦਾ। ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਜਗਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਜਗਵੀਰ ਕੌਰ। ਹਾਂਜੀ ਹੈਗੇ ਕਿ ਚਲੀਏ ਅੱਗੇ? ਚਲੋ ਜੀ। ਹੈਲੋ। ਹਾਂਜੀ ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਮੇਰਾ ਕੁਐਸਚਨ ਸੀਗਾ ਵੀਰ ਜੀ ਨੂੰ, ਮੈਂ ਨਾ ਆਪਣੇ ਮਾਮ ਦੀ ਪਟੀਸ਼ਨ ਫਾਈਲ ਕੀਤੀ ਸੀਗੀ ਲਾਸਟ ਈਅਰ ਜੂਨ ਦੇ ਵਿੱਚ, ਤੇ ਉਹਨਾਂ ਨੇ ਮੇਰੇ ਤੋਂ ਲਾਈਕ ਐਵੀਡੈਂਸ ਮੰਗਿਆ ਸੀਗਾ ਟੈਕਸ ਦੇ ਪੇਪਰ। ਉਹ ਮਈ ਦੇ ਵਿੱਚ ਉਹਨਾਂ ਨੂੰ ਰਿਸੀਵ ਹੋ ਗਏ, ਉਸ ਤੋਂ ਬਾਅਦ ਕੁਛ ਆਇਆ ਨਹੀਂ ਹੈਗਾ। ਵੀ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ? ਇਹ ਕੁਐਸਚਨ। ਟੈਸਟ ਦੇ ਪੇਪਰ ਜਿਹੜੇ ਮੈਡੀਕਲ ਦੀ ਗੱਲ ਕਰਦੇ ਹੋ ਤੁਸੀਂ? ਲਾਈਕ ਪ੍ਰੂਫ ਆਫ ਐਵੀਡੈਂਸ ਟੈਕਸ ਦੀ ਗੱਲ ਕਰਦੇ ਨਾ ਤੁਸੀਂ? ਹਾਂਜੀ। ਤੇ US ਦੇ ਵਿੱਚ ਕੀਤਾ ਸੀਗਾ ਕਿ ਉਹ ਬਾਹਰ ਆ ਇੰਡੀਆ ਦੇ ਵਿੱਚ ਵੇਟ ਕਰਦੇ ਪਏ? ਨਹੀਂ, ਉਹ ਕੈਨੇਡੀਅਨ ਸਿਟੀਜ਼ਨ ਹੈ, ਵਿਦ ਇਨ US ਰੱਖ ਕੇ ਕੀਤਾ ਸੀਗਾ। ਤੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਫੋਲੋ ਅਪ ਕਰ ਲਓ। ਮੈਂ ਜ਼ਿਆਦਾਤਰ ਇਹ 4 ਮਹੀਨੇ ਦੇ ਵਿੱਚ ਜਵਾਬ ਦੇ ਦਿੰਦੇ ਆ RFE ਵਗੈਰਾ ਦਾ। ਤੇ ਤੁਸੀਂ ਉਹਨਾਂ ਨੂੰ ਕਾਲ ਕੀਤੀ ਨਹੀਂ ਵੀਰ ਜੀ, ਉਹਨਾਂ ਨੂੰ ਮੈਂ ਕਾਲ ਕੀਤੀ ਆ, ਉਹ ਕਹਿੰਦੇ ਤੁਹਾਡਾ ਲਾਈਕ ਵੀ ਕੇਸ ਅਪਰੂਵ ਹੋ ਗਿਆ ਹਨਾ ਉੱਥੋਂ, ਜਿਹੜਾ I-485 ਆ ਹਨਾ, ਪਰ ਉਸ ਤੋਂ ਬਾਅਦ ਕੁਛ ਨਹੀਂ ਆਇਆ ਹੈਗਾ। ਲਾਈਕ ਨਾ ਉਹਨਾਂ ਨੇ ਕੋਈ ਲੈਟਰ ਭੇਜੀ ਆ, ਸਟੇਟਸ ਚੈੱਕ ਕਰਦੇ ਆਨਲਾਈਨ ਸਟਿਲ ਸੇਮ ਹੁੰਦਾ ਆ ਵੀ ਤੁਹਾਡੇ। ਤੇ ਸਰਵਿਸ ਰਿਕੁਐਸਟ ਫਿਰ ਤੁਸੀਂ ਪੇਸ਼ ਕਰੋ, ਸਰਵਿਸ ਰਿਕੁਐਸਟ ਪਾਓ ਉਹਨਾਂ ਨੂੰ। ਆਵਾਜ਼ ਨਹੀਂ ਸੁਣਦੀ ਪਈ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਵਿੱਚ।
ਕੀਤੀ ਸੀ ਵੀਰ ਜੀ, ਮੇਰੇ ਮਦਰ ਇਨ ਲਾ ਦੀ ਅਪਾਇੰਟਮੈਂਟ ਉੱਥੇ ਹੈਗੀ ਨੈਕਸਟ ਵੀਕ, ਮੈਂ ਉਹਨਾਂ ਨੂੰ ਇਹ ਕੁਐਸਚਨ ਕਰ ਸਕਦੀ ਹਾਂ ਆਪਣੇ ਮਾਮ ਦੇ ਰਿਗਾਰਡਿੰਗ? ਨਹੀਂ, ਉਹਨਾਂ ਨੇ ਮਦਰ ਇਨ ਲਾਅ ਵਾਲੇ ਜਿਹੜੀ ਆ ਉਹਨਾਂ ਨੇ ਕਿਸੇ ਨੂੰ ਕਿਸੇ ਦੀ ਫਾਈਲ ਦੀ ਇਨਫੋਰਮੇਸ਼ਨ ਦੇਣੀ ਨਹੀਂ ਏਦਾਂ। ਤੇ ਮਦਰ ਇਨ ਲਾਅ ਦੀ ਤਾਂ ਤੁਹਾਡਾ ਤਾਂ ਕੋਈ ਰੋਲ ਹੀ ਨਹੀਂ ਵਿੱਚ, ਉਹ ਤਾਂ ਤੁਹਾਡੇ ਹਸਬੈਂਡ ਦਾ ਤੇ ਉਹਨਾਂ ਦਾ ਹੈਗਾ। ਉਹ ਤਾਂ ਆਫਿਸਰ ਨੇ ਇਹੀ ਕਹਿਣਾ ਕਿ ਤੁਸੀਂ ਸੈਪਰੇਟ ਕਰੋ। ਉਹ ਆਫਿਸਰ ਨੂੰ ਨਾਲੇ ਪਤਾ ਵੀ ਨਹੀਂ ਆ, ਉਹ ਕਿਹੜਾ ਕੋਈ ਪਰਸਨਲ ਲੈਵਲ ਤੇ ਤਾਂ ਨਹੀਂ ਉਹਨੇ ਕੁਝ ਕਰਨਾ। ਤੁਸੀਂ ਇਦਾਂ ਕਿ ਆਪਣੀ ਇਨਫੋਪਾਸ ਅਪਾਇੰਟਮੈਂਟ ਬਣਾ ਕੇ ਦੇਖ ਲਓ, ਜੇ ਬਾਹਲੀ ਗੱਲ ਆ ਤੁਹਾਨੂੰ ਇਨਫੋਪਾਸ ਅਪਾਇੰਟਮੈਂਟ ਦਿੰਦੇ ਆ। ਜ਼ਿਆਦਾਤਰ ਇਹਦੇ ਵਿੱਚ ਤੁਹਾਡਾ ਜਿਹੜਾ ਕਰਨਾ ਬਣਦਾ ਉਹ ਹੈਗਾ ਕਿ ਸਰਵਿਸ ਰਿਕੁਐਸਟ ਪਲੇਸ ਕਰੋ, ਉਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਤੁਸੀਂ। ਜੀ ਜੀ, ਥੈਂਕ ਯੂ। ਯਸ਼, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਅਮਰੀਕਾ 'ਚ ਹਾਂ, ਬੋਸਟਨ 'ਚ ਤੇ MA 'ਚ। ਤੇ ਮੈਂ ਨਾ ਭਾਜੀ ਆਪਣੇ ਵਕੀਲ ਕੋਲੋਂ ਪ੍ਰੋਵੀਡ ਕੋਡ ਦਾ ਮਤਲਬ ਕੇਸ ਲਗਵਾਇਆ ਸੀਗਾ। ਮੈਂ ਬਾਰਡਰ ਕ੍ਰੋਸ ਕਰਕੇ ਆਇਆ ਸੀ ਅਕਤੂਬਰ 'ਚ 2022 'ਚ। ਤੇ ਮੈਨੂੰ ਭਾਜੀ ਇਹਦੇ ਬਾਰੇ ਪ੍ਰੋਵੀਡ ਕੋਡ ਬਾਰੇ ਮਾੜਾ ਜਿਹੀ ਜਾਣਕਾਰੀ ਚਾਹੀਦੀ ਆ। ਮੈਂ ਗੱਲ ਨਹੀਂ ਸਮਝਿਆ, ਤੁਸੀਂ ਕੀ ਕਿਹਾ? ਮੈਸੇਜਿਸਟਸ 'ਚ ਹੈਗੇ ਆ? ਹਾਂਜੀ ਹਾਂਜੀ ਭਾਜੀ। ਤੇ ਬਾਰਡਰ ਤੇ ਤੁਸੀਂ 2 ਨੰਬਰ ਤੇ ਟੱਪ ਕੇ ਆਏ ਆ? ਹਾਂਜੀ ਹਾਂਜੀ। ਤੇ ਫੜੇ ਗਏ ਸੀਗੇ? ਹਾਂਜੀ ਹਾਂਜੀ। ਤੇ ਤੁਹਾਡੀ ਮਾਸਟਰ ਹੀਅਰਿੰਗ ਕਦੋਂ ਆ? ਮਾਸਟਰ ਹੀਅਰਿੰਗ ਮੇਰੀ 2024 'ਚ ਆ। ਅੱਛਾ, ਕਾਹਦੀ ਜਾਣਕਾਰੀ ਚਾਹੀਦੀ ਤੁਹਾਨੂੰ? ਪ੍ਰੋਬੇਟ ਕੋਡ? ਪ੍ਰੋਬੇਟ ਕੋਡ, ਹਾਂਜੀ, ਜਿਹੜਾ ਅੰਡਰ 21 ਚਾਈਲਡ ਲਈ ਆ। ਗਾਰਡੀਅਨ? ਪ੍ਰੋਬੇਟ ਕੋਡ ਨਹੀਂ, ਪ੍ਰੋਬੇਟ ਕੋਡ ਹੋਰ ਚੀਜ਼ ਹੁੰਦੀ ਆ। ਮੈਂ ਕਿਹਾ ਵੀ ਜ਼ਮੀਨ ਜਾਇਦਾਦ ਦਾ ਮਸਲਾ ਪੈ ਗਿਆ। ਜ਼ਮੀਨ ਜਾਇਦਾਦ ਦਾ ਮਸਲਾ ਵਾ। ਠੀਕ ਠੀਕ, ਨਹੀਂ ਜ਼ਮੀਨ ਜਾਇਦਾਦ ਦਾ ਤਾਂ ਮਸਲਾ ਨਹੀਂ ਹੈ। ਗਾਰਡੀਅਨ ਕੇਸ ਪੁੱਛਦੇ? ਜੁਵੇਨਾਈਲ ਕੋਰਟ ਹੁੰਦਾ ਭਰਾਵਾ, ਜੁਵੇਨਾਈਲ ਕੋਰਟ। ਹੋਰ ਹੀ ਪਾਸੇ ਨੂੰ ਤੁਰ ਚੱਲੇ ਸੀ ਵਕੀਲ, ਰਾਹ ਬੜੇ ਆ। ਉਮਰ ਕਿੰਨੀ ਆ ਤੁਹਾਡੀ? ਮੇਰੀ 20 ਸਾਲ ਆ ਜੀ। 20 ਸਾਲ? ਗਾਰਡੀਅਨ ਮਤਲਬ ਆ ਪਾਸ ਹੋ ਗਿਆ, ਮਤਲਬ ਇਹਨਾਂ ਨੇ ਕੋਰਟ ਵੱਲੋਂ ਪਾਸ ਆ, ਤੇ ਇਮੀਗ੍ਰੇਸ਼ਨ ਵਾਲਿਆਂ ਦਾ ਰਹਿੰਦਾ ਹਜੇ ਮਤਲਬ ਰਿਜ਼ਲਟ ਹੋਣਾ। ਇਮੀਗ੍ਰੇਸ਼ਨ ਵਾਲਾ ਜੇ ਰਹਿੰਦਾ, ਹਾਂ ਠੀਕ ਆ। ਫਿਰ ਜੇ 360 ਫਾਈਲ ਕਰਤਾ? 360, ਹਾਂਜੀ, ਉਹ 6-7 ਮਹੀਨੇ ਮੈਨੂੰ ਵਕੀਲ ਕਹਿੰਦੀ ਸੀ ਕਿ ਉਸ ਤੋਂ ਬਾਅਦ ਹੋਣਾ ਆ ਫਾਈਲ। ਨਹੀਂ, ਫਾਈਲ ਹੋ ਗਿਆ ਕਿ ਹੋਣਾ ਵਾ? ਅਜੇ ਨਹੀਂ, ਕਰ ਦਿੱਤਾ ਹੈ ਮਤਲਬ, ਪਰ ਉਹ ਵਰਕ ਪਰਮਿਟ ਲਈ ਕਹਿੰਦੇ ਪਏ ਨਾ ਤੁਸੀਂ। ਉਹ ਭਰਾਵਾ ਮੇਰਾ ਸਵਾਲ ਦਾ ਤਾਂ ਜਵਾਬ ਦੇ ਦੇ, ਅੱਗੇ ਵਧੀਆ ਨਾ ਵਰਕ ਪਰਮਿਟ ਤੇ। ਹਾਂਜੀ ਹਾਂਜੀ, ਕਰ ਦਿੱਤਾ। ਫਿਰ ਵੇਟ ਕਰ ਯਾਰ, ਵਰਕ ਪਰਮਿਟ ਤੇਰਾ ਆ ਜਾਣਾ। ਸਵਾਲ ਤਾਂ ਤੂੰ ਇਦਾਂ ਪੁੱਛਿਆ ਕਿ ਯਾਰ ਪ੍ਰੋਵੇਟ ਕੋਡ ਬਾਰੇ ਮੈਨੂੰ ਦੱਸੋ। ਸਾਰਾ ਤੇ ਪ੍ਰੋਸੈਸ ਕਰੀ ਬੈਠਾ ਤੂੰ। ਹੁਣ ਜੋ ਵੀ ਨਾਲ ਵਕੀਲ ਤੇਰੀ ਨੇ ਕਿਹਾ ਵੇਟ ਕਰ 6-7 ਮਹੀਨੇ, ਵਰਕ ਪਰਮਿਟ ਵੀ ਤੇਰਾ ਆ ਜਾਣਾ। ਫਿਰ ਇਹਦੇ ਨਾਲ ਇਦਾਂ ਕਿ ਜੇ 360 ਪਾਸ ਹੋ ਗਿਆ ਨਾ ਆਪਣਾ, ਜਿਹੜਾ ਉਹਨੂੰ ਇੱਕੋ ਚੀਜ਼ ਤੂੰ ਕਰਨੀ ਹੈ, ਜਿਹੜਾ ਅਸਾਈਲਮ ਦਾ ਕੇਸ ਹੈ ਨਾ ਉਹਨੂੰ ਵਿਡਰਾ ਕਰ ਲਓ। ਜੇ 360 ਤੁਹਾਡਾ ਜਦੋਂ ਪਾਸ ਹੁੰਦਾ ਨਾ, ਅਸਾਈਲਮ ਦਾ ਕੇਸ ਆਪਣਾ ਵਿਡਰਾ ਕਰ ਸਕਦੇ ਆ। ਜਿਹੜਾ ਵਰਕ ਪਰਮਿਟ ਆ ਉਹ ਤੁਹਾਡੇ ਅਸਾਈਲਮ ਵਾਲੇ ਕੇਸ ਦੇ ਬੇਸ ਤੇ ਵੀ ਆ ਸਕਦਾ ਵਾ, ਤੇ ਉਹਨੂੰ ਤੁਸੀਂ ਵਿਡਰਾ ਕਰਕੇ ਜਾਂ ਐਡਮਿਨ ਕਲੋਜ਼ ਕਰਕੇ 485 ਆਪਣਾ ਜਿਹੜਾ ਫਾਈਲ ਕਰੋ, ਉਹਦੇ ਬੇਸ ਤੇ ਵੀ ਤੁਹਾਡਾ ਵਰਕ ਪਰਮਿਟ ਆ ਸਕਦਾ। ਸੋ ਤੁਹਾਡੇ ਕੋਲ ਹੁਣ ਇੱਕ ਆਪਸ਼ਨ ਹੈਗੀ ਆ ਕਿ ਤੁਸੀਂ ਆਪਣੀ ਡਾਇਰੈਕਸ਼ਨ ਚੂਜ਼ ਕਰ ਸਕਦੇ ਆ ਕਿ ਅਸਾਈਲਮ ਵਾਲੀ ਬੋਰਡ 'ਚ ਪੈਰ ਰੱਖਣੇ ਆ ਤੇ ਨਾਲ ਜੁਵੇਨਾਈਲ ਦੋਨਾਂ ਬੋਰਡਾਂ 'ਚ ਪੈਰ ਰੱਖਣੇ ਆ, ਕਿ ਅਸਾਈਲਮ ਵਾਲੇ ਨੂੰ ਬੰਦ ਕਰਾ ਕੇ ਟੈਂਪਰੇਰੀ ਐਡਮਿਨ ਕਲੋਜ਼ ਉਹਨੂੰ ਕਹਿੰਦੇ ਆ। ਸੋ ਐਡਮਿਨ ਕਲੋਜ਼ ਕਰਾ ਕੇ ਨਾ ਉਹਨੂੰ, ਤੇ ਇਹਦਾ ਜਿਹੜਾ 485 ਵਗੈਰਾ ਆਪਣਾ ਤੁਸੀਂ ਅਪਲਾਈ ਕਰ ਸਕਦੇ ਆ ਜਦੋਂ ਤੁਹਾਡੀ ਪ੍ਰਾਇੋਰਟੀ ਡੇਟ ਕਰੰਟ ਹੁੰਦੀ ਹੈ। ਸੋ ਆਪਣੇ ਵਕੀਲ ਨਾਲ ਬੈ ਕੇ ਇਹਦੀ ਗੱਲ ਕਰੋ। 360 ਅਪਰੂਵ ਹੋਣ ਤੋਂ ਬਾਅਦ ਹੀ ਕਰਨਾ ਹੈ, ਰਾਈਟ? ਪਹਿਲਾਂ ਵੀ ਆਪਣਾ ਐਡਮਿਨਿਸਟ੍ਰੇਟਿਵ ਕਲੋਜ਼ਰ ਕੀਤਾ ਜਾ ਸਕਦਾ ਵਾ। ਤੇ ਆਪਣੇ ਵਕੀਲ ਦੇ ਨਾਲ ਬਹਿ ਕੇ ਨਾ, ਹੁਣ ਟੌਪਿਕ ਬਹੁਤ ਲੰਬਾ ਚੌੜਾ ਹੋਇਆ ਨਾ ਪ੍ਰਾਇੋਰਟੀ ਡੇਟ ਵਾਲਾ, ਕਿੱਦਾਂ ਡਿਸਕਸ ਆ, ਕਿਉਂਕਿ ਬੰਦਾ ਪੁੱਛੀ ਪ੍ਰੋਬੇਟ ਕੋਡ ਬਾਰੇ ਜਾਂਦਾ। ਸੋ ਇਦਾਂ ਕਿ ਮੇਰਾ ਵੀਰ, ਤੇਰੀ ਵਕੀਲ ਨੇ ਕਾਫੀ ਮੈਨੂੰ ਲੱਗਦਾ ਸਹੀ ਰਾਹ ਦੇ ਵਿੱਚ ਹੀ ਜਾ ਰਿਹਾ ਹੈ ਜੋ ਵੀ ਹੈ। ਸੋ 360 ਦੇ ਨਾਲ ਹੁਣ ਬਸ ਤੁਸੀਂ ਇਹੀ ਦੇਖਣਾ ਕਿ 485 ਹੁਣ ਫਾਈਲ ਹੋ ਸਕਦਾ ਕਿ ਬਾਅਦ ਚ ਫਾਈਲ ਕਰਨਾ ਵਾ, ਹਨਾ। ਵਕੀਲ ਨਾਲ ਆਪਣੇ ਬਹਿ ਕੇ ਜਿਹੜੀ ਸਲਾਹ ਕਰੋ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਮਨਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਭਾਜੀ, ਮੈਂ ਨਾ 2021 ਵਿੱਚ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ। ਹਾਂਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਹੁਣ ਮੇਰੇ ਕੋਲ ਮਤਲਬ ਕਿ 2.5 ਸਾਲ ਬਾਅਦ ਦੁਬਾਰਾ ਮੈਡੀਕਲ ਮੰਗਿਆ ਸੀਗਾ ਸੈਕਰਾਮੈਂਟੋ ਫੀਲਡ ਆਫਿਸ ਵਾਲਿਆਂ ਨੇ। ਉਹਨਾਂ ਨੂੰ ਭੇਜੇ ਨੂੰ ਵੀ 4 ਮਹੀਨੇ ਹੋ ਗਿਆ, ਪਰ ਕੋਈ ਅਪਡੇਟ ਨਹੀਂ ਹੋਈ ਕੇਸ ਦੀ। ਨਹੀਂ, ਹਾਂਜੀ, ਉਹ ਮੈਡੀਕਲ ਦਾ ਅਪਡੇਟ ਨਾਲ ਨਹੀਂ ਕੋਈ ਲੈਣਾ ਦੇਣਾ, ਉਹ ਪ੍ਰੋਸੈਸਿੰਗ ਟਾਈਮ ਨਾਲ ਲੈਣਾ। ਮੈਡੀਕਲ ਦਾ ਇਦਾਂ ਹੁੰਦਾ ਕਿ 2 ਸਾਲ ਬਾਅਦ ਐਕਸਪਾਇਰ ਹੋ ਜਾਂਦੇ ਆ ਤੇ ਫਿਰ ਉਹ ਦੁਬਾਰਾ ਮੰਗ ਸਕਦੇ ਆ। ਬਸ ਇਹੀ ਹੈ, ਉਹਨਾਂ ਨੇ ਐਕਸਪਾਇਰ ਹੋ ਗਏ ਹੋਣੇ, ਉਹਨਾਂ ਨੇ ਇਨਕੁਆਇਰੀ ਭੇਜਤੀ ਤੇ ਜਦੋਂ ਉਹਨਾਂ ਨੇ ਫੈਸਲਾ ਦੇਣਾ ਉਹਨੇ ਦੇ ਦੇਣਾ ਆਪ ਹੀ। ਠੀਕ ਆ ਭਾਜੀ। ਤੇ ਭਾਜੀ ਆਨਲਾਈਨ ਮਤਲਬ ਕਿ ਮੇਰਾ ਕੋਈ ਸਟੇਟਸ ਨਹੀਂ ਚੇਂਜ ਹੁੰਦਾ, ਸਿਰਫ ਉਹੀ ਲਿਖਿਆ ਹੁੰਦਾ ਵੀ 2021 ਦੇ ਵਿੱਚ ਆਪਾਂ ਫਿੰਗਰ ਚੱਕੇ ਸੀਗੇ, ਅਪ੍ਰੈਲ ਮਹੀਨੇ, ਬਸ ਉਹੀ ਆਉਂਦਾ ਆ। ਉਹ ਜਿਹੜੀ ਐਵੀਡੈਂਸ ਦੀ ਉਹ ਸਿੱਧੀ ਮੈਨੂੰ ਲੈਟਰ ਹੀ ਆਈ ਸੀ ਫੀਲਡ ਆਫਿਸ ਤੋਂ ਘਰੇ। ਠੀਕ ਆ, ਇਹ ਤਾਂ ਮੇਰਾ ਵੀ ਹੁਣ ਤੈਨੂੰ ਵਧਾਈਆਂ ਹੀ ਉਹਨਾਂ ਨੇ ਦੇਖਣੀਆਂ ਕਿ ਕੰਗ੍ਰੈਚੁਲੇਸ਼ਨ ਯੋਰ ਕੇਸ ਹੈਜ਼ ਬੀਨ ਪਾਸਡ। ਜੇ ਕੋਈ ਗੜਬੜ ਨਾ ਹੋਈ, ਹੋਰ ਉਹਨਾਂ ਨੇ ਕੋਈ ਅਪਡੇਟ ਨਹੀਂ ਦੇਣਾ।
ਉਹ ਠੀਕ ਆ। ਤੇ ਭਾਜੀ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ ਜੇ ਅਪਰੂਵ ਹੋਣ ਚ? ਬਸ 3 ਸਾਲ ਦੇ ਆਸੇ-ਪਾਸੇ ਜ਼ਿਆਦਾਤਰ ਜਿਹੜੇ ਲੋਕੀ ਦੱਸਦੇ ਆ ਸਾਨੂੰ ਹਨਾ, ਜਿਹੜਾ ਆਪਣਾ ਵੇਟਿੰਗ ਟਾਈਮ ਉਹਨਾਂ ਦਾ ਹੈਗਾ 1 ਤੋਂ 3 ਸਾਲ ਦੇ ਵਿੱਚ। ਸੋ ਠੀਕ ਆ, ਗੱਡੀ ਟਰੈਕ ਤੇ ਹੀ ਆ, ਮੈਡੀਕਲ ਉਹਨੇ ਮੰਗ ਲਿਆ, ਛੇਤੀ ਕਿਰਪਾ ਕਰੂਗੇ। ਜੀ 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 ਬਿਲਕੁਲ। ਤੇ ਥੈਂਕ ਯੂ, ਮਿਹਰਬਾਨੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਅਟਾਰਨੀ ਤਰੀਕੇ ਨਾਲ ਜੀ ਬਹੁਤ ਬਹੁਤ ਸ਼ੁਕਰੀਆ, ਬੜਾ ਧੰਨਵਾਦ। ਤੇ ਮਿਲਦੇ ਹਾਂ ਜੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਤੇ ਪ੍ਰੋਗਰਾਮ ਦੀ ਸਮਾਪਤੀ